ਜਿਹੜੀਆਂ ਯੂਨੀਵਰਸਿਟੀਜ਼ ਨੇ ਇੱਥੋਂ ਦੀਆਂ 5 ਜਿਨ੍ਹਾਂ ਨੇ ਬੈਨ ਕੀਤਾ ਸਾਡੇ ਇੰਡੀਆ ਦੇ ਕੁਝ ਸਟੇਟਸ ਨੂੰ ਜਾਂ ਮੇਬੀ ਸ਼ਾਇਦ ਪੰਜਾਬ ਤੇ ਹਰਿਆਣਾ ਨੂੰ। ਜਦੋਂ ਬਾਰਡਰ ਓਪਨਿੰਗ ਤੋਂ ਬਾਅਦ ਕੋਵਿਡ ਤੋਂ ਬਾਅਦ ਹੋਇਆ ਜਦੋਂ ਲਾਸਟ ਈਅਰ ਤਾਂ ਐਪਲੀਕੇਸ਼ਨਸ ਬਹੁਤ ਆਉਣ ਲੱਗ ਗਏ ਨੰਬਰਸ ਕਹਿ ਲਓ ਤੁਹਾਡਾ ਕਿ ਐਜ਼ ਏ ਇਮੀਗ੍ਰੇਸ਼ਨ ਏਜੰਟ ਬੰਦਾ ਪੈਸੇ ਕਿੰਨੇ ਕਮਾਉਂਦਾ ਕਿੱਥੋਂ ਕਮਾਈ ਆਉਂਦੀ ਇਹ ਨਾ ਪਤਾ ਲੱਗੇ ਕੱਲ ਨੂੰ ਤੁਹਾਡੇ ਨਹੀਂ ਜੈਨੂਇਨ ਸਟੂਡੈਂਟਸ ਦੀ ਹਲੇ ਵੀ ਹੋਪ ਹੈਗੀ ਆ ਤੇ ਆਲਵੇਜ਼ ਹੋਊਗੀ ਪਰ ਹੁਣ ਕਿਉਂਕਿ ਡਬਲਯੂ ਸਟੇਟ ਨੇ ਕਾਫੀ ਰਿਲੈਕਸ ਰਿਕੁਆਇਰਮੈਂਟਸ ਕੀਤੀਆਂ ਹੋਈਆਂ ਕੈਨੇਡਾ ਤੋਂ ਜ਼ਿਆਦਾ PR ਦੀਆਂ ਇਨਕੁਆਇਰੀਜ਼ ਬਹੁਤ ਆਉਂਦੀਆਂ ਹਨ ਪਤਾ ਵੀ ਕਈਆਂ ਰੀਜ਼ਨ ਕਰਕੇ ਉਹ ਕਹਿੰਦੇ ਵੀ ਅਸੀਂ ਆਸਟ੍ਰੇਲੀਆ ਮੂਵ ਹੋਣਾ ਚਾਹੁੰਦੇ ਹਾਂ ਪਰਮਾਨੈਂਟਲੀ ਮੂਵ ਹੋਣ ਦੀਆਂ ਕਾਫੀ ਇਨਕੁਆਇਰੀਜ਼ ਆਉਂਦੀਆਂ। ਨਰਿੰਦਰ ਕੌਰ ਸੰਧੂ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਨਵਾਈਟ 'ਤੇ ਸਾਡੇ ਪੰਜਾਬੀ ਪੌਡ ਦੇ ਵਿੱਚ ਆਏ ਹੋ। ਤੁਹਾਨੂੰ ਸ਼ਾਇਦ ਨਹੀਂ ਪਤਾ ਪਰ ਅਸੀਂ 8 ਪੋਡਕਾਸਟ ਕਰ ਚੁੱਕੇ ਹਾਂ ਸੋ ਇਹ ਨਵਾਂ ਪੋਡਕਾਸਟ ਹੈ ਸਾਡੇ ਨਵੇਂ ਸੈਟਅਪ ਦੇ ਨਾਲ ਅਤੇ ਤੁਸੀਂ ਪਹਿਲੇ ਗੈਸਟ ਸਪੀਕਰ ਹੋ ਸੋ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਅਸੀਂ ਕਿੰਨਾ ਚਿਰ ਤੋਂ ਟਰਾਈ ਕਰ ਰਹੇ ਸੀ ਕਿ ਕੋਈ ਗੈਸਟ ਸਪੀਕਰ ਆਵੇ ਜੋ ਫੀਮੇਲ ਹੋਵੇ ਤਾਂ ਉਹਦੇ ਪਰਸਪੈਕਟਿਵ ਤੋਂ ਅਸੀਂ ਸਮਝੀਏ ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਬਾਕੀ ਮੇਲ ਸਪੀਕਰ ਤੋਂ ਪੁੱਛਦੇ ਹਾਂ। ਸਹੀ ਗੱਲ ਆ ਭਾਅ ਜੀ? ਬਿਲਕੁਲ ਸਹੀ ਕਹਿ ਰਹੇ ਹੋ ਵੀਰੇ। ਬਾਕੀ ਆਪਣੀ ਕਮਿਊਨਿਟੀ ਲਈ ਐਜ਼ ਏ ਤੁਸੀਂ ਬਿਜ਼ਨਸ ਵੂਮਨ ਬਿਜ਼ਨਸ ਰਨ ਕਰ ਰਹੇ ਹੋ ਫੋਰਨ ਕੰਟਰੀ ਦੇ ਵਿੱਚ ਇੰਨਾ ਸਕਸੈਸਫੁਲੀ ਮਤਲਬ ਆਪਣੀ ਪੰਜਾਬੀ ਕਮਿਊਨਿਟੀ ਲਈ ਮੈਂ ਤਾਂ ਕਿਸੇ ਨੂੰ ਜਾਣਦਾ ਨਹੀਂ ਜਿਹੜੇ ਐਜ਼ ਏ ਵੂਮਨ ਬਿਜ਼ਨਸ ਰਨ ਕਰ ਰਹੇ ਨੇ ਅਤੇ ਸੋ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਇੰਸਪਾਇਰਿੰਗ ਹੈ ਮੈਨੂੰ ਲੱਗਦਾ। ਥੈਂਕ ਯੂ ਮਨਪ੍ਰੀਤ ਐਂਡ ਹੈਰੀ ਜੀ ਪਹਿਲਾਂ ਤਾਂ ਇੱਥੇ ਬੁਲਾਉਣ ਲਈ ਇਸ ਓਪਰਚੁਨਿਟੀ ਲਈ ਅਤੇ ਮੇਰੇ ਲਈ ਬਹੁਤ ਮਾਣ ਦੀ ਗੱਲ ਆ ਕਿ ਤੁਸੀਂ ਮੈਨੂੰ ਕੰਸੀਡਰ ਕੀਤਾ ਚਾਹੇ ਐਜ਼ ਅ ਬਿਜ਼ਨਸ ਵੀਮੈਨ ਕਹਿ ਲਓ ਚਾਹੇ ਐਜ਼ ਅ ਮਾਈਗ੍ਰੇਸ਼ਨ ਏਜੰਟ ਕਹਿ ਲਓ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ ਅਤੇ ਐਂਡ ਹੋਪਫੁਲੀ ਆਪਾਂ ਇੱਕ ਵਧੀਆ ਡਿਸਕਸ਼ਨ ਕਰਾਂਗੇ। ਹਾਂਜੀ ਬਿਲਕੁਲ ਕਰਾਂਗੇ। ਸਟਾਰਟ ਕਰਨ ਤੋਂ ਪਹਿਲਾਂ ਸੌਰੀ ਮੈਂ ਇੱਕ ਥੋੜ੍ਹਾ ਜਿਹਾ ਕਲੀਅਰ ਕਰਦਾ ਕਿ ਸਾਡੇ ਕੋਲ ਕੁਛ ਨੋਟਸ ਨੇ ਜਿਹੜੇ ਕੁਐਸ਼ਚਨਸ ਦੇ ਅਰਾਊਂਡ ਅਸੀਂ ਟੌਪਿਕਸ ਦੇ ਅਰਾਊਂਡ ਅਸੀਂ ਕੁਐਸ਼ਚਨ ਕਰਾਂਗੇ ਸੋ ਜੇ ਅਸੀਂ ਧਿਆਨ ਤੁਹਾਡੇ ਵੱਲੋਂ ਹਟ ਕੇ ਇੱਧਰ ਹੈ ਸੋ ਥੋੜ੍ਹਾ ਰੂਡ ਨਾ ਹੋਵੇ ਕਿੱਦਾਂ। ਹਾਂਜੀ ਬਾਕੀ ਥੋੜ੍ਹਾ ਕੋਈ ਪਰਸਨਲੀ ਨਾ ਲਿਓ ਆਪਾਂ ਕੁਐਸ਼ਚਨ ਪੁੱਛਣ ਦੀ ਆਪਣੀ ਪਿੱਛੇ ਕੋਈ ਇੰਟੈਂਸ਼ਨ ਇਹ ਨਹੀਂ ਹੈਗੀ ਕਿ ਤੁਹਾਨੂੰ ਆਪਾਂ ਨੀਵਾਂ ਦਿਖਾਉਣਾ ਜਾਂ ਕੁਛ ਆਪਾਂ ਕੋਈ ਕੁਐਸ਼ਚਨ 'ਚ ਫਸਾਉਣਾ ਚਾਹੁੰਦੇ ਇੱਦਾਂ ਕੁਛ ਨਹੀਂ ਹੈਗਾ। ਕੋਈ ਗੱਲ ਨਹੀਂ ਕੰਮ ਹਾਂਜੀ ਰੋਜ਼ ਦਾ ਕੰਮ ਹੈ ਰੋਜ਼ ਦਾ ਕੰਮ ਜੀ। ਮੇਨ ਇਹ ਹੈ ਕਿ ਲੋਕ ਆਪਾਂ ਸੁਣਨ ਵਾਲੇ ਸਿੱਖਣ ਅਤੇ ਆਪਾਂ ਥੋੜ੍ਹਾ ਹਾਸਾ ਮਜ਼ਾਕ ਇੱਕ ਸਹੀ ਜਾਣਕਾਰੀ ਦੇਣੀ ਅਸਲ ਵਿੱਚ ਇੰਟਰਵਿਊਜ਼ ਕਰਨੀਆਂ ਜਾਂ ਰੇਡੀਓ 'ਤੇ ਆਉਣਾ ਜਾਂ ਤੁਹਾਡੇ ਇੱਥੇ ਆਉਣਾ ਤੁਹਾਨੂੰ ਪਤਾ ਟਾਈਮ ਤਾਂ ਹੁੰਦਾ ਨਹੀਂ ਇੰਨਾ ਬਟ ਅਗੇਨ ਜੇ ਕਮਿਊਨਿਟੀ ਲਈ ਕੁਛ ਹੁੰਦਾ ਅਗਲਾ ਕਹਿੰਦਾ ਤਾਂ ਮੈਂ ਫਿਰ ਕੋਸ਼ਿਸ਼ ਕਰਦੀ ਹੁੰਦੀ ਕਿ ਚਲੋ ਜਿੰਨੀ ਕੁ ਆਪਣਾ ਯੋਗਦਾਨ ਬਣਦਾ ਆਪਾਂ ਪਾਈਏ। ਜੀ ਟਰਾਈ ਕਰੋ ਮਾਈਕ ਥੋੜ੍ਹਾ ਹੋਰ ਲਾ ਕੇ ਇਹਨੂੰ ਖਿੱਚ ਬਸ ਠੀਕ ਨਹੀਂ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਹਰ ਇੱਕ ਬੰਦੇ ਨੂੰ ਕਿ ਕਮਿਊਨਿਟੀ ਲਈ ਕੁਛ ਨਾ ਕੁਛ ਕਰਨਾ ਚਾਹੀਦਾ। ਸੋ ਪਹਿਲਾਂ ਮੈਂ ਤੁਹਾਨੂੰ ਵੈਸੇ ਪੁੱਛਣਾ ਚਾਹੁੰਦਾ ਕਿ ਪਰਸਨਲ ਮੇਰਾ ਸਵਾਲ ਆ ਕਿ ਤੁਹਾਨੂੰ ਐਜ਼ ਏ ਵੂਮਨ ਬਿਜ਼ਨਸ ਦੇ ਵਿੱਚ ਫੋਰਨ ਕੰਟਰੀ ਦੇ ਵਿੱਚ ਕਿੱਦਾਂ ਦੀ ਡਿਫੀਕਲਟੀਜ਼ ਤੁਸੀਂ ਫੇਸ ਕਰਦੇ ਹੋ? ਐਜ਼ ਅ ਡਿਫੀਕਲਟੀ ਹੁਣ ਤਾਂ ਮੈਨੂੰ ਨਹੀਂ ਲੱਗਦਾ ਹੁਣ ਤਾਂ ਆਦਤ ਪੈ ਗਈ ਹੈ ਕਹਿ ਲਓ ਪਰ ਸਟਾਰਟਿੰਗ ਜਦੋਂ ਸਟਾਰਟ ਕੀਤਾ ਅਤੇ ਹੌਲੀ ਹੌਲੀ ਇੱਥੋਂ ਪਹੁੰਚਣ ਤੱਕ ਕਾਫੀ ਟਾਈਮ ਲੱਗਿਆ ਅਤੇ ਕਾਫੀ ਤੁਸੀਂ ਕਹਿ ਲਓ ਵੀ ਕਿਉਂਕਿ ਜਦੋਂ ਇਨੀਸ਼ੀਅਲੀ ਵੀ ਤੁਸੀਂ ਸਟਾਰਟ ਕਰਦੇ ਆ ਬਿਜ਼ਨਸ ਤਾਂ ਇੱਕ ਸਪੋਰਟ ਹੁੰਦੀ ਹੈ ਕਿ ਬੰਦਾ ਕਿਸੇ ਦੇ ਭਰੋਸੇ ਅਗਲਾ ਜਾਂ ਕਿਸੇ ਸਪੋਰਟ ਕਰਕੇ ਆਪਾਂ ਸਟਾਰਟ ਕਰਦੇ ਹਾਂ ਤਾਂ ਮੇਰੀ ਇੰਨੀ ਹੈ ਨਹੀਂ ਸੀ ਕਿਉਂਕਿ ਮੈਂ ਐਜ਼ ਅ ਇਕੱਲੀ ਆਈ ਸੀ ਇੱਥੇ ਸਟੱਡੀ ਕਰਨ ਵਿੱਚ 2004 ਦੇ ਵਿੱਚ ਅਤੇ ਮੈਂ ਸਟੱਡੀ ਕੀਤੀ ਆਪਣੀ PR ਪਾਈ ਜਿੱਦਾਂ ਹੀ ਸਟੂਡੈਂਟ ਕਰਦੇ ਆ ਹੈ ਨਾ ਫਿਰ ਮੈਂ ਕਾਲਜ ਜੋਬ ਕਰਨ ਲੱਗ ਗਈ ਸੀ ਤਾਂ ਮੈਨੂੰ ਐਜੂਕੇਸ਼ਨ ਡਿਪਾਰਟਮੈਂਟ 'ਚ ਮਤਲਬ ਇੱਧਰਲੀ ਸਾਈਡ 'ਚ ਐਜੂਕੇਸ਼ਨ ਸਾਈਡ ਮੈਂ 2007-8 ਤੋਂ ਕਰ ਰਹੀ ਹਾਂ ਸੋ ਫਿਰ ਉੱਦਾਂ ਹੀ ਮੇਰਾ ਇੰਟਰਸਟ ਬਣ ਗਿਆ ਮਾਈਗ੍ਰੇਸ਼ਨ ਦੇ ਵਿੱਚ ਕਿ ਸਟੂਡੈਂਟਸ ਨਾਲ ਡੀਲ ਕਰਦੇ ਮੈਨੂੰ ਲੱਗਿਆ ਕਿ ਇੱਕ ਮਤਲਬ ਆਪਾਂ ਕੰਮ ਤਾਂ ਕਰਨਾ ਹੀ ਆ ਪਰ ਇੱਕ ਲੋਕਾਂ ਦੀ ਹੈਲਪ ਵੀ ਹੋ ਜਾਏ ਸਹੀ ਗਾਈਡੈਂਸ ਹੋ ਜਾਏ ਤਾਂ ਬਿਜ਼ਨਸ ਨਾਲੋਂ ਜ਼ਿਆਦਾ ਮਤਲਬ ਮੇਰਾ ਪੈਸ਼ਨ ਬਣ ਗਿਆ ਪ੍ਰੋਫੈਸ਼ਨ ਕਹਿ ਲਓ ਤੁਸੀਂ। ਫਿਰ ਮੈਂ ਮਾਈਗ੍ਰੇਸ਼ਨ ਏਜੰਟ ਦਾ ਕੋਰਸ ਕੀਤਾ ਅਤੇ ਇਹ ਸਟਾਰਟ ਕਰ ਲਿਆ ਸੋ ਕਰਦੇ ਕਰਦੇ ਪਤਾ ਨਹੀਂ ਲੱਗਿਆ ਕਹਿੰਦੇ ਨਾ ਵੀ ਵਾਂਸ ਯੂ ਸਟਾਰਟ ਯੂ ਨੈਵਰ ਲੁੱਕ ਬੈਕ ਸੋ ਹੁਣ ਇਹ ਮੈਨੂੰ ਆਲਮੋਸਟ 14 ਈਅਰਸ ਹੋ ਗਏ ਸੋ 2009 ਤੋਂ ਮੈਂ ਮਾਈਗ੍ਰੇਸ਼ਨ ਏਜੰਟ ਰਜਿਸਟਰਡ ਹਾਂ ਅਤੇ ਕੰਮ ਕਰ ਰਹੀ ਹਾਂ। ਓਕੇ ਸਾਰਾ ਕੁਛ ਸਹੀ ਬੋਲਿਆ ਨਾ? ਨਹੀਂ ਬਿਲਕੁਲ ਭਾਜੀ ਨੇ ਵੈਬਸਾਈਟ ਤੋਂ ਸਾਰਾ ਕੁਝ ਚੈੱਕ ਕੀਤਾ ਪਹਿਲਾਂ ਤੁਹਾਡੀ ਹਿਸਟਰੀ ਬੜੀ ਕਿ ਪੜ੍ਹ ਰਿਹਾ ਸੀ 2004 ਚ ਕੀ ਕੀਤਾ 2009 ਚ ਸੋ ਕਨੈਕਟ ਮਾਈਗ੍ਰੇਸ਼ਨ ਵਿਕਟੋਰੀਆ ਪਾਰਕ ਦੇ ਵਿੱਚ। ਹਾਂਜੀ ਕਹਿੰਦੇ ਜਦ ਤੁਸੀਂ ਸਹੀ ਬੋਲਦੇ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ। ਇਹ ਗੱਲ ਸਹੀ ਹੈ ਇਹਦਾ ਨਾਲੇ ਆਪਦੀ ਸਟੋਰੀ ਹੈ ਛੋਟੀ ਕੋਈ ਯਾਦ ਰੱਖਣ ਵਾਲੀ ਚੀਜ਼ ਹੀ ਹੈ। ਹਾਂਜੀ ਮਤਲਬ ਮੈਂ ਕਦੇ ਸੋਚਿਆ ਨਹੀਂ ਸੀਗਾ ਟੂ ਬੀ ਓਨੈਸਟ ਕਿ ਮੈਂ ਮਾਈਗ੍ਰੇਸ਼ਨ ਏਜੰਟ ਬਣੂੰਗੀ ਜਾਂ ਮੈਂ ਇੱਦਾਂ ਕਰੂੰਗੀ ਮਤਲਬ ਆਲਵੇਜ਼ ਲਾਈਕ ਮੈਂ ਕਦੇ ਇਹ ਵੀ ਨਹੀਂ ਸੋਚਿਆ ਸੀ ਕਿ ਮੈਂ ਆਸਟ੍ਰੇਲੀਆ ਜਾਊਂਗੀ ਪੜ੍ਹਨ ਹੈ ਨਾ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਸੀ ਜਦ ਮੈਂ ਪੜ੍ਹਦੀ ਸੀ ਕਿ ਮੈਂ ਕਦੇ ਨਹੀਂ ਸੋਚਦੀ ਸੀ ਕਿ ਮੈਂ ਜਾਣਾਗਾ ਮੈਂ ਆਉਣਾ ਵੀ ਨਹੀਂ ਚਾਹੁੰਦੀ ਸੀ। ਮੈਨੂੰ ਇਹ ਲੱਗਦਾ ਹੁੰਦਾ ਸੀ ਲੋਕੀ ਪੜ੍ਹ ਕੇ ਕਿਉਂ ਚਲੇ ਜਾਂਦੇ ਆ ਬਾਹਰ ਹੈ ਨਾ ਕਿ ਆਪਣੀ ਕੰਟਰੀਜ਼ 'ਚ ਕਿਉਂ ਨਹੀਂ ਰਹਿੰਦੇ ਕੁਛ ਇੱਦਾਂ ਨਹੀਂ
ਤੇ ਮੇਰੇ ਫਰੈਂਡਸ ਨੂੰ ਵੀ ਪਤਾ, ਜਿਹੜੇ ਸਕੂਲ ਫਰੈਂਡ ਜਾਂ ਕੁਛ ਵੀ, ਮੇਰੇ ਮੈਥਸ ਮੇਰਾ ਕਾਫੀ ਫੇਵਰੇਟ ਸਬਜੈਕਟ ਸੀ। ਮੈਨੂੰ ਬਸ ਇਹ ਸੀ ਕਿ ਮੈਂ ਮੈਥਸ ਦੀ MSc ਕਰਕੇ ਮੈਥਸ ਦੀ ਪ੍ਰੋਫੈਸਰ ਬਣੂੰਗੀ, ਹੈ ਨਾ। ਮੇਰਾ ਇੰਨਾ ਕੀ ਸੀ, ਬਸ ਮੈਂ ਮੈਥਸ ਦੀ ਪ੍ਰੋਫੈਸਰ ਬਣੂੰਗੀ। ਪਰ ਮੇਰਾ ਫੇਵਰੇਟ ਸੀ ਤੇ ਮੇਰਾ ਸਟਰੋਂਗ ਵੀ ਸੀਗਾ ਮੈਥਸ, ਤੇ ਪਰ ਉਹ ਕਹਿੰਦੇ ਨਾ ਵੀ ਕਈ ਵਾਰੀ ਕਿਸਮਤ ਹੁੰਦੀ ਹੈ, ਫਿਰ ਗੋ ਵਿਦ ਦਾ ਫਲੋ। ਫਿਰ ਇਹ ਹੁੰਦਾ ਕਿ ਜੋ ਓਪਰਚੁਨਿਟੀ ਆਉਂਦੀ ਹੈ ਤੁਸੀਂ ਲੈ ਲਓ, ਹੈ ਨਾ। ਹਮੇਸ਼ਾ ਐਜ਼ ਪਲਾਨਡ ਨਹੀਂ ਚੱਲਦਾ। ਹਾਂਜੀ, ਤਾਂ ਬਸ ਇਹ ਲੈ ਕੇ ਇੱਕ ਮੇਰੇ ਡੈਡ ਨੇ ਮੈਨੂੰ ਬਹੁਤ ਸਪੋਰਟ ਕੀਤਾ ਤੇ ਬਹੁਤ ਮੈਨੂੰ ਮਤਲਬ ਪੁਸ਼ ਵੀ ਕੀਤਾ ਕਿ ਚਲੋ ਵੀ ਕਰਨਾ, ਜਿਵੇਂ। ਐਂਡ ਇਟਸ ਆਲ ਬਿਕਾਜ਼ ਆਫ ਮਾਈ ਡੈਡ, ਹੈ ਨਾ। ਆਮ ਰੀਅਲੀ ਥੈਂਕਫੁਲ। ਅੱਜ ਉਹ ਹੈ ਨਹੀਂ ਮੇਰੇ ਨਾਲ, ਪਰ ਇਹ ਹੈ ਵੀ ਉਹਨਾਂ ਨੇ ਇੱਕ ਸਪੋਰਟ ਦਿੱਤੀ। ਨਹੀਂ ਤਾਂ ਤੁਹਾਨੂੰ ਪਤਾ ਕੁੜੀਆਂ ਨੂੰ ਕਰਨਾ ਬਹੁਤ ਮੁਸ਼ਕਿਲ ਹੁੰਦਾ, ਹੈ ਨਾ। ਫਾਦਰ ਦੀ ਸਪੋਰਟ ਨਾਲ, ਕਿ ਉਹਨਾਂ ਨੇ ਮੈਨੂੰ ਮਤਲਬ ਉਹਨਾਂ ਨੂੰ ਇਹ ਸੀ ਕਿ ਇਹ ਨਾ ਹੋਵੇ ਵੀ ਕੁੜੀ ਆ ਜਾਂ ਪੜ੍ਹ ਨਹੀਂ ਸਕਣਾ ਜਾਂ ਇਸ ਤੋਂ ਬਿਨਾਂ, ਕਿ ਮਤਲਬ ਤੂੰ ਇਸ ਕਰਕੇ ਪਿੱਛੇ ਨਾ ਰਹਿ ਜਾਏ, ਹੈ ਨਾ। ਉਹਨਾਂ ਦਾ ਇਹ ਕਹਿਣਾ ਸੀ ਵੀ ਜਿਹੜਾ ਬੱਚਾ ਦੇ ਕੈਲੀਬਰ ਹੈਗਾ ਕਰਨਾ, ਆਪਾਂ ਨੂੰ ਉਹਨੂੰ ਕਰਨਾ ਚਾਹੀਦਾ ਸਪੋਰਟ। ਬਿਲਕੁਲ, ਹਾਂਜੀ, ਬਿਲਕੁਲ। ਮੈਨੂੰ ਲੱਗਦਾ ਇਹ ਉਹ ਚੀਜ਼ ਲਈ ਵੀ ਬਹੁਤ ਵੱਡੀ ਐਗਜ਼ਾਮਪਲ ਆ ਕਿ ਜਿਵੇਂ ਬਹੁਤ ਲੋਕ ਕਹਿੰਦੇ ਨੇ ਕਿ ਯਾਰ ਸਾਡੇ ਕੁੜੀ ਨਾ ਹੋਵੇ, ਮੁੰਡਾ ਹੀ ਹੋਵੇ। ਹਾਂਜੀ, ਪਰ ਤੁਸੀਂ ਉਹਨਾਂ ਲਈ ਨਹੀਂ, ਮੇਰੇ ਡੈਡ ਕਹਿੰਦੇ ਹੁੰਦੇ ਸੀ, ਹੀ ਵਾਸ ਵੈਰੀ ਪ੍ਰਾਊਡ। ਐਂਡ ਮੈਂ ਵੀ ਆਪਣੇ ਆਪ ਨੂੰ ਲੱਕੀ ਸਮਝਦੀ ਹਾਂ ਕਿ ਉਹ ਸੀਗੇ। ਉਹ ਕਹਿੰਦੇ ਹੁੰਦੇ ਸੀ ਕਿ ਮੇਰੀ ਬੇਟੀ ਨਹੀਂ ਹੈ, ਮੇਰਾ ਬੇਟਾ ਹੀ ਆ। ਸੋ ਬਹੁਤ ਪ੍ਰਾਊਡ ਕਰਦੇ ਹੁੰਦੇ ਸੀਗੇ। ਸੋ ਮੈਨੂੰ ਲੱਗਦਾ ਕਿ ਫੈਮਿਲੀ ਦੀ ਸਪੋਰਟ ਹੋਵੇ ਤਾਂ ਦੁਨੀਆ ਦੀ ਕਿਸੇ ਤਾਕਤ ਨਾਲ ਲੜ ਸਕਦਾ। ਮੈਂ ਤਾਂ ਕਹਿੰਦੀ ਹਾਂ ਆਲ ਬਿਕਾਜ਼ ਆਫ ਜਿਹੜਾ ਮੇਰਾ, ਕਈ ਕਹਿੰਦੇ ਸਟਰੋਂਗ ਆ ਜਾਂ ਇੱਦਾਂ, ਚਲੋ ਕੁਛ ਇੰਨੇ ਸਾਲ ਰਹਿ ਕੇ ਤੁਸੀਂ ਬਣ ਜਾਂਦੇ ਆ। ਤੁਸੀਂ ਜਿੱਦਾਂ ਕਿਹਾ ਕਿ ਬਿਜ਼ਨਸ ਕਰਨਾ ਵੀ, ਜਾਂ ਇੱਥੇ ਇਹ ਮਾਈਗ੍ਰੇਸ਼ਨ ਵੀ ਤੁਸੀਂ ਦੇਖੋ, ਮਾਈਗ੍ਰੇਸ਼ਨ ਹੁਣ ਕਾਫੀ ਲੜਕੀਆਂ ਆ ਗਈਆਂ, ਵਿੱਚ ਹੋ ਗਿਆ। ਪਹਿਲਾਂ ਇਟਸ ਮੇਲ ਡੋਮੀਨੇਟਿੰਗ ਪ੍ਰੋਫੈਸ਼ਨ, ਇਹ ਨਹੀਂ ਕਹਿ ਸਕਦੇ ਇੰਡਸਟਰੀ। ਸੋ ਇੱਕ ਲੜਕੀ ਹੋਣ ਦਾ ਸਭ ਤੋਂ ਵੱਡਾ ਗੱਲ ਤਾਂ ਇਹ ਹੁੰਦਾ, ਤੁਸੀਂ ਕੁਛ ਜ਼ਿਆਦਾ, ਤੁਸੀਂ ਉਹਨੇ ਇੱਕ ਲਿਮਿਟਡ ਕੰਮ ਕਰਦੇ ਆ, ਲੋਕਾਂ ਨਾਲ ਕਰਦੇ ਆ। ਤੁਸੀਂ ਜਿਵੇਂ ਤੁਸੀਂ ਬॉयਜ਼ ਆ ਨਾ, ਤੁਸੀਂ ਦੇਖ ਲਿਆ ਵੀ ਚਲੋ ਆ ਜਾਓ ਆਪਾਂ ਖਾਣੇ ਪੀਂਦੇ ਆ, ਬਹਿੰਦੇ ਆ, ਹੈ ਨਾ। ਸੋ ਰਿਲੇਸ਼ਨਸ਼ਿਪਸ ਇੱਦਾਂ ਬਣਦੀਆਂ, ਇੱਕ ਦੂਜੇ ਨੂੰ ਫੇਵਰ ਕਰਦੇ ਆ। ਸੋ ਮੈਂ ਬਹੁਤ ਘੱਟ ਫੇਵਰ ਲਏ ਜਾਂ ਕੀਤੇ ਇੱਦਾਂ ਕਹਿ ਲਓ, ਪਰ ਮੈਂ ਪ੍ਰੋਫੈਸ਼ਨਲੀ ਕੰਮ ਜ਼ਿਆਦਾ ਕੀਤਾ ਗਾ। ਸੋ ਐਂਡ ਆਈ ਰੀਅਲੀ ਐਪਰੀਸ਼ੀਏਟ ਕਿ ਜਿਹੜੇ ਕਾਫੀ ਮੈਨੂੰ ਮੇਲ ਕੋਲੀਗਸ ਕਹਿ ਲਓ ਜਾਂ ਜਿੱਦਾਂ ਵੀ ਮੈਨੂੰ ਕਾਫੀ ਸਪੋਰਟ ਮਿਲੀ ਆ, ਕਿ ਕਈ ਇਸ ਚੀਜ਼ ਦਾ ਬੜਾ ਮਾਣ ਕਰਦੇ ਆ। ਜਿਵੇਂ ਹੁਣ ਤੁਸੀਂ ਵੀ ਕਿਹਾ ਕਿ ਵੀ ਕੁੜੀ ਆ, ਕਿ ਮੈਨੂੰ ਜੋ ਵੀ ਸਪੋਰਟ ਹੁੰਦੀ ਹੈ ਵੀ ਤੂੰ ਦੱਸ ਸਾਨੂੰ, ਅਸੀਂ ਵੀ ਆਰ ਦੇਅਰ ਫਰੈਂਡਸ ਜਾਂ ਇਹਦਾ ਬ੍ਰਦਰਸ ਜੋ ਵੀ ਹੈ ਨਾ। ਤਾਂ ਮੈਨੂੰ ਫੈਮਿਲੀ ਦੀ ਬਹੁਤ ਸਪੋਰਟ ਮਿਲੀ ਆ, ਅਤੇ ਸਭ ਤੋਂ ਵੱਡੀ ਮੇਰੇ ਡੈਡ ਦੀ ਸਪੋਰਟ ਤਾਂ ਕਹਿ ਲਓ ਵੀ ਉਹਨਾਂ ਬਿਨਾਂ ਮੈਂ ਹੈ ਨਹੀਂ। ਜੋ ਅੱਜ ਵੀ ਆ, ਜੋ ਵੀ ਆ ਮੈਂ, ਮਤਲਬ ਇੰਨਾ ਮੈਨੂੰ ਇਸ ਕਾਬਿਲ ਬਣਾਇਆ, ਜਾਂ ਕਹਿ ਲਓ ਇੰਨਾ ਮੇਰੇ 'ਚ ਕੌਨਫੀਡੈਂਸ, ਜਾਂ ਉਹ ਸਭ ਮੇਰੇ ਡੈਡ ਦਾ ਇੱਕ ਤੁਸੀਂ ਕਹਿ ਲਓ ਰੂਪ ਦੇਖ ਸਕਦੇ ਹੈਗੇ। ਵਾਓ। ਸੋ ਪਹਿਲਾਂ ਤੁਸੀਂ ਵਿੱਚ ਮੈਂਸ਼ਨ ਕੀਤਾ ਕਿ ਤੁਹਾਨੂੰ ਲੱਗਦਾ ਸੀ ਕਿ ਲੋਕ ਕਿਉਂ ਬਾਹਰ ਜਾਂਦੇ ਆ। ਹੁਣ ਤੁਸੀਂ ਉਹ ਪ੍ਰੋਫੈਸ਼ਨ 'ਚੋਂ, ਹੁਣ ਤੁਹਾਨੂੰ ਤੁਸੀਂ ਕਿੰਨੇ ਲੋਕਾਂ ਨੂੰ ਬਾਹਰ ਲੈਂਦਾ, ਹੁਣ ਤੁਹਾਨੂੰ ਥੋੜਾ ਆਈਡੀਆ ਹੋਊ ਕਿ ਲੋਕ ਕਿਉਂ ਬਾਹਰ ਆਉਂਦੇ। ਹੁਣ ਜੇ ਕੋਈ ਕਹਿੰਦਾ, ਮੈਂ ਦੇਖੋ ਪਹਿਲਾਂ ਵੀ ਕਹਿੰਦੀ ਹਾਂ, ਹੁਣ ਡੈਡ ਮੇਰੇ ਅੱਧੇ ਏਜੰਟ ਦਾ, ਚਲੋ ਸਾਡੀ ਫੈਮਿਲੀ ਬਣ ਗਈ ਸੀ, ਮੇਰੇ ਡੈਡ ਅੱਧੇ ਏਜੰਟ ਬਣ ਗਏ ਸੀਗੇ, ਹੈ ਨਾ। ਉਹਨਾਂ ਨੇ ਕਹਿਣਾ, ਮੈਂ ਉਹਨਾਂ ਨੂੰ ਕਹਿਣਾ ਵੀ ਰਹਿਣ ਦਿਓ। ਹੁਣ ਕੀ ਸੀਗਾ ਕਿ ਜੇ ਲੋਕਾਂ ਨੂੰ ਤੁਸੀਂ, ਮੈਂ ਅੱਜ ਵੀ ਨਹੀਂ ਕਹਿੰਦੀ ਕਿ ਵੀ ਆਓ ਜਾਂ, ਹੈ ਨਾ। ਕਈ ਜੇ ਮੈਨੂੰ ਕੋਈ ਸੀਰੀਅਸਲੀ ਪੁੱਛਦਾ ਵੀ ਪਿੱਛੇ ਜਾਣਾ ਕਿ ਮੈਂ ਕੰਪੈਰੀਜ਼ਨ, ਚਲੋ ਐਜ਼ ਅ ਪਰਸਨਲ ਲੈਵਲ 'ਤੇ ਆਪਾਂ ਕਰ ਸਕਦੇ ਹਾਂ। ਐਜ਼ ਅ ਪ੍ਰੋਫੈਸ਼ਨ ਆਫ ਕੋਰਸ ਮੈਂ ਮਾਈਗ੍ਰੇਸ਼ਨ ਏਜੰਟ, ਆਪਾਂ ਤਾਂ ਕਹਾਂਗੇ ਕਿ ਆਓ, ਹੈ ਨਾ। ਜੇ ਕੋਈ ਪੁੱਛੂਗਾ ਆਸਟ੍ਰੇਲੀਆ ਕਿ ਕੈਨੇਡਾ ਕੀ, ਫਿਰ ਵੀ ਆਪਾਂ ਕਹਾਂਗੇ ਆਸਟ੍ਰੇਲੀਆ, ਬਿਕਾਜ਼ ਆਪਾਂ ਨੂੰ ਚੰਗਾ ਲੱਗਦਾ, ਪਤਾ ਹੀ ਇੱਥੇ ਬੈਠੇ ਹਾਂ। ਐਂਡ ਆਫ ਕੋਰਸ ਕਿ ਫਿਰ ਮੈਂ ਵੈਸਟਰਨ ਆਸਟ੍ਰੇਲੀਆ ਕਹੂੰਗੀ, ਪਰਥ ਕਹੂੰਗੀ, ਬਿਕਾਜ਼ ਅਗੇਨ ਆਪਾਂ ਇੱਥੇ ਬੈਠੇ ਹਾਂ। ਕਿਉਂਕਿ ਜੇ ਮੇਰੀ ਚੋਇਸ ਪੁੱਛੂਗਾ, ਜਿੱਥੇ ਆਪਾਂ ਹੈਗੇ ਹਾਂ, ਆਪਾਂ ਉਸ ਚੀਜ਼ ਨੂੰ ਲਾਈਕ ਕਰਾਂਗੇ। ਤਾਂ ਉਹ ਚੀਜ਼ ਆ ਗਈ। ਹੁਣ ਜਿਹਨੇ ਆਉਣਾ, ਤੁਸੀਂ ਦੇਖੋ ਵੈਸੇ ਵੀ ਜੇ ਕੋਈ ਤੁਹਾਨੂੰ ਰਿਸ਼ਤੇਦਾਰੀ 'ਚ ਪੁੱਛਦਾ ਜਾਂ ਵੈਸੇ ਪੁੱਛੂਗਾ, ਤੁਹਾਡੇ ਤੋਂ ਵੀ ਕੋਈ ਪੁੱਛੂਗਾ। ਜੇ ਤੁਸੀਂ ਕਹੋਗੇ ਵੀ ਨਹੀਂ ਆਉਣਾ, ਤੇ ਅਗਲਾ ਕਹੂਗਾ ਪਤਾ ਨਹੀਂ ਆਪ ਜਾ ਕੇ ਕੀ ਕਰ ਲਿਆ, ਤੇ ਸਾਨੂੰ ਕਿਉਂ ਨਹੀਂ ਆਉਣ ਕਹਿੰਦੇ। ਆਪਾਂ ਕਹਿੰਦੇ ਆਓ, ਹਾਂ ਜੇ ਸਮਝਾਉਣਾ ਅਗਲੇ ਨੂੰ ਹੈਗਾ ਵੀ ਇੱਦਾਂ, ਪਰ ਦੇਖ ਕੇ ਭੇਜੋ। ਤਾਂ ਪਰ ਉਹ ਆ ਵੀ ਫਿਰ ਅਸੀਂ ਕਹਿੰਦੇ ਵੀ ਚਲੋ ਆਓ, ਜਿਹੜਾ ਤੁਸੀਂ ਵੀ ਆ ਕੇ ਦੇਖ ਲਓ, ਹੈ ਨਾ। ਜਦੋਂ ਕਰਕੇ ਪਤਾ ਲੱਗਦਾ ਨਾ, ਸਵਾਦ ਲੈ ਲਓ। ਹਾਂਜੀ, ਇੱਥੇ ਆ ਕਹਿੰਦੇ ਬੜਾ ਹਾਰਡ ਸੀ, ਇੱਦਾਂ ਸੀ, ਹੈ ਨਾ। ਫਿਰ ਮੈਂ ਕਹਿੰਦੀ ਵੀ ਤੁਸੀਂ ਉਹ ਗੱਲ ਪਹਿਲਾਂ ਰਿਸਰਚ ਨਹੀਂ ਕਰਕੇ ਆਉਂਦੇ, ਹੈ ਨਾ। ਜਿਵੇਂ ਆਪਣੇ ਮੇਰੇ ਉਸ ਟਾਈਮ ਜਦੋਂ ਮੈਂ ਆਈ 2004 'ਚ, ਤਾਂ ਇੰਨੇ ਨਹੀਂ ਲੋਕੀ ਆਉਂਦੇ ਸੀ, ਕੁੜੀਆਂ ਤਾਂ ਬਹੁਤ ਘੱਟ ਆਉਂਦੀਆਂ ਸੀ, ਹੈ ਨਾ। ਅਤੇ ਪਰ ਇਹ ਹੈ ਵੀ ਉਹ ਤੁਸੀਂ ਦੇਖ ਕੇ ਆਉਣੇ ਆ ਵੀ ਤੁਹਾਡੀ ਕਿੰਨੀ ਫੀਸ ਆ, ਕਿੰਨਾ ਹਿਸਾਬ ਕਿਤਾਬ ਆ, ਕੀ ਤੁਸੀਂ ਕਰਨਾ, ਹੈ ਨਾ। ਕੋਈ ਕੰਮ ਦੇ ਨਹੀਂ। ਮੈਂ ਕਿਉਂਕਿ ਹਮੇਸ਼ਾ ਸਕੂਲਿੰਗ ਵਧੀਆ ਕਨਵੈਂਟ ਸਕੂਲ 'ਚੋਂ ਪੜ੍ਹੇ ਆ, ਇੱਦਾਂ ਹਮੇਸ਼ਾ ਪੜ੍ਹਾਈ ਨੂੰ ਪ੍ਰੈਫਰੈਂਸ ਰਹੀ ਆ। ਤਾਂ ਮੇਰੇ ਡੈਡ ਨੇ ਵੀ ਕਦੇ ਨਹੀਂ ਕਿਹਾ ਸੀਗਾ ਵੀ ਤੂੰ ਕੰਮ ਕਰਨਾ ਜਾਂ ਤੈਨੂੰ ਇੱਦਾਂ ਫੀਸਾਂ ਦੀ। ਉਹਨਾਂ ਨੇ ਕਹਿਣਾ ਤੂੰ ਬਸ ਪੁੱਤ ਪੜ੍ਹਨ 'ਤੇ ਧਿਆਨ ਦੇ, ਵੀ ਮਤਲਬ ਕੰਮ 'ਤੇ ਨਾ ਧਿਆਨ ਦੇਈਂ, ਪੜ੍ਹਨ 'ਤੇ ਧਿਆਨ ਦੇ। ਉਹਨਾਂ ਨੇ ਕਹਿਣਾ ਵੀ ਤੇਰੀ ਫੀਸ ਦਾ ਤੂੰ ਫਿਕਰ ਨਾ ਕਰ, ਹੈ ਨਾ। ਕਿ ਮੇਰੀਆਂ ਫੀਸਾਂ ਮੇਰੇ ਡੈਡ ਨੇ ਮੇਰੇ ਘਰੋਂ ਆਈਆਂ, ਕਿ ਮੈਨੂੰ ਕਦੇ ਇਹ ਨਹੀਂ ਹੁੰਦਾ ਸੀ ਕਿ ਮੈਂ ਫੀਸ ਕੰਮ ਕਰਨੀ ਅਤੇ ਕੱਢਣ, ਨੈਵਰ, ਹੈ ਨਾ। ਮੈਂ ਸੋਚਿਆ ਹੀ ਨਹੀਂ ਸੀ ਕਦੇ, ਮਤਲਬ ਵੀ ਇੱਦਾਂ ਭੱਜੇ, ਚਲੋ ਆਪਣਾ ਖਰਚਾ ਕੱਢ ਲੈ। ਉਹ ਵੀ ਉਹਨਾਂ ਨੇ ਕਹਿਣਾ ਵੀ ਜੇ ਤੈਨੂੰ ਖਰਚੇ ਦੀ ਲੋੜ ਆ ਤੂੰ ਸਾਨੂੰ ਦੱਸ, ਪਰ ਤੂੰ ਪੜ੍ਹ, ਆਪਣੀ ਪੜ੍ਹਾਈ ਪੂਰੀ ਕਰ, ਹੈ ਨਾ। ਜਿਹੜੀ ਮਾਸਟਰਸ ਕਰਨ ਆਈ ਸੀ ਮੈਂ, ਅਤੇ ਤਾਂ ਇਹ ਚੀਜ਼ ਬੜੀ ਫੈਮਿਲੀ ਦੀ ਉਹ ਸਪੋਰਟ ਹੁੰਦੀ ਹੈ। ਤੁਸੀਂ ਕਹਿ ਲਓ ਇਹ ਨਹੀਂ ਹੈ ਵੀ ਜੇ ਆਪਾਂ ਥੋੜ੍ਹਾ ਜਿਹਾ ਸੋਚ ਕੇ ਚੱਲੀਏ, ਪਹਿਲਾਂ ਰਿਸਰਚ ਕਰੀਏ, ਆਪਣੇ ਸਾਰੇ ਫਾਈਨੈਂਸ਼ੀਅਲ ਸਾਰਾ ਕੁਝ ਦੇਖ ਕੇ ਚੱਲੀਏ ਕਿ 2-3 ਸਾਲ ਹੁੰਦੇ ਆ, ਹੈ ਨਾ, ਮਿਹਨਤ ਕਰਨ ਦੇ, ਕਿ ਪੜ੍ਹੋ ਅਤੇ ਮਿਹਨਤ ਕਰੋ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੰਮ ਹੀ ਕਰਨਾ ਫੁੱਲ ਟਾਈਮ, ਹੈ ਨਾ। ਤੁਸੀਂ ਰਿਸਰਚ ਕਹਿ ਰਹੇ ਸੀ ਕਿ ਮੰਨ ਲਓ ਐਜ਼ ਏ ਵੂਮਨ ਕੋਈ ਇੰਡੀਆ ਤੋਂ ਆ ਰਹੇ ਨੇ, ਤਾਂ ਉਹਨਾਂ ਨੂੰ ਕਿੱਦਾਂ ਦੀ ਰਿਸਰਚ ਕਰਕੇ ਆਉਣੀ ਚਾਹੀਦੀ ਹੈ, ਅਤੇ ਕਿਹੜੀ ਏਜ 'ਚ ਤੁਹਾਨੂੰ ਲੱਗਦਾ ਵੀ ਆਉਣਾ ਚਾਹੀਦਾ ਉਰੇ? ਦੇਖੋ ਰਿਸਰਚ ਤਾਂ ਚਲੋ ਵੀਮੈਨ ਕਹਿ ਲਓ, ਚਾਹੇ ਤੁਸੀਂ ਕੋਈ ਵੀ ਕਹਿ ਲਓ, ਹੈ ਨਾ।
ਨਾ ਕੋਈ ਵੀ ਸਟੂਡੈਂਟਸ ਕਹਿ ਲਓ ਪ੍ਰੋਸਪੈਕਟਿਵ ਸਟੂਡੈਂਟਸ ਜਿਨ੍ਹਾਂ ਨੇ ਆਉਣਾ ਇੱਥੇ ਪੜ੍ਹਨ ਲਈ, ਤਾਂ ਆਈ ਥਿੰਕ ਉਹਨਾਂ ਨੂੰ ਦੇਖਣਾ ਪਹਿਲੀ ਗੱਲ ਤਾਂ ਉਹੀ ਗੱਲ ਕੋਰਸ ਕਿਹੜਾ ਕਰਨਾ, ਤੁਸੀਂ ਕੀ ਕਰਨਾ ਚਾਹੁੰਦੇ ਆ, ਕਿੱਥੇ ਪੜ੍ਹਨਾ ਚਾਹੁੰਦੇ ਆ, ਕਿਹੜੀ ਯੂਨੀਵਰਸਿਟੀ। ਇਹੀ ਯੂਨੀਵਰਸਿਟੀਆਂ ਵੀ ਇਹੀ ਐਕਸਪੈਕਟ ਕਰਦੀਆਂ ਕਿ ਤੁਸੀਂ ਮਤਲਬ ਪਹਿਲਾਂ ਪੜ੍ਹ ਕੇ ਆਓ, ਹੈ ਨਾ, ਕਿ ਇੱਕ ਜਿਹੜੀ ਸਟੇਟਮੈਂਟ ਆਫ ਪਰਪਸ ਲਾਉਂਦੇ ਆ ਨਾਲ ਸਟੱਡੀ, ਕਿ ਇਹ ਨਾ ਹੋਵੇ ਕਿ ਕੋਈ ਵੀ ਬਣਾ ਕੇ ਤੁਹਾਨੂੰ ਦੇ ਦੇ, ਜਦੋਂ ਤਾਂ ਹੀ ਉਹਦਾ ਪਰਪਸ ਹੀ ਇਹ ਹੁੰਦਾ ਕਿ ਉਹ ਲਿਖੂਗਾ ਸਟੂਡੈਂਟ ਤਾਂ ਆਪਣੀ ਮਤਲਬ ਰਿਸਰਚ ਕਰਕੇ ਲਿਖੂਗਾ ਕਿ ਮੈਂ ਇੱਥੇ ਪਰਥ ਕਿਉਂ ਜਾਣਾ ਚਾਹੁੰਦਾ, ਮੈਲਬਨ ਕਿਉਂ ਜਾਣਾ ਚਾਹੁੰਦਾ, ਮੈਂ ਕਿਹੜੀ ਯੂਨੀਵਰਸਿਟੀ ਪੜ੍ਹਨਾ ਚਾਹੁੰਦਾ, ਮੈਂ ਕੀ ਕੋਰਸ ਕਰਨਾ ਚਾਹੁੰਦਾ, ਉਹ ਕੀ ਮੇਰੇ ਫਿਊਚਰ ਲਈ ਕੀ ਬੈਨੀਫਿਟ ਆ, ਕਿ ਮੇਰੇ ਅੱਗੇ ਕੈਰੀਅਰ ਪ੍ਰੋਸਪੈਕਟਸ ਕੀ ਹੋਣਗੇ, ਮੈਨੂੰ ਉਹਦਾ ਇੰਡੀਆ ਜਾ ਕੇ ਜਾਂ ਕਿਹੜੀ ਵੀ ਕੰਟਰੀ ਤੋਂ ਆ ਰਿਹਾ ਤਾਂ ਕੀ ਫਾਇਦਾ ਹੋਊਗਾ, ਹੈ ਨਾ, ਜਾਂ ਮੇਰੇ ਪਿੱਛੇ ਬੈਕਗਰਾਊਂਡ ਨਾਲ ਕਿਵੇਂ ਰਿਲੇਟ ਕਰਦੇ ਆ, ਤਾਂ ਉਹ ਸਾਰਾ ਤੁਹਾਨੂੰ ਦੇਖ ਕੇ ਆਉਣਾ ਚਾਹੀਦਾ। ਫਿਰ ਫਾਈਨੈਂਸ਼ੀਅਲ ਸਭ ਤੋਂ ਵੱਡੀ ਕਿ ਫਾਈਨੈਂਸ਼ੀਅਲਸ ਕਿੰਨਾ ਐਕਸਪੈਂਸਿਸ ਹੋਣਗੇ, ਕੀ ਹੋਣਗੇ, ਤਾਂ ਏਜ ਕੋਈ ਮੈਟਰ ਨਹੀਂ ਕਰਦੀ, ਬਟ ਇਹ ਹੈ ਵੀ ਜਦੋਂ ਹੁਣ ਆਪਾਂ ਜਿਵੇਂ ਸਾਰੇ ਥੋੜ੍ਹੀ ਜਿਹੀ ਮਾਸਟਰਸ ਕਰਨ ਆਉਂਦੇ ਆ ਸਟੂਡੈਂਟ, ਤਾਂ ਥੋੜ੍ਹੇ ਏਜ ਹੁੰਦਾ, ਉਹਨਾਂ ਨੇ ਆਲਰੇਡੀ ਬੈਚਲਰ ਕੀਤੀ ਆ, ਮੈਚਿਓਰ ਹੁੰਦੇ ਆ, ਤਾਂ ਉਹਨਾਂ ਨੂੰ ਇੱਕ ਲਾਈਫ ਨੂੰ ਹੈਂਡਲ ਕਰਨ ਦਾ ਕਹਿ ਲਓ, ਇੱਥੇ ਸਿਚੁਏਸ਼ਨ ਹੈਂਡਲ ਕਰਨ ਦੀ ਇੱਕ ਹੁੰਦਾ ਐਕਸਪੀਰੀਅੰਸ ਹੁੰਦਾ। ਜਿਹੜੇ ਕਿ ਹੁਣ ਆਪਾਂ ਤੁਸੀਂ ਦੇਖਿਆ ਮੇਨਲੀ ਪੰਜਾਬ ਤੋਂ ਸਟੂਡੈਂਟ ਆਉਂਦੇ ਆ ਜਿਹੜੇ, ਉਹ ਈਅਰ 12 ਤੋਂ ਬਾਅਦ ਆਉਂਦੇ ਆ, ਕਹਿ ਲਓ ਹਜੇ ਬੱਚੇ ਹੀ ਹੁੰਦੇ ਆ, ਹੈ ਨਾ। ਸੋ ਮੇਰੇ ਸਾਹਮਣੇ ਕਈ ਮਤਲਬ ਇੱਦਾਂ ਆਉਂਦੇ ਆ ਛੋਟੇ, ਹਜੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਮਤਲਬ ਲਾਈਫ ਦਾ, ਕਹਿ ਲਓ ਆਪਾਂ ਵੀ ਹੁਣ ਜੇ ਦੇਖੀਏ ਆਪਾਂ ਈਅਰ 12 'ਚ ਕੀ ਹੁੰਦੇ ਸੀ, ਤੇ ਆਪਾਂ ਨੂੰ ਇਹ ਲੱਗਦਾ ਵੀ ਉਹ ਈਅਰ 12 ਬੱਚਿਆਂ ਨੇ ਕੀ ਉਹਨਾਂ ਨੂੰ ਸਮਝ ਨਹੀਂ ਹੈਗੀ, ਹੈ ਨਾ। ਜਿੱਦਾਂ ਕਿਸੇ ਨੇ ਕਹਿਤਾ, ਤੁਸੀਂ ਕਹਿਤਾ ਵੀ ਆਹ ਕਰ ਲਾ, ਇੱਦਾਂ ਕਰ ਲਾ, ਤੁਹਾਡੇ ਮਗਰ ਲੱਗ ਜਾਣਗੇ, ਤੁਸੀਂ ਕਹਿਤਾ ਮੈਂ ਕਹਿਤਾ, ਮਤਲਬ ਬਹੁਤ ਛੇਤੀ ਇਨਫਲੂਐਂਸ ਹੋ ਜਾਂਦੇ ਆ ਦੂਜਿਆਂ ਦੇ, ਸਟਰੀਟ ਸਮਾਰਟ ਵੀ ਹੈ ਨਹੀਂਗੇ। ਹਾਂਜੀ। ਸੋ ਬਸ ਇੱਕ ਇਹ ਸੋਚ ਕੇ ਆਉਂਦੇ ਅਸੀਂ ਕੰਮ ਕਰਨਾ, ਪੈਸੇ ਕਮਾਉਣੇ ਆ, ਤੇ ਬਸ, ਹੈ ਨਾ। ਪਰ ਅੱਜ ਕੱਲ੍ਹ ਇੱਕ ਹੋਰ ਦਿੱਕਤ ਆ ਗਈ, ਬੜੀਆਂ ਚੀਜ਼ਾਂ ਫੈਕਟਰਸ ਵੇਖਣ ਨਾਲ, ਕਿ ਜਿਹੜੀਆਂ ਯੂਨੀਵਰਸਿਟੀਜ਼ ਨੇ ਇੱਥੋਂ ਦੀਆਂ 5 ਯੂਨੀਵਰਸਿਟੀ ਜਿਨ੍ਹਾਂ ਨੇ ਬੈਨ ਕੀਤਾ ਸਾਡੇ ਇੰਡੀਆ ਦੇ ਕੁਛ ਸਟੇਟਸ ਨੂੰ, ਜਾਂ ਮੇ ਬੀ ਸ਼ਾਇਦ ਪੰਜਾਬ ਅਤੇ ਹਰਿਆਣਾ ਨੂੰ, ਸੋ ਉਹਦੇ ਬਾਰੇ ਉਹ ਬੜਾ ਕਹਿ ਲਓ ਕਿ ਅੱਜ ਦਾ ਇੱਕ ਹੈਡਲਾਈਨ ਕੁਐਸਚਨ ਹੈ, ਉਹਦੇ ਬਾਰੇ ਤੁਸੀਂ ਕੀ ਇਨਫੋਰਮੇਸ਼ਨ ਹੈ ਤੁਹਾਡੇ ਕੋਲ, ਕੀ ਕਿੱਦਾਂ ਤੁਸੀਂ ਯੂਨੀਵਰਸਿਟੀਜ਼ ਨੇ ਦੇਖੋ ਕਈਆਂ ਨੇ ਤਾਂ ਮੇਨਲੀ ਸਾਰੀਆਂ ਆਪਣੀਆਂ ਯੂਨੀਵਰਸਿਟੀਜ਼ ਨੇ ਨਹੀਂ ਇੱਥੋਂ ਕੀਤੀਆਂ ਗਾ। ਓਕੇ ਜੀ। ਸੋ ਮੇਨਲੀ ਤਾਂ ਜਿਹੜੀ ECU ਜ਼ਿਆਦਾ ਨਿਊਜ਼ 'ਚ ਹੈਗੀ ਆ, ਬਿਕੋਜ਼ ਰੀਸੈਂਟਲੀ ਯੂਨੀਵਰਸਿਟੀ ਦੇ ਅਸੈਸਮੈਂਟ ਲੈਵਲਸ ਹੁੰਦੇ ਆ ਯੂਨੀਵਰਸਿਟੀ ਦੇ ਅਤੇ ਕਾਲਜਸ ਦੇ, ਅਤੇ ਉਹਦੇ ਹਿਸਾਬ ਨਾਲ ਉਹਨਾਂ ਦੇ ਫਾਈਨੈਂਸ਼ੀਅਲ ਅਤੇ ਕਹਿ ਲਓ ਸਟਰੀਮਲਾਈਨ ਜਾਂ ਪ੍ਰੋਸੈਸਿੰਗ ਹੁੰਦੀ ਹੈ, ਸਟਰੀਮਲਾਈਨ ਵੀਜ਼ਾ ਪ੍ਰੋਸੈਸਿੰਗ ਅਤੇ ਨੋਰਮਲ, ਤਾਂ ਯੂਨੀਵਰਸਿਟੀਜ਼ ਦਾ ਉਹ ਲੈਵਲ ਹੁੰਦੇ ਆ ਅਸੈਸਮੈਂਟ ਲੈਵਲ, ਜਿਹੜਾ ਕਿ ਰੀਸੈਂਟਲੀ ਚੇਂਜ ਹੋ ਗਿਆ ECU ਦਾ। ਸੋ ਦੇ ਡਰੋਪ ਟੂ ਲੈਵਲ 1 ਤੋਂ ਲੈਵਲ 2 ਹੋ ਗਿਆ, ਵੇਅਰ ਐਸ ਕਿ ਜਿਹੜੀਆਂ ਦੂਸਰੀ ਯੂਨੀਵਰਸਿਟੀਜ਼ ਆ ਲਾਈਕ ਮਰਡੌਕ, ਕਰਟਿਨ, UW ਸਟਿਲ ਲੈਵਲ 1 ਆ। ਤਾਂ ECU ਨੂੰ ਹੋ ਗਿਆ ਕਿ ਮਤਲਬ ਹੈ ਨਾ ਉਹਨਾਂ ਦੀ ਰੈਪੂਟੇਸ਼ਨ ਵੀ ਥੱਲੇ ਚਲੀ ਗਈ ਉਸ ਹਿਸਾਬ ਨਾਲ। ਹਾਲਾਂਕਿ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਅਸੈਸਮੈਂਟ ਲੈਵਲ ਨਾਲ, ਕਿਉਂਕਿ ਜਿਹੜਾ ਇੱਕ ਇਹ ਸਟੂਡੈਂਟਸ ਨੂੰ ਵੀ ਬੜੀ ਮਤਲਬ ਹੁੰਦੀ ਹੈ ਨਾ ਕਿ ਅਸੈਸਮੈਂਟ ਲੈਵਲ 1 ਆ ਅਤੇ ਪਤਾ ਨਹੀਂ ਉਹ ਚੰਗਾ, ਅਸੈਸਮੈਂਟ ਲੈਵਲ 1 2 ਨਾਲ ਕਾਲਜ ਯੂਨੀਵਰਸਿਟੀ ਦਾ ਫਰਕ ਨਹੀਂ ਪੈਂਦਾ ਕਿ ਉਹ ਚੰਗਾ ਕਿ ਮਾੜਾ, ਉਹ ਤੁਹਾਨੂੰ ਪਤਾ ਵੀ ਸਟੂਡੈਂਟਸ ਦੇ ਬੇਸ 'ਤੇ ਹੀ ਉਹਨਾਂ ਦੇ ਲੈਵਲ ਜਿਹੜੇ ਆ ਕੈਲਕੂਲੇਟ ਹੁੰਦੇ ਆ, ਕਿ ਕਿੰਨੇ ਸਟੂਡੈਂਟਸ ਦੇ ਵੀਜ਼ਾ ਲੱਗੇ, ਜਿੰਨੇ ਲੱਗੇ ਉਹਨਾਂ 'ਚੋਂ ਕਿੰਨੇ ਰਿਫਿਊਜ਼ ਹੋਏ ਆ, ਕਿੰਨੇ ਨੋਨ ਜੈਨੂਅਨ 'ਤੇ ਰਿਫਿਊਜ਼ ਹੋਏ ਆ, ਕਿ ਵੀ ਫਰੋਜੂਲੈਂਟ ਡਾਕੂਮੈਂਟਸ 'ਤੇ ਬੋਗਸ ਡਾਕੂਮੈਂਟਸ 'ਤੇ ਰਿਫਿਊਜ਼ ਹੋਏ ਆ, ਕਿੰਨੇ ਉਹਨਾਂ ਦੇ ਸਟੂਡੈਂਟ ਆ ਕੇ ਛੱਡ ਕੇ ਅਤੇ ਉਹਨਾਂ ਦੇ ਵੀਜ਼ੇ ਵੂਜ਼ੇ ਕੈਂਸਲ ਹੋ ਗਏ ਆ, ਜਾਂ ਉਹਨਾਂ ਨੇ ਆ ਕੇ ਪ੍ਰੋਟੈਕਸ਼ਨ ਵੀਜ਼ਾ ਪਾ ਲਿਆ, ਉਸ ਹਿਸਾਬ ਨਾਲ ਉਹਨਾਂ ਦੇ 10% 25% ਉਵੇਂ ਰੇਟਿੰਗ ਘੱਟਦੀ ਜਾਂਦੀ ਆ। ਸੋ ਇਸ ਯੂਨੀਵਰਸਿਟੀ ਦਾ ਕਸੂਰ ਨਹੀਂ ਕਹਿ ਸਕਦੇ ਵੀ ਇਸ ਚੀਜ਼, ਕਿਉਂਕਿ ਸਟੂਡੈਂਟਸ ਉਹ ਲੈਂਦੇ ਆ ਤਾਂ ਉਹਨਾਂ ਨੂੰ ਲੱਗਦਾ ਵੀ ਬੇਸਿਕਲੀ ਉਹ ਨੋਨ ਜੈਨੂਅਨ ਸਟੂਡੈਂਟ ਉਹਨਾਂ ਨੇ ਰਿਕਰੂਟ ਕਰ ਲਏ, ਜਾਂ ਕਹਿ ਲਓ ਵੀ ਨਹੀਂ ਵੀਜ਼ਾਜ਼ ਰਿਫਿਊਜ਼ ਹੋਏ ਕਾਫੀ, ਫਿਰ ਉਹਨਾਂ ਦੇ ਆ ਕੇ ਸਟੂਡੈਂਟ ਸਟੱਡੀ ਛੱਡ ਜਾਂਦੇ। ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਸਟੂਡੈਂਟ ਆਉਂਦੇ ਆ, ਚੇਂਜ ਬਹੁਤ ਕਰਦੇ ਹੈਗੇ, ਕੋਰਸ ਚੇਂਜ ਕਰ ਲੈਂਦੇ ਆ। ਹਾਂਜੀ, ਮੈਂ ਵੀ ECU 'ਚ ਪੜ੍ਹਿਆ, ਮੈਂ 2014 'ਚ ਆਇਆ ਸੀ। ਅੱਛਾ ਜੀ। ਸੋ ਮੈਨੂੰ ਲੱਗਦਾ ਹਾਂ ECU ਦੇ ਵਿੱਚ ਇੱਕ ਪ੍ਰੋਬਲਮ ਇਹ ਹੈਗੀ, ਉੱਥੇ ਥੋੜ੍ਹਾ ਜਿਹਾ ਲੋਕੀ ਨਾ ਫਲੈਕਸੀਬਲ, ECU ਸਭ ਤੋਂ ਤੁਹਾਨੂੰ ਪਤਾ ਐਜ਼ ਅ ਫੀਸ ਵਾਈਜ਼ ਚੀਪਰ ਵੀ ਗਿਣੀ ਜਾਂਦੀ ਹੈ, ਚੀਪਰ ਹੈ ਨਹੀਂ ਮਤਲਬ WA ਦੇ ਵਿੱਚ ਖੈਰ ECU ਸਭ ਤੋਂ ਲੋਐਸਟ ਗਿਣੀ ਜਾਂਦੀ ਹੈ ਵੀ ਚੀਪ ਫੀਸ ਦੇ ਵਿੱਚ, ਉਹਨਾਂ ਦੀ ਫੀਸ ਚੀਪ ਆ, ਪਲੱਸ ਥੋੜ੍ਹੀ ਫਲੈਕਸੀਬਿਲਿਟੀ ਆ, ਸੋ ਬਿਗ ਨੰਬਰਸ ECU ਦੇ ਵਿੱਚ ਆਉਂਦੇ ਆ। ਫਿਰ ਮਰਡੌਕ ਆ ਗਈ, ਕਰਟਿਨ ਆ ਗਈ, UW ਆ ਗਈ। ਕਰਟਿਨ UW ਦਾ ਆਫਕੋਰਸ ਫੀਸ ਵੀ ਵੱਧ ਜਾਂਦੀ ਹੈ ਕਾਫੀ, ਤਾਂ ਉਹਨਾਂ ਦਾ ਲੈਵਲ ਵੀ ਵੱਧ ਜਾਂਦਾ ਹੈ। ਹਾਂਜੀ। ਇੱਕ ECU ਦਾ ਸੌਰੀ ਮੈਂ ਫਿਰ ਯੂਨੀਵਰਸਿਟੀ ਦੇ ਦੁਆਲੇ ਹੋ ਗਿਆ ਆਪਣੀ ਦੇ, ਨਹੀਂ ਇਟਸ ਗੁੱਡ। ਹਾਂਜੀ, ਕਿਉਂਕਿ ਸਾਡੀ ਰਿਸਰਚ ਤੋਂ ਥੋੜ੍ਹਾ ਜਿਹਾ ਪਤਾ ਲੱਗਾ ਕਿ ECU ਨੇ ਕੁਛ ਮਹੀਨੇ ਪਹਿਲਾਂ ਜਾਂ ਕੁਛ ਇੱਕ ਅੱਧਾ ਸਾਲ ਪਹਿਲਾਂ ਸਿਰਫ ਕੁਛ ਸਟੇਟਸ ਨੂੰ ਇਕੱਲਾ ਇੰਡੀਵਿਜੂਅਲੀ ਵੀ ਕੀਤਾ ਸੀ ਬੈਨ, ਮਤਲਬ ਇੰਟਰਨਲੀ ਕੁਛ ਹੋਇਆ ਸੀ, ਪਰ ਉਹ ਬਾਹਰ ਨਹੀਂ ਸੀ ਆਇਆ, ਪਰ ਮੀਡੀਆ 'ਚ ਆਈ ਥਿੰਕ ਆਇਆ ਸੀ। ਪਰ ਹਾਂਜੀ ਨਹੀਂ, ਇਹਨਾਂ ਦੇ ਨਾ ਜਿਹੜੇ ਆਪਣਾ ਸੀਗਾ ਪਹਿਲਾਂ ਤਾਂ ਬੋਰਡਰਸ ਬੰਦ ਕਰਕੇ ਬੰਦ ਹੀ ਰਹੇ, ਬਲਕਿ ਯੂਨੀਵਰਸਿਟੀਜ਼ ਕਹਿੰਦੀਆਂ ਸੀ ਕਿ ਸਟੂਡੈਂਟਸ
ਦਿਓ ਹੈ ਨਾ। ਹਾਂਜੀ। ਉਦੋਂ ਸਾਡੇ ਸਟੂਡੈਂਟਸ ਕਈਆਂ ਦੇ ਸੀਗੇ ਜਿਨ੍ਹਾਂ ਦੀ ਫੈਮਿਲੀ ਨੇ ਪੇਰੈਂਟਸ ਆਪਣੇ ਭੈਣ ਭਰਾਵਾਂ ਨੇ ਆਉਣਾ ਸੀਗਾ, ਅਤੇ ਮੈਂ ਇਵਨ ਕਿਹਾ ਵੀ ਸੀ ਕਿ ਵੀ ਉਦੋਂ ਤੁਸੀਂ ਹੁਣ ਅਪਲਾਈ ਕਰ ਲਓ, ਕਿਉਂਕਿ ਉਹ ਕਹਿੰਦੇ ਨਾ ਸਭ ਤੋਂ ਵੱਡੀ ਗੱਲ ਤਾਂ ਸਪਲਾਈ ਐਂਡ ਡਿਮਾਂਡ ਦੀ ਗੱਲ ਆ ਹੈ ਨਾ, ਕਿ ਜੇ ਹੁਣ ਸਟੂਡੈਂਟ ਯੂਨੀਵਰਸਿਟੀ ਮਤਲਬ ਉਹਨਾਂ ਨੂੰ ਚਾਹੀਦੇ ਆ ਤਾਂ ਲੈ ਲੈਣੀ ਆ ਸਟੂਡੈਂਟ, ਤੁਸੀਂ ਸਟਾਰਟ ਕਰ ਲਓ, ਆਨਲਾਈਨ ਸਟਾਰਟ ਕਰ ਲਓ, ਦੇਖ ਲਓ ਹੈ ਨਾ ਸਟੱਡੀ। ਤਾਂ ਫਿਰ ਜਿਨ੍ਹਾਂ ਨੇ ਉਦੋਂ ਵੀਜ਼ੇ ਲਾ ਲਏ ਤਾਂ ਬਾਰਡਰ ਖੁੱਲ੍ਹੇ, ਅਤੇ ਆਪਣਾ WA ਵੈਸੇ ਹੀ ਪਿੱਛੇ ਸੀਗਾ, ਲਾਸਟ ਈਅਰ ਆਈ ਥਿੰਕ ਮਾਰਚ 'ਚ ਹੀ ਖੁੱਲ੍ਹੇ ਆ ਬਾਰਡਰਸ, ਤਾਂ ਫਿਰ ਉਹ ਆ ਗਏ ਹੈ ਨਾ। ਫਿਰ ਇਹਨਾਂ ਨੂੰ ਜਦੋਂ ਬਾਰਡਰ ਓਪਨਿੰਗ ਤੋਂ ਬਾਅਦ ਕੋਵਿਡ ਤੋਂ ਬਾਅਦ ਹੋਇਆ ਜਦੋਂ ਲਾਸਟ ਈਅਰ, ਤਾਂ ਐਪਲੀਕੇਸ਼ਨਸ ਬਹੁਤ ਆਉਣ ਲੱਗ ਗਈਆਂ, ਨੰਬਰਸ ਕਹਿ ਲਓ ਧੜ ਹੈ ਨਾ। ਮੋਸਟਲੀ ਸਬ ਯੂਨੀਵਰਸਿਟੀ ਇੱਥੇ WH ECU ਅਗੇਨ ਲਾਈਕ ਟੋਪਰ ਕਹਿ ਲਓ ਹੈ ਨਾ, ECU ਮਰਡੌਕ ਜ਼ਿਆਦਾ ਸਟੂਡੈਂਟਸ ਆਉਂਦੇ ਆ, ਖਾਸ ਕਰਕੇ ਆਪਣੇ ਪੰਜਾਬ ਹਰਿਆਣਾ ਸਾਈਡ ਤੋਂ। ਅਤੇ ਉਹ ਹੁਣ ਐਪਲੀਕੇਸ਼ਨਸ ਇੰਨੀਆਂ ਆ ਰਹੀਆਂ, ਤਾਂ ਯੂਨੀਵਰਸਿਟੀ ਕੋਲੇ ਵੀ ਫਿਰ ਜਦੋਂ ਨੰਬਰਸ ਆ ਤਾਂ ਉਹਨਾਂ ਨੇ ਅਫਕੋਰਸ ਦੇ ਵਿਲ ਸੇ ਹੈ ਨਾ ਕਿ ਦੇ ਵਾਂਟ ਟੂ ਟੇਕ ਬ੍ਰਾਈਟਰ ਸਟੂਡੈਂਟਸ, ਤਾਂ ਉਹ ਅਸੈਸ ਕਿਵੇਂ ਕਰ ਰਹੀਆਂ, ਪੇਪਰਸ 'ਤੇ ਅਸੈਸ ਕਰ ਰਹੀਆਂ ਵੀ ਦੇਖ ਕੇ ਜੇ ਸਟੂਡੈਂਟਸ ਦੀਆਂ ਕਿੱਦਾਂ ਦੀਆਂ ਐਪਲੀਕੇਸ਼ਨਸ ਆ ਰਹੀਆਂ, ਕਿੱਦਾਂ ਦਾ ਉਹ ਆ ਰਿਹਾ। ਸੋ ਸਾਲ 2 ਸਾਲ ਤਾਂ ਬਾਰਡਰਸ ਹੀ ਬੰਦ ਰਹੇ ਆ, ਤਾਂ ਨਹੀਂ 2020 ਤੋਂ ਲੈ ਕੇ 22 ਤੱਕ ਸਟੂਡੈਂਟਸ ਆਏ ਗਏ। ਹਾਂਜੀ, ਪਰ ਸਪੈਸੀਫਿਕ ਹੁਣ ਇਸ ਸਾਲ ਫੈਬਰਰੀ 'ਚ ਕੀਤਾ ECU ਨੇ ECU ਨੇ ਖੈਰ ਪੰਜਾਬ ਹਰਿਆਣਾ ਬਿਲਕੁਲ ਕਹਿਤਾ ਕਿ ਅਸੀਂ ਸਟੂਡੈਂਟ ਨਹੀਂ ਲੈਣੇ, ਬਟ ਕਈ ਯੂਨੀਵਰਸਿਟੀਆਂ ਦਾ ਨਿਊਜ਼ 'ਚ ਨਹੀਂ ਹੈਗਾ, ਬਟ ਈਵਨ ਮਰਡੌਕ ਕਹਿ ਲਓ ਉਹਨਾਂ ਨੇ ਸਟਿਲ ਕਈ ਯੂਨੀਵਰਸਿਟੀਜ਼ ਜਾਂ ਕਈ ਕਾਲਜ ਵੀ ਬਹੁਤ ਹੱਦ, ਕਾਲਜ ਤਾਂ ਖੈਰ ਲੈਂਦੇ ਨਹੀਂ ਪ੍ਰਾਈਵੇਟ, ਤਾਂ ਜਾਂ ਜਿਹੜੇ ਲੈਂਦੇ ਉਹ ਵੀ ਪੰਜਾਬ ਹਰਿਆਣਾ ਬੋਰਡਸ, ਮਤਲਬ ਜਿਹੜੇ ਨਾਰਥਰਨ ਸਟੇਟ ਦੇ ਬੋਰਡਸ ਆ, ਪੰਜਾਬ ਹਰਿਆਣਾ ਰਾਜਸਥਾਨ ਈਵਨ ਗੁਜਰਾਤ, ਉਹ ਨਹੀਂ ਲੈ ਰਹੇ, ਜਾਂ ਤਾਂ ਆਪਣੇ ICSE ਬੋਰਡਸ ਹੋ ਗਏ, CBSE ਹੋ ਗਿਆ, ਜਾਂ ਕੁਝ ਸਾਊਥ ਸਟੇਟਸ ਦੇ ਹੋ ਗਏ। ਹਾਂਜੀ, ਪਰ ਉਹੀ ਸਪੈਸੀਫਿਕ ਏਰੀਆਸ ਕਿਉਂ ਉੱਥੋਂ ਕੋਈ ਜ਼ਿਆਦਾ ਕੋਈ ਟਰਬਲ ਕ੍ਰੀਏਟ ਹੋ ਰਹੀ ਹੈ ਸਾਡੇ ਇੱਥੋਂ? ਦੇਖੋ ਪਹਿਲੀ ਗੱਲ ਤਾਂ ਨੰਬਰਸ ਉੱਥੋਂ ਆ ਰਹੇ ਆ ਹੈ ਨਾ, ਸਭ ਤੋਂ ਜ਼ਿਆਦਾ ਇੰਡੀਅਨ ਸਟੂਡੈਂਟਸ ਨੰਬਰਸ ਆ, ਤੁਹਾਨੂੰ ਪਤਾ ਵਨ ਆਫ ਦਾ ਟੌਪ ਸੋਰਸ ਕੰਟਰੀਜ਼ ਆ ਇੰਡੀਆ ਅਤੇ ਚਾਈਨਾ। ਹੁਣ ਕੋਵਿਡ ਤੋਂ ਬਾਅਦ ਤੁਹਾਨੂੰ ਪਤਾ ਚਾਈਨਾ ਨਾਲ ਕੋਈ ਰਿਲੇਸ਼ਨ ਜ਼ਿਆਦਾ ਵਧੀਆ ਨਹੀਂ ਰਹੇ, ਅਤੇ ਐਂਡ ਆਈ ਡੋਂਟ ਥਿੰਕ ਚਾਈਨੀਜ਼ ਸਟੂਡੈਂਟਸ ਨੂੰ ਆਸਟ੍ਰੇਲੀਆ ਜ਼ਿਆਦਾ ਪ੍ਰੈਫਰੈਂਸਡ ਹੈਗਾ ਹੁਣ, ਅਤੇ ਉੱਥੋਂ ਦਾ ਆਈ ਨਹੀਂ ਰਹੇ। ਹੁਣ ਇਹ ਵੀ ਪ੍ਰੋਬਲਮ ਆ ਕਿਉਂਕਿ ਨੰਬਰਸ ਵੀ ਇੰਡੀਆ ਤੋਂ ਹੀ ਆ ਰਹੇ ਆ ਹੈ ਨਾ। ਆਈ ਥਿੰਕ ਰਫਲੀ 60,000 ਲਾਸਟ ਈਅਰ ਹੀ ਕੋਵਿਡ ਉਹਦੇ ਤੋਂ ਬਾਅਦ ਬਾਰਡਰ ਤੋਂ ਬਾਅਦ ਸਟੂਡੈਂਟਸ ਆਏ ਨਾ, ਹਾਈਐਸਟ ਸੀ ਮਿਲਦਾ ਨਾ ਮਾਈਗ੍ਰੇਸ਼ਨ। ਹਾਂਜੀ, ਉਹੀ ਚਾਈਨਾ ਅਤੇ ਇੰਡੀਆ ਆਲਵੇਜ਼ ਰਹਿੰਦੀ ਹੈ ਕਿ ਹੁਣ ਚਾਈਨਾ ਹੈ ਨਹੀਂ ਅਤੇ ਇੰਡੀਆ ਇਜ਼ ਲਾਈਕ ਦ ਟੌਪ ਸੋਰਸ ਕੰਟਰੀ, ਸੋ ਇਸ ਚੀਜ਼ ਨੂੰ ਤੁਸੀਂ ਉਹ ਨੈਗਲੈਕਟ ਵੀ ਨਹੀਂ ਕਰ ਸਕਦੇ। ਫਿਰ ਸਟੂਡੈਂਟਸ ਆਉਂਦੇ ਵੀ ਜ਼ਿਆਦਾ ਆਪਣੇ ਪੰਜਾਬ ਹਰਿਆਣਾ ਸਾਈਡ ਤੋਂ ਜ਼ਿਆਦਾ ਆਉਂਦੇ ਨੰਬਰਸ ਅਗੇਨ 2 ਸਟੇਟਸ ਤੋਂ ਹੈ ਨਾ। ਉਹਦਾ ਰੀਜ਼ਨ ਕਹਿ ਲਓ ਵੀ ਇੱਕ ਤਾਂ ਸਟੂਡੈਂਟਸ ਜਿਹੜਾ ਬਾਹਰ ਜਾਣ ਦੀ ਇੱਛਾ, ਜਿਹੜਾ ਮਾਈਗ੍ਰੇਸ਼ਨ, ਇਹ ਤੁਹਾਨੂੰ ਪਤਾ ਹੀ ਹੁਣ ਪੰਜਾਬ 'ਚ ਇਕੱਲਾ ਆਸਟ੍ਰੇਲੀਆ ਵੱਲ ਹੀ ਨਹੀਂ, ਬਸ ਸਾਰਿਆਂ ਨੇ ਕਿਤੇ ਨਾ ਕਿਤੇ ਜਾਣਾ, ਬਾਹਰ ਜਾਣਾ ਹੈ ਨਾ। ਕੋਈ ਆਸਟ੍ਰੇਲੀਆ ਭੇਜ ਦਿਓ, ਕੈਨੇਡਾ ਭੇਜ ਦਿਓ, ਨਿਊਜ਼ੀਲੈਂਡ ਭੇਜ ਦਿਓ, ਜਿੱਥੋਂ ਦਾ ਬਣਦਾ ਉਹੀ ਤਾਂ ਚੀਜ਼ ਰਹਿ ਗਈ। ਹੁਣ ਇਹ ਨਹੀਂ ਨਾ ਜੇ ਪੁੱਛਦੇ ਵੀ ਤੁਸੀਂ ਕੀਤਾ ਕੀ ਆ, ਕਿੱਦਾਂ ਕੀਤਾ, ਸਟੱਡੀ ਕਦੋਂ ਕੀਤੀ ਆ ਹੈ ਨਾ। ਹੁਣ ਸਾਡੇ ਕੋਲੇ ਕੋਈ ਆਊਗਾ ਤਾਂ ਅਸੀਂ ਕਹਾਂਗੇ ਵੀ ਤੁਸੀਂ ਕੀ ਕੀਤਾ ਗਾ, ਕਿੱਦਾਂ। ਹੁਣ ਅਗਲਾ ਕਹੂ ਤੁਸੀਂ ਬਸ ਭੇਜ ਦਿਓ ਸਾਨੂੰ, ਪਰ ਆਪਾਂ ਹੁਣ ਤੁਸੀਂ ਕੀ ਕੀਤਾ ਦੱਸੋ, ਅਸੀਂ ਤੁਹਾਡਾ ਬਣ ਸਕਦਾ ਕਿ ਨਹੀਂ ਬਣ ਸਕਦਾ, ਆਪਾਂ ਇਹ ਕਹਿੰਦੇ ਹਾਂ ਨਾ। ਪਰ ਤੁਹਾਨੂੰ ਪਤਾ ਇੰਡੀਆ ਮੋਸਟਲੀ ਹੁਣ ਜਿਹੜੇ ਏਜੰਟਸ ਬੈਠੇ ਆ ਹੈ ਨਾ, ਐਜੂਕੇਸ਼ਨ ਏਜੰਟਸ, ਆਪਾਂ ਉਹਨਾਂ ਨੂੰ ਮਾਈਗ੍ਰੇਸ਼ਨ ਏਜੰਟਸ ਤਾਂ ਨਹੀਂ ਕਹਿ ਸਕਦੇ ਕਿ ਉਹ ਖੈਰ ਐਜੂਕੇਸ਼ਨ ਏਜੰਟਸ ਜਾਂ ਜਿਹੜੇ ਸਿੰਪਲੀ ਏਜੰਟਸ ਸਟੂਡੈਂਟ ਭੇਜਦੇ, ਉਹਨਾਂ ਕੋਲ ਕੋਈ ਲਾਇਸੈਂਸ ਵਗੈਰਾ ਨਹੀਂ ਆ, ਲਾਇਸੈਂਸ ਆਮ ਨਾਟ ਸ਼ੋਰ ਇੰਡੀਆ ਕੁਛ ਹੋਊਗਾ ਜਾਂ ਨਹੀਂ, ਪਰ ਜਿੰਨੀ ਇੱਥੇ ਰੈਗੂਲੇਸ਼ਨ ਆ ਇੰਡੀਆ ਨਹੀਂ ਹੈਗੀ ਨਾ। ਜਿਵੇਂ ਹੁਣ ਆਪਾਂ ਇੱਥੇ ਹੁਣ ਮਾਈਗ੍ਰੇਸ਼ਨ ਏਜੰਟ ਕਈ ਵਾਰੀ ਆਪਾਂ ਦੇਖਦੇ ਹਾਂ ਨਿਊਜ਼ 'ਚ ਲਿਖਿਆ ਹੁੰਦਾ, ਪਰ ਮਾਈਗ੍ਰੇਸ਼ਨ ਏਜੰਟ ਦੇ ਆਰ ਨਾਟ ਮਾਈਗ੍ਰੇਸ਼ਨ ਏਜੰਟਸ। ਹੁਣ ਇੱਥੇ ਆਪਾਂ ਕਹਿੰਦੇ ਇੱਥੇ ਵੀ ਕੋਈ ਮਾਈਗ੍ਰੇਸ਼ਨ ਏਜੰਟ ਐਸਾ ਮਾਈਗ੍ਰੇਸ਼ਨ ਏਜੰਟ ਨਹੀਂ ਹੁੰਦਾ, ਸੋ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹੁੰਦੇ ਆ, ਯੂ ਹੈਵ ਟੂ ਬੀ ਰਜਿਸਟਰਡ। ਜਿਹੜੇ ਉਮਾਰਾ ਦੇ ਨਾਲ ਰਜਿਸਟਰਡ ਆ ਉਹੀ ਆਪਣੇ ਆਪ ਨੂੰ ਮਾਈਗ੍ਰੇਸ਼ਨ ਏਜੰਟ ਕਹਿ ਸਕਦੇ ਹੈਗੇ ਹੈ ਨਾ। ਸੋ ਉਹਨਾਂ ਕੋਲੇ ਮਾਈਗ੍ਰੇਸ਼ਨ ਦੀ ਤਾਂ ਮੈਨੂੰ ਲੱਗਦਾ ਨਹੀਂ ਕਿੰਨੀ ਕੁ ਨੌਲੇਜ ਹੋਊਗੀ ਅਨਲੈਸ ਦੇ ਆਰ ਰਜਿਸਟਰਡ ਵਿਦ ਮਾਰਾ, ਅਤੇ ਉਸ ਕਰਕੇ ਇਹ ਵੀ ਉਹਨਾਂ ਨੇ ਭੇਜ ਦਿੰਦੇ ਆ। ਕਈ ਚਲੋ ਵਧੀਆ ਵੀ ਕਰਦੇ, ਆਪਾਂ ਸਾਰਿਆਂ ਨੂੰ ਇੱਕ ਕੈਟੇਗਰੀ 'ਚ ਨਹੀਂ ਰੱਖ ਸਕਦੇ, ਪਰ ਕਈਆਂ ਨਾਲ ਹੁੰਦਾ ਕਿ ਵੀ ਇਟਸ ਓਕੇ ਅਸੀਂ ਭੇਜ ਦਾਂਗੇ, ਕੋਈ ਪ੍ਰੋਬਲਮ ਨਹੀਂ। ਕਈ ਵਾਰੀ ਹੁਣ ਸਟੂਡੈਂਟਸ ਆਉਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੇ ਕੀ ਡਾਕੂਮੈਂਟਸ ਲੱਗੇ ਆ, ਕੀ ਨਹੀਂ ਹੈਗਾ ਗਾ, ਤਾਂ ਫਰੋਜੂਲੈਂਟ ਡਾਕੂਮੈਂਟਸ ਲਾਏ ਹੁੰਦੇ ਆ। ਕਈਆਂ ਨੇ ਈਅਰ 12 ਕੀਤਾ ਗੈਪ ਆ, ਕੋਈ ਪ੍ਰੋਬਲਮ ਨਹੀਂ, ਬੈਚਲਰ ਬਣਾਤੀ ਵਿੱਚ ਲਾਤੀ, ਮਾਸਟਰਸ 'ਚ ਭੇਜਤਾ। ਹੁਣ ਤੁਸੀਂ ਦੇਖੋ ਵੀ ਜਿਹੜੇ ਸਟੂਡੈਂਟ ਨੇ ਬੈਚਲਰ ਕਦੇ ਕੀਤੀ ਨਹੀਂ, ਉਹਦਾ ਲੈਵਲ ਹੀ ਨਹੀਂ ਹੈਗਾ, +2 ਵਾਲਾ ਸਟੂਡੈਂਟ ਕਿਵੇਂ ਜਾ ਕੇ ਮਾਸਟਰਸ ਕਰ ਲੂਗਾ ਹੈ ਨਾ। ਤਾਂ ਉਹ ਫਿਰ ਸਟੂਡੈਂਟ ਇੱਥੇ ਆਉਂਦੇ ਆ, ਤਾਂ ਸਟੂਡੈਂਟ ਆ ਜਾਂਦੇ। ਹੁਣ ਯੂਨੀਵਰਸਿਟੀਜ਼ ਵੀ ਆਪਾਂ ਅਗੇਨ ਸਟੂਡੈਂਟਸ ਨੂੰ ਵੀ ਬਲੇਮ ਨਹੀਂ ਕਰ ਸਕਦੇ, ਯੂਨੀਵਰਸਿਟੀਜ਼ ਨੂੰ ਵੀ ਨਹੀਂ ਕਰ ਸਕਦੇ। ਖੈਰ ਯੂਨੀਵਰਸਿਟੀ ਜਦੋਂ ਅਸੈਸ ਕਰਦੀਆਂ ਤਾਂ ਯੂਨੀਵਰਸਿਟੀਜ਼ ਦੇਖਦੀਆਂ ਵੀ ਅਗੇਨ ਉਹਨਾਂ ਦਾ ਕਲੀਨ ਚਿਟ ਕੇ ਹਾਂ ਸਟੂਡੈਂਟ ਦਾ ਵਧੀਆ ਰਿਕਾਰਡ ਆ, ਬੈਚਲਰ ਦੀ ਵਧੀਆ ਮਾਰਕਸ ਆ ਹੈ ਨਾ, ਉੱਥੇ ਭੇਜ ਦਿਓ। +1 +2 ਕੀਤੀ ਹੈ, ਈਵਨ ਕਈ ਵਾਰੀ ਸਟੂਡੈਂਟ ਆਉਂਦੇ +2 ਦੇ ਨੰਬਰ ਹੀ ਉਹਨਾਂ ਦੇ ਬਦਲੇ ਹੁੰਦੇ ਈਅਰ ਹੀ ਹੈ ਨਾ, ਕਿਉਂਕਿ ਜਿਹੜਾ ਔਨਲਾਈਨ ਸਿਸਟਮ ਹੋ ਗਿਆ ਨਾ, ਸਾਰਾ ਕੁਛ ਯੂਨੀਵਰਸਿਟੀ ਔਨਲਾਈਨ ਅਪਲਾਈ ਕਰਨਾ, ਵੀਜ਼ਾ ਔਨਲਾਈਨ ਕਰਨਾ, ਤਾਂ ਇਹਨੇ ਮੈਨੂੰ ਲੱਗਦਾ ਜ਼ਿਆਦਾ ਫਰੋਡ ਨੂੰ ਕਹਿ ਲਓ ਵੀ ਬੜਾਵਾ ਦਿੱਤਾ ਹੈ ਨਾ। ਜੇ ਹੁਣ ਅੱਗੇ ਪੇਪਰ ਐਪਲੀਕੇਸ਼ਨ ਜਾਂਦੀ ਸੀ ਤਾਂ ਤੁਸੀਂ ਸਰਟੀਫਾਈ ਕਰਾਉਂਦੇ ਸੀ, ਜਾਂ ਸਾਡੇ ਕੋਲ ਓਰੀਜਨਲ ਡਾਕੂਮੈਂਟਸ ਆਉਂਦੇ ਸੀ, ਆਪਾਂ ਲਾਉਂਦੇ ਸੀਗੇ ਹੈ ਨਾ। ਪਰ ਜਿਹੜੇ ਹੁਣ ਉੱਥੇ ਬੈਠੇ ਏਜੰਟਸ ਆ ਕਹਿ ਲਓ, ਉਹਨਾਂ ਨੂੰ ਮੌਕਾ ਮਿਲ ਗਿਆ, ਉਹ ਸਿੱਧੇ ਐਪਲੀਕੇਸ਼ਨਾਂ ਸਿੱਧੀਆਂ ਵੀ ਲਾ ਦਿੰਦੇ ਆ, ਆਪਣਾ ਨਾਮ ਵੀ ਨਹੀਂ ਪਾਉਂਦੇ ਕਈ ਵਾਰੀ ਹੈ ਨਾ, ਜਿਹੜੇ ਇੱਦਾਂ ਕੰਮ ਕਰਦੇ ਆ। ਅਤੇ ਉਹਨਾਂ ਨੇ ਐਪਲੀਕੇਸ਼ਨਸ 'ਚ ਜਦੋਂ ਤੁਸੀਂ ਭਾਵੇਂ ਉਹਦੇ 'ਚ ਹੁਣ ਤੁਹਾਨੂੰ ਪਤਾ ਟੈਕਨੋਲੋਜੀ ਆ ਗਈ, ਜੋ ਮਰਜ਼ੀ ਚੇਂਜਸ ਕਰੀ ਜਾਓ ਔਨਲਾਈਨ,
ਤੇ ਉਹ ਕਰਕੇ ਤੁਸੀਂ ਵੀਜ਼ਾ ਲਾ ਦਿਓ, ਵੀਜ਼ਾ ਲੱਗ ਜਾਂਦਾ, ਸਟੂਡੈਂਟ ਆ ਜਾਂਦੇ, ਪਰ ਸਟੂਡੈਂਟ ਦਾ ਲੈਵਲ ਤਾਂ ਹੈ ਨਹੀਂ, ਸਟੂਡੈਂਟ ਕੀ ਕਰੂਗਾ ਇੱਥੇ ਆ ਕੇ। ਇੱਕ ਮੈਨੂੰ ਲੱਗਦਾ ਜ਼ਿਆਦਾ ਦਿੱਕਤ ਸਟੂਡੈਂਟਸ ਨੂੰ ਆਉਂਦੀ ਹੈ ਫੀਸ ਦੀ, ਤੇ ਇੱਕ ਪੜ੍ਹਾਈ ਦੀ। ਇੱਕ ਤਾਂ ਲੈਵਲ ਨਹੀਂ ਹੈਗਾ ਜੇ ਉਹਨਾਂ ਕੋਲ, ਉਹ ਪੜ੍ਹੂ ਕਿਵੇਂ, ਦੂਸਰੀ ਗੱਲ ਜੇ ਅਫੋਰਡ ਨਹੀਂ ਕਰ ਸਕਦਾ ਤਾਂ ਫਿਰ ਪੜ੍ਹੂ ਕਿਵੇਂ। ਸੋ ਇਸ ਕਰਕੇ ਸਟੂਡੈਂਟ ਕਾਫੀ ਹੋ ਜਾਂਦਾ। ਤਾਂ ਯੂਨੀਵਰਸਿਟੀ ਨੂੰ ਲੱਗਦਾ ਵੀ ਸਟੂਡੈਂਟ ਆ ਕੇ, ਕਿਉਂਕਿ ਪੰਜਾਬ ਹਰਿਆਣਾ ਦੇ 80-90% ਸਟੂਡੈਂਟਸ ਜਿਹੜੇ ਆ ਚੇਂਜ ਕਰ ਜਾਂਦੇ ਹੈਗੇ, ਤਾਂ ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਸਟੂਡੈਂਟ ਜੈਨੂਇਨ ਨਹੀਂ ਹੈਗੇ। ਮੈਂ ਹੈਰੀ ਭਾਈ ਨਾਲ ਕੱਲ੍ਹ ਇੱਕ ਸਟੋਰੀ ਸ਼ੇਅਰ ਕਰ ਰਿਹਾ ਸੀ, ਕਿਉਂਕਿ ਅਸੀਂ ਰਿਸਰਚ ਕਰ ਰਹੇ ਕਿ ਤੁਹਾਨੂੰ ਕੁਐਸਚਨਸ ਕਿੱਦਾਂ ਦੇ ਕਰੀਏ। ਸੋ ਇੱਕ ਸਾਡੇ ਸਾਹਮਣੇ ਸਟੋਰੀ ਆਈ, ਚਲੋ ਅਨਨੋਨ ਸੋਰਸ ਤੋਂ ਕਹਿ ਸਕਦੇ ਹਾਂ, ਕਿ ਇੰਡੀਆ 'ਚ ਜਿਹੜੇ ਜਿੱਦਾਂ ਸਟੇਟਸ ਬੈਨ ਹੋਈਆਂ, ਮੋਸਟਲੀ ਪ੍ਰੋਬਲਮ ਕੀ ਆ ਰਹੀ ਕਿ ਉੱਥੇ ਫਾਈਨੈਂਸ਼ੀਅਲ ਡਾਕੂਮੈਂਟ ਜਿਹੜੇ ਉਹਨਾਂ 'ਚ ਵੀ ਬਹੁਤ ਥੱਲੇ ਹੋ ਰਿਹਾ। ਅਤੇ ਇੱਕ ਸਟੋਰੀ ਉਹਦੇ 'ਚ ਸਾਹਮਣੇ ਆਈ ਕਿ ਫੋਰ ਐਗਜ਼ਾਮਪਲ ਕਿਸੇ ਨੇ, ਲੜਕੇ ਨੇ ਜਾਂ ਲੜਕੀ ਨੇ ਬਾਹਰ ਆਉਣਾ, ਅਤੇ ਉਹਦੇ ਚਾਚਾ ਦਾ ਨਾਂ ਜਾਂ ਕਿਸੇ ਵੀ ਰਿਲੇਟਿਵ ਦਾ ਨਾਂ ਕੁਛ, ਫੋਰ ਐਗਜ਼ਾਮਪਲ ਸੁਖਜਿੰਦਰ ਸਿੰਘ ਹੈ, ਪਰ ਉਹਦੇ ਕੋਲ ਪੈਸੇ ਨਹੀਂ ਹੈਗੇ, ਉਹਦੇ ਕੋਲ ਫਾਈਨੈਂਸ਼ੀਅਲ ਸੋਰਸ ਨਹੀਂ ਹੈਗਾ, ਉਹਦਾ ਬੈਂਕ ਬੈਲੈਂਸ ਨਹੀਂ ਹੈਗਾ। ਫਿਰ ਉਹ ਕੀ ਕਰਦੇ, ਜਿੱਦਾਂ ਉੱਧਰ ਜਿਹੜੇ ਏਜੰਟ ਆ, ਆਪਸ 'ਚ ਉਹਨਾਂ ਦਾ ਕਹਿ ਲਓ ਕੋਈ ਵਟਸਐਪ ਗਰੁੱਪ ਜਾਂ ਕੁਛ ਵੀ ਆ, ਕਿ ਸੁਖਜਿੰਦਰ ਸਿੰਘ ਨਾਮ ਦਾ ਕੋਈ ਬੰਦਾ ਇਹੋ ਜਿਹਾ ਹੈਗਾ ਜਿਹਦਾ ਬੈਂਕ ਬੈਲੈਂਸ ਵਧੀਆ ਹੋਵੇ, ਅਤੇ ਉਹਦੀ ਬੈਂਕ ਸਟੇਟਮੈਂਟ ਚਾਹੀਦੀ ਸਾਨੂੰ, ਤਾਂ ਕਿ ਉਹ ਲਾ ਦੇ ਕਿ ਉਹਦੇ ਚਾਚੇ ਕੋਲ ਵਾਧੂ ਪੈਸੇ ਆ, ਸਟੇਟਮੈਂਟ ਕਿਸੇ ਹੋਰ ਦੀ, ਕਿਉਂਕਿ ਸਟੇਟਮੈਂਟ ਬੈਂਕ ਸਟੇਟਮੈਂਟ ਦੇ ਉੱਤੇ ਡੇਟ ਆਫ ਬਰਥ ਲਿਖੀ ਨਹੀਂ ਹੋਣੀ, ਉੱਥੇ ਸਿਰਫ ਸੁਖਜਿੰਦਰ ਸਿੰਘ ਲਿਖਿਆ ਹੋਣਾ। ਮੈਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਰਿਸਰਚ ਤੁਸੀਂ ਕਰੀ ਫਿਰਦੇ। ਨਹੀਂ ਮੈਂ ਚਲੋ ਉਹ ਥੋੜ੍ਹਾ ਜਿਹਾ ਰੱਖਣਾ ਪੈਂਦਾ, ਹਾਂ, ਤਿਆਰੀ ਕਰਕੇ ਆਏ ਹਾਂ ਅਸੀਂ। ਸੋ ਤੁਹਾਨੂੰ ਇਹ ਵੀ ਲੱਗਦਾ ਕਿ ਫਾਈਨੈਂਸ਼ੀਅਲ ਜਿਹੜੇ ਡਾਕੂਮੈਂਟਸ ਫੇਕ ਬਣਦੇ, ਉਸੇ ਕਰਕੇ ਵੀ ਸਪੈਸੀਫਿਕ ਸਟੇਟ ਬੈਨ ਹੋ 100%। ਉਹੀ ਤਾਂ ਗੱਲ ਆ, ਇਹ ਵੀ ਤਾਂ ਹੁਣ ਦੇਖਣਾ, ਉਹਨਾਂ ਨੇ ਸਾਰਾ ਕੁਛ ਦੇਖਣਾ ਹੁੰਦਾ ਤੁਹਾਡਾ, ਕਿ ਤੁਹਾਡਾ ਇਨਕਮ ਸੋਰਸ ਕੀ ਆ, ਕਿੱਦਾਂ ਪੈਸੇ ਆ ਰਹੇ, ਜਿਹੜੇ ਤੁਹਾਡੇ ਅਕਾਊਂਟ 'ਚ ਹੈਗੇ ਵੀ ਆ, ਸੇਵਿੰਗ ਆ, ਉਹ ਵੀ ਹੁਣ ਜਸਟੀਫਾਈ ਕਰਦੀ ਹੈ ਕਿ ਨਹੀਂ ਕਰਦੀ। ਹੁਣ ਪ੍ਰੋਬਲਮ ਇਹੀ ਹੈ ਕਿ ਉੱਥੋਂ ਪੰਜਾਬ 'ਚ ਅਗੇਨ ਲੋਕਾਂ ਦੀ ਪੇਇੰਗ ਕੈਪੈਸਿਟੀ ਹੈਗੀ ਆ, ਚਲੋ ਨੋ ਡਾਊਟ ਹੈ ਨਾ, ਕਿ ਉੱਥੇ ਸਭ ਨੂੰ ਇਹ ਹੈ ਕਿ ਪੈਸੇ ਦੱਸੋ ਕਿੰਨੇ ਲੱਗਣੇ ਆ, ਅਸੀਂ ਲਾ ਦਾਂਗੇ, ਅਤੇ ਬਸ ਵੀਜ਼ਾ ਲੱਗਣਾ ਚਾਹੀਦਾ ਹੈ ਨਾ, ਤਾਂ ਹੀ ਉੱਥੇ ਕੰਮ ਕਰਨਾ ਔਖਾ ਵੀ ਹੋ ਜਾਂਦਾ ਹੈ ਨਾ। ਹਾਲਾਂਕਿ ਪੈਸੇ ਦੇਣ ਨੂੰ ਅਗਲਾ ਤਿਆਰ ਆ, ਜਿੰਨੇ ਮਰਜ਼ੀ ਕਹੋ ਤੁਸੀਂ, ਪਰ ਅਗੇਨ ਫਰਕ ਹੁੰਦਾ ਸਾਡਾ ਕੰਮ ਕਰਨ ਦਾ, ਉੱਥੇ ਫਰਕ ਹੁੰਦਾ ਹੈ ਨਾ। ਤੁਸੀਂ ਉਹ ਬਰਡਨ ਲੈ ਕੇ ਨਹੀਂ ਕੰਮ ਕਰ ਸਕਦੇ ਵੀ ਤੁਸੀਂ ਨੇ ਵੀਜ਼ਾ ਲੱਗਣਾ ਤੁਹਾਡੇ ਉਹਦੇ 'ਤੇ ਆ, ਵੀ ਫੀਸ ਆਪਣੀ ਜੋ ਸਾਡੀ ਜੈਨੂਇਨ ਬਣਦੀ ਹੈ ਆਪਣੀ ਉਹੀ ਲੈਣੀ ਆ, ਹੈ ਨਾ। ਪਰ ਤੁਹਾਨੂੰ ਪਤਾ ਇੰਡੀਆ ਤੋਂ ਕੋਈ ਕਹਿ ਲਓ ਵੀ ਸਿਸਟਮ ਨਹੀਂ ਆ, ਪੈਕੇਜ ਚੱਲ ਰਿਹਾ ਹੈ ਨਾ, 25 ਲੱਖ ਦਾ ਪੈਕੇਜ, 30 ਲੱਖ ਦਾ ਪੈਕੇਜ, ਦੱਸੋ ਕੀ ਕਰਾਉਣਾ ਤੁਸੀਂ, ਹੈ ਨਾ, ਲਿਆਓ ਤੁਸੀਂ, ਹੈ ਨਾ, ਮਤਲਬ ਵੀ ਕੀ ਕਰਾਉਣਾ ਕਹਿੰਦੇ। ਚਲੋ ਆਪਾਂ ਨੂੰ ਸਾਰੇ ਨਹੀਂ, ਮਤਲਬ ਜਿੱਦਾਂ ਮੈਂ ਵੀ ਸੁਣਦੀ ਹਾਂ, ਹੈ ਨਾ, ਵੀ, ਅਤੇ ਉਹ ਫਿਰ ਕੋਈ ਗੱਲ ਨਹੀਂ, ਤੁਹਾਡੇ ਕੋਲ ਕੁਛ ਨਹੀਂ ਹੈਗਾ, ਤੁਸੀਂ ਬਸ ਠੀਕ ਹੈ, ਇਟਸ ਓਕੇ, ਹੈ ਨਾ, ਹਾਂ ਆ ਜਾਓ। ਅਤੇ ਅਸੀਂ ਉਹ ਫਾਈਨੈਂਸ਼ੀਅਲ ਤਾਂ ਫਿਰ ਕਿੱਡੀ ਗੱਲ ਆ ਬਣਾਉਣੀ, ਹੈ ਨਾ। ਤੁਸੀਂ ਵੀ ਕੋਈ ਇੱਦਾਂ ਦਾ ਪੈਕੇਜ ਲੈ ਕੇ ਆਏ ਸੀ ਜਾਂ ਮੈਂ ਪੈਕੇਜ ਲੈ ਕੇ ਨਹੀਂ ਆਈ ਸੀ। ਮੈਂ ਤੁਹਾਨੂੰ ਜਿੱਦਾਂ ਦੱਸਿਆ ਵੀ ਮੈਨੂੰ ਲੋੜ ਨਹੀਂ ਪਈ ਸੀ। ਖੈਰ ਉਸ ਟਾਈਮ 'ਤੇ ਤਾਂ ਬਹੁਤ ਮਤਲਬ ਜੈਨੂਅਨ ਜੇ ਲੋਕ ਆਉਂਦੇ ਸੀ। ਮੇਰੇ ਡੈਡ ਆਪ ਬੈਂਕ ਮੈਨੇਜਰ ਸੀਗੇ, ਖੈਰ ਮੇਰੇ ਡੈਡ ਬੈਂਕ ਮੈਨੇਜਰ, ਰਿਟਾਇਰਡ ਬੈਂਕ ਮੈਨੇਜਰ ਸੀਗੇ, ਸੋ ਉਹਨਾਂ ਨੂੰ ਫਾਈਨੈਂਸ਼ੀਅਲਸ ਦਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ, ਟੂ ਬੀ ਓਨੈਸਟ, ਕਿੱਦਾਂ ਕਰਨਾ। ਉਹ ਮੈਂ IDP ਦੇ ਥਰੂ ਆਈ ਸੀ, ਤੁਹਾਨੂੰ ਪਤਾ। ਸੋ IDP ਵਾਜ਼ ਲਾਈਕ ਹੈ ਨਾ, ਕਿ ਰੈਪੂਟੇਡ ਥੋੜ੍ਹੀ, ਨਾਲੇ ਉੱਦਾਂ ਇੰਨੇ ਏਜੰਟ ਹੀ ਨਹੀਂ ਸੀਗੇ, ਹੈ ਨਾ। ਤਾਂ ਫਿਰ ਉਹਨਾਂ ਨੇ ਮਤਲਬ ਜਿੱਦਾਂ ਦੱਸਿਆ, ਮੇਰੇ ਡੈਡ ਨੇ ਫਾਈਨੈਂਸ਼ੀਅਲ ਸਮਝਾਏ, ਹੈ ਨਾ, ਦੱਸੇ, ਅਤੇ ਅਸੀਂ ਮਤਲਬ ਲੈ ਕੇ ਮੇਰੇ ਸਪੋਂਸਰਸ ਮੇਰੇ ਡੈਡ ਅਤੇ ਮੇਰੇ ਮਾਮਾ ਜੀ ਇਲੈਕਟ੍ਰਿਸਿਟੀ ਬੋਰਡ ਸੀਗੇ, ਐਕਸੀਅਨ ਸੀਗੇ। ਸੋ ਮੈਨੂੰ ਦੋਨਾਂ ਨੇ, ਉਹਨਾਂ ਨੇ ਸਪੋਂਸਰ ਕੀਤਾ ਸੀ। ਮੈਨੂੰ ਹੁਣ ਯਾਦ ਆਉਂਦਾ ਵੀ ਅੱਛਾ ਮੈਂ ਕੀਤਾ, ਮੈਨੂੰ ਆਪ ਨੂੰ ਨਹੀਂ ਪਤਾ। ਮੇਰੇ ਮਾਮਾ ਹੀ ਕਹਿੰਦੇ ਵੀ ਇੱਦਾਂ ਉਦੋਂ GPF ਫੰਡ ਵਗੈਰਾ ਵੀ ਚੱਲ ਜਾਂਦੇ ਸੀ। ਮੈਂ ਕਿਹਾ ਚਲੋ ਉਹ ਦੇ ਦਿਓ। ਮਾਮਾ ਕਹਿੰਦੇ ਤੂੰ ਵੀ ਪਟਿਆਲੇ, ਮੇਰੀ ਫਰੈਂਡ ਸੀ, ਉਹਦੇ ਡੈਡ ਸੀਗੇ, ਉਹ ਵੀ SDO ਸੀਗੇ, ਅਤੇ ਹੈ ਨਾ, ਉਹ ਕਹਿੰਦੀ ਮੈਂ ਜਾਣਾ ਪਟਿਆਲੇ, ਅਤੇ ਇੱਦਾਂ ਮੈਂ ਕਿਹਾ ਚਲ ਮੈਂ ਵੀ ਚੱਲਦੀ ਹਾਂ, ਹੈ ਨਾ। ਅਤੇ ਅਸੀਂ ਦੋਨੇ ਜਾ ਕੇ ਉੱਥੋਂ ਮਾਮਾ ਜੀ ਦੇ ਪਤਾ ਨਹੀਂ ਕਹਿ ਕੂ ਕੇ GPF ਫੰਡ ਕਢੂ ਲਈਆਂ, ਹੈ ਨਾ, ਵੀ ਲੈਟਰ ਲੈ ਆਈਆਂ ਸਾਡੇ। ਮਤਲਬ ਉਦੋਂ ਤੋਂ ਸਾਰੀ ਪੇਪਰ ਐਪਲੀਕੇਸ਼ਨ ਜਾਂਦੀ ਹੁੰਦੀ ਸੀ, ਪ੍ਰੋਪਰ ਸਾਰੇ ਡਾਕੂਮੈਂਟਸ ਓਰੀਜਨਲ ਦੇਖ ਕੇ, ਉਹ ਸਰਟੀਫਾਈ ਹੋ ਕੇ ਪੇਪਰ ਐਪਲੀਕੇਸ਼ਨ ਜਾਂਦੀ ਸੀ। ਨਾਲੇ ਉਦੋਂ ਪਹਿਲਾਂ ਪ੍ਰੀ ਅਪਰੂਵਲ ਵਾਲਾ ਸਿਸਟਮ ਚੱਲਦਾ ਸੀ, ਕਿ ਪਹਿਲਾਂ ਫਾਈਲ ਜਾਂਦੀ ਸੀ, ਅਤੇ ਉਹ ਸਾਰੀ ਤੁਹਾਡੀ ਫਾਈਲ ਚੈੱਕ ਕਰਦੇ ਸੀ, ਪ੍ਰੀ ਅਪਰੂਵਲ ਆਉਂਦੀ ਸੀ, ਫਿਰ ਤੁਸੀਂ ਮੈਡੀਕਲਸ ਕਰਾਉਂਦੇ ਸੀਗੇ, ਅਤੇ ਫਿਰ ਤੁਸੀਂ ਆਪਣੀ ਫੀਸ ਭਰਦੇ ਸੀ ਕਾਲਜ ਦੀ, ਆਫਰ 'ਤੇ ਵੀਜ਼ਾ ਲਾ ਕੇ। ਅਤੇ ਫਿਰ ਤੁਸੀਂ ਜਦੋਂ ਮਤਲਬ ਕਿਉਂਕਿ ਫਿਰ ਹੋ ਜਾਂਦਾ ਸੀ ਨਾ ਤੁਹਾਡਾ 90% ਕੰਮ ਡਨ ਨਾ, ਕਿ ਹੁਣ ਤੁਸੀਂ ਵਿਚ ਵਾਜ਼ ਓਕੇ ਐਜ਼ ਵੈਲ, ਹੈ ਨਾ, ਕਿ ਤੁਸੀਂ ਫੀਸ ਭਰ ਦਿਓ, ਕਿਵੇਂ ਉਹ ਤਾਂ ਤੁਹਾਡਾ GT ਸਭ ਕੁਛ ਚੈੱਕ ਹੋ ਗਿਆ ਜੈਨੂਇਨ, ਅਤੇ ਸਾਰਾ ਤੁਸੀਂ ਵੀ ਲਾ ਕੇ। ਬਾਕੀ ਮੇਰੀ ਬੜਾ ਸਟ੍ਰੇਟ ਫਾਰਵਰਡ ਕੇਸ ਸੀਗਾ। ਮੈਂ ਬੈਚਲਰ ਕੀਤੀ ਅਤੇ ਸਟ੍ਰੇਟ ਅਵੇ ਮਾਸਟਰਸ ਕਰਨ ਆ ਗਈ, ਹੈ ਨਾ। ਚਲੋ ਇੰਗਲਿਸ਼ ਵੀ ਠੀਕ ਸੀਗੀ, ਕਨਵੈਂਟ ਸਕੂਲ ਦੇ ਪੜ੍ਹੇ ਆ, ਹੈ ਨਾ। ਮੈਨੂੰ ਹੁਣ ਤਾਂ ਯਾਦ ਨਹੀਂ ਹੈਗੇ, ਪਰ ਮੈਂ ਮਾਈਗ੍ਰੇਸ਼ਨ ਏਜੰਟ ਆ। ਤੁਸੀਂ ਦੇਖੋ ਮਾਈਗ੍ਰੇਸ਼ਨ ਏਜੰਟਸ ਨੂੰ ਵੀ 70 ਲੈਣੇ ਪੈਂਦੇ ਆ, ਸੋ ਇਹਨਾਂ ਤੋਂ ਸੋਚ ਹੀ ਲੈਂਦੇ। ਬਾਕੀ shout out to all the mama jis out there, ਚਾਚਾ ਜੀ, so ਮਾਮਾ ਜੀ, ਚਾਚਾ ਜੀ, ਮਿਲਦਾ ਸਾਰੇ ਇਹਨਾਂ ਫੈਮਿਲੀ ਦਾ ਐਫਰਟ ਹੀ ਹੁੰਦਾ ਉਰੇ ਤੱਕ ਪਹੁੰਚਣ ਦਾ, ਜਾਂ ਕੋਈ ਵੀ ਤਰੱਕੀ ਕਰਦਾ ਬੰਦਾ, ਸੋ ਸਾਰਾ ਫੈਮਿਲੀ ਐਫਰਟ ਹੀ ਹੁੰਦਾ। ਮੇਰੇ ਮਾਮਾ ਜੀ ਬਹੁਤ ਘੈਂਟ ਨੇ।
ਬਿਲਕੁਲ ਨਹੀਂ ਮਾਮਾ ਇਹਨਾਂ ਦੀ ਵੀ ਸਪੋਰਟ ਰਹੀ ਹੈ ਕਾਫੀ ਚਲੋ ਹੈ ਨਾ ਫੈਮਿਲੀ 'ਚ। ਮਾਮਾ ਜੀ ਬਾਰੇ ਵੀ ਕੁਝ ਵਧੀਆ ਕਹਿ ਦੋ, ਨਾਰਾਜ਼ ਨਾ ਹੋਏ। ਨਹੀਂ ਮੇਰੇ ਮਾਮਾ ਜੀ ਵੀ ਲਾਈਕ ਉਹ ਪੜ੍ਹਨ ਦਾ ਕਹਿ ਲਓ, ਮੈਨੂੰ ਉਹਨਾਂ ਤੋਂ ਸ਼ੌਂਕ ਆ। ਸੋ ਮੇਰੇ ਮਾਮਾ ਜੀ ਨੇ ਮਤਲਬ ਵੀ ਉਹ ਪੜ੍ਹਾਈ ਨੂੰ ਬੜਾ ਮਤਲਬ ਦਿਲ ਲਾ ਕੇ ਪੜ੍ਹਦੇ ਹੁੰਦੇ ਸੀ, ਜੋ ਵੀ ਫੈਮਿਲੀਜ਼ ਦੀ ਜ਼ਿੰਮੇਵਾਰੀ ਤੁਹਾਨੂੰ ਪਤਾ ਉਸ ਟਾਈਮ 'ਚ ਹੈ ਨਾ ਹੁੰਦੇ ਸੀ। ਅਤੇ ਉਹਨਾਂ ਨੇ ਆਪਣਾ ਡਿਪਲੋਮਾ ਕੀਤਾ ਹੋਇਆ ਸੀ ਇੰਜੀਨੀਅਰਿੰਗ ਦਾ, ਇਲੈਕਟ੍ਰੀਕਲ ਇੰਜੀਨੀਅਰਿੰਗ ਦਾ। ਅਤੇ ਫਿਰ ਉਹਨਾਂ ਨੇ ਜੋਬ ਕਰਦੇ ਕਰਦੇ ਉਹਨਾਂ ਨੇ ਪੜ੍ਹਾਈ ਕੀਤੀ, ਉਹਨਾਂ ਨੇ ਆਪਣੀ ਡਿਗਰੀ ਪੜ੍ਹਦੇ ਕੀਤੀ। ਸੋ ਫਿਰ ਉੱਥੋਂ ਮੈਨੂੰ ਮੋਟੀਵੇਸ਼ਨ ਮਿਲੀ ਸੀ ਕਿ ਮੈਂ ਪੜ੍ਹਦੀ ਰਹਿੰਦੀ ਹਾਂ, ਹੁਣ ਮੈਂ ਵੀ ਕੰਮ ਕਰਦੇ ਨਾਲ। ਅਤੇ ਉਹ ਕਾਫੀ ਉਹਨਾਂ ਨੇ ਬਾਅਦ 'ਚ ਫਿਰ ਆਪਣੀ ਕਾਮਯਾਬੀ ਅਤੇ ਸੈਲਫ ਮੇਡ ਵਾਲਾ ਕੰਮ ਹੀ ਸੀਗਾ ਉਹਨਾਂ ਦਾ ਵੀ, ਕਿ ਮੁੜ ਕੇ ਫਿਰ ਆਪ ਉਹਨਾਂ ਨੇ ਅੱਗੇ ਡਿਗਰੀ ਹੋਈ, SDO ਬਣੇ, ਜੋ ਵੀ ਆਪਣੀ ਅੱਗੇ ਹੈ ਨਾ ਜਾਂਦੇ ਰਹੇ, SCN ਹੋਏ, ਐਡੀਸ਼ਨਲ SC ਰਿਟਾਇਰ ਹੋਏ ਆ ਫਿਰ ਉਹ ਥੋੜ੍ਹੇ ਸਾਲ ਪਹਿਲਾਂ। ਜੀ ਨਹੀਂ ਬਹੁਤ ਵਧੀਆ। ਬਾਕੀ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਆਪਣੇ ਜਿਹੜੇ ਹਰਿਆਣਾ ਤੇ ਪੰਜਾਬ ਤੋਂ ਸਟੂਡੈਂਟ ਬੈਨ ਮਤਲਬ ਸਟੂਡੈਂਟ ਵੀਜ਼ੇ ਬੈਨ ਹੋਏ ਨੇ, ਤਾਂ ਇਹ ਓਬਵੀਅਸਲੀ ਗੈਪ ਜਿਹੜਾ ਵੀਜ਼ਾ ਬੈਨ ਨਹੀਂ ਹੋਏ ਪਰ ਯੂਨੀਵਰਸਿਟੀਜ਼ ਨੇ ਬੈਨ ਕੀਤੇ ਆ। ਤੁਸੀਂ ਜੇ ਯੂਨੀਵਰਸਿਟੀਜ਼ ਨਹੀਂ ਲੈਣਗੀਆਂ ਤਾਂ ਹੁਣ ਸਭ ਤੋਂ ਵੱਡਾ ਚੈਲੰਜ ਹੀ ਇਹ ਆ, ਜਦੋਂ ਸਟੂਡੈਂਟਸ ਯੂਨੀਵਰਸਿਟੀਜ਼ ਨਹੀਂ ਲੈਣੀਆਂ ਤਾਂ ਤੁਸੀਂ ਵੀਜ਼ੇ ਕਿਵੇਂ ਲਾਓਗੇ? CO ਹੀ ਨਹੀਂ ਮਿਲੂਗੀ ਨਾ ਤੁਹਾਨੂੰ ਇੱਦਾਂ। ਹਾਂਜੀ ਆਫਰ ਹੀ ਨਹੀਂ ਮਿਲੂਗੀ ਤੇ ਫਿਰ ਹੈ ਨਾ। ਨਹੀਂ ਬਿਲਕੁਲ। ਬਾਕੀ ਸੋ ਇੱਕ ਤਾਂ ਜਿਵੇਂ ਫਾਈਨੈਂਸ਼ੀਅਲ ਜਿਵੇਂ ਓਬਵੀਅਸਲੀ ਫਰੋਡੂਲੈਂਟ ਹੋ ਰਹੇ ਨੇ ਕਿ ਗਲਤ ਫੰਡ ਦਿਖਾ ਰਹੇ ਨੇ ਹੈ ਨਾ, ਅਤੇ ਉਹ ਚੀਜ਼ਾਂ ਨੇ, ਜਾਂ ਸਟੱਡੀ ਦਾ ਗੈਪ ਅਗਲੇ ਨੇ ਮਤਲਬ ਇੱਧਰ ਉੱਧਰ ਕਰਤਾ। ਅਤੇ ਜਾਂ ਮੈਨੂੰ ਲੱਗਦਾ ਇਹ ਵੀ ਦੇਖੋ ਯੂਨੀਵਰਸਿਟੀਜ਼ ਨੂੰ ਚਲੋ ਆਪਾਂ ਬਲੇਮ ਨਹੀਂ ਕਰ ਸਕਦੇ, ਬਟ ਅਗੇਨ ਇੱਕ ਬਲੈਂਕਟ ਰੂਲ ਵੀ ਨਹੀਂ ਹੋਣਾ ਚਾਹੀਦਾ। ਬਿਲਕੁਲ ਹਾਂਜੀ। ਸੋ ਜਿਵੇਂ ਹੁਣ ਜੇ ਕਹਿ ਲਓ ਪੂਰਾ ਹਰਿਆਣਾ ਪੰਜਾਬ ਅਸੀਂ ਮਤਲਬ ਬੈਨ ਕਰਤਾ ਜੀ, ਲੈਣੇ ਨਹੀਂ ਸਟੂਡੈਂਟ, ਇਹ ਵੀ ਗਲਤ ਗੱਲ ਹੋ ਗਈ ਹੈ ਨਾ। ਬੀਇੰਗ ਕਹਿ ਲਓ ਵੀ ਤੁਸੀਂ ਆਪਣੀ ਉਸ ਕਮਿਊਨਿਟੀ ਤੋਂ ਤੁਸੀਂ ਆਏ ਆ, ਬੀਇੰਗ ਮਤਲਬ ਇੰਡੀਅਨ ਪਿੱਛੇ ਬੈਕਗਰਾਊਂਡ ਤੁਸੀਂ ਵੀ ਆਏ ਆ ਉਹਨਾਂ ਜਗ੍ਹਾ ਤੋਂ, ਆਪਾਂ ਵੀ ਇੱਥੇ ਕਿੰਨੇ ਹੋਰ ਵੀ ਜੈਨੂਅਨ ਕੇਸਿਸ ਆਪਾਂ ਸਾਰੇ ਆਏ ਆ, ਹੋਰ ਵੀ ਕਿੰਨੇ ਆਏ ਆ ਕਿ ਜਿੰਨੀ ਸਕਸੈਸਫੁਲ ਸਟੋਰੀਜ਼ ਵੀ ਆ, ਜੈਨੂਅਨ ਸਟੂਡੈਂਟ ਵੀ ਆ। ਤੁਸੀਂ ਪੜ੍ਹੇ, ਚਲੋ ਸਭ ਨੂੰ ਹੁੰਦਾ ਕਿ ਬਾਅਦ 'ਚ ਆਪਾਂ ਸੈੱਟ ਪੜ੍ਹ ਕੇ ਜੇ, ਕਿਉਂਕਿ ਉਹ ਪਾਥਵੇ ਆ ਹੈ ਨਾ, ਤੁਸੀਂ ਜੇ ਪੜ੍ਹ ਕੇ ਐਲੀਜੀਬਲ ਆ ਅਪਲਾਈ ਕਰ ਲੈਂਦੇ ਆ PR, ਦੈਟਸ ਡਿਫਰੈਂਟ ਥਿੰਗ। ਪਰ ਇਹ ਵੀ ਨਹੀਂ ਕਹਿ ਸਕਦੇ ਬਲੈਂਕਟ ਕਿ ਸਾਰੇ ਸਟੂਡੈਂਟਸ ਉੱਥੋਂ ਦੇ ਜੈਨੂਅਨ ਨਹੀਂ ਆ ਹੈ। ਸੋ ਬੜੇ ਚੰਗੇ ਸਟੂਡੈਂਟਸ ਵੀ ਹੁੰਦੇ ਆ, ਕਿੰਨੇ ਤੁਹਾਡੇ ਸਾਹਮਣੇ ਇੱਥੇ ਡਾਕਟਰਸ ਇੰਜੀਨੀਅਰਸ ਵੀ ਬਣੇ ਆ ਕੇ, ਕਿੰਨਿਆਂ ਨੇ ਮਤਲਬ ਚੰਗੀਆਂ ਡਿਗਰੀਜ਼ ਕੀਤੀਆਂ, ਪੜ੍ਹਾਈ ਵੀ ਕੀਤੀਆਂ ਐਂਡ ਮੋਸਟਲੀ ਕਾਫੀ ਜਿੰਨੀਆਂ ਖਾਸ ਕਰਕੇ ਕੁੜੀਆਂ ਆਉਂਦੀਆਂ, ਚਾਹੇ ਮੈਰਿਡ ਕਹਿ ਲਓ ਵੀ ਉਹਨਾਂ ਨੂੰ ਫੀਸ ਦੀ ਫਿਕਰ ਨਹੀਂ ਹੁੰਦੀ ਹੈ, ਸੋ ਮੋਸਟਲੀ ਉਹ ਮਾਸਟਰਸ ਕਰ ਵੀ ਲੈਂਦੀਆਂ ਹੈ ਨਾ। ਅਤੇ ਇਸ ਕਰਕੇ ਬਲੈਂਕਟ ਰੂਲ ਨਹੀਂ ਹੋਣਾ ਚਾਹੀਦਾ, ਕਿਉਂਕਿ ਆਈ ਥਿੰਕ ਯੂਨੀਵਰਸਿਟੀਜ਼ ਨੂੰ ਆਪਣੀਆਂ ਪੋਲਿਸੀਆਂ ਪ੍ਰੋਸੀਜਰਸ ਬਣਾਉਣੇ ਚਾਹੀਦੇ, ਐਡਵਾਈਸ ਕਰਨੇ ਚਾਹੀਦੇ ਕਿ ਉਹਨਾਂ ਨੂੰ ਮਤਲਬ ਇੱਦਾਂ ਕਹਿ ਕੇ ਜਦੋਂ ਤੁਸੀਂ ਲੈਣਾ ਹੈ ਨਾ, ਮੈਨੂੰ ਇਹ ਚੀਜ਼ ਫਿਰ ਫੀਲ ਹੁੰਦੀ ਹੈ ਕਿ ਵੀ ਤੁਸੀਂ ਜਦੋਂ ਤੁਹਾਨੂੰ ਲੋੜ ਆ ਕਿ ਆਜੋ ਸਾਰੇ ਹੈ ਨਾ, ਉਦੋਂ ਬੁਲਾ ਲਓ। ਹਾਂ, ਅਤੇ ਜਦੋਂ ਤੁਹਾਡਾ ਭਰ ਗਿਆ ਤੁਸੀਂ ਕਹਿੰਦੇ ਵੀ ਨਹੀਂ ਲੈਣੇ ਜਾਂ ਤੁਹਾਡੀ ਹੈ ਤਾਂ ਤੁਸੀਂ ਉਦੋਂ ਗੇਟ ਬੰਦ ਕਰ ਲਓ, ਮਤਲਬ ਹੀ ਹੋ ਗਿਆ ਜੈਨੂਅਨ ਨਹੀਂ ਲੈਣੇ। ਹਾਂ, ਸੋ ਇਹ ਮੈਂ ਤਾਂ ਡੈਫੀਨੇਟਲੀ ਆਈ ਵੁੱਡ ਸੇ ਕਿ ਨਹੀਂ, ਮੈਨੂੰ ਲੱਗਦਾ ਕਿ ਇਹ ਤਾਂ ਉਹ ਗੱਲ ਹੋ ਗਈ ਵੀ ਜਦੋਂ ਠੀਕ ਆ ਕਰ ਲਓ ਤੁਸੀਂ, ਯੂ ਜਸਟ ਹੈ ਨਾ ਕਿ ਵੀ ਠੀਕ ਆ ਇਹਨਾਂ ਨੇ ਆ ਹੀ ਜਾਣਾ ਗਾ ਹੈ ਨਾ ਇੱਦਾਂ। ਅਤੇ ਪਰ ਗੱਲ ਇਹ ਹੈ ਵੀ ਤੁਸੀਂ ਜੇ ਹੁਣ ਤੁਸੀਂ ਆਪਣਾ ਕੰਮ ਕਰੋ, ਆਪਣਾ ਸਟਾਫ ਇੱਦਾਂ ਹਾਈਲੀ ਮਤਲਬ ਉਹਨਾਂ ਨੂੰ ਦਿਓ ਟ੍ਰੇਨਿੰਗ ਦਿਓ, ਤੁਸੀਂ ਆਪਣਾ ਜੇ ਤੁਸੀਂ ਸਕਰੀਨ ਆਊਟ ਕਰੋ ਕਲਾਇੰਟ ਹੈ ਨਾ ਐਪਲੀਕੈਂਟਸ, ਤਾਂ ਤੁਸੀਂ ਬਲੈਂਕਟ ਰੂਲ ਦੇ, ਕਿਉਂਕਿ ICSE ਬੋਰਡਸ ਵਾਲੇ, CBSE ਬੋਰਡ ਵਾਲੇ, ਈਵਨ ਕਈ ਪੰਜਾਬ ਬੋਰਡ ਵਾਲੇ ਵੀ ਹੁੰਦੇ ਆ ਕਿ ਜੋ ਉਹਨਾਂ ਨੇ ਨਹੀਂ ਪੜ੍ਹ ਪਾਏ ਉਸ ਟਾਈਮ 'ਤੇ ਵੀ ਪੰਜਾਬ ਬੋਰਡ 'ਚ ਪੜ੍ਹੇ, ਬਟ ਸਟਿਲ ਦੇਰ ਆਰ ਬ੍ਰਿਲੀਅੰਟ ਸਟੂਡੈਂਟਸ ਹਨ ਕਿ ਤੁਸੀਂ ਮਿਹਨਤ ਕਰਦੇ ਹੁੰਦੇ ਆ ਚਲੋ, ਪਰ ਤੁਸੀਂ ਆਪਣੇ ਸਿਸਟਮਸ ਰੱਖੋ, ਤੁਸੀਂ ਮਤਲਬ ਦੇਰ ਆਰ ਵੇਜ਼ ਹੈ ਨਾ ਕਿ ਤੁਸੀਂ ਸਟੂਡੈਂਟਸ ਨਾਲ ਗੱਲ ਕਰੋ। ਹੁਣ ਆਪਾਂ ਜੇ ਕਿਸੇ ਨਾਲ ਗੱਲ ਕਰਕੇ ਤੁਹਾਨੂੰ ਪਤਾ ਲੱਗ, ਮੈਨੂੰ ਗੱਲ ਕਰਕੇ ਸਟੂਡੈਂਟ ਨਾਲ ਪਤਾ ਲੱਗ ਜਾਂਦਾ ਕਿ ਸਟੂਡੈਂਟ ਦਾ ਕਿੱਥੇ ਕੁ ਲੈਵਲ ਆ, ਕੀ ਕਰ ਸਕਦਾ ਗਾ। ਹੁਣ ਜੇ ਸਟੂਡੈਂਟ ਇੱਥੇ ਆਉਂਦਾ ਉਹ ਕਹਿੰਦਾ ਮੈਂ ਪੜ੍ਹ ਨਹੀਂ ਸਕਦਾ, ਤੁਹਾਨੂੰ ਪਤਾ ਲੱਗ ਜਾਂਦਾ ਵੀ ਸਟੂਡੈਂਟ ਦਾ ਕਿੰਨਾ ਕੁ ਲੈਵਲ ਆ, ਉਹ ਕੀ ਪੜ੍ਹ ਪਾਊਗਾ ਕਿ ਨਹੀਂ ਹੈ ਨਾ ਪੜ੍ਹ ਪਾਊਗਾ। ਜੇ ਹੁਣ ਯੂਨੀਵਰਸਿਟੀ 'ਚ ਆਇਆ ਮਾਸਟਰ, ਜੋ ਸਟੂਡੈਂਟ ਦਾ ਲੈਵਲ ਹੀ ਨਹੀਂ ਹੈਗਾ, 5 ਬੈਂਡ ਵਾਲਾ ਲੈਵਲ ਆ, ਅਤੇ ਉਹ ਕਿਵੇਂ ਕਰੂਗਾ ਮਾਸਟਰਸ? ਜੇ ਉਹਨੂੰ ਕਹਿ ਦੋਗੇ ਵੀ ਧੱਕੇ ਨਾਲ ਉਹ ਕੀ ਕਰੂਗਾ, 2 ਵਾਰੀ ਫੇਲ ਹੋ ਗਿਆ ਤਾਂ ਯੂਨੀਵਰਸਿਟੀ ਉਹਨਾਂ ਨੂੰ ਵੈਸੇ ਹੀ ਐਕਸਕਲੂਡ ਕਰ ਦੇਣਾ ਹੈ ਨਾ। ਤਾਂ ਇਸ ਕਰਕੇ ਇਹ ਵੀ ਸਟੂਡੈਂਟਸ ਨੂੰ ਯੂਨੀਵਰਸਿਟੀਜ਼ ਕਰਨ ਫੇਸ ਟੂ ਫੇਸ ਇੰਟਰਵਿਊਜ਼, ਆਈ ਥਿੰਕ ਮਤਲਬ ਜ਼ੂਮ ਅੱਜ ਕੱਲ੍ਹ ਤਾਂ ਟੈਕਨੋਲੋਜੀ ਇੰਨੀ ਆ, ਵੀਡੀਓ ਕਾਲ ਕਰਨ ਉਹ ਕਰਨ, ਜੇ ਸਟੂਡੈਂਟ ਬਾਕੀ ਸਟੂਡੈਂਟ ਨੂੰ ਥੋੜ੍ਹੀ ਹਿੰਮਤ ਮਾਰਨੀ ਪੈਣੀ ਆ ਕਿ ਇਹ ਨਹੀਂ ਆ ਵੀ ਚਲੋ ਜਾਣਾ ਏਜੰਟ 'ਤੇ ਛੱਡ ਦਿਓ ਸਾਰਾ ਕੁਛ ਹੈ ਨਾ। ਸੋ ਆਫਕੋਰਸ ਏਜੰਟ 'ਤੇ ਛੱਡਣਾ, ਏਜੰਟ ਦਾ ਕੰਮ ਸਿਰਫ ਇਹ ਆ ਕਿ ਵੀ ਤੁਹਾਡੀਆਂ ਐਪਲੀਕੇਸ਼ਨ ਕਰਨੀਆਂ, ਤੁਹਾਨੂੰ ਗਾਈਡ ਕਰਨਾ, ਪਰ ਤੁਸੀਂ ਵੀ ਥੋੜ੍ਹੀ ਆਪਣੀ ਰਿਸਰਚ ਕਰੋ, ਥੋੜ੍ਹੀ ਤਿਆਰੀ ਕਰੋ। ਤਾਂ ਯੂਨੀਵਰਸਿਟੀਜ਼ ਨੂੰ ਵੀ ਚਾਹੀਦੀਆਂ ਉਹ ਪ੍ਰੋਸੈਸ ਬਣਾਉਣ ਕਿ ਸਟੂਡੈਂਟਸ ਨੂੰ ਸਕਰੀਨ ਆਊਟ ਕਰਨ ਰੈਦਰ ਦੈਨ ਬਲੈਂਕਟ ਰੂਲ। ਸਟਿਲ ਤੁਹਾਨੂੰ ਚਾਹੀਦੇ ਤਾਂ ਹੈਗੇ ਨੰਬਰਸ, ਫਿਰ ਤੁਸੀਂ ਸਰਵਾਈਵ ਤਾਂ ਨਹੀਂ ਕਰ ਸਕਦੇਗੇ, ਕਿਉਂਕਿ ਅਗੇਨ ਐਜੂਕੇਸ਼ਨ ਇਜ਼ ਵਨ ਆਫ ਦਾ ਬਿਗੇਸਟ ਮਾਰਕੀਟ। ਤਾਂ ਆਸਟ੍ਰੇਲੀਆ ਦਾ ਸਰਵਾਈਵਲ ਹੀ ਨਹੀਂ ਹੈਗਾ ਗਾ ਐਜੂਕੇਸ਼ਨ ਬਿਨਾਂ। ਸੋ ਤੁਹਾਨੂੰ ਸਟੂਡੈਂਟਸ ਵੀ ਚਾਹੀਦੇ ਆ, ਫਿਰ ਤੁਹਾਨੂੰ ਸਟੂਡੈਂਟਸ ਵੀ, ਕਿਉਂਕਿ ਨੰਬਰਸ ਕਿੱਥੋਂ ਆਉਂਦੇ, ਆਪਣੇ ਇੰਡੀਆ ਤੋਂ ਆਉਂਦੇ ਆ, ਖਾਸ ਕਰਕੇ ਪੰਜਾਬ ਤੋਂ ਆਉਂਦੇ ਆ, ਪੇਇੰਗ ਕਪੈਸਿਟੀ ਆ। ਸੋ ਹੁਣ ਇਹ ਵੀ ਦੇਖ ਕੇ ਕਈ ਵਾਰੀ ਹੁੰਦਾ ਬੀਇੰਗ ਏਜੰਟ ਉਸੇ ਨੈਸ਼ਨੈਲਿਟੀ ਤੁਸੀਂ ਉੱਧਰ ਮਤਲਬ ਤੁਹਾਡਾ ਸਬ ਕੰਟੀਨੈਂਟ ਉਹੀ ਆ, ਤੁਸੀਂ ਆਪਣੇ ਸਟੂਡੈਂਟਸ ਉਹੀ ਕਲਾਇੰਟਸ ਰਿਪਰੈਜ਼ੈਂਟ ਕਰਦੇ ਆ ਕਿ ਯੂਨੀਵਰਸਿਟੀਆਂ ਵੀ ਦੇਰ ਉਹਨਾਂ ਦੇ ਅਸੈਸਮੈਂਟਸ ਮਤਲਬ ਡਿਫਰੈਂਸ਼ੀਏਟ ਹੁੰਦੇ ਆ ਕਿ ਇਹਨਾਂ ਲਈ ਇਹ ਵਾਲੇ ਆ, ਸਮਵਨ ਕਮਿੰਗ ਫਰੋਮ ਸੇ ਅਮੈਰੀਕਾ, ਨਾਰਥ ਅਮੈਰੀਕਾ ਜਾਂ ਇੱਧਰ ਬ੍ਰਾਜ਼ੀਲੀਅਨ ਸਾਈਡ, ਤੁਹਾਡੀ ਉਹਨਾਂ ਦੇ ਡਿਫਰੈਂਟ ਆ ਹੈ ਨਾ। ਪਰ ਕਿਉਂਕਿ ਇਹੀ ਚੀਜ਼ਾਂ ਉਹਨਾਂ ਦੇ ਰਿਸਕ ਆ, ਕਿੱਥੇ ਤਾਂ ਉਹਨਾਂ ਨੂੰ ਕੁਛ ਵੀ ਨਹੀਂ ਦਿਖਾਉਣਾ ਪੈਂਦਾ, ਫੰਡਸ ਨਹੀਂ, ਕੁਛ ਨਹੀਂ, ਦਿਓ ਪਾਸਪੋਰਟਸ ਇਹੋ ਹੀ ਲਓ ਅਤੇ
ਹੈਲਥ ਕਵਰ ਤੇ ਬਸ ਵੀਜ਼ਾ ਲੈ ਲਓ। ਉਹੀ ਕਹਿਣ ਲੱਗਾ ਹੁਣ ਤੁਹਾਡੇ ਵਰਗਾ ਸਟੂਡੈਂਟ ਉੱਥੇ ਜਾਂ ਕੋਈ ਵਧੀਆ ਸਟੂਡੈਂਟ ਉੱਥੇ ਫਸਿਆ ਹੋਊਗਾ ਜਿਹੜਾ ਸੋਚੂ ਉਹ ਕਹਿ ਲਓ ਕਿ ਆਟੇ ਨਾਲ ਘੁਣ ਵੀ ਨਾਲੇ ਪਿਸ ਜਾਂਦਾ, ਸੋ ਉਹ ਉਹਦੇ ਲਈ ਕੀ ਆਪਸ਼ਨਸ ਰਹਿ ਗਈਆਂ ਫਿਰ? ਸੋ ਉਹੀ ਚੀਜ਼ਾਂ ਨਾ ਵੀ ਇਹ ਯੂਨੀਵਰਸਿਟੀਜ਼ ਨੂੰ ਆਈ ਥਿੰਕ ਇਹਨਾਂ ਨੂੰ ਇੱਕ ਬਲੈਂਕਟ ਰੂਲ ਨਹੀਂ ਲੈ ਕੇ ਚੱਲਣਾ ਚਾਹੀਦਾ, ਇਹਨਾਂ ਨੂੰ ਸਕਰੀਨ ਆਊਟ ਕਰਨੇ ਚਾਹੀਦੇ ਆ। ਸੋ ਪਰ ਸਟੂਡੈਂਟਸ ਨੂੰ ਮੈਨੂੰ ਲੱਗਦਾ ਵੀ ਇਹ ਕੋਈ ਲੌਂਗ ਜਾਂ ਕਹਿ ਲਓ ਲੌਂਗ ਟਰਮ ਨਹੀਂ ਆ ਜਾਂ ਆਨਗੋਇੰਗ ਨਹੀਂ ਆ। ਸੋ ਇਹ ਟੈਂਪਰੇਰੀ ਸਸਪੈਂਡ ਕੀਤਾ, ਇਹ ਟਾਈਮ ਆਉਂਦਾ ਜਾਂਦਾ ਰਹਿੰਦਾ। ਤੁਹਾਨੂੰ ਪਤਾ ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਹਾਂਜੀ ਮੈਂ 2007-8 ਚੋਂ ਇਸੇ ਇੰਡਸਟਰੀ 'ਚ ਹੀ ਹਾਂ। ਐਜੂਕੇਸ਼ਨ 'ਚ ਪਹਿਲਾਂ ਕਾਲਜ 'ਚ ਕੰਮ ਕੀਤਾ 4 ਸਾਲ, ਮੈਂ ਉੱਧਰ ਵੀ ਕੰਮ ਕੀਤਾ, ਫਿਰ ਨਾਲ ਮਾਈਗ੍ਰੇਸ਼ਨ ਦਾ ਕਰ ਰਹੇ ਹਾਂ। ਤਾਂ ਇਹ ਅਪ ਡਾਊਨ ਚੱਲਦੇ ਰਹਿੰਦੇ ਆ, ਮਤਲਬ ਤੁਹਾਨੂੰ ਪਤਾ ਤਾਂ ਹੀ ਮੈਂ ਤੁਹਾਨੂੰ ਕਿਹਾ ਵੀ ਕਦੇ ਜਦੋਂ ਲੋੜ ਹੁੰਦੀ ਆ ਉਦੋਂ ਮਤਲਬ ਰਿਲੈਕਸ ਹੋ ਜਾਂਦੇ ਆ ਤੇ ਮਤਲਬ ਆ ਜਾਓ ਸਾਰੇ। ਹੁਣ ਜਿੰਨੇ ਇੱਥੇ ਆ ਗਏ ਤੁਹਾਨੂੰ ਵੀ ਪਤਾ ਵੀ ਉਹ ਸਾਰੇ ਜੈਨੂਅਨ ਸਟੂਡੈਂਟ ਨਹੀਂ ਆਏ ਹਨ, ਸਾਰੇ ਵਿੱਚ ਜੈਨੂਅਨ ਨੌਨ ਜੈਨੂਅਨ ਸਭ ਆਏ ਆ ਹਨ। ਇਹ ਯੂਨੀਵਰਸਿਟੀਜ਼ ਵੀ ਮੰਨਦੀਆਂ, ਉਹ ਆਪ ਆਪਣੇ ਮੂੰਹ ਕਹਿੰਦੇ ਅਸੀਂ ਨੌਨ ਜੈਨੂਅਨ ਰਿਕਰੂਟ ਕਰ ਲਏ ਹਨ, ਡਿਪਾਰਟਮੈਂਟ ਕਹਿੰਦਾ ਵੀ ਨੌਨ ਜੈਨੂਅਨ ਰਿਕਰੂਟ ਕਰ ਲਏ। ਬਟ ਜਿਹੜੇ ਹੁਣ ਉੱਥੇ ਰਹਿ ਗਏ ਜਾਂ ਜਿਨ੍ਹਾਂ ਦੇ ਰਿਫਿਊਜ਼ ਹੋ ਗਏ ਉਹ ਇਹ ਨਹੀਂ ਆ ਵੀ ਨੌਨ ਜੈਨੂਅਨ ਸੀ ਤਾਂ ਰਿਫਿਊਜ਼ ਹੋ ਗਏ ਹਨ। ਜੇ ਰਿਫਿਊਜ਼ ਕਰਨਾ ਹੁੰਦਾ ਤਾਂ ਇੱਕ ਨਿੱਕੀ ਜਿਹੀ ਚੀਜ਼ 'ਤੇ ਵੀ ਕਰ ਦਿੰਦੇ ਆ, ਅਤੇ ਜੇ ਨਹੀਂ ਆ ਤਾਂ ਮਤਲਬ ਦੇਣਾ ਤਾਂ ਵੀਜ਼ਾ ਇਗਨੋਰ ਵੀ ਕਰਕੇ ਦੇ ਵੀ ਦਿੰਦੇ ਆ। ਸੋ ਜਦੋਂ ਬਾਕੀ ਮੈਂ ਕਹਿੰਦੀ ਨਹੀਂ ਵੀ ਜੇ ਉਹਨਾਂ ਨੇ ਰਿਫਿਊਜ਼ ਕਰਨਾ ਤਾਂ 4 ਗੱਲਾਂ ਲਿਖਣਗੇ ਹੀ, ਉਹ ਤਾਂ ਕਹਿਣਗੇ ਨਹੀਂ ਰਿਫਿਊਜ਼ ਕਰਤਾ ਹੈ ਨਾ, ਬਟ ਇੱਕ ਰੀਜ਼ਨ ਨਹੀਂ ਹੁੰਦਾ, ਬਸ ਉਹਨਾਂ ਨੇ ਇੱਕ ਜਨਰਲ ਦੇਖ ਲੈਣਾ ਵੀ ਨਹੀਂ ਸਾਨੂੰ ਨਹੀਂ ਲੱਗਦਾ ਤੁਸੀਂ ਜੈਨੂਅਨ ਆ। ਸੋ ਹਲੇ ਵੀ ਜਾਣੀ ਦੀ ਨੌਨ ਜੈਨੂਅਨ ਸਟੂਡੈਂਟ ਲਈ ਹੋਪ ਹੈਗੀ ਆ ਨਾ? ਨਹੀਂ ਨੌਨ ਜੈਨੂਅਨ ਨਹੀਂ ਕਹਿ ਸਕਦੇ ਤੁਸੀਂ, ਮਤਲਬ ਵੀ ਇਹ ਵੀ ਡੈਫੀਨੇਸ਼ਨ ਆ ਤੁਹਾਡੇ ਹਿਸਾਬ ਨਾਲ ਨੌਨ ਜੈਨੂਅਨ ਕੌਣ ਆ, ਯੂਨੀਵਰਸਿਟੀ ਕਿਹਨੂੰ ਸੋਚਦੀ ਆ, ਕਿਉਂਕਿ ਇਹੀ ਸਭ ਤੋਂ ਵੱਡੀ ਗੱਲ ਆ ਵਿਜ਼ਟਰ ਵੀਜ਼ਾ ਕਹਿ ਲਓ ਜਾਂ ਸਟੂਡੈਂਟ ਵੀਜ਼ਾ ਰਿਫਿਊਜ਼ ਹੁੰਦਾ ਕਿ ਨੌਨ ਜੈਨੂਅਨ। ਹੁਣ ਨੌਨ ਜੈਨੂਅਨ ਦੀ ਡੈਫੀਨੇਸ਼ਨ ਕੀ ਆ? ਮੇਰੇ ਹਿਸਾਬ ਨਾਲ ਸਟੂਡੈਂਟ ਜੈਨੂਅਨ ਆ ਜੇ ਤੁਸੀਂ ਮੈਨੂੰ ਆ ਕੇ ਕਹਿੰਦੇ ਆ ਕਿ ਮੈਂ ਆਹ ਵਾਲਾ ਕੋਰਸ ਕਰਨਾ, ਸੇ ਮੈਂ ਕੋਈ ਟ੍ਰੇਡ ਦਾ ਕੋਰਸ ਕਰਨਾ ਹੈ ਨਾ, ਬਟ ਤੁਸੀਂ ਮੈਂ ਪੁੱਛੂੰਗੀ ਅੱਛਾ ਠੀਕ ਆ ਤੁਹਾਡੀ ਰਿਕੁਆਇਰਮੈਂਟਸ ਮੀਟ ਕਰਦੇ ਆ, ਤੁਹਾਡਾ ਇੰਟਰਸਟ ਆ ਕੀ ਕਰਨਾ ਚਾਹੁੰਦੇ ਅੱਗੇ ਜਾ ਕੇ ਫਿਊਚਰ ਕੀ ਆ ਹੈ ਨਾ, ਅਤੇ ਤੁਹਾਡਾ ਲੈਵਲ ਹੈਗਾ ਪੜ੍ਹਨ ਦਾ, ਤੁਸੀਂ ਫੀਸ ਅਫੋਰਡ ਕਰ ਲੈਂਦੇ ਇੱਥੇ ਕਾਲਜ ਜਾਣਾ, ਮੇਰੇ ਲਈ ਉਹ ਸਟੂਡੈਂਟ ਜੈਨੂਅਨ। ਹਾਂ ਤੁਸੀਂ ਉੱਥੇ ਇਨਰੋਲ ਕਰਾਤਾ, ਤੁਹਾਨੂੰ ਪੜ੍ਹੋ, ਤੁਸੀਂ ਆਪਣੀ ਕੋਰਸ ਖਤਮ ਕਰ ਲਿਆ, ਅੱਗੇ ਜਾ ਕੇ ਆਪਣੇ ਫਿਊਚਰ ਵਰਤੋ, ਜੈਨੂਅਨ ਆ ਸਟੂਡੈਂਟ ਹੈ ਨਾ। ਹਾਂਜੀ ਅਤੇ ਜੇ ਹੁਣ ਮੈਂ ਕਹਾਂ ਵੀ ਨਹੀਂ ਤੁਸੀਂ ਯੂਨੀਵਰਸਿਟੀ ਚਲੇ ਜਾਓ, ਤੁਸੀਂ ਮੈਨੂੰ ਕਹਿ ਰਹੇ ਹੋ ਮੈਂ ਤੁਹਾਨੂੰ ਕਹੀ ਜਾਵਾਂ ਯੂਨੀਵਰਸਿਟੀ ਚਲੇ ਜਾਓ, ਪਰ ਹਾਂ ਜੇ ਇੰਡੀਆ ਤੁਸੀਂ ਅਫਕੋਰਸ ਇੰਡੀਆ ਤੁਹਾਨੂੰ ਵੀਜ਼ੇ ਲਈ ਕਰਨਾ ਪੈਣਾ, ਯੂਨੀਵਰਸਿਟੀ ਆਓਗੇ ਤਾਂ ਫਿਰ ਅਫਕੋਰਸ ਹੁਣ ਇੱਥੇ ਕੌਣ ਜ਼ਿੰਮੇਵਾਰ ਆ? ਅਗੇਨ ਏਜੰਟ ਨੂੰ ਹੁੰਦਾ, ਏਜੰਟ ਕਹੂਗਾ ਉੱਥੇ ਭੇਜੂਗਾ ਜਿੱਥੇ ਵੀਜ਼ਾ ਲੱਗ ਜੇ ਹੈ ਨਾ। ਅਤੇ ਫਿਰ ਉੱਥੋਂ ਦੇ ਏਜੰਟਸ ਨੂੰ ਵੀ ਬਲੇਮ ਕਰਨਾ। ਹੁਣ ਸਟੂਡੈਂਟ ਕਈ ਕਹਿੰਦੇ ਏਜੰਟ ਨੇ ਦੱਸਿਆ ਨਹੀਂ ਅਸੀਂ ਚੇਂਜ ਕਰਨਾ ਕਿ PR ਨਹੀਂ ਹੈਗੀ, ਅਤੇ ਮੈਂ ਕਹਿੰਦੀ ਤੁਹਾਨੂੰ ਪਹਿਲਾਂ ਨਹੀਂ ਪਤਾ ਵੀ ਹਜੇ 1 ਸਮੈਸਟਰ ਲਾ ਕੇ ਆਏ ਹਾਂ, ਕਹਿੰਦੇ ਸਾਨੂੰ ਏਜੰਟ ਨੇ ਦੱਸਿਆ ਨਹੀਂ। ਹੁਣ ਏਜੰਟ ਪਹਿਲੀ ਗੱਲ ਤਾਂ ਉਹਨਾਂ ਨੂੰ ਨੌਲੇਜ ਨਹੀਂ ਆ ਗੇਨ ਹੈ ਨਾ ਮਾਈਗ੍ਰੇਸ਼ਨ ਦੀ, ਦੂਸਰੀ ਗੱਲ ਜੇ ਉਹਨਾਂ ਨੂੰ ਪਤਾ ਵੀ ਆ ਉਹ ਕਹਿ ਵੀ ਦੇਣਗੇ ਤੁਹਾਨੂੰ, ਫਿਰ ਵੀ ਤੁਸੀਂ ਆਉਣਾ ਤੇ ਆਉਣਾ ਹੀ ਆ ਨਾ ਹੈ ਨਾ। ਤੁਸੀਂ ਕਹਿਣਾ ਵੀ ਸਾਨੂੰ ਇੱਕ ਵਾਰੀ ਭੇਜ ਦਿਓ, ਜਿੱਦਾਂ ਮਰਜ਼ੀ ਹੋ ਜਾਏ ਭੇਜ ਦਿਓ, ਆਪਾਂ ਉੱਥੋਂ ਆਪ ਹੀ ਜ਼ਿਆਦਾ ਰਿਸਰਚ ਨਹੀਂ ਕਰਦੇ ਹੈ ਨਾ। ਸੋ ਨੌਨ ਜੈਨੂਅਨ ਉਹ ਚੀਜ਼ ਬਣ ਜਾਂਦੀ, ਤਾਂ ਹੀ ਤਾਂ ਡਿਪਾਰਟਮੈਂਟ ਜਾਂ ਯੂਨੀਵਰਸਿਟੀਜ਼ ਕਹਿ ਲਓ। ਸੋ ਮੇਰੇ ਹਿਸਾਬ ਨਾਲ ਜਾਂ ਕਹਿ ਲਓ ਕਈ ਲੋਕਾਂ ਦੇ ਹਿਸਾਬ ਨਾਲ ਇਹ ਹੋਊਗਾ ਕਿ ਵੀ ਜਿਹੜਾ ਸਟੂਡੈਂਟ ਜਿਹੜਾ ਕੁਛ ਕਰਨਾ ਆਉਣਾ ਚਾਹੁੰਦਾ ਜੇ ਉਹ ਕੀਤਾ ਜਾਵੇ ਉਹਦਾ ਉਹ ਜੈਨੂਅਨ ਆ ਉਹ ਕਰ ਲਏ ਆਪਣਾ ਹੈ ਨਾ। ਬਟ ਜੇ ਹੁਣ ਤੁਸੀਂ ਪ੍ਰੋਬਲਮ ਇਹ ਹੈ ਕਿ ਸਾਰੇ ਸਟੂਡੈਂਟਸ ਗਵਰਨਮੈਂਟ ਕਹਿ ਲਓ ਜਾਂ ਉਹ ਕਹਿ ਲਓ ਸਭ ਯੂਨੀਵਰਸਿਟੀਜ਼ ਆ ਨਾ, ਸਾਰੇ ਸਟੂਡੈਂਟ ਉਹਨਾਂ ਦੇ ਹਿਸਾਬ ਨਾਲ ਯੂਨੀਵਰਸਿਟੀਜ਼ ਆ ਰਹੇ ਜਿਹੜੇ ਜੈਨੂਅਨ ਆ, ਅਤੇ ਫਿਰ ਉਹ ਆਪੇ ਹੀ ਤੁਹਾਡੇ ਸਾਹਮਣੇ ਨੌਨ ਜੈਨੂਅਨ ਵੀ ਜਾਣਗੇ ਯੂਨੀਵਰਸਿਟੀਜ਼ ਜਾਣਗੇ, ਉਹਨਾਂ ਕੋਲ ਕੋਈ ਚੋਇਸ ਹੀ ਨਹੀਂ ਹੈਗੀ ਹੈ ਨਾ ਜੀ। ਬਾਕੀ ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਇਹ ਨਾ ਇੱਕ ਬੰਦੇ ਕਿਸੇ ਇੱਕ ਨੂੰ ਅਸੀਂ ਉਹ ਬਲੇਮ ਨਹੀਂ ਕਰ ਸਕਦੇ ਚੀਜ਼ ਲਈ, ਇਕੱਲੀ ਯੂਨੀਵਰਸਿਟੀ ਦੀ ਗਲਤੀ ਨਹੀਂ ਹੈਗੀ, ਇਕੱਲੇ ਸਟੂਡੈਂਟ ਦੀ ਵੀ ਗਲਤੀ ਨਹੀਂ, ਇਕੱਲੇ ਇਮੀਗ੍ਰੇਸ਼ਨ ਏਜੰਟ ਦੀ ਵੀ ਗਲਤੀ ਨਹੀਂ, ਮੇਰੇ ਹਿਸਾਬ ਨਾਲ ਮਿਲ ਕੇ ਸਾਰਿਆਂ ਦੀ ਗਲਤੀ ਆ, ਠੀਕ ਆ, ਕਿਉਂਕਿ ਥੋੜੀ ਇੰਪਰੂਵਮੈਂਟ ਕਰਨ ਦੀ ਕਹਿ ਵੀ ਸਕਦੇ ਸਾਰਿਆਂ ਦੀ ਮਿਲ ਕੇ ਗਲਤੀ ਵੀ ਹੈ, ਅਤੇ ਦੂਸਰੀ ਗੱਲ ਕਹਿ ਵੀ ਸਕਦੇ ਵੀ ਉਹ ਸਿਸਟਮ ਹੀ ਇੱਦਾਂ ਬਣ ਗਿਆ। ਇੱਕ ਕਹਿ ਲਓ ਹੁਣ ਜਿਵੇਂ ਪੰਜਾਬ 'ਚ ਲੋਕਾਂ ਨੇ ਬਾਹਰੋਂ ਆਉਣਾ ਹੀ ਆ, ਹੁਣ ਤੁਸੀਂ ਕਹਿ ਲਓ ਵੀ ਨਹੀਂ ਆਉਣਾ ਜਾਂ ਮੈਨੂੰ ਕਹਿ ਦਿਓ, ਹੁਣ ਮੇਰਾ ਤਾਂ ਕੰਮ ਆ ਚਲੋ ਹੈ ਨਾ, ਪਰ ਮੈਂ ਤਾਂ ਸਾਫ਼ ਕਹਿੰਦੀ ਹਾਂ ਵੀ ਮੈਂ ਸਿਰਫ ਕੇਸ ਲੈਣ ਲਈ ਨਹੀਂ ਲੈਂਦੀ ਹੈ ਨਾ, ਕਿ ਬਿਕੋਜ਼ ਵੀ ਹੈਵ ਟੂ ਸੀ ਕਿ ਉਹਦੇ 'ਚ ਸਕਸੈਸ ਹੈ ਕਿ ਨਹੀਂ ਹੈ। ਹੁਣ ਸਟੂਡੈਂਟ ਵੀਜ਼ਾ ਵੀ ਲਾਉਣਾ ਖਾਸ ਕਰਕੇ ਇੰਡੀਆ ਤੋਂ ਇਟਸ ਨਾਟ ਮਤਲਬ ਛੋਟਾ ਕੰਮ ਨਹੀਂ ਹੈ ਨਾ। ਸੋ ਕਿਉਂਕਿ ਤੁਹਾਡੇ ਲਈ ਘੱਟੋ ਘੱਟ ਆਈ ਥਿੰਕ 6 to 12 months ਕਈ ਵਾਰੀ ਪ੍ਰੋਸੈਸ ਲੱਗ ਜਾਂਦਾ ਪ੍ਰੋਸੀਜਰ, ਕਿਉਂਕਿ ਯੂਨੀਵਰਸਿਟੀ ਨੂੰ ਭੇਜੋ, ਯੂਨੀਵਰਸਿਟੀਆਂ ਨਹੀਂ 2-2 ਮਹੀਨੇ ਜਵਾਬ ਦਿੰਦੀਆਂ, ਫਿਰ ਤੁਹਾਨੂੰ ਹੈ ਨਾ ਉਹਨਾਂ ਨੇ ਸਕਰੀਨ ਆਊਟ ਕਰਨਾ, ਫਾਈਨੈਂਸ਼ੀਅਲਸ ਚੈੱਕ ਕਰਨੇ, ਸਭ ਕੁਝ ਕਰਨਾ, ਫਿਰ ਜਾ ਕੇ ਕਿਤੇ ਮਤਲਬ ਉਹਨਾਂ ਕੋਲ ਮਤਲਬ ਸਟਾਫ ਨਹੀਂ ਹੈਗਾ ਇੰਨਾ ਹੈ ਨਾ। ਨਹੀਂ ਸਟਾਫ ਵੀ ਇੰਨਾ ਟਾਈਮ ਲੱਗ ਰਿਹਾ, ਸਟਾਫ ਹੈਗਾ ਕਹਿ ਲਓ, ਪਰ ਉਹੀ ਗੱਲ ਡਾਕੂਮੈਂਟਸ ਚੈੱਕ ਕਰਨੇ ਮੋਸਟਲੀ ਯੂਨੀਵਰਸਿਟੀਆਂ ਨੇ ਆਫਸ਼ੋਰ ਆਪਣੇ ਸਟਾਫ ਰੱਖੇ ਹੋਏ ਆ, ਉੱਥੇ ਬਣਾਏ ਹੋਏ ਆ, ਕਿਉਂਕਿ ਉਹਨਾਂ ਨੂੰ ਗੇਨ ਇੱਥੇ ਡਾਲਰਸ 'ਚ ਪੇ ਕਰਕੇ ਹੈ ਨਾ, ਅਤੇ ਉੱਥੇ ਚੈੱਕ ਕਰਨਾ, ਉੱਥੇ ਹੁਣ ਜਿਹੜੇ ਹੈਗੇ ਉਹਨਾਂ ਨੂੰ ਪਤਾ ਹੁੰਦਾ ਚੈੱਕ ਕਰਨਾ, ਤਾਂ ਇਹ ਆ। ਪਰ ਤੁਸੀਂ ਦੇਖੋ ਵੀ ਅਕੈਡਮਿਕਸ ਚੈੱਕ ਹੋਣੇ, ਫਾਈਨੈਂਸ਼ੀਅਲਸ ਚੈੱਕ ਹੋਣੇ, ਫਿਰ ਇੰਡੀਆ ਤੋਂ ਤੁਸੀਂ ਆਪ ਹੀ ਦੱਸੋ ਰਿਪਲਾਈਆਂ ਕਿੱਥੇ ਆਉਂਦੀਆਂ ਛੇਤੀ, ਕਿਸੇ ਨੂੰ ਕੰਟੈਕਟ ਕਰਨਾ, ਸੋ ਉਹ ਦੇ ਮੇਕ ਸ਼ੋਰ ਕਿ ਉਹ ਸਾਰਾ ਕੁਛ ਚੈੱਕ ਕਰਕੇ ਫਿਰ ਮਤਲਬ ਵੀ ਦੇਣ। ਫਿਰ ਕਈ ਵਾਰੀ ਡਾਲਰਾਂ ਦੇ ਰੇਟ ਘੱਟ ਵੱਧ ਜਾਂਦੇ, ਅਤੇ ਯੂਨੀਵਰਸਿਟੀਜ਼ ਆ ਵੈਰੀ ਸਟ੍ਰਿਕਟ ਕਿ ਜੋ ਕਹਿੰਦੀਆਂ ਵੀ ਹੁਣ ਤੁਹਾਡੇ ਡਾਲਰ ਦੇ ਹਿਸਾਬ ਨਾਲ ਪੈਸੇ ਘੱਟ ਗਏ, $2000 ਘੱਟਦਾ
ਤਾਂ ਉਹ ਕਰੋ, ਉੱਥੋਂ ਹੁਣ ਉਹ ਵਿਚਾਰੇ ਫੇਰ ਪੂਰਾ ਕਰਦੇ, ਫਿਰ ਇਹ ਕਿੱਥੋਂ ਆਏ ਆ, ਹੈ ਨਾ। ਸੋ ਨਿੱਕੀਆਂ ਨਿੱਕੀਆਂ ਚੀਜ਼ਾਂ 'ਚ ਮਤਲਬ ਹੋ ਜਾਂਦਾ। ਜੇ ਤੁਸੀਂ ਜੋਬ ਕਰਦੇ ਆ, ਤੁਸੀਂ ਜੋਬ ਲੈਟਰ ਦਿੱਤੀ ਹੈ, ਤਾਂ ਵੀ ਤੁਹਾਡੇ ਇੰਪਲੋਇਰ ਨੂੰ ਵੈਰੀਫਾਈ ਕਰਨਾ, ਉਹ ਹਰ ਚੀਜ਼ ਵੈਰੀਫਾਈ ਕਰਦੇ ਕਰਦੇ ਕਿੰਨਾ ਟਾਈਮ ਲੱਗ ਜਾਂਦਾ। ਹਾਂਜੀ ਹਾਂਜੀ ਜੀ, ਹਾਂਜੀ ਸਹੀ ਗੱਲ। ਮੈਂ ਇੱਕ ਕੁਐਸਚਨ ਇਹ ਵੀ ਪੁੱਛਣਾ ਸੀ ਕਿ ਹੁਣ ਫਿਰ ਜਿਹੜੇ ਪੰਜਾਬ 'ਚ ਜਿਹਦੇ ਆਪਣੇ ਮਾਈਗ੍ਰੇਸ਼ਨ ਏਜੰਟ ਬੈਠੇ ਆ, ਉਹਨਾਂ ਦਾ ਫਿਰ ਕੰਮ ਕੀ ਹੋਊਗਾ ਜਿੰਨਾ ਚਿਰ ਤੱਕ ਇਹ ਬੈਨ ਚੱਲ ਰਿਹਾ? ਪਹਿਲਾਂ ਤਾਂ ਮਾਈਗ੍ਰੇਸ਼ਨ ਏਜੰਟ ਮਤਲਬ ਸਾਰੇ ਆਸਟ੍ਰੇਲੀਆ ਦੇ ਜਿਹੜੀਆਂ ਯੂਨੀਵਰਸਿਟੀਆਂ, ਮਤਲਬ ਚਲੋ ਯੂਨੀਵਰਸਿਟੀਆਂ ਦਾ ਹੋਰ ਵੀ ਗੱਲ ਹੈ, ਮੈਨੂੰ ਲੱਗਦਾ ਨਹੀਂ ਹੈ ਕਿ ਸਾਰੀਆਂ ਯੂਨੀਵਰਸਿਟੀਜ਼ ਨਹੀਂ ਹੋਣੀਆਂ, ਵਿੱਚ ਕੁਝ ਯੂਨੀਵਰਸਿਟੀਜ਼ ਲੈ ਵੀ ਰਹੀਆਂ। ਹਾਂਜੀ ਹਾਂਜੀ, ਤਾਂ ਦੇਖੋ ਫਿਕਰ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਕੁਝ ਕੀਤਾ ਨਹੀਂ ਹੈ ਜਾਂ ਜਿਨ੍ਹਾਂ ਦੇ ਫਰੋਜੂਲੈਂਟ ਡਾਕੂਮੈਂਟਸ ਬਣਦੇ ਆ, ਹੈ ਨਾ। ਜੇ ਜੈਨੂਅਨ ਸਟੂਡੈਂਟਸ ਨੂੰ, ਕਿਉਂਕਿ ਮੈਂ ਨੌਨ ਜੈਨੂਅਨ ਲਈ ਨਹੀਂ ਬੋਲੂੰਗੀ, ਮੈਂ ਜੈਨੂਅਨ ਲਈ ਜ਼ਰੂਰ ਬੋਲੂੰਗੀ, ਹੈ ਨਾ, ਕਿ ਜੈਨੂਅਨ ਨੂੰ ਕੋਈ ਫਰਕ ਨਹੀਂ ਪਊਗਾ। ਜੇ ਮਤਲਬ ਤੁਸੀਂ ਤੁਹਾਡੀ ਸਟੱਡੀ ਹੈਗੀ ਆ, ਤੁਹਾਡਾ ਗੈਪ ਨਹੀਂ ਹੈ, ਚੰਗੇ ਮਾਰਕਸ ਆ, ਹੈ ਨਾ, ਅਕੈਡਮਿਕਸ ਇੰਗਲਿਸ਼ ਅੱਛੀ ਆ, ਤਾਂ ਤੁਹਾਨੂੰ ਦੇਰ ਆਰ ਸਟਿਲ ਯੂਨੀਵਰਸਿਟੀਜ਼ ਅਸੈਪਟਿੰਗ, ਸਟਿਲ ਸਾਰੀਆਂ ਤਾਂ ਯੂਨੀਵਰਸਿਟੀਜ਼ ਨੇ ਬੈਨ ਨਹੀਂ ਕੀਤਾ, ਫਿਰ ਸਟਿਲ ਸਕਰੀਨ ਆਊਟ ਕਰ ਸਕਦੇ ਆ, ਦੇਖ ਸਕਦੇ ਆ। ਦੂਸਰੀ ਗੱਲ, ਤੁਹਾਨੂੰ ਪਤਾ ਜਿਹੜੇ ਉੱਥੇ ਏਜੰਟਸ ਬੈਠੇ ਆ ਉਹ ਇਕੱਲਾ ਆਸਟ੍ਰੇਲੀਆ ਦਾ ਕੰਮ ਨਹੀਂ ਕਰਦੇਗੇ, ਹੈ ਨਾ। ਸੋ ਉਹਨਾਂ ਨੂੰ ਤਾਂ ਠੀਕ ਆ, ਉਹਨਾਂ ਦਾ ਵੈਸੇ ਵੀ ਇੱਦਾਂ ਹੀ ਚੱਲਦਾ ਰਹਿੰਦਾ। ਜੇ ਇੱਧਰ ਆਸਟ੍ਰੇਲੀਆ ਵੱਲ ਥੋੜ੍ਹਾ ਇੱਧਰ ਬਣਿਆ ਵੀ ਆ ਤਾਂ ਉਹ ਇੱਥੇ ਸਟੂਡੈਂਟ ਭੇਜੀ ਜਾਣਗੇ। ਆਸਟ੍ਰੇਲੀਆ ਨੇ ਬੰਦ ਕਰਤਾ, ਉਹ ਤਾਂ ਆਪ ਹੀ ਕਹਿੰਦੇ ਹੁਣ ਆਸਟ੍ਰੇਲੀਆ ਬੰਦ ਆ ਜੀ, ਕੈਨੇਡਾ ਚੱਲੋ, ਹੈ ਨਾ, ਕੈਨੇਡਾ ਭੇਜਣ ਲੱਗ ਜਾਣਗੇ, ਆਪਣਾ ਚੇਂਜ ਕਰ ਦੇਣਾ, ਕੈਨੇਡਾ ਹੋ ਗਿਆ, ਨਿਊਜ਼ੀਲੈਂਡ ਚੱਲੋ, ਹੈ ਨਾ। ਹੁਣ ਕੈਨੇਡਾ ਨੇ ਵੀ, ਹੁਣ ਤੁਸੀਂ ਦੇਖਿਆ ਹੋਣਾ, ਕੈਨੇਡਾ ਵੀ ਆਈ ਥਿੰਕ ਨਿਊਜ਼ 'ਚ ਚੱਲ ਹੀ ਰਿਹਾ ਸੀ ਕਿ ਕਿੰਨੇ ਸਟੂਡੈਂਟਸ, ਆਈ ਥਿੰਕ 700 ਸਟੂਡੈਂਟਸ ਡਿਪੋਰਟ ਕਰ ਰਹੇ ਆ ਬਿਕਾਜ਼ ਆਫ ਆਈ ਥਿੰਕ ਸੇਮ ਰੀਜ਼ਨਸ ਕਰਕੇ। ਹਾਂਜੀ 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 ਹਾਂਜੀ। ਸੋ ਉੱਥੋਂ ਵਾਲੇ ਏਜੰਟਸ ਨੂੰ ਸ਼ਾਇਦ ਇੰਨੀ ਪ੍ਰੋਬਲਮ ਨਾ ਹੁੰਦੀ ਹੋਵੇ, ਕਿਉਂਕਿ ਉਹਨਾਂ ਨੇ ਤਾਂ ਇਹੀ ਕਹਿਣਾ ਵੀ ਤੁਸੀਂ ਇਹ ਨਹੀਂ ਹੈਗਾ ਜੀ ਇੱਧਰ ਚਲੇ ਜਾਓ, ਹੈ ਨਾ। ਹਾਂਜੀ 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 ਹਾਂਜੀ। ਬਾਕੀ ਇਹ ਵੀ ਆ ਕਿ ਕਈ ਵਾਰੀ ਨਾ ਉਹ ਜ਼ਿਆਦਾ ਹੀ ਸਿਰਫ ਇਕੱਲਾ ਬਿਜ਼ਨਸ ਪਰਸਪੈਕਟਿਵ ਵੱਲੋਂ ਦੇਖਦੇ ਨੇ, ਸਟੂਡੈਂਟ ਦਾ ਫਿਊਚਰ ਦੀ ਉਹਨਾਂ ਮਤਲਬ ਮੈਨੂੰ ਲੱਗਦਾ ਪਰਵਾਹ ਨਹੀਂ ਕਰਦੇ ਕਈ ਵਾਰੀ। ਬਾਕੀ ਇੰਡੀਆ ਤੁਸੀਂ ਦੇਖੋ ਵੀ, ਕਿਉਂਕਿ ਇੰਡੀਆ ਪ੍ਰੋਬਲਮ ਕੀ ਹੈ ਕਿ ਲੋਕੀ ਨੇ ਐਜੂਕੇਟਡ ਵੀ ਨਹੀਂ ਹੈਗੇ, ਮਤਲਬ ਉਹਨਾਂ ਨੂੰ ਇਸ ਚੀਜ਼ ਦੀ, ਵੈਸੇ ਪੜ੍ਹੇ ਲਿਖੇ ਆ, ਚਲੋ ਐਜੂਕੇਟਡ, ਆਈ ਮੀਨ ਐਜੂਕੇਟਡ, ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ। ਤੇ ਇੰਡੀਆ ਕਹਿ ਲਓ ਗਵਰਨਮੈਂਟ ਰੈਗੂਲੇਸ਼ਨਸ ਨਹੀਂ ਇੰਨੀਆਂ ਹੈਗੀਆਂ ਕਿ ਏਜੰਟਸ ਨੂੰ ਰੈਗੂਲੇਟ ਕਰੇ, ਕਿ ਦੇਖੇ ਤਾਂ ਉੱਥੇ ਜਿੱਦਾਂ ਚੱਲਦਾ, ਜਿਹਦੀ ਜਿੱਦਾਂ ਚੱਲੀ ਜਾਂਦਾ ਲਾਈ ਜਾਂਦੇ ਆ, ਹੈ ਨਾ। ਤੇ ਦੂਸਰੀ ਗੱਲ ਉਹੀ ਹੋ ਜਾਂਦੀ ਹੈ ਵੀ ਸਟੂਡੈਂਟ ਅਗਲਾ ਜਾਂਦਾ ਬਾਹਰ ਜਾਣਾ ਜੀ, ਕਈ ਤਾਂ ਹੁਣ ਇੱਦਾਂ ਹੁੰਦੇ ਵੀ ਆ ਜਾਓ, ਪਾਸਪੋਰਟ ਰੱਖ ਦਿਓ, ਓਰੀਜਨਲ ਡਾਕੂਮੈਂਟਸ ਰੱਖ ਦਿਓ, ਜਦੋਂ ਰੱਖਤੇ ਤੇ ਬੰਦਾ ਫਸ ਗਿਆ, ਹੈ ਨਾ। ਤੇ ਮਤਲਬ ਕਰਕੇ ਫਿਰ ਨਹੀਂ ਹੈ, ਚਲੋ ਉਹਨਾਂ ਨੂੰ ਕਿਤੇ ਨਾ ਕਿਤੇ ਤੁਹਾਡਾ ਇੱਧਰ ਬਣਾ ਦਿਓ ਜਾਂ ਇੱਧਰ ਬਣਾ ਦਿਓ, ਭੇਜਿਆ ਜਾਣਾ। ਤੁਹਾਨੂੰ ਲੱਗਦਾ ਕਿ ਜਿੱਦਾਂ ਸਟੇਟਸ ਸਿਲੈਕਟਿਵ ਸਟੇਟ ਬੈਨ ਹੋਈਆਂ, ਇਹਦੇ ਕਰਕੇ ਇੱਦਾਂ ਦੇ ਫੇਕ ਕੇਸਿਸ ਵੀ ਆਉਣਗੇ ਕਿ ਇੱਦਾਂ ਸਾਰੇ ਇਸ ਬੰਦੇ ਦਾ ਐਡਰੈਸ ਹੀ ਕਿਸੇ ਹੋਰ ਸਟੇਟ ਦਾ ਬਣਾ ਦਿਓ, ਸਾਰੇ ਡਾਕੂਮੈਂਟਸ ਹੀ ਕਿਸੇ ਹੋਰ ਸਟੇਟ 'ਤੇ ਬਣਾ ਦਿਓ? ਇਹ ਵੀ ਹੋ ਸਕਦਾ। ਇਹ ਆਲਰੇਡੀ ਤੁਸੀਂ ਕਹਿ ਲਓ ਵੀ ਮੈਨੂੰ 2-3 ਵਾਰੀ ਕੁਐਸਚਨਸ ਆ ਚੁੱਕਿਆ, ਪੁੱਛ ਚੁੱਕੇ ਕਲਾਇੰਟਸ ਵੀ, ਜੇ ਆਪਾਂ ਇੱਦਾਂ ਐਡਰੈਸ ਪਾ ਦਈਏ ਕਰਦੀ ਹੈ ਨਾ। ਐਂਡ ਮੈਂ ਕਿਹਾ ਵੀ ਤੁਹਾਡੀ ਮਰਜ਼ੀ ਹੈ, ਪਾ ਦਿਓ, ਪਰ ਕਿੱਥੇ ਦਿਖਾ ਦੋਗੇ ਤੁਸੀਂ ਐਡਰੈਸ, ਕਿੱਥੇ ਪਾ ਦੋਗੇ, ਯੂਨੀਵਰਸਿਟੀ ਨੂੰ ਦੇ ਦੋਗੇ, ਪਰ ਤੁਹਾਨੂੰ ਕੀ ਲੱਗਦਾ ਨਹੀਂ ਪਤਾ ਲੱਗੂਗਾ, ਹੈ ਨਾ, ਕਿ ਵੀ ਕਿੱਥੇ ਆ, ਕਿਉਂਕਿ ਤੁਹਾਡੇ ਡਾਕੂਮੈਂਟਸ 'ਤੇ ਆ। ਫਿਰ ਜਿੱਦਾਂ ਤੁਸੀਂ ਉਹ ਬੈਂਕ ਸਟੇਟਮੈਂਟਸ ਵਾਲੀ ਗੱਲ ਕੀਤੀ ਸੀਗੀ, ਹੁਣ ਬੈਂਕ ਸਟੇਟਮੈਂਟ 'ਚ ਕਹਿੰਦਾ ਕਿ ਵੀ ਮੇਰੇ ਕੋਲ ਨਹੀਂ ਹੈਗੇ ਫੰਡਸ, ਪਰ ਮਨਪ੍ਰੀਤ ਨਾਮ ਦਾ ਕੋਈ ਹੋਰ ਹੈਗਾ ਨਾ, ਤੁਸੀਂ ਮੈਂ ਆਪਣੇ ਬ੍ਰਦਰ ਦੇ ਦਿਖਾਉਣੇ ਆ, ਮਨਪ੍ਰੀਤ ਬਥੇਰੇ ਮਨਪ੍ਰੀਤ ਆ, ਉਹ ਹੁਣ ਬੈਂਕ ਸਟੇਟਮੈਂਟ ਤਾਂ ਦੇ ਦੋਗੇ, ਪਰ ਅਗੇਨ ਯੂਨੀਵਰਸਿਟੀ ਜਾਂ ਡਿਪਾਰਟਮੈਂਟ ਵੀ ਇਮੀਗ੍ਰੇਸ਼ਨ ਜਾ ਕੇ ਕਾਲ ਕਰਦੇ ਆ, ਹੈ ਨਾ। ਐਂਡ ਇੱਥੇ ਤਾਂ ਤੁਸੀਂ ਦੇਖੋ ਆਸਟ੍ਰੇਲੀਆ 'ਚ ਬੈਂਕਸ ਨਹੀਂ ਤੁਹਾਡੀ ਇਨਫੋਰਮੇਸ਼ਨ ਦਿੰਦੀਆਂ, ਪਰ ਇੰਡੀਆ ਇਹ ਚੱਕਰ ਨਹੀਂ ਹੈਗਾ। ਇੰਡੀਆ ਤਾਂ ਜੇ ਉਹਨਾਂ ਨੇ ਵੈਰੀਫਾਈ ਕਰਨਾ, ਉਹਨਾਂ ਕੋਲ ਆਪਣੇ ਇੰਟਰਨਲ ਚੈੱਕਸ ਹੁੰਦੇ ਆ, ਉਹਨਾਂ ਨੇ ਆਪਣਾ ਵੈਰੀਫਿਕੇਸ਼ਨ ਕਰਨੀ ਹੈ, ਅਤੇ ਉਹਨਾਂ ਨੇ ਕਾਲ ਕਰਨੀ ਹੈ ਜਦੋਂ ਬੰਦੇ ਨੇ ਕਹਿਣਾ। ਹੁਣ ਉਹਦੇ 'ਚ ਨਾਮ ਤਾਂ ਸੇਮ ਆ, ਐਡਰੈਸ, ਫਿਰ ਅਗਲੇ ਦਾ ਡੇਟ ਆਫ ਬਰਥ, ਫਿਰ ਉਹ ਪਿੱਛੇ ਬੈਕ ਐਂਡ 'ਤੇ ਤਾਂ ਕੋਈ ਕਲਾਇੰਟ ਐਪਲੀਕੈਂਟ ਹੋਰ, ਹਾਂਜੀ, ਉਹ ਫਿਰ ਪਿੱਛੇ ਤਾਂ ਕੁਛ ਨਾ ਕੁਛ ਹੈਗਾ। ਜਿੱਦਾਂ ਕਈ ਵਾਰੀ ਇਨਕੁਆਇਰੀ ਕਰਦੇ, ਕਦੇ ਕਈ ਸਟੂਡੈਂਟ ਹੁੰਦੇ ਆ ਦਿੱਤੇ ਵੀ ਆ ਜਾਂਦੇ ਇਸ ਚੀਜ਼ 'ਚ, ਹੈ ਨਾ, ਕਿ ਕਈ ਵਾਰੀ ਮੈਨੂੰ ਵੀ ਇਹ ਚੀਜ਼ ਸ਼ੌਕ ਲੱਗਦੀ ਹੁੰਦੀ ਵੀ ਜਦੋਂ ਵਿੱਚ ਕਈ ਵਾਰੀ ਹੋਇਆ ਇਹ ਕਿ ਸਟੂਡੈਂਟਸ ਦੇ ਜਦੋਂ ਆ ਜਾਂਦੀ ਡਿਪਾਰਟਮੈਂਟ ਵੱਲੋਂ ਆ ਜਾਂਦੀ ਈਮੇਲ ਕਿ ਤੁਸੀਂ ਜੇ ਕਿਸੇ ਨੇ ਕੀਤੇ ਹੁੰਦੇ ਆ ਵਨ ਸਵਾਲ, ਕੋਈ ਇੱਦਾਂ ਦਾ ਕੇਸ ਆ ਜਾਂਦਾ ਵੀ ਜਦ ਫੰਡਸ ਇੱਦਾਂ ਦੇ, ਮੈਂ ਸਟੂਡੈਂਟ ਨੇ ਪੁੱਛਿਆ ਤੇ ਵੀ ਤੁਸੀਂ ਇਹ ਫੰਡ ਮਤਲਬ ਹੈ ਨਾ ਤੁਹਾਡੇ, ਨਹੀਂ ਕਹਿੰਦੇ ਸਾਡੇ ਹੀ ਆ, ਸਾਡੇ। ਮੈਂ ਕਿਹਾ ਵੀ ਫਿਰ ਸ਼ੋਰ ਆ, ਫਿਰ ਮੰਨ ਜਾਂਦੇ ਵੀ ਹਾਂ ਅਸੀਂ ਕਰਾਏ ਆ, ਹੈ ਨਾ। ਤਾਂ ਫਿਰ ਆਫਕੋਰਸ ਜੇ ਤੁਸੀਂ ਕੀ ਕਹਿੰਦੇ ਹੁੰਦੇ ਆ, ਮੈਂ ਪਹਿਲਾਂ ਬੜੇ ਸਟੂਡੈਂਟ ਨੂੰ ਪਹਿਲਾਂ ਹੀ ਕਹਿ ਦਿੰਦੇ ਵੀ ਤੁਸੀਂ ਭਾਈ ਆਪਣੇ ਦੋ ਨਾ ਦੋ, ਵੱਖਰੀ ਗੱਲ ਆ, ਹੈ ਨਾ, ਕਿ ਪਰ ਤੁਸੀਂ ਜੈਨੂਅਨ ਫੰਡਸ ਆ ਤਾਂ ਦੋ, ਨਹੀਂ ਨੋਨ ਜੈਨੂਅਨ ਆ ਤਾਂ ਫਿਰ ਨਾ ਦਿਓ। ਹੁਣ ਤਾਂ ਕਿਉਂਕਿ ਅਸੈਸਮੈਂਟ ਲੈਵਲ ਕਰਕੇ ਆਪਣੇ ਕੋਲ ਆਪਸ਼ਨਸ ਬਣੀਆਂ ਹੋਈਆਂ ਕਿ ਲੈਵਲ 1 'ਚ ਕਾਲਜ 'ਚ ਐਡਮਿਸ਼ਨ ਲੈ ਲਓ, ਯੂਨੀਵਰਸਿਟੀ ਚਲੇ ਜਾਓ, ਹੈ ਨਾ। ਅਤੇ ਹਾਂ, ਕਿਉਂਕਿ ਫੰਡਸ ਨਾ ਦੋਗੇ ਤਾਂ ਰਿਫਿਊਜ਼ ਹੋਊਗਾ, ਇਟਸ ਓਕੇ, ਕਿ ਕੋਈ ਗੱਲ ਨਹੀਂ, ਤੁਸੀਂ ਫਿਰ ਗਾਂਹ ਜਾ ਕੇ ਰਿਵਿਊ ਪਾ ਕੇ ਤੁਸੀਂ ਜਿੱਤ ਲਓਗੇ, ਹੈ ਨਾ। ਬਟ ਜੇ ਨੋਨ ਜੈਨੂਅਨ ਅਤੇ ਫਰੋਜੂਲੈਂਟ 'ਤੇ ਰਿਫਿਊਜ਼ ਹੁੰਦਾ ਤਾਂ ਤੁਹਾਡਾ ਰਿਫਿਊਜ਼ ਵੀ ਹੁੰਦਾ, ਪਲੱਸ ਤੁਹਾਡਾ ਪਿਕ 40-20 ਲੱਗਦੀ ਹੈ। ਜਿੱਦਾਂ ਮੈਂ ਕਹਿੰਦੀ ਨਹੀਂ ਕਿ ਜਿਵੇਂ ਉੱਥੇ ਆਪਣੇ 420 ਕੇਸ ਕਹਿੰਦੇ ਆ, ਇੱਥੇ 40-20, ਹੈ ਨਾ, ਤਾਂ ਤੁਹਾਡਾ 3 ਸਾਲ ਦਾ ਫਿਰ ਐਕਸਕਲੂਜਨ ਵੀ ਲੱਗ ਜਾਂਦਾ ਕਿ ਬੋਗਸ ਡਾਕੂਮੈਂਟ ਦਿੱਤੇ ਆ ਤੁਸੀਂ, ਤਾਂ ਮਤਲਬ ਫਿਊਚਰ ਖਰਾਬ ਹੋ ਜਾਂਦਾ ਬੇਸਿਕਲੀ। ਇਸ ਕਰਕੇ ਫਰੋਜੂਲੈਂਟ ਡਾਕੂਮੈਂਟ ਤਾਂ ਨਹੀਂ ਦੇਣੇ ਚਾਹੀਦੇ, ਪਰ ਉੱਥੋਂ ਦੇਖੋ ਇਹਨਾਂ ਨੇ ਵੈਰੀਫਾਈ ਕਰ ਲੈਣਾ ਜੇ ਕੋਈ ਕੇਸ ਨਿਕਲਦਾ, ਕਿਉਂਕਿ ਉਹ ਸਟੂਡੈਂਟਸ ਨੂੰ ਵੀ ਨਹੀਂ ਪਤਾ ਹੁੰਦਾ, ਉਹ ਉੱਥੇ ਕਹਿੰਦੇ ਆ ਪੈਸੇ ਦੇ ਕੇ ਕਰਵਾ ਲਿਆ ਜਾਂ ਕਿਸੇ ਨੂੰ ਕਹਿ ਕੇ, ਉਹ ਕਹਿਣਗੇ ਤੁਹਾਡੇ ਨਾਮ 'ਤੇ ਆ, ਉਹ ਤੁਸੀਂ ਵੀ ਹੁਣ ਦੇਖੋ
ਪੁਰਾਣੀਆਂ ਐਫਡੀਆਂ ਜਾਂ ਬੈਂਕ 'ਚ ਇੱਦਾਂ ਕਿਵੇਂ ਬਣ ਜਾਣਗੇ ਹੈ ਨਾ। ਹਾਂਜੀ ਹੁਣ ਇੰਡੀਆ ਵੀ ਆਨਲਾਈਨ ਸਿਸਟਮ ਹੋ ਗਏ ਕਾਫੀ ਹੱਦ ਤੱਕ, ਕਿਵੇਂ ਬਣ ਜਾਣਗੇ। ਫਿਰ ਉਹੀ ਹੁੰਦਾ ਕਿ ਪਿੱਛੇ ਨਾ ਹੁਣ ਤੁਹਾਨੂੰ ਤਾਂ ਲੱਗਦਾ ਵੀ ਸਾਡੇ ਨਾਮ ਤੇ ਆ, ਤੇ ਪਰ ਪਿੱਛੇ ਬੈਕਐਂਡ ਤੇ ਤਾਂ ਕੋਈ ਹੋਰ ਕਲਾਇੰਟ ਹੈਗਾ ਹੈ ਨਾ। ਬਿਲਕੁਲ। ਸੋ ਆਪਣਾ ਜਿਹੜਾ ਇਹ ਕੁਐਸਚਨ ਸੀਗਾ ਪੰਜਾਬ ਤੇ ਹਰਿਆਣਾ ਦੇ ਬਾਰੇ, ਜਾਣੀ ਦੀ ਇਹਨੂੰ ਜੇ ਆਪਾਂ ਕਨਕਲੂਡ ਕਰੀਏ, ਬੇਸਿਕਲੀ ਜੈਨੂਇਨ ਸਟੂਡੈਂਟਸ ਲਈ ਹਲੇ ਵੀ ਹੋਪ ਹੈਗੀ ਆ, ਤੇ ਆਲਵੇਜ਼ ਹੋਊਗੀ ਹੈਗੀ। ਹਾਂਜੀ ਕਿ ਮਤਲਬ ਆਪਣੀ ਪ੍ਰੋਫਾਈਲ ਤੇ ਉਹ ਕਰਨ। ਹਾਂ ਇਹ ਵੀ ਗੈਪ ਵਾਲਾ ਚੱਕਰ ਵੀ ਹੈ, ਗੈਪ ਦੇ ਚੱਕਰ 'ਚ ਆਈ ਥਿੰਕ ਕਾਫੀ ਇਹ ਚੀਜ਼ਾਂ ਹੋ ਜਾਂਦੀਆਂ ਕਿ ਲੋਕੀ ਮਜਬੂਰ ਹੋ ਜਾਂਦੇ ਇਸ ਚੀਜ਼ ਨੂੰ ਕਰਨ ਵਾਸਤੇ ਵੀ ਕਵਰ ਕਰ ਲਓ ਜਾਂ ਕੁਛ ਕਰ ਲਓ। ਆਈ ਥਿੰਕ ਯੂਨੀਵਰਸਿਟੀਜ਼ ਨੂੰ ਥੋੜ੍ਹਾ ਇਸ ਚੀਜ਼ ਨੂੰ ਥੋੜ੍ਹਾ ਜਿਹਾ ਲੀਨੀਅਰਲੀ ਲੈ ਕੇ ਚੱਲਣਾ ਚਾਹੀਦਾ, ਫਲੈਕਸੀਬਿਲੀ ਕਹਿ ਲਓ ਵੀ ਕਿ ਜੇ ਥੋੜ੍ਹਾ ਬਹੁਤਾ ਗੈਪ ਆ ਬਟ ਸਟੂਡੈਂਟ ਦਾ ਕਿਸ ਚੀਜ਼ ਕਰਕੇ ਗੈਪ ਆ ਜਾਂ ਕਿਉਂ ਹੈ ਨਾ, ਕਿ ਵੀ ਆਪਣਾ ਸਟੂਡੈਂਟ ਦੇ ਕੀ ਜੇ ਵਧੀਆ ਸਟੂਡੈਂਟ ਆ, ਬ੍ਰਾਈਟ ਫਿਊਚਰ ਆ ਅੱਗੇ ਉਹਦਾ, ਮਤਲਬ ਵਧੀਆ ਬ੍ਰਾਈਟ ਸਟੂਡੈਂਟ ਤਾਂ ਦੇ ਸ਼ੁਡਨਟ ਬੀ। ਬਿਲਕੁਲ ਇਹੀ ਗੱਲ ਆ ਕਿ ਐਜ਼ ਏ ਸਟੂਡੈਂਟ ਅਗਰ ਮੈਂ ਇਹ ਸੁਣ ਰਿਹਾ ਹਾਂ ਤਾਂ ਚਾਹੇ ਕਿੱਦਾਂ ਇੱਦਾਂ, ਚਾਹੇ ਉਹਨਾਂ ਲਈ ਮੰਨ ਲਓ ਬੈਡ ਨਿਊਜ਼ ਆ ਇਹ ਜੋ ਇਹ ਹੋਇਆ, ਪਰ ਉਹਨਾਂ ਨੂੰ ਮਤਲਬ ਹੋਪ ਨਹੀਂ ਛੱਡਣੀ ਚਾਹੀਦੀ। ਉਹ ਆਪਦੀ ਮਤਲਬ ਕਰਦੇ ਰਹਿਣ, ਅੱਗੇ ਮਿਹਨਤ ਕਰਦੇ ਰਹਿਣ। ਮੇਰਾ ਇਹੀ ਮੈਸੇਜ ਆ ਸਟੂਡੈਂਟਸ ਨੂੰ, ਜੇ ਤੁਸੀਂ ਅੱਗੇ ਕਰਨਾ ਚਾਹੁੰਦੇ ਹੋ ਤਾਂ ਇਟਸ ਓਕੇ, ਡੋਂਟ ਲੂਜ਼ ਹੋਪ, ਕਿ ਤੁਸੀਂ ਆਪਣਾ ਕੁਛ ਨਾ ਕੁਛ ਕਰਦੇ ਰਹੋ, ਪੜ੍ਹਦੇ ਰਹੋ ਹੈ ਨਾ, ਕਿ ਤੁਸੀਂ ਇਹ ਨਾ ਛੱਡ ਕੇ ਬੈਠ ਜਾਓ। ਹੁਣ ਇਹ ਵੀ ਵੱਡੀ ਪ੍ਰੋਬਲਮ ਆ, ਕਿਉਂਕਿ ਜਦੋਂ +2 ਕਰ ਲਈ ਜਾਂ ਤੁਸੀਂ ਕਹਿ ਲਓ ਵੀ ਮੈਂ ਤਾਂ ਬਾਹਰ ਜਾਣਾ ਜੀ, ਮੈਂ ਤਾਂ ਕੈਨੇਡਾ ਜਾਣਾ, ਮੈਂ ਤਾਂ ਆਸਟ੍ਰੇਲੀਆ ਜਾਣਾ, ਕੋਈ ਕੁਛ ਕਰਦੇ ਹੀ ਨਹੀਂ, ਮੁੜ ਕੇ ਉੱਥੇ ਛੱਡ ਦਿੰਦੇ ਆ। ਉਹ ਬੈਠੇ ਵੇਟ ਕਰੀ ਜਾਂਦੇ ਆ, ਗੈਪ ਬਣੀ ਜਾਂਦਾ ਫਿਰ ਹੈ ਨਾ। ਸੋ ਮੁੰਡੇ ਕਹਿੰਦੇ ਕਿ ਵਿਆਹ ਕਰਾ ਕੇ ਅਸੀਂ ਤਾਂ ਚਲੇ ਜਾਣਾਗਾ, ਅਸੀਂ ਪੜ੍ਹਨੇ। ਸੋ ਸਾਰਿਆਂ ਨੂੰ ਇਹ ਹੁੰਦਾ ਕਿ ਤੁਸੀਂ ਅੱਗੇ ਪੜ੍ਹਦੇ ਰਹੋ, ਜਾਣਾ ਕੋਈ ਗੱਲ ਨਹੀਂ, ਜਦੋਂ ਆ ਗਏ ਵੀਜ਼ਾ ਆ ਗਿਆ ਠੀਕ ਹੈ ਛੱਡ ਦਿਓ, ਨਹੀਂ ਤਾਂ ਸਟੱਡੀ ਤਾਂ ਨਾ ਛੱਡੋ। ਹੋ ਸਕਦਾ ਤੁਹਾਡੇ 1.5-2 ਸਾਲ 'ਚ ਚੱਲਦੇ ਆ, ਖਾਸ ਕਰਕੇ +2 ਵਾਲੇ, ਉਦੋਂ ਤਾਂ ਤੁਹਾਡੀ ਹਾਫ ਬੈਚਲਰਸ ਹੋ ਜਾਂਦੀ ਆ ਹੈ ਨਾ, ਕਿ ਤੁਸੀਂ ਕੰਪਲੀਟ ਕਰਕੇ ਬੈਚਲਰ ਕੰਪਲੀਟ ਕਰੋ ਫਿਰ ਮਾਸਟਰ ਕਰਨਾ ਹੋ ਬਲਕਿ ਹੈ ਨਾ। ਤੇ ਇਸ ਕਰਕੇ ਇਹ ਵੀ ਜਾਂ ਹੋਰ ਯੂਨੀਵਰਸਿਟੀ ਐਕਸਪਲੋਰ ਕਰੋ, ਕੋਈ ਹੋਰ ਯੂਨੀਵਰਸਿਟੀ ਹੈਗੀ ਆ ਕਿਤੇ, ਮਤਲਬ ਸਾਰੀਆਂ ਤਾਂ ਨਹੀਂ ਹੈਗੀਆਂ। ਜੇ ਚੰਗੇ ਮਾਰਕਸ ਆ ਤਾਂ ਚੰਗੀ ਆ, ਜੇ ਤੁਹਾਡੇ ਮਾਰਕਸ ਵੀ ਨਹੀਂ ਠੀਕ ਹੈਗੇ, ਤੁਸੀਂ ਪੰਜਾਬ ਬੋਰਡ ਦੇ ਪੜ੍ਹੇ ਆ ਤਾਂ ਇੰਗਲਿਸ਼ ਵੀ ਨਹੀਂ ਠੀਕ, ਫਿਰ ਤਾਂ ਆਫਕੋਰਸ ਪੈਸੇ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਹੈ। ਹਾਂਜੀ ਬਾਕੀ ਇਹ ਮੈਨੂੰ ਲੱਗਦਾ ਆਪਾਂ ਹੋਰ ਇਹਦੇ ਸੰਬੰਧ ਨਾ ਆਪਾਂ PR ਦੇ ਪਾਥਵੇਜ਼ ਵੀ ਐਕਸਪਲੋਰ ਕਰਨੇ ਚਾਹਾਂਗੇ, ਸਪੈਸ਼ਲੀ ਇੰਡੀਆ ਵਿੱਚ ਰਹਿੰਦੇ ਹੋਏ ਤੁਸੀਂ PR ਕਿਵੇਂ ਲੈ ਸਕਦੇ ਹੋ, ਕਿਉਂਕਿ ਬਹੁਤ ਲੋਕਾਂ ਕੋਲ ਜੈਨੂਇਨ ਐਕਸਪੀਰੀਅੰਸ ਵੀ ਹੈਗਾ, ਜੈਨੂਇਨ ਕੰਮ ਕਰ ਰਹੇ ਨੇ ਉਹ, ਮੰਨ ਲਓ ਮੇਬੀ ਐਜ਼ ਇੰਜੀਨੀਅਰ ਜਾਂ ਹੋਰ ਕੋਈ ਵੀ। ਹਾਂਜੀ ਇਹ ਵੀ ਦੂਸਰੀ ਇਹ ਵੀ ਚੀਜ਼ ਆ ਕਿ ਜੇ ਬਾਈ ਚਾਂਸ ਸਟੱਡੀ ਬੇਸ 'ਤੇ ਨਹੀਂ ਬਣਦਾ, ਤੁਹਾਡੀ ਗੈਪ ਹੈਗਾ ਜਾਂ ਤੁਹਾਡੀ ਇੰਗਲਿਸ਼ ਨਹੀਂ ਆ, ਤਾਂ ਤੁਸੀਂ ਉੱਥੇ ਆਪਣੀ ਸਟੱਡੀ ਕੰਟੀਨਿਊ ਕਰਕੇ ਅੱਗੇ ਐਕਸਪੀਰੀਅੰਸ ਕਈ ਕੋਰਸਿਸ ਤਾਂ ਕਹਿ ਲਓ ਵੀ ਤੁਸੀਂ ਐਕਸਪੀਰੀਅੰਸ ਦੀ ਲੋੜ ਨਹੀਂ ਹੁੰਦੀ, ਬਟ ਕਈਆਂ 'ਚ ਐਕਸਪੀਰੀਅੰਸ ਦੀ ਲੋੜ ਹੁੰਦੀ ਆ। ਸੋ ਮੋਸਟਲੀ ਲੋੜ ਹੁੰਦੀ ਆ, ਤਾਂ ਤੁਸੀਂ ਆਪਣੀ ਫੀਲਡ 'ਚ ਕੰਮ ਕਰੋ, ਅਤੇ ਜੇ ਥੋੜ੍ਹੇ ਸਾਲਾਂ ਬਾਅਦ ਕੰਮ ਕਰਕੇ ਉਹੀ ਤੁਸੀਂ ਆਪਣਾ ਕਵਰ ਅਪ ਕਰਕੇ ਐਕਸਪੀਰੀਅੰਸ ਕਰਕੇ ਉੱਥੋਂ ਸਕਿੱਲ ਅਸੈਸਮੈਂਟ ਕਰਵਾ ਕੇ ਅਤੇ ਤੁਸੀਂ ਆਪਣੀ ਸਕਿਲਡ ਮਾਈਗ੍ਰੇਸ਼ਨ 'ਤੇ PR ਵੀ ਪਾ ਸਕਦੇ ਹੋ। ਜੇ ਤੁਹਾਡਾ ਉੱਦਾਂ ਦਾ ਕੋਈ ਆਕੂਪੇਸ਼ਨ ਆ ਤਾਂ ਤੁਹਾਨੂੰ ਇੱਥੇ ਲੀਡ 'ਚ ਜਾਂ ਇੰਪਲੋਇਰ ਮਿਲ ਜਾਂਦਾ ਹੈਗਾ, ਤਾਂ ਤੁਸੀਂ ਇੰਪਲੋਇਰ ਸਪੋਂਸਰ 'ਤੇ ਵੀ ਆ ਸਕਦੇ ਹੋ। ਸੋ ਮਤਲਬ ਈਅਰ 12 ਤੋਂ ਬਾਅਦ ਬੈਚਲਰ ਕੀਤੀ ਹੋਣੀ ਚਾਹੀਦੀ ਹੈ ਐਟਲੀਸਟ, ਜਾਂ ਕਿ ਮਾਸਟਰਸ ਜਾਂ ਐਕਸਪੀਰੀਅੰਸ ਕਿੰਨੇ ਸਾਲ ਦਾ ਚਾਹੀਦਾ ਹੈ? ਇਹ ਡਿਪੈਂਡ ਕਰਦਾ, ਦੇਖੋ ਇਹ ਡਿਪੈਂਡ ਕਰਦਾ ਹੁਣ ਕੋਰਸ ਦੇ। ਜੇ ਤਾਂ ਹੁਣ ਤੁਸੀਂ ਕੋਈ ਪ੍ਰੋਫੈਸ਼ਨਲ ਕੋਰਸ ਦੀ ਗੱਲ ਕਰਦੇ ਹਾਂ, IT ਅਕਾਊਂਟਿੰਗ ਵਗੈਰਾ ਹੈ ਨਾ, ਨਰਸਿੰਗ ਵਗੈਰਾ, ਤਾਂ ਅਫਕੋਰਸ ਆਪਾਂ ਬੈਚਲਰ ਲੈਵਲ 'ਤੇ ਜਾਵਾਂਗੇ। ਨਹੀਂ ਟ੍ਰੇਡ ਕੋਰਸਿਸ ਤਾਂ ਸਾਰੇ ਸਰਟੀਫਿਕੇਟ ਦੇ ਹੁੰਦੇ ਆ ਆਪਣੇ, ਪਰ ਉੱਥੇ ਤੁਹਾਨੂੰ ਪਤਾ ਇੰਡੀਆ 'ਚ ਟ੍ਰੇਡ ਨੂੰ ਕੋਈ ਜ਼ਿਆਦਾ ਵਧੀਆ ਮੰਨਦੇ ਨਹੀਂ ਹੈਗੇ ਹੈ ਨਾ। ਹਰ ਕੋਈ ਜਾ ਕੇ ਪ੍ਰੋਫੈਸ਼ਨਲ ਕੋਰਸ ਕਰਨਾ ਚਾਹੁੰਦਾ, ਹਰ ਕੋਈ ਬੈਚਲਰ ਮਾਸਟਰ। ਪ੍ਰੋਬਲਮ ਇਹ ਹੈ ਉੱਥੇ 2-2 3-3 ਡਿਗਰੀਆਂ ਕਰੀ ਫਿਰਦੇ ਆ ਹੈ ਨਾ, ਪਰ ਐਕਚੁਅਲ ਨੌਲੇਜ ਨਹੀਂ ਹੁੰਦੀ, ਸਕਿੱਲਸ ਨਹੀਂ ਹੁੰਦੀਆਂ। ਹੁਣ ਜਿਵੇਂ ਇੱਥੇ ਬੈਚਲਰ ਇੱਕ ਬੈਚਲਰ ਕਰ ਲਓ, ਤੁਸੀਂ ਡਿਗਰੀ ਕਰ ਲਓ, ਇਨਫ ਆ ਹੈ ਨਾ ਜੋਬ ਲੈਣ ਲਈ, ਅਤੇ ਮਾਸਟਰ ਦੀ ਵੀ ਲੋੜ ਨਹੀਂ ਹੁੰਦੀ ਤੁਹਾਨੂੰ। ਪਰ ਉੱਥੇ ਤੁਸੀਂ ਕਰੀ ਫਿਰਦੇ ਆ, ਪਰ ਤੁਹਾਨੂੰ ਐਕਚੁਅਲ ਸਕਿੱਲਸ ਨਹੀਂ ਹੁੰਦੀਆਂ। ਇਸ ਕਰਕੇ ਜਿਹੜੀ ਟ੍ਰੇਡ ਕਹਿ ਲਓ ਤੁਸੀਂ, ਕਮਰਸ਼ੀਅਲ ਕੁਕਰੀ ਹੋ ਗਈ ਜਾਂ ਕੋਈ ਕੰਸਟਰਕਸ਼ਨ ਦੇ ਕੋਰਸਿਸ ਹੋ ਗਏ ਹੈ ਨਾ, ਤਾਂ ਇਹ ਸਾਰੇ ਉੱਧਰ ਬਹੁਤ ਅੰਡਰ ਵੈਲਿਊਡ ਹੈ। ਇਸੇ ਕਰਕੇ ਇਹਨਾਂ 'ਚ ਉੱਥੋਂ ਵੀਜ਼ੇ ਨਹੀਂ ਲੱਗਦੇ ਗੇ। ਤਾਂ ਇਸ ਕਰਕੇ ਜੇ ਉੱਦਾਂ ਦੇ ਕੋਰਸਿਸ 'ਚ ਕਰਿਓ ਤਾਂ ਸਰਟੀਫਿਕੇਟ ਡਿਪਲੋਮਾ ਜਾਂ ਆਪਣੇ ਜਿੱਦਾਂ ਦੇ ITI ਵਗੈਰਾ ਦੇ ਕੋਰਸਿਸ ਹੁੰਦੇ ਆ ਉਹ ਕਰਕੇ, ਫਿਰ ਟ੍ਰੇਡ ਕੋਰਸਿਸ ਲਈ ਘੱਟੋ ਘੱਟ ਤੁਹਾਡਾ 3 to 5 years ਦਾ ਐਕਸਪੀਰੀਅੰਸ ਚਾਹੀਦਾ ਹੈਗਾ। ਉਰੇ ਤਾਂ ਮੈਨੂੰ ਲੱਗਦਾ ਟ੍ਰੇਡ ਵਰਕ ਦੀ ਕਾਫੀ ਵੈਲਿਊ ਆ, ਪਹਿਲਾਂ ਹੀ ਇਹਨਾਂ ਕੋਲ ਤਾਂ ਟ੍ਰੇਡੀ ਮਤਲਬ ਵੈਸੇ ਹੀ ਘੱਟ ਨੇ, ਇਹੀ ਤਾਂ ਚੱਕਰ ਪੈ ਰਿਹਾ। ਜ਼ਿਆਦਾ ਸਟੂਡੈਂਟਸ ਆਉਂਦੇ ਆ ਮਾਸਟਰ ਬੈਚਲਰ 'ਚ, ਫਿਰ ਚੇਂਜ ਕਰਕੇ ਟ੍ਰੇਡਸ 'ਚ ਜਾਂਦੇ ਆ, ਅਤੇ ਫਿਰ ਹੁਣ ਮਤਲਬ ਉਹਨਾਂ ਨੂੰ ਜੋਬਸ ਮਿਲ ਜਾਂਦੀਆਂ, PR ਵੀ ਹੈ, ਸਕਿੱਲ ਲਿਸਟ ਵੀ ਹੈ। ਹੁਣ ਜੇ ਤੁਸੀਂ ਐਜ਼ ਅ ਏਜੰਟ ਸਾਨੂੰ ਹੁਣ ਮੈਨੂੰ ਪੁੱਛੋਗੇ ਤਾਂ ਅਫਕੋਰਸ ਤੁਹਾਨੂੰ ਕਹਿਣਾ ਵੀ ਕੀ ਬੈਸਟ ਆ ਹੈ ਨਾ, ਕਮਰਸ਼ੀਅਲ ਕੁਕਰੀ ਜਾਂ ਨਰਸਿੰਗ ਜਾਂ ਕੁਛ ਵੀ। ਕੁਕਰੀ ਵਾਲੇ ਵੀ ਅੱਜ ਹੌਸਪਿਟੈਲਿਟੀ ਵੀ ਡਿਮਾਂਡ 'ਚ ਆ, ਟ੍ਰੇਡ ਕੋਰਸਿਸ ਵੀ ਡਿਮਾਂਡ 'ਚ ਆ, ਨਰਸਿੰਗ ਵੀ ਡਿਮਾਂਡ 'ਚ ਆ, ਇੰਜੀਨੀਅਰਿੰਗ IT ਉਹ ਤਾਂ ਹੈ ਹੀ ਹੈ ਨਾ। ਸੋ ਇਸ ਕਰਕੇ ਕੋਈ ਇੱਕ ਬੈਸਟ ਨਹੀਂ ਹੋ ਸਕਦਾ, ਪਰ ਇਹ ਵੀ ਤੁਹਾਡਾ ਇੰਟਰਸਟ ਕੀ ਹੈ, ਤੁਸੀਂ ਕੀ ਕਰ ਲੈਂਦੇ ਆ। ਹੁਣ ਸਟੂਡੈਂਟ ਵੀ ਹੈ, ਸਟੂਡੈਂਟ ਜਦੋਂ ਇੱਥੇ ਆ ਕੇ ਦੇਖਦਾ, ਉਹ ਦੇਖਦਾ ਵੀ ਮੈਂ ਜੇ ਕੁਕਰੀ ਕਰਕੇ ਜਾਂ ਟ੍ਰੇਡ ਕੋਰਸ ਕਰਕੇ 2 ਸਾਲ ਦਾ ਕੋਰਸ ਆ, ਮੇਰੀ 24-25 ਹਜ਼ਾਰ ਮਸਾਂ ਫੀਸ ਹੋਣੀ ਆ ਹੈ ਨਾ, ਅਤੇ ਮੈਂ ਉਹ ਕਰਕੇ ਕਰ ਲੂੰਗਾ। ਯੂਨੀਵਰਸਿਟੀ ਦੀ ਘੱਟੋ ਘੱਟ ਇੱਕ ਸਮੈਸਟਰ ਦੀ 15 ਤੋਂ 20 ਹਜ਼ਾਰ ਦੇ ਵਿੱਚ ਫੀਸ ਹੁੰਦੀ ਆ, ਤਾਂ ਉਹ ਸਟੂਡੈਂਟ ਕੰਪੈਰੀਜ਼ਨ ਕਰਨ ਲੱਗ ਜਾਂਦੇ, ਉਹਨਾਂ ਨੂੰ ਫਿਰ ਟੂ ਮੱਚ ਗੈਪ ਲੱਗਦਾ ਗਾ, ਤਾਂ ਉਹ ਕਹਿੰਦੇ ਮੈਂ ਇੱਧਰ ਕਿਉਂ ਕਰੂੰਗਾ, ਮੈਨੂੰ PR ਲੈਣੀ ਹੈ, ਇੱਧਰ ਹੈ ਹੀ। ਅਤੇ ਐਂਡ ਅਗੇਨ ਐਜ਼ ਅ ਏਜੰਟ ਤੁਸੀਂ ਕੀ ਕਹੋਗੇ ਵੀ ਅਫਕੋਰਸ ਜਦੋਂ PR ਹੈ ਕੁਕਰੀ 'ਚ ਵੀ ਹੈ ਅਤੇ PR ਉੱਧਰ ਵੀ ਹੈ ਨਾ।
ਹਾਂਜੀ ਬਿਲਕੁਲ। ਸੋ ਮਤਲਬ ਐਗਜ਼ਾਮਪਲ ਅਗਰ ਲਵਾਂ, ਮੈਂ ਇੰਜੀਨੀਅਰਿੰਗ ਕੀਤੀ ਹੋਈ ਆ ਅਤੇ ਉਹਦੇ ਵਿੱਚ ਜੋਬ ਕਰ ਰਿਹਾ, ਤਾਂ ਕਿੰਨੇ ਸਾਲ ਦਾ ਐਕਸਪੀਰੀਅੰਸ ਚਾਹੀਦਾ ਉਹਦੇ ਵਿੱਚ PR ਅਪਲਾਈ ਕਰਨ ਲਈ? ਇੰਜੀਨੀਅਰਿੰਗ ਦਾ ਕੋਈ ਇੱਦਾਂ ਐਸਾ ਐਕਸਪੀਰੀਅੰਸ ਨਹੀਂ ਹੁੰਦਾ, ਬਟ ਜੇ ਤੁਸੀਂ ਪੁਆਇੰਟਸ ਲੈਣੇ ਆ ਕੱਲ੍ਹ ਨੂੰ ਤਾਂ ਤੁਹਾਨੂੰ ਫਿਰ ਘੱਟੋ ਘੱਟ 3 years ਦਾ ਐਕਸਪੀਰੀਅੰਸ ਚਾਹੀਦਾ ਕਿ ਤੁਸੀਂ 5 ਪੁਆਇੰਟਸ ਕਲੇਮ ਕਰ ਲਓ। ਬਾਕੀ ਜਿੰਨਾ ਜ਼ਿਆਦਾ ਐਕਸਪੀਰੀਅੰਸ ਉਹਨਾਂ ਪੁਆਇੰਟਸ ਕਲੇਮ ਕਰ ਸਕਦੇ ਆ, 3 ਸਾਲ 5 ਸਾਲ। ਅਤੇ ਪਲੱਸ ਤੁਹਾਡੀ ਸਕਿੱਲ ਅਸੈਸਮੈਂਟ ਹੋਣੀ ਬਹੁਤ ਜ਼ਰੂਰੀ ਹੁੰਦੀ ਹੈਗੀ। ਸੋ ਇੰਜੀਨੀਅਰਸ ਆਸਟ੍ਰੇਲੀਆ ਜਿਵੇਂ ਇੰਜੀਨੀਅਰਿੰਗ ਆਕੂਪੇਸ਼ਨਸ ਦੀ ਕਰਦਾ ਤਾਂ ਉਹ ਦੇਖਦੇ ਆ ਵੀ ਇਹਨਾਂ ਨੇ ਹੈਗੀਆਂ ਡਿਗਰੀ ਤੁਹਾਡੀ ਰੈਕਗਨਾਈਜ਼ਡ ਹੈਗੀ ਆ ਨਹੀਂ ਆ, ਜੇ ਨਹੀਂ ਆ ਤਾਂ ਤੁਸੀਂ ਕੀ ਕੰਮ ਕੀਤਾ, ਕੀ ਤੁਸੀਂ ਆਪਣੀ ਸਟੱਡੀ 'ਚ ਪ੍ਰੋਜੈਕਟ ਕੀਤੇ ਆ। ਸੋ ਦੇਰ ਵੇਜ਼ ਕਿ ਉਹ ਆਪਣੀ ਸਕਿੱਲ ਅਸੈਸਮੈਂਟ ਕਰਾ ਕੇ ਅੱਗੇ ਕਰ ਸਕਦੇ। ਇਹ ਪਾਥਵੇ ਤੁਹਾਡੇ ਹਿਸਾਬ ਨਾਲ ਜ਼ਿਆਦਾ ਬੈਟਰ ਆ ਉਰੇ ਆਉਣ ਨਾਲੋਂ ਵੀ ਇੰਨੀ ਫੀਸਾਂ ਭਰਨ ਤੋਂ? ਮਤਲਬ ਕਹਿ ਨਹੀਂ ਸਕਦੇ, ਦੋਨੋਂ ਦੇਖੋ ਆਪਣੇ ਪ੍ਰੋਸ ਕੌਨਸ ਹੈਗੇ ਆ, ਹੈ ਨਾ। ਸੋ ਇਹ ਵੀ ਹੁੰਦਾ ਉੱਥੇ ਹੁਣ ਜੋਬ ਸਾਰਿਆਂ ਨੂੰ ਮਿਲ ਜਾਂਦੀ ਆ, ਹੈ ਨਾ, ਤਾਂ ਜੋਬ ਨਹੀਂ ਮਿਲਦੀ। ਸਭ ਤੋਂ ਵੱਡਾ ਪੰਗਾ ਇਹ ਹੈ ਕਿ ਅਸੀਂ ਬਾਹਰ ਜਾਣਾ ਕਿ ਸਾਨੂੰ ਜੋਬ ਹੀ ਨਹੀਂ ਮਿਲਦੀ, ਹੈ ਨਾ। ਸੋ ਇੰਜੀਨੀਅਰਿੰਗ 'ਚ ਵੀ ਚੰਗੇ ਇੰਸਟੀਟਿਊਟ ਕਰਨੀ, ਤੁਹਾਨੂੰ ਐਡਮਿਸ਼ਨ ਲੈਣੀ ਪਹਿਲੀ ਗੱਲ। ਫਿਰ ਉਹਨਾਂ ਨੂੰ ਇਹ ਲੱਗਦਾ ਵੀ ਉੱਥੇ ਵੀ ਤਾਂ ਫੀਸਾਂ ਹੈਗੀਆਂ ਇੰਜੀਨੀਅਰਿੰਗ ਕੋਰਸਿਸ ਵਗੈਰਾ ਦੀਆਂ, ਜਾਂ ਜਿਹੜੇ ਵੀ ਪ੍ਰੋਫੈਸ਼ਨਲ ਕੋਰਸ ਕਰਦੇ ਆ, ਤਾਂ ਫਿਰ ਉੱਥੋਂ ਜਾ ਕੇ ਤੁਸੀਂ ਪੜ੍ਹਦੇ ਹਾਂ, ਕਿੰਨਾ ਟਾਈਮ ਲਾਉਣੇ ਆ, ਫਿਰ ਐਕਸਪੀਰੀਅੰਸ ਲੈਂਦੇ ਆ, ਤਾਂ ਫਿਰ ਸਾਰਿਆਂ ਨੂੰ ਇਹ ਲੱਗਦਾ ਵੀ ਅਸੀਂ ਇੱਥੇ ਆ ਕੇ ਈਜ਼ਲੀ ਆ ਕਿ ਇੱਥੇ ਕਰ ਲਈਏ। ਦੋਨਾਂ ਦੇ ਪ੍ਰੋਸ ਕੌਨਸ ਆ। ਜੇ ਉੱਥੇ ਤੁਸੀਂ ਐਕਸਪੀਰੀਅੰਸ ਆ ਤਾਂ ਤੁਸੀਂ ਆਪਣੇ ਪੁਆਇੰਟਸ ਉੱਥੋਂ ਕਲੇਮ ਜ਼ਿਆਦਾ ਕਰ ਸਕਦੇ ਆ, ਬਟ ਜੇ ਤੁਸੀਂ ਇੱਥੇ ਆ ਕੇ ਪੜ੍ਹਦੇ ਆ ਤਾਂ ਤੁਹਾਨੂੰ ਪਤਾ ਵੀ ਇੱਕ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਇੱਥੇ ਪੜ੍ਹ ਲਾਂਗੇ, ਕੰਮ ਵੀ ਕਰ ਲਾਂਗੇ, ਚਲੋ ਕਮਾ ਵੀ ਲਵਾਂਗੇ ਨਾਲ। ਪਲੱਸ ਇਹ ਵੀ ਇੱਥੋਂ ਦੀ ਅਫਕੋਰਸ ਇੱਥੋਂ ਪੜ੍ਹਨ ਦਾ ਫਾਇਦਾ ਵੀ ਆ, ਕਿਉਂਕਿ ਇੱਕ ਆਸਟ੍ਰੇਲੀਆ 'ਚ ਪੜ੍ਹਦੇ ਆ ਤੁਸੀਂ, ਫਿਰ ਇੱਥੇ ਤੁਸੀਂ ਹੁੰਦੇ ਆ ਤਾਂ ਤੁਹਾਡੀਆਂ ਓਪਰਚੁਨਿਟੀਜ਼ ਵੱਧ ਜਾਂਦੀਆਂ। ਤਾਂ ਤੁਹਾਨੂੰ ਜੇ ਇੰਪਲੋਇਰ ਵੀ ਤੁਸੀਂ ਜੋਬ ਮਿਲ ਸਕਦੀ ਆ, ਤੁਹਾਨੂੰ ਇੰਪਲੋਇਰ ਸਪੋਂਸਰਸ਼ਿਪ ਮਿਲਣ ਦੀ ਵੀ ਆਪਸ਼ਨ ਹੈਗੀ ਆ। ਪਲੱਸ ਤੁਹਾਡੀ ਸਟੇਟ ਵੀ ਤੁਹਾਨੂੰ ਪ੍ਰੈਫਰ ਕਰਦੀ ਆ, ਹੈ ਨਾ, ਕਿ ਤੁਸੀਂ ਉੱਥੇ ਰਹਿ ਰਹੇ ਆ, ਅਤੇ ਤੁਹਾਨੂੰ ਪੁਆਇੰਟਸ ਵੀ ਮਿਲਦੇ ਆ ਆਸਟ੍ਰੇਲੀਅਨ ਸਟੱਡੀ ਦੇ। ਜੇ ਰੀਜਨਲ 'ਚ ਪੜ੍ਹਦੇ ਆ, ਰੀਜਨਲ ਦੇ ਪੁਆਇੰਟਸ ਵੀ ਮਿਲਦੇ ਆ। ਸੋ ਬਾਕੀ ਇਹ ਵੀ ਹੁੰਦਾ ਨਾ ਕਿ ਜਿਹੜਾ ਆਸਟ੍ਰੇਲੀਆ ਆ ਗਿਆ ਤਾਂ ਮੋਸਟਲੀ PR ਹੋ ਹੀ ਜਾਣਾ। ਸੋ ਉੱਥੋਂ ਵੀ ਡਿਪੈਂਡ ਕਰਦਾ ਹੈਗਾ। PR ਲੈਣ ਤੋਂ ਬਿਨਾਂ ਤਾਂ ਨਹੀਂ ਮੁੜਦੇ। ਸਹੀ ਗੱਲ ਹੈ। ਸੋ ਇੱਥੇ ਕੁਛ ਜਿੱਦਾਂ ਤੁਸੀਂ ਸਟੂਡੈਂਟਸ ਦੇ ਬਾਰੇ ਦੱਸਿਆ, ਕਿਹੜੀਆਂ ਇਹੋ ਜਿਹੀਆਂ ਮਤਲਬ ਸਿਲੀ ਮਿਸਟੇਕਸ ਜਿਹੜੇ ਆਪਣੇ ਇੱਥੇ ਸਟੂਡੈਂਟਸ ਜਿੱਦਾਂ ਵੀਜ਼ੇ 'ਤੇ ਆ ਜਾਂ ਕੁਛ ਵੀ ਕਰਦੇ, ਜਿਹੜੀਆਂ ਸੋਚੋ ਕਿ ਤੁਸੀਂ ਕਹਿ ਲਓ ਨਹੀਂ ਇਹ ਤਾਂ ਬਹੁਤ ਕਾਮਨ ਜੀ ਮਿਸਟੇਕ ਹੈ, ਇਹ ਇੱਦਾਂ ਦੀ ਮਿਸਟੇਕ ਉਹਨਾਂ ਦੀ ਫਾਈਲ ਖ਼ਰਾਬ ਕਰ ਦਿੰਦੀ? ਕੁਛ ਇੱਦਾਂ ਦਾ ਕਦੀ ਹੋਇਆ ਕਿ ਜਿਹੜੇ ਸਟੂਡੈਂਟ ਆ ਜਾਂਦੇ ਆ? ਹਾਂਜੀ, ਜਿਹੜੇ ਇੱਥੇ ਆ ਗਏ। ਦੇਖੋ ਸਟੂਡੈਂਟਸ ਇਹੀ ਹੈ, ਮੈਨੂੰ ਲੱਗਦਾ ਆ ਕੇ ਪਹਿਲੀ ਗੱਲ ਤਾਂ ਇਹ ਸਮਝਣਾ ਚਾਹੀਦਾ ਵੀ ਸਾਰਿਆਂ ਨੂੰ ਅਸੀਂ ਸਟੂਡੈਂਟ ਵੀਜ਼ਾ 'ਤੇ ਆਏ ਹਾਂ, ਹੈ ਨਾ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਤੁਸੀਂ ਇਹ ਨਹੀਂ ਹੈ ਕਿ ਵੀ ਆਪਾਂ ਜੇ ਆ ਗਏ ਤਾਂ ਕੋਈ PR, ਮੈਨੂੰ ਲੱਗਦਾ ਸਟੂਡੈਂਟ ਵੀਜ਼ਾ ਨੂੰ ਆਪਾਂ ਵਰਕ ਵੀਜ਼ਾ ਬਣਾ ਲਿਆ ਅਤੇ ਨਾਲੇ ਫਿਰ ਇਹ ਲੱਗਦਾ ਨਾ ਵੀ ਅਗਲਾ ਕਹਿੰਦਾ ਬਸ ਸਾਡਾ ਮੁੰਡਾ ਚਲਿਆ ਗਿਆ, ਹੁਣ ਅਸੀਂ ਵੀ ਚਲੇ ਜਾਣਾ। ਵੀ ਮਤਲਬ ਮਾਹੌਲ ਹੀ ਚੇਂਜ ਹੋ ਗਿਆ। ਜਿਵੇਂ ਹੁਣ ਮੈਂ ਪਿਛਲੇ 15 ਸਾਲ ਤੋਂ ਹੈ ਨਾ ਦੇਖ ਕੇ, ਪਹਿਲਾਂ ਆਪ ਵੀ ਜਦੋਂ ਸਟੂਡੈਂਟ ਆਏ ਸੀ, ਕਹਿ ਲਓ ਹੁਣ 18-19 ਸਾਲ ਹੋ ਗਏ, ਅਤੇ ਇਹ ਚੀਜ਼ ਦੇਖਦੇ ਟਰੈਂਡ ਬਹੁਤ ਚੇਂਜ ਹੋ ਗਿਆ, ਹੈ ਨਾ। ਜਿਵੇਂ ਉਦੋਂ ਆਏ ਸੀ ਪਤਾ ਸੀਗਾ ਵੀ ਆਪਾਂ ਨਹੀਂ ਆ ਵੀ ਪੜ੍ਹਨ ਆਏ ਆ, ਕੋਈ ਆਪਾਂ ਨੂੰ ਇੰਨਾ, ਤੁਸੀਂ ਵੀ ਦੇਖਿਆ ਹੋਣਾ ਉਦੋਂ ਇਹ ਨਹੀਂ ਟਰੈਂਡ ਸੀ ਵੀ ਪੇਰੈਂਟਸ ਨੇ ਆਉਣਾ ਜਾਂ ਕਿੰਨੇ, ਹੈ ਨਾ। ਮੇਰੇ ਆਪਣੇ ਪੇਰੈਂਟਸ ਕੋਈ ਆਈ ਥਿੰਕ 6 ਸਾਲ ਬਾਅਦ ਆਏ ਸੀ ਮੇਰੇ ਕੋਲ ਮਿਲਣ, ਵੀ ਨਹੀਂ ਇੱਦਾਂ ਕੋਈ ਇੰਨਾ ਟਰੈਂਡ ਨਹੀਂ ਹੁੰਦਾ ਸੀ ਕਿ ਆਪਾਂ ਪਿੱਛੇ ਪੈਸੇ ਭੇਜਣੇ ਆ ਜਾਂ ਆਪਾਂ ਪੇਰੈਂਟਸ ਨੂੰ ਬੁਲਾਉਣਾ ਜਾਂ ਆਪਾਂ ਇਹ ਕਰਨਾ, ਹੈ ਨਾ। ਹੁਣ ਉਹ ਮਾਹੌਲ ਹੀ ਚੇਂਜ ਹੋ ਗਿਆ। ਸੋ ਅਗਲਾ ਸੋਚਦਾ ਬੱਚਾ ਭੇਜਤਾ ਅਤੇ ਵੀ ਹਜੇ ਗਿਆ ਤਾਂ ਸਟੂਡੈਂਟ ਆ, ਹੈ ਨਾ। ਮੇਰੇ ਡੈਡ ਇਹੀ ਕਹਿੰਦੇ ਹੁੰਦੇ ਸੀ ਵੀ ਹਜੇ ਪੜ੍ਹਨ ਗਿਆ, ਬੱਚੇ 'ਤੇ ਬੋਝ ਨਾ ਪਾਓ, ਹੈ ਨਾ। ਅਤੇ ਉਹ ਮਤਲਬ ਬੱਚੇ ਆਉਂਦੇ ਆ, ਬੱਚਿਆਂ ਨੂੰ ਪਿੱਛੇ ਦਾ ਬੋਝ ਹੋ ਜਾਂਦਾ। ਕਈਆਂ ਦੇ ਚਲੋ ਸਰਕਮਸਟੈਂਸਿਸ ਇੱਦਾਂ ਦੇ ਹੁੰਦੇ ਫੈਮਿਲੀ ਦੇ, ਜਾਂ ਕਹਿ ਲਓ ਕਰਜ਼ਾ ਲੈ ਕੇ ਆਏ, ਉਹਨਾਂ ਨੇ ਪਿੱਛੇ ਪੈਸੇ ਭੇਜਣੇ ਆ, ਜਾਂ ਕਹਿ ਲਓ ਫਿਰ ਪੇਰੈਂਟਸ ਆ ਜਾਂਦੇ, ਫਿਰ ਉਹਨਾਂ ਦਾ ਪੜ੍ਹਨ ਦਾ ਮਤਲਬ ਕੰਮ ਹੀ ਕਰਨ ਦਾ ਬਣ ਗਿਆ। ਇੱਕ ਦੂਸਰਾ ਗੱਲ ਕੋਵਿਡ ਕਰਕੇ ਸਟੂਡੈਂਟ ਵੀਜ਼ਾ ਦੀਆਂ ਕੰਡੀਸ਼ਨਸ ਇਹਨਾਂ ਨੂੰ ਕਿਉਂਕਿ ਸ਼ਾਰਟੇਜ ਸੀਗੀ, ਤਾਂ ਇਹਨਾਂ ਨੇ ਫੁੱਲ ਵਰਕ ਰਾਈਟਸ ਕਰਤੇ ਸਟੂਡੈਂਟਸ ਕੇ, ਫੁੱਲ ਵਰਕ ਰਾਈਟਸ ਕੰਮ ਕਰੋ। ਅਤੇ ਉਹ ਸਟੂਡੈਂਟ ਫਿਰ ਤਾਂ ਇਹ ਵੀ ਚੱਕਰ ਆ, ਹੁਣ ਯੂਨੀਵਰਸਿਟੀਜ਼ ਨੇ ਪ੍ਰੈਸ਼ਰ ਪਾਇਆ, ਹੈ ਨਾ। ਅਤੇ ਇਹ ਵੀ ਹੁਣ ਤੁਹਾਡੇ ਸਾਹਮਣੇ ਨਿਊਜ਼ ਆ ਗਈ ਆ ਕਿ 1 ਜੁਲਾਈ ਤੋਂ ਸਟੂਡੈਂਟ ਵੀਜ਼ਾਸ 24 ਘੰਟੇ ਕਰਤਾ, ਬੈਕ ਟੂ ਨੋਰਮਲ ਕਰਤੇ। 40 ਆਵਰਸ ਫੋਰਟਨਾਈਟ ਹੁੰਦਾ ਸੀਗਾ ਵੈਸੇ ਤਾਂ ਸਟੂਡੈਂਟਸ ਦਾ, ਪਰ ਹੁਣ ਫੁੱਲ ਟਾਈਮ ਕੀਤਾ ਹੋਇਆ ਸੀਗਾ। ਸੋ 1 ਜੁਲਾਈ ਤੋਂ ਉਹਨਾਂ ਨੇ ਬੈਕ ਟੂ ਨੋਰਮਲ ਸਟੂਡੈਂਟ ਵੀਜ਼ਾ ਕਰਤੇ, ਬਟ ਆਵਰਸ ਵਧਾਤੇ, 48 ਆਵਰਸ ਫੋਰਟਨਾਈਟ ਕਰਤੇ। 48 ਆਵਰਸ, ਹਾਂਜੀ। ਪਰ 48 ਆਵਰਸ ਫੋਰਟਨਾਈਟ, ਕਿਉਂਕਿ ਇਹ ਹੁੰਦਾ ਨਾ ਵੀ ਜੇ ਵੀਕ ਦਾ ਕਰਦੇ ਆ ਤਾਂ ਫਿਰ ਉਹ ਕਈ ਵਾਰੀ ਸ਼ਿਫਟ ਤੁਹਾਡੀ ਇੱਦਾਂ ਹੁੰਦੀ ਹੈ, ਜਿਵੇਂ ਅੱਗੇ 20 ਆਵਰਸ ਹੁੰਦੇ ਸੀਗੇ, ਹੈ ਨਾ। ਜੇ ਤੁਹਾਡੀ 7-8 ਘੰਟੇ ਤੋਂ ਘੱਟ ਸ਼ਿਫਟ ਨਹੀਂ ਹੁੰਦੀ ਗੀ। ਸੋ ਜੀਵਨ ਜੇ ਤੁਹਾਡੀ 20 ਤੋਂ 0.5 ਵੀ ਚਲੇ ਗਏ ਤਾਂ ਤੁਹਾਡੀ ਬਰੀਚ 3 ਦਿਨ ਹੋ ਗਏ ਹੁਣ ਉਹਨਾਂ ਨੇ ਇਸ ਕਰਕੇ ਤਾਂ ਫੋਰਟਨਾਈਟ ਕਰਤਾ ਸੀਗਾ ਪਿੱਛੇ ਕਾਫੀ ਸਾਲਾਂ ਤੋਂ, ਕਿ ਫਿਰ ਸਟੂਡੈਂਟ ਮਤਲਬ ਉਸ ਹਿਸਾਬ ਨਾਲ ਆਪਣੇ ਕੰਜ਼ਰਕਟਿਵ ਫੋਰਟਨਾਈਟ 'ਚ ਮਤਲਬ ਕਰ ਸਕਦਾ ਗਾ 2 ਵੀਕਸ 'ਚ, ਕਿ ਆਪਣੇ 40 ਆਵਰਸ ਕਰ ਲਏ। ਹੁਣ 48 ਆਵਰਸ ਕਰਤੇ, ਪਰ ਉਹ ਵੀ 1 ਜੁਲਾਈ ਤੋਂ ਕਹਿ ਰਹੇ ਸੀ। 1 ਜੁਲਾਈ ਤੋਂ, ਹਾਂਜੀ। ਜੁਲਾਈ ਤੋਂ ਮੇਨਲੀ ਚੇਂਜਸ ਆਉਂਦੀਆਂ ਹੁੰਦੀਆਂ ਨਾ, ਕਿਉਂਕਿ ਨਵਾਂ ਫਾਈਨੈਂਸ਼ੀਅਲ ਈਅਰ ਸਟਾਰਟ ਹੁੰਦਾ ਅਤੇ ਨਾਲ ਹੀ ਮਾਈਗ੍ਰੇਸ਼ਨ ਪ੍ਰੋਗਰਾਮ ਈਅਰ ਵੀ ਸਟਾਰਟ ਹੁੰਦਾ। ਤਾਂ ਇਸ ਕਰਕੇ ਇਹ ਵੀ ਸਟੂਡੈਂਟ ਨੂੰ, ਮੈਨੂੰ ਲੱਗਦਾ ਇਹ ਵੀ ਇੱਕ ਰੀਜ਼ਨ ਆ, ਤਾਂ ਹੀ ਯੂਨੀਵਰਸਿਟੀਜ਼ ਵੀ ਸੋਚਦੀਆਂ ਵੀ ਸਟੂਡੈਂਟ ਕਿਉਂਕਿ ਫੁੱਲ ਟਾਈਮ ਵਰਕ ਰਾਈਟਸ ਹੋ ਗਏ ਤਾਂ ਸਟੂਡੈਂਟ ਕੰਮ ਵੱਲ ਜ਼ਿਆਦਾ ਹੋ ਗਏ, ਉਹਨੂੰ ਵਰਕ ਵੀਜ਼ਾ ਹੋ ਗਿਆ, ਅਤੇ ਪੜ੍ਹਨਗੇ ਕਦੋਂ, ਯੂਨੀਵਰਸਿਟੀ ਕਦੋਂ ਜਾਣਗੇ। ਬੇਸਿਕਲੀ ਉਹ 20 ਆਵਰਸ ਇਹੀ ਹੁੰਦੇ ਸੀ। ਹੁਣ ਜੇ ਆਪਾਂ ਕੰਮ ਕਰਦੇ ਹਾਂ ਤਾਂ 40 ਆਵਰਸ ਫੁੱਲ ਟਾਈਮ ਕੰਮ ਕਰਦੇ ਹਾਂ। ਜਿਹੜੇ ਸਟੂਡੈਂਟ ਹੁੰਦੇ ਉਹ 20 ਆਵਰਸ ਕੰਮ ਕਰਨ ਅਤੇ 20 ਆਵਰਸ ਪੜ੍ਹਨ। ਤਾਂ ਪਰ ਉਹ ਸਟੂਡੈਂਟ ਹੁਣ
ਕੰਮ ਹੀ ਉਹ ਵਰਕ ਵੀਜ਼ਾ, ਜਿਵੇਂ ਤੁਸੀਂ ਕਿਹਾ ਕਿ ਵੀ ਜ਼ਿਆਦਾ ਫੋਕਸ ਉਹ ਹੋ ਗਿਆ, ਤਾਂ ਫਿਰ ਇਹ ਹੈ ਵੀ ਜਦੋਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਆਏ ਹੋ ਤਾਂ ਇੱਕ ਚੀਜ਼ ਤੁਹਾਨੂੰ ਜ਼ਰੂਰ ਧਿਆਨ ਰੱਖਣੀ ਚਾਹੀਦੀ ਹੈ ਵੀ ਤੁਸੀਂ ਜਦੋਂ ਆਏ ਆ ਡਿਪਾਰਟਮੈਂਟ ਹੈਜ਼ ਗੋਟ ਐਵਰੀ ਰਿਕਾਰਡ, ਤੁਸੀਂ ਕਿੱਥੇ ਜਾ ਰਹੇ ਆ, ਕਿਹੜੀ ਯੂਨੀਵਰਸਿਟੀ ਕਾਲਜ ਪੜ੍ਹ ਰਹੇ ਆ, ਕੀ ਕਰ ਰਹੇ ਆ। ਜਦੋਂ ਤੁਹਾਡੀ COE ਕੈਂਸਲ ਹੁੰਦੀ ਆ ਅਤੇ ਮਤਲਬ ਤੁਸੀਂ ਉਹੀ ਮੈਂ ਕਹਿੰਦੀ ਹੁੰਦੀ ਹਾਂ ਵੀ ਜਿਵੇਂ ਤੁਸੀਂ ਛੁੱਟੀਆਂ ਕੱਟਣ ਨਹੀਂ ਆਏ ਹੈ ਨਾ, ਤੁਸੀਂ ਪੜ੍ਹਨ ਆਏ ਆ, ਸਟੂਡੈਂਟ ਵੀਜ਼ਾ 'ਤੇ ਆਏ, ਤੁਹਾਡੀ ਸਟੱਡੀ ਹਮੇਸ਼ਾ ਮੇਨਟੇਨ ਰੱਖਣੀ ਚਾਹੀਦੀ ਹੈ, ਤੁਹਾਡੀ ਇਨਰੋਲਮੈਂਟ ਮੇਨਟੇਨ ਰੱਖਣੀ ਚਾਹੀਦੀ ਆ, ਅਟੈਂਡੈਂਸ ਹਾਂਜੀ। ਯੂਨੀਵਰਸਿਟੀ 'ਚ ਇੰਨਾ ਅਟੈਂਡੈਂਸ ਦਾ ਹੁੰਦਾ ਨਹੀਂ ਹੈ, ਚਲੋ ਜੇ ਕੋਰਸ ਪ੍ਰੋਗਰੈਸ ਰੱਖਦੇ ਹਨ ਅਤੇ ਪਰ ਇਹ ਹੈ ਵੀ ਮੇਨਲੀ ਸਟੂਡੈਂਟ ਨੂੰ ਕੀ ਆ ਕਿ ਜਿਹੜੀ ਸਭ ਤੋਂ ਵੱਡੀ ਮਿਸਟੇਕ ਮੈਨੂੰ ਲੱਗਦਾ ਕਰਦੇ, ਜਦੋਂ ਆਉਂਦੇ ਹੀ ਸਟੂਡੈਂਟ ਕੀ ਕਰਦੇ, ਆਉਂਦੇ ਹੀ ਕਈ ਵਾਰੀ ਤੁਸੀਂ ਦੇਖੋ ਆਏ ਨਹੀਂ ਹੁੰਦੇ ਹਜੇ, ਪਹਿਲਾਂ ਹੀ ਸਾਨੂੰ ਤੁਸੀਂ ਸਭ ਤੋਂ ਮੈਨੂੰ ਲੱਗਦਾ ਵੱਡਾ ਰਿਕਾਰਡ ਇਹ ਹੁੰਦਾ ਕਿ ਕਿਸੇ ਦਾ ਵੀਜ਼ਾ ਆਇਆ ਅਤੇ ਨਾਲ ਦੀ ਨਾਲ ਸਾਨੂੰ ਕਾਲ ਆ ਗਈ ਵੀ ਕਿਉਂਕਿ ਫੈਮਿਲੀ ਇੱਥੇ ਸੀ ਵੀ ਵੀਜ਼ਾ ਆ ਗਿਆ ਹੁਣ ਅਤੇ ਚੇਂਜ ਕਰਨਾ। ਤੁਸੀਂ ਦੇਖੋ ਅਜੇ ਆਏ ਵੀ ਨਹੀਂ ਹੈ ਨਾ, ਸੋ ਜਾਂ ਫਿਰ ਇੱਥੇ ਆ ਗਏ ਜਾਂ ਆਏ ਹਫ਼ਤੇ ਹੋਇਆ ਜਾਂ ਕੋਰਸ ਨਹੀਂ ਸਟਾਰਟ ਹੋਇਆ। ਹੁਣ ਵੀ ਜਿਵੇਂ ਜੁਲਾਈ ਵਾਲੇ ਹਜੇ ਸਟੂਡੈਂਟ ਆ ਗਏ ਆ ਪਰ ਹਜੇ ਜਾ ਕੇ ਜੁਲਾਈ 'ਚ ਕਲਾਸਾਂ ਸਟਾਰਟ ਹੋਣੀਆਂ, ਪਰ ਹੁਣੇ ਉਹ ਏਜੰਟਾਂ ਦੇ ਗੇੜੇ ਕੱਢਣ ਲੱਗ ਗਏ ਵੀ ਅਸੀਂ ਚੇਂਜ ਕਰਨਾ ਹੈ ਨਾ। ਸੋ ਜਿੰਨੇ ਵੀ ਉਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਮੈਨੂੰ ਲੱਗਦਾ, ਜਦੋਂ ਵੀ ਤੁਸੀਂ ਕਹਿ ਕੇ ਚਲੋ ਕੋਈ ਕਹਿੰਦਾ ਤੁਹਾਨੂੰ ਸਹੀ ਸਲਾਹ ਦਊਗਾ ਵੀ ਤੁਸੀਂ ਨਾ ਕਰੋ, ਜਾ ਕੇ ਪੜ੍ਹੋ, ਇੱਕ ਸਮੈਸਟਰ ਲਾਓ, ਕੋਈ ਕਹੂਗਾ ਨਹੀਂ ਅਸੀਂ ਕਰਵਾ ਦਿੰਦੇ ਹਾਂ ਕਰ ਲਓ ਹੈ ਨਾ। ਮੈਨੂੰ ਲੱਗਦਾ ਸਟੂਡੈਂਟ ਉਹੀ ਸੁਣਨਾ ਚਾਹੁੰਦੇ ਜਿਹੜਾ ਉਹਨਾਂ ਦੇ ਫੇਵਰ ਦਾ ਹੁੰਦਾ ਅਤੇ ਜਿਹੜਾ ਉਹ ਸੁਣਨਾ ਚਾਹੁੰਦੇ ਆ ਹੈ ਨਾ। ਜੇ ਮੈਂ ਉਹ ਚੀਜ਼ ਕਹਿ ਦੂੰਗੀ ਤਾਂ ਉਹਨਾਂ ਲਈ ਮੈਂ ਠੀਕ ਆ, ਜੇ ਮੈਂ ਕਹਿ ਦੂੰਗੀ ਵੀ ਨਹੀਂ ਆਏ ਨਹੀਂ ਹੋ ਸਕਦਾ ਤਾਂ ਫਿਰ ਉਹ ਕਹਿਣਗੇ ਵੀ ਨਹੀਂ ਮੈਡਮ ਤਾਂ ਵੀ ਸਾਨੂੰ ਲੰਬੇ ਚੱਕਰ 'ਚ ਪਾਉਂਦੇ ਤਾਂ ਹੈ ਨਾ, ਸਾਡੇ ਦੂਸਰਾ ਏਜੰਟ ਤੇ ਕਹਿ ਰਿਹਾ ਮੈਂ ਉੱਧਰ ਜਾਣਾ, ਇਹ ਹੁੰਦਾ ਇਹ ਬਹੁਤ ਵਾਰੀ ਹੁੰਦਾ ਗਾ ਨਾ। ਸੋ ਮੈਂ ਇੱਕ ਦੋ ਵਾਰੀ ਮੇਰਾ ਹੁੰਦਾ ਗਾ, ਫਿਰ ਹੁਣ ਮੈਂ ਬਹੁਤਾ ਉਹ ਛੱਡਤਾ ਕਹਿਣਾ, ਅਪਫਰੰਟ ਸੱਚ ਥੋੜਾ ਕੜਵਾ ਹੀ ਲੱਗਦਾ ਹੈ ਹਾਂਜੀ, ਥੋੜਾ ਰੂਡ ਲੱਗਦਾ ਅਗਲਾ ਬੰਦਾ ਜਿਹੜਾ ਤੁਸੀਂ ਦੇਖੋ ਵੀ ਕਹਿੰਦੇ ਆ। ਤੇ ਮੈਂ ਬੜਾ ਕਹਿੰਦੀ ਨਹੀਂ ਵੀ ਨਹੀਂ ਇੱਦਾਂ ਹੋ ਸਕਦਾ, ਦੇਖੋ ਕਰਾਉਣ ਨੂੰ ਤਾਂ ਮੈਨੂੰ ਵੀ ਪਤਾ, ਮੈਂ ਇੰਨੇ ਸਾਲ ਦੀ ਕੰਮ ਕਰਦੀ ਹਾਂ ਹੈ ਨਾ, ਤਾਂ ਐਂਡ ਮੈਨੂੰ ਵੀ ਪਤਾ ਦੇ ਵੇਸ ਕੇ ਰੂਟ, ਪਰ ਮੈਂ ਕਹਿੰਦੀ ਵੀ ਨਹੀਂ ਜੋ ਸਹੀ ਤਰੀਕਾ ਆਹ ਚੀਜ਼ਾਂ ਤੁਸੀਂ ਇੱਦਾਂ ਕਰੋ, ਹੋ ਸਕਦਾ ਥੋੜਾ ਟਾਈਮ ਲੱਗੇ, ਹੋ ਸਕਦਾ ਥੋੜਾ ਹਾਰਡ ਹੋਵੇ ਬਟ ਡੂ ਇਟ ਦ ਰਾਈਟ ਵੇ ਹੈ ਨਾ। ਕਿਉਂਕਿ ਤੁਸੀਂ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਕਿ ਜਦੋਂ ਤੁਸੀਂ ਜੇ ਇੱਕ ਵਾਰੀ ਤੁਸੀਂ ਕੁਛ ਗੜਬੜ ਕਰ ਲਈ, ਜੇ ਤੁਹਾਡਾ ਵੀਜ਼ਾ ਕੈਂਸਲ ਹੋ ਜਾਂਦਾ, ਤੁਸੀਂ ਦੇਖੋ ਉੱਥੋਂ ਤੁਸੀਂ ਇੰਨੇ ਪੈਸੇ ਲਾ ਕੇ ਵੀਜ਼ਾ ਲੈ ਕੇ ਆਉਣੇ ਆ ਅਤੇ ਫਿਰ ਉਹ ਵੀਜ਼ੇ ਨੂੰ ਬਚਾ ਕੇ ਰੱਖਣਾ ਵੀ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਨਾ। ਸੋ ਜੇ ਉੱਥੇ ਤਾਂ ਰਿਫਿਊਜ਼ ਹੋ ਗਿਆ, ਤੁਸੀਂ ਘਰੇ ਬੈਠੇ ਆ ਫੀਸ ਰਿਫੰਡ ਕਰਾ ਲਓਗੇ, ਚਲੋ ਤੁਹਾਡਾ ਹੋ ਜੂ, ਬਟ ਜਦੋਂ ਇੱਥੇ ਆ ਗਏ ਜੇ ਵੀਜ਼ਾ ਕੈਂਸਲ ਹੋ ਗਿਆ, ਤੁਹਾਡੀ ਉਹ ਗਿਆ ਸਾਰਾ ਫੀਸ ਵੀ ਗਈ, ਤੁਹਾਡਾ ਫਿਊਚਰ ਵੀ ਗਿਆ, ਤੁਹਾਡਾ ਅੱਗੇ ਵੀ ਹੈ ਨਾ, ਕੀ ਕਰੋਗੇ ਤੁਸੀਂ। ਉਦੋਂ ਇਹੀ ਹੁੰਦਾ ਜਿਹੜੀ ਉਦੋਂ ਦੀ ਗਲਤੀ, ਤਾਂ ਫਿਰ ਉਹ ਤੁਸੀਂ ਕਹਿ ਲਓ ਇੱਥੇ ਚੱਕਰ ਵੀ ਹੋਆ ਹੈ ਨਾ, ਕਿ ਜੇ ਇੱਕ ਵਾਰੀ ਕੁਛ ਗਲਤੀ ਕਰ ਲਈ ਤਾਂ ਉਹ ਚੱਕਰ ਵੀ 'ਚ ਫਸ ਜਾਂਦੇ ਆ, ਫਸਦੇ ਜਾਂਦੇ ਆ। ਮਤਲਬ ਜਦੋਂ ਵੀਜ਼ਾ ਕੈਂਸਲ ਹੋ ਗਿਆ ਤਾਂ ਫਿਰ ਤੁਸੀਂ ਆਪਸ਼ਨਸ ਘੱਟ ਜਾਂਦੀਆਂ, ਨਾ ਕੋਈ ਹੋਰ ਵੀਜ਼ਾ ਪਾ ਸਕਦੇ ਆ, ਨਾ ਕੁਛ ਕਰ ਸਕਦੇ ਆ, AT ਪਾ ਲਓ, ਫੈਡਰਲ ਪਾ ਲਓ, ਮਤਲਬ ਅੱਗੇ ਟਾਈਮ ਵਧਾਉਂਦੇ ਜਾਓਗੇ, ਲਾ ਜਾਓਗੇ 5-6 ਸਾਲ ਹੈ ਨਾ। ਜਾਂ ਤਾਂ ਤੁਸੀਂ ਇਹ ਸੋਚਣਾ ਬਸ ਕੰਮ ਕਰਨਾ ਅਤੇ ਫਿਰ ਜਾਣਾ ਹੈ ਨਾ, ਅਲੱਗ ਗੱਲ ਹੈ, ਪਰ ਤੁਸੀਂ ਫਿਊਚਰ ਕੰਮ ਵੀ ਕਾਹਦਾ ਹੁੰਦਾ ਜੇ ਵੀਜ਼ਾ ਕੈਂਸਲ ਹੋ ਗਿਆ ਤਾਂ ਤੁਹਾਡੀਆਂ ਵਰਕ ਰਾਈਟਸ ਵੀ ਗਈਆਂ, ਸਟੂਡੈਂਟ ਰਾਈਟਸ ਵੀ, ਹਾਂਜੀ ਟਰੈਵਲ ਨਹੀਂ ਕਰ ਸਕਦੇ ਤੁਸੀਂ, ਮਤਲਬ ਬੇਸਿਕਲੀ ਇਹ ਹੁੰਦਾ। ਹੁਣ ਕਈ ਤੁਹਾਨੂੰ ਵੀ ਕਦੇ ਕੋਈ ਇੱਦਾਂ ਦੇ ਮਿਲ ਜਾਂਦੇ ਹੋਣਗੇ ਵੀ ਜਿਹੜੇ ਬੜੇ ਚਿਰ ਦੇ ਬੈਠੇ ਆ, ਕੁਛ ਹੋਇਆ ਨਹੀਂ ਹੈ ਨਾ, ਹਾਂਜੀ ਉਹ ਗਲਤੀਆਂ ਇੱਦਾਂ ਦੀਆਂ, ਫਿਰ ਉਹ ਤੁਸੀਂ ਚਾਹ ਕੇ ਵੀ ਸਾਡੇ ਕੋਲ ਵੀ ਜੇ ਆਉਂਦੇ ਤਾਂ ਤੁਸੀਂ ਕੀ ਕਰੋਗੇ, ਜੋ ਬੰਦੇ ਨੇ ਕੁਛ ਕੀਤਾ ਨਹੀਂ, ਕੋਈ ਕੁਛ ਪੱਲੇ ਨਹੀਂ, ਜਾਂ ਕੁਛ ਕਹਿ ਲਓ ਵੀ ਉਹਦਾ ਆਪਣੀਆਂ ਸਾਰੀਆਂ ਆਪਸ਼ਨਸ ਐਗਜ਼ੌਸਟ ਕਰ ਚੁੱਕੇ ਆ, ਤਾਂ ਤੁਸੀਂ ਚਾਹ ਕੇ ਵੀ ਹੈਲਪ ਨਹੀਂ ਕਰ ਸਕਦੇ। ਉਹ 'ਚ ਕਈ ਵਾਰੀ ਜਿਵੇਂ ਹੁਣ ਨਾਲ ਦੇ ਬੰਦੇ ਵੀ ਗਲਤ ਗਾਈਡ ਕਰ ਦਿੰਦੇ ਨੇ, ਥੋੜਾ ਬੰਦਾ ਗਲਤ ਰਸਤੇ 'ਚ ਭੜਕ ਜਾਂਦਾ, ਹਾਂਜੀ ਉਹ ਵੀ ਗਲਤੀਆਂ ਹੁੰਦੀਆਂ ਨੇ, ਜਿਵੇਂ ਗਲਤੀਆਂ ਨੇ ਕਈ ਵਾਰੀ ਚਾਹ ਕੇ, ਕਈ ਵਾਰੀ ਅਗਲਾ ਵੈਸੇ ਕਹਿ ਦਿੰਦਾ, ਕਈ ਵਾਰੀ ਅਣਜਾਣੇ 'ਚ ਵੀ ਕਹਿ ਦਿੰਦਾ ਹੈ ਨਾ। ਜਿਵੇਂ ਹੁਣ ਤੁਹਾਨੂੰ ਜੇ ਕੋਈ ਕਹੂਗਾ ਮੇਰਾ ਪੇਟ ਦਰਦ ਹੁੰਦਾ, ਤੁਸੀਂ ਇਹ ਤਾਂ ਨਹੀਂ ਕਹੋਗੇ ਵੀ ਤੂੰ ਆਹ ਕਰ ਲਾ, ਤੁਸੀਂ ਕਹੋਗੇ ਵੀ ਜਾ ਡਾਕਟਰ ਕੋਲੇ ਦਿਖਾ ਲਾ ਹੈ ਨਾ, ਹਾਂਜੀ ਪ੍ਰੋਫੈਸ਼ਨਲ ਕੋਲੇ ਜਾਵੜਾ ਹੈ ਨਾ, ਕਿ ਅਗਲਾ ਕਹਿੰਦਾ ਪਤਾ ਨਹੀਂ ਆ। ਹੁਣ ਉਹੀ ਸਿਮਿਲਰਲੀ ਇਹ ਹੈ ਵੀ ਜੇ ਕੋਈ ਅਗਲਾ ਕਹਿੰਦਾ ਮੈਂ ਇਹ ਕੰਮ ਕਰਨਾ, ਜਾਂ ਏਜੰਟ ਤੁਸੀਂ ਜੇ ਤੁਸੀਂ ਵਾਕਈ ਸੱਚੇ ਫਰੈਂਡ ਆ, ਜੇ ਤੁਸੀਂ ਕਹਿੰਦੇ ਆ ਕਿ ਮੈਂ ਆਪਣੇ ਫਰੈਂਡ ਦਾ ਭਲਾ ਚਾਹੁੰਦਾ, ਬੈਟਰ ਦੈਨ ਤੁਸੀਂ ਸਲਾਹ ਦੇਵੋ ਕੁਛ ਉਹਨੂੰ ਕਿ ਆਹ ਕਰ ਲਾ। ਕਿਉਂਕਿ ਹੋ ਸਕਦਾ ਤੁਸੀਂ ਜਦੋਂ ਜਿਵੇਂ ਤੁਸੀਂ ਕਿਹਾ ਮੈਂ 2014 'ਚ ਆਇਆ, ਕੋਈ 7 'ਚ ਆਇਆ, ਕੋਈ 8 'ਚ ਆਇਆ, ਤੁਸੀਂ ਉਦੋਂ ਜੋ ਕੁਛ ਕੀਤਾ ਤਾਂ ਬੇਸਿਕਲੀ ਉਹ ਬਹੁਤ ਟਾਈਮ ਹੋ ਗਿਆ, ਹਾਂਜੀ ਉਹ ਵੈਲਿਡ ਨਹੀਂ ਆ। ਉਹ ਹੁਣ ਚੀਜ਼ਾਂ ਚੇਂਜ ਹੋ ਗਈਆਂ, ਚੇਂਜ ਤਾਂ ਰੋਜ਼ ਹੋ ਜਾਂਦੀਆਂ। ਅਸੀਂ ਮਾਈਗ੍ਰੇਸ਼ਨ ਏਜੰਟ ਨੂੰ ਸਾਨੂੰ ਆਪਣੇ ਆਪ ਨੂੰ ਅਪਡੇਟ ਰੱਖਣਾ ਪੈਂਦਾ, ਸਾਨੂੰ ਆਪਣੀ ਪ੍ਰੋਫੈਸ਼ਨਲ ਡਿਵੈਲਪਮੈਂਟ ਕਰਨੀ ਪੈਂਦੀ ਆ ਹੈ ਨਾ। ਸੋ ਏਜੰਟ ਹੋਣਾ ਸਿਰਫ ਇੰਨਾ ਨਹੀਂ ਹੈ ਕਿ ਕੋਰਸ ਕਰਨਾ ਪੈਂਦਾ, ਫਿਰ ਤੁਹਾਨੂੰ ਪ੍ਰੋਫੈਸ਼ਨਲ ਡਿਵੈਲਪਮੈਂਟ ਕਰਨੀ ਪੈਂਦੀ ਹੈ, CPD ਲਾਉਣੀ ਪੈਂਦੀ ਆ ਹਰ ਸਾਲ ਹੈ ਨਾ, ਅਤੇ ਤੁਹਾਨੂੰ ਆਪਣੀਆਂ ਅਪਡੇਟ ਨਿਊਜ਼, ਲੈਜਿਸਲੇਸ਼ਨ, ਪ੍ਰੋਫੈਸ਼ਨਲ ਲਾਇਬ੍ਰੇਰੀ ਰੱਖਣੀ ਪੈਂਦੀ ਹੈ, ਜਿੱਥੋਂ ਤੁਸੀਂ ਚੇਂਜ ਚੈੱਕ ਕਰਕੇ। ਸਾਨੂੰ ਵੀ ਕਿਹਾ ਜਾਂਦਾ ਵੀ ਤੁਸੀਂ ਆਪਣੇ ਯਾਦ ਨਹੀਂ ਰੱਖਣਾ, ਚੀਜ਼ਾਂ ਚੈੱਕ ਕਰਨੀਆਂ, ਕਿਉਂਕਿ ਲਾਅ ਬਦਲ ਜਾਂਦਾ ਹੈ, ਸੋ ਚੈੱਕ ਕਰਕੇ ਰਹਿੰਦੀਆਂ। ਪਰ ਤੁਸੀਂ ਫਿਰ ਮਤਲਬ ਉਹ ਹੋ ਸਕਦਾ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ, ਪਰ ਤੁਹਾਡੀ ਉਹ ਹੈਲਪ ਉਹਦਾ ਨੁਕਸਾਨ ਕਰਵਾ ਸਕਦੀ ਹੈ, ਕਿਉਂਕਿ ਉਹ ਚੀਜ਼ ਉੱਦਾਂ ਨਹੀਂ ਹੈ ਓਵਰ ਦਾ ਟਾਈਮ। ਹੁਣ ਮਤਲਬ ਇੰਨੇ ਸਾਲਾਂ 'ਚ ਕੀ ਕੁਛ ਬਦਲ ਗਿਆ ਹੁਣ ਤਾਂ, ਅਤੇ ਮਤਲਬ ਤੁਸੀਂ ਉਹਨੂੰ ਸਿੱਧੀ ਜੇ ਰੈਫਰੈਂਸ ਦੇਣੀ ਇੱਕ ਚੰਗੇ ਏਜੰਟ ਦੀ, ਜਾਂ ਜਿਹੜਾ ਤੁਸੀਂ ਬਿਲੀਵ ਕਰਦੇ ਹੋ, ਤੁਸੀਂ ਯੂਜ਼ ਕੀਤਾ, ਤੁਸੀਂ ਉਹਨੂੰ ਕਹੋ ਵੀ ਤੂੰ ਭਾਈ ਜਾ ਕੇ ਮਾਈਗ੍ਰੇਸ਼ਨ ਏਜੰਟ ਕੋਲ ਸਲਾਹ ਲੈ। ਭਾਵੇਂ ਮੈਂ ਤਾਂ ਕਹਿੰਦੀ ਨਹੀਂ ਕਲਾਇੰਟਸ ਨੂੰ ਵੀ, ਭਾਵੇਂ ਤੁਸੀਂ ਜ਼ਰੂਰੀ ਨਹੀਂ ਮੇਰੇ ਕੋਲ ਆਓ, ਕਿਸੇ ਕੋਲ ਵੀ ਜਾਓ ਜਿਹਦੇ ਕੋਲ ਤੁਸੀਂ ਜਾਣਾ ਚਾਹੁੰਦੇ ਹੋ, ਜਾਂ ਤੁਸੀਂ 2-3 ਕੋਲੇ ਵੀ ਜਾਓ। ਬੇਸਿਕਲੀ ਤੁਹਾਡੀ ਇਨਵੈਸਟਮੈਂਟ ਹੁੰਦੀ ਆ ਹੈ ਨਾ, ਕਿ ਤੁਸੀਂ 2-3 ਕੋਲੇ ਜਾਓ ਐਂਡ ਫੀਸ ਪੇ ਕਰਕੇ ਜਾਓ। ਹੁਣ ਕਈਆਂ ਦਾ ਇਹ ਵੀ ਹੁੰਦਾ ਕਿ ਤੁਸੀਂ ਫੀਸ ਚਾਰਜ ਕਰਦੇ ਆ ਕਿ ਫ੍ਰੀ ਕਰਦੇ ਆ, ਤਾਂ ਹੁਣ ਤੁਸੀਂ ਦੇਖੋ ਜੇ ਮੈਂ ਫ੍ਰੀ ਕੰਸਲਟੇਸ਼ਨ ਸਾਰਾ ਦਿਨ ਲਊਂਗੀ, ਮੇਰਾ ਤਾਂ ਸਾਰਾ ਦਿਨ ਨਿਕਲ ਜੂਗਾ, ਮੈਂ ਕੰਮ ਕਿਹੜੇ ਟਾਈਮ ਕਰੂੰਗੀ। ਸੋ ਰੈਦਰ ਦੈਨ ਮੈਂ
15-20 ਕਲਾਇੰਟ ਰੋਜ਼ ਦੇ ਦੇਖਾਂ ਤਾਂ ਮੈਨੂੰ ਚੰਗਾ ਮੈਂ 5 ਹੀ ਦੇਖ ਲਾਂ ਹੈ ਨਾ, 4 ਦੇਖ ਲਾਂ, 2 ਦੇਖ ਲਾਂ, ਕੋਈ ਗੱਲ ਨਹੀਂ, ਪਰ ਮੈਂ ਜਿਹੜਾ ਆਪ ਵੀ ਸੀਰੀਅਸ ਹੋਵੇ ਆਪਣੇ ਫਿਊਚਰ ਨੂੰ ਲੈ ਕੇ ਤੇ ਜਿਹੜਾ ਵੈਲਿਊ ਕਰੇ ਮੇਰੇ ਟਾਈਮ ਦੀ। ਸੋ ਮੈਂ ਸਟੂਡੈਂਟ ਕਹਿੰਦੀ ਵੀ ਜੇ ਚਲੋ ਜਿਹੜੇ ਵੀ ਪੇ ਕਰਦੇ ਲੈਂਦੇ ਸੰਗ, ਬਲਕਿ ਤੁਹਾਨੂੰ ਇੱਕ ਵੈਲਿਊਏਬਲ ਇਨਫੋਰਮੇਸ਼ਨ ਵੀ ਦਿੰਦੇ ਆ ਤਾਂ ਤੁਸੀਂ ਜਾ ਕੇ ਸਲਾਹ ਲਓ, ਚਾਹੇ 2-3 ਕੋਲੇ ਜਾਓ, ਕਿੰਨੀ ਕੁ ਫੀਸ ਆ, ਕਿਤੇ 200-300 ਲੱਗ ਵੀ ਜਾਊਗਾ, ਪਰ ਦੇਖੋ ਯੂਨੀਵਰਸਿਟੀ ਦੀਆਂ ਫੀਸਾਂ $1000 'ਚ ਭਰਨੀਆਂ, $1000 'ਚ ਹੈ, ਤੁਸੀਂ ਆਪਣਾ ਡਿਸਕਸ ਕਰਕੇ ਫਿਰ ਉਹ ਕਰੋ ਬਾਅਦ 'ਚ, ਰੈਦਰ ਦੈਨ ਤੁਸੀਂ ਕੁਛ ਇੱਦਾਂ ਦੀ ਮਿਸਟੇਕ ਕਰ ਲਈ ਕਿ ਜਿਹੜੀ ਤੁਹਾਨੂੰ ਫਿਰ ਮਹਿੰਗੀ ਪੈਣੀ ਹੈ, ਫਿਰ ਕੋਈ ਫਾਇਦਾ ਨਹੀਂ ਆ। ਹਾਂਜੀ, ਕਈ ਥੋੜੇ ਪੈਸਿਆਂ ਦਾ ਥੋੜਾ ਖਿੱਚ ਜਾਂਦੇ ਆ, ਪਰ ਉਹ ਫਿਰ ਕਿਤੇ ਸਾਡਾ 3000 ਫੀਸ ਦਾ ਵਾਪਸ ਨਹੀਂ ਆਇਆ, ਕਿਤੇ 4000 ਫਸ ਗਿਆ ਵੀ ਫੀਸ ਦਾ ਵਾਪਸ ਨਹੀਂ ਆਇਆ। ਇਹਦੇ ਵਿੱਚ ਮੈਂ ਸੌਰੀ ਕੱਟਣ ਲੱਗਾ ਥੋੜੀ ਗੱਲ, ਕੱਟ ਦੋ ਬਈ, ਮੈਂ ਐਡ ਇਹ ਕਰਨਾ ਚਾਹੁੰਦਾ, ਕਈ ਵਾਰੀ ਨਾ ਜਿਵੇਂ ਹੁਣ ਕਾਫੀ ਏਜੰਟ ਥੋੜਾ ਵੱਧ ਚਾਰਜ ਕਰਦੇ ਨੇ, ਕਈ ਵਾਰੀ ਉਹਨਾਂ ਨੂੰ ਲੱਗਦਾ ਹੁੰਦਾ ਕਿ ਯਾਰ ਇਹ ਮੈਨੂੰ ਐਵੇਂ ਵੱਧ ਚਾਰਜ ਕਰੀ ਜਾਂਦਾ, ਸੇਮ ਹੀ ਮਤਲਬ ਕੰਮ ਕਰ ਰਿਹਾ ਹੋਰ ਏਜੰਟ, ਉਹ ਘੱਟ ਚਾਰਜ ਕਰ ਰਿਹਾ, ਪਰ ਕਈ ਵਾਰੀ ਐਂ ਹੁੰਦਾ ਮੈਨੂੰ ਲੱਗਦਾ ਜਿਹੜਾ ਵੱਧ ਚਾਰਜ ਕਰ ਰਿਹਾ ਹੁੰਦਾ, ਹੋ ਸਕਦਾ ਹਰ ਕੋਈ ਨਹੀਂ ਹੁੰਦਾ ਇੱਦਾਂ, ਪਰ ਹੋ ਸਕਦਾ ਕਈ ਵਾਰੀ ਨਾ ਉਹਦਾ ਬੰਦੇ ਦਾ ਐਕਸਪੀਰੀਅੰਸ ਇੰਨਾ ਹੁੰਦਾ ਕਿ ਜਿੱਥੇ ਕਿਤੇ ਮੁਸੀਬਤ ਆ ਗਈ ਉੱਥੋਂ ਤੁਹਾਨੂੰ ਉਹ ਬਚਾਊਗਾ, ਉਹਦਾ ਐਕਸਪੀਰੀਅੰਸ ਹੁੰਦਾ। ਹਾਂਜੀ, ਇਹ ਚੀਜ਼ਾਂ ਮੈਨੂੰ ਬਹੁਤ ਸੁਣਨ ਨੂੰ ਮਿਲਦੀ ਹੈ ਖੈਰ, ਪਰ ਖੈਰ ਚਲੋ, ਕਿਉਂਕਿ ਕਈ ਵਾਰੀ ਗੱਲ ਕਹਿੰਦਾ ਮੈਨੂੰ ਵੀ ਖੈਰ ਦੂਸਰਿਆਂ ਨੂੰ ਵੀ ਕਹਿੰਦੇ ਹਮੇਸ਼ਾ ਜਿਹੜੇ ਸਟੂਡੈਂਟ ਜਾਂ ਕਲਾਇੰਟ ਵੀ ਕਹਿ ਲਓ ਜਾਂਦੇ ਇੱਧਰ ਉੱਧਰ, ਮੈਨੂੰ ਵੀ ਪਤਾ ਪੁੱਛਦੇ ਆ ਹੈ ਨਾ, ਬਟ ਅਗੇਨ ਤੁਸੀਂ ਨਹੀਂ ਕਹਿ ਸਕਦੇ ਹੁਣ ਅਗੇਨ ਕੋਈ ਡਾਕਟਰ ਤੁਹਾਨੂੰ ਕਿੰਨਾ ਚਾਰਜ ਕਰਦਾ, ਕੋਈ ਇਹ ਹਰ ਪ੍ਰੋਫੈਸ਼ਨ 'ਚ ਆ, ਇਹ ਸਿਰਫ ਏਜੰਟਸ ਦਾ ਨਹੀਂ ਹੈਗਾ ਮੈਨੂੰ ਲੱਗਦਾ ਨਾ ਸਾਰੇ ਜੀ। ਹਾਂਜੀ, ਤੇ ਇੱਦਾਂ ਹੀ ਤੁਸੀਂ ਹੁਣ ਜੇ ਜੋਬ ਲੈਣ ਜਾਓਗੇ, ਤੁਸੀਂ ਦੇਖੋ ਵੀ ਜੋਬ ਲੈਣ ਵੀ ਤਾਂ ਹੁਣ ਇੱਕ ਕਹਿ ਲਓ ਕੋਈ ਫੋਰ ਐਗਜ਼ਾਮਪਲ ਸ਼ੈਫ ਆ, ਇੱਕ ਸਟਾਰਟਿੰਗ ਸ਼ੈਫ ਆ, ਇੱਕ ਨੂੰ 15 ਸਾਲ ਹੋ ਗਏ ਕੰਮ ਕਰਦੇ ਨੂੰ, ਤਾਂ ਤੁਸੀਂ ਉਹਦਾ ਪੇ ਰੇਟ ਹੈ ਨਾ, ਜੇ ਤੁਸੀਂ ਰੈਸਟੋਰੈਂਟ ਰਨ ਕਰਦੇ ਆ ਤਾਂ ਤੁਸੀਂ ਆਫਕੋਰਸ ਜਿਹੜਾ ਸਕਿੱਲ ਦੇ ਹਿਸਾਬ ਨਾਲ ਵੀ ਪੇ ਆਫਰ ਕਰੋਗੇ ਹੈ ਨਾ। ਸੋ ਉਹੀ ਚੀਜ਼ ਏਜੰਟ ਦੀ ਹੋ ਜਾਂਦੀ, ਕੋਈ ਹੁਣ ਨਵਾਂ ਆ ਰਿਹਾ, ਅਗਲਾ ਸਟਾਰਟ ਕਰ ਰਿਹਾ, ਅਗਲੇ ਦੇ ਆਪਣੇ ਰੀਜ਼ਨਸ ਆ, ਹੋ ਸਕਦਾ ਅਗਲੇ ਦੇ ਖਰਚੇ ਘੱਟ ਆ, ਜਾਂ ਅਗਲਾ ਸਟਾਰਟ ਕਰ ਰਿਹਾ, ਉਹਨੂੰ ਵੀ ਐਕਸਪੀਰੀਅੰਸ ਦੀ ਲੋੜ ਆ, ਹਜੇ ਸਟਾਰਟ ਕਰੂਗਾ ਨਾ, ਕੋਈ ਤੁਹਾਡਾ ਅਗਲਾ ਪਹਿਲਾਂ ਮਾਈਗ੍ਰੇਸ਼ਨ ਏਜੰਟ ਤੁਸੀਂ ਹੁਣ ਜੇ ਕਹਿ ਲਓ ਮੇਰੇ ਵਰਗੇ 15 ਸਾਲ ਤੋਂ ਕੰਮ ਕਰ ਰਹੇ ਹਾਂ ਅਸੀਂ, ਤੁਹਾਡੀ ਨੌਲੇਜ ਬਣ ਗਈ, ਤੁਹਾਨੂੰ ਪਤਾ, ਚਲੋ ਕਈ ਵਾਰੀ ਇਕੱਲਾ ਕੰਮ ਦਾ ਹੀ ਨਹੀਂ ਹੁੰਦਾ, ਤੁਹਾਡੀ ਉਹ ਕਹਿੰਦੇ ਨੇ ਸਟ੍ਰੈਟਜੀ ਵੀ ਹੁੰਦੀ ਆ ਹੈ ਨਾ, ਸਲਾਹ ਵੀ ਬਹੁਤ, ਤੁਹਾਡਾ ਦਿਮਾਗ ਵੀ, ਜਿਹੜੀ ਚੀਜ਼ ਕਿਸੇ ਨੇ ਟਾਈਮ ਲਾ ਕੇ, ਹੋ ਸਕਦਾ ਨਵਾਂ ਸਟਾਰਟਿੰਗ ਏਜੰਟ ਜ਼ਿਆਦਾ ਟਾਈਮ ਲਾਵੇ ਕਿਉਂਕਿ ਉਹਨੂੰ ਟਾਈਮ ਲੱਗਣਾ, ਲੱਭਣਾ ਚੀਜ਼ਾਂ ਨਾ, ਆਪਣੀ ਰਿਸਰਚ ਕਰਨੀ ਆ, ਤੁਸੀਂ ਆਲਰੇਡੀ ਉਹ ਕੰਮ ਕਰ ਚੁੱਕੇ ਆ। ਹੁਣ ਜਿਹੜਾ ਐਕਸਪੀਰੀਅੰਸ ਏਜੰਟ ਆ, ਆਫਿਸ ਵੀ ਆ ਤੁਹਾਡਾ, ਖਰਚੇ ਵੀ ਆ, ਹੁਣ ਕੋਈ ਘਰੋਂ ਕੰਮ ਕਰ ਰਿਹਾ ਨਾ, ਸੋ ਆਪਣੇ ਆਪਣੇ ਰੀਜ਼ਨਸ ਹੁੰਦੇ ਆ। ਅਗੇਨ ਜਦੋਂ ਮੈਂ ਕਹਿੰਦੀ ਹਾਂ ਸਾਡੀ ਕੋਈ ਪ੍ਰਾਈਸ ਮੈਚਿੰਗ ਦੀ ਪੋਲਿਸੀ ਨਹੀਂ ਹੈਗੀ, ਸੋ ਆਪਣੀ ਤੁਸੀਂ ਦੇਖੋ ਹਰ ਕਿਸੇ ਦਾ ਆਪਣਾ, ਮੈਨੂੰ ਨਹੀਂ ਪਤਾ ਅਗਲੇ ਦੇ ਕੀ ਇੰਟਰਨਲ ਹੈਗਾ, ਮੈਨੂੰ ਆਪਣਾ ਪਤਾ ਵੀ ਆਫਿਸ ਲੈ ਕੇ ਜੋ ਤੁਸੀਂ ਬੈਠਦੇ ਆ, ਤੁਹਾਡੇ ਆਪਣੇ ਬਿੱਲ ਆ, ਖਰਚੇ, ਇੰਸ਼ੋਰੈਂਸ ਆ, ਸਟਾਫ ਆ, ਤੇ ਉਹ ਹਿਸਾਬ ਨਾਲ ਹੁੰਦੇ ਆ। ਬਾਕੀ ਤੁਸੀਂ ਆਪਣਾ ਕੰਮ ਕਰਦੇ, ਮੈਨੂੰ ਲੱਗਦਾ ਵੀ ਮੈਨੂੰ ਮੇਰੀ ਵੈਲਿਊ ਨਹੀਂ ਹੈ ਜੇ ਮੈਂ ਇੰਨੇ 'ਚ ਕੰਮ ਕਰਾਂ, ਕਿਉਂਕਿ ਇੰਨੇ ਸਾਲ ਹੋ ਗਏ ਕੰਮ ਕਰਦੇ, ਮੈਂ ਆਪਣੇ ਆਪ ਨੂੰ ਫਿਰ ਆਰਲੀ ਰੇਟ ਉਹ ਨਹੀਂ, ਮੈਂ $15-20 ਤੇ ਕੰਮ ਨਹੀਂ ਕਰ ਸਕਦੀ ਨਾ, ਜੇ ਮੈਂ ਕੈਲਕੂਲੇਟ ਕਰਾਂ ਕਿ ਕਿੰਨਾ ਟਾਈਮ ਪੈਂਦਾ ਹੈਗਾ। ਸੋ ਆਈ ਥਿੰਕ ਉਹ ਚੀਜ਼ ਇਹ ਆ ਵੀ ਵੈਲਿਊ ਦੇਖਣੀ ਚਾਹੀਦੀ ਆ ਹੈ ਨਾ। ਸੋ ਜੇ ਤੁਸੀਂ ਕਿੱਧਰ ਜਾਣਾ ਚਾਹੁੰਦੇ ਆਂਗੇ ਵੀ ਅਗੇਨ ਇਹ ਮੈਨੂੰ ਲੱਗਦਾ ਫੀਸ ਚਲੋ ਥੋੜਾ ਬਹੁਤਾ ਫਰਕ ਹੁੰਦਾ ਹੋਊਗਾ, ਖੈਰ ਕੋਈ ਜ਼ਿਆਦਾ ਤਾਂ ਹੁੰਦਾ ਨਹੀਂ ਆ, ਕਿਉਂਕਿ ਸਭ ਨੇ ਅਲਟੀਮੇਟਲੀ ਆਪਣੇ ਐਕਸਪੈਂਸਿਸ ਮੀਟ ਕਰਨੇ ਆ, ਪਰ ਜੇ ਤੁਸੀਂ ਰੈਦਰ ਦੈਨ ਇਕੱਲੀ ਫੀਸ ਨੂੰ ਦੇਖ ਕੇ ਨਾ ਕਰੋ, ਅਗੇਨ ਤੁਸੀਂ ਏਜੰਟ ਐਕਸਪੀਰੀਅੰਸ ਜਾਂ ਤੁਹਾਡੀ ਉਹਦੇ ਹਿਸਾਬ ਨਾਲ ਆਪਣੀ ਸਰਵਿਸ ਦੇ ਹਿਸਾਬ ਨਾਲ ਕਿ ਕਰ ਸਕਦਾ ਬੰਦਾ, ਉਹਨੂੰ ਐਕਸਪੀਰੀਅੰਸ ਹੈਗਾ ਹੈ ਨਾ, ਤਾਂ ਫਿਰ ਉਸ ਚੀਜ਼ ਨੂੰ ਤੁਸੀਂ ਆਈ ਥਿੰਕ ਦੇਖ ਕੇ। ਵਧੀਆ ਏਜੰਟ ਦੀ ਪਰਖ ਕੀ ਹੁੰਦੀ ਹੈ, ਮਤਲਬ ਕਿਵੇਂ ਬੰਦਾ ਪਰਖ ਕਰ ਸਕਦਾ ਕਿ ਵਧੀਆ ਹੈ ਜਾਂ ਨਹੀਂ? ਉਹ ਤਾਂ ਕੋਈ ਵੀ ਏਜੰਟ ਹੋਊਗਾ ਕਹੂਗਾ ਕਿ ਮੈਂ ਵਧੀਆ, ਮੈਂ ਐਂ ਕਹੂਗਾ। ਹਾਂਜੀ, ਪਰ ਮੈਂ ਗੂਗਲ ਰਿਵਿਊ ਤੇ ਵਿਸ਼ਵਾਸ ਕਰ ਸਕਦੇ ਕਿ ਨਹੀਂ? ਗੂਗਲ ਰਿਵਿਊ ਤੇ ਵੀ ਵਿਸ਼ਵਾਸ ਕਰ ਸਕਦੇ ਹਾਂ। ਅਗੇਨ ਉਹੀ ਗੱਲ ਆ ਵੀ ਜੈਨੂਇਨ, ਮੈਨੂੰ ਲੱਗਦਾ ਵਧੀਆ ਨਾਲੋਂ ਜੈਨੂਇਨ ਬੰਦਾ ਕੌਣ ਹੋਊਗਾ ਹੈ ਨਾ। ਸੋ ਇਹ ਆ ਵੀ ਤੁਹਾਨੂੰ ਅਗੇਨ ਤੁਸੀਂ ਦੇਖ ਸਕਦੇ ਆ ਵੀ ਗੂਗਲ ਰਿਵਿਊ ਵੀ ਹੁਣ ਅਗਲਾ ਪਾਉਂਦਾ, ਕਲਾਇੰਟਸ ਵੀ ਪਾਉਂਦਾ, ਹੁਣ ਕਈ ਤਾਂ ਕਹਿੰਦੇ ਪਾ ਦਿਓ, ਹੁਣ ਜਿਹੜੇ ਸਾਡੇ ਵਰਗੇ ਟੂ ਬੀ ਟਰੂ ਇਹ ਵੀ ਕਹਿ ਸਕਦੇ ਕਿ ਜੇ ਵੀਜ਼ਾ ਲੈਣਾ ਤੇ ਫਿਰ 5 ਸਟਾਰ ਪਾਓ, ਨਹੀਂ ਏਦਾਂ ਨਹੀਂ, ਆ ਸਾਡੇ ਸਟਾਫ ਚਲੋ ਕਹਿਦਾ ਵੀ ਤੁਸੀਂ ਰਿਵਿਊ ਪਾ ਦਿਓ, ਫੀਡਬੈਕ ਦੇ ਦਿਓ ਹੈ ਨਾ, ਜੋ ਮਰਜ਼ੀ ਪਾ ਦਿਓ, ਪਰ ਜੇ ਅਗਲੇ ਦਾ ਐਕਸਪੀਰੀਅੰਸ ਵਧੀਆ ਤਾਂ ਅਗਲਾ ਵਧੀਆ ਹੀ ਪਾਊਗਾ ਹੈ ਨਾ। ਐਂਡ ਟੂ ਬੀ ਓਨੈਸਟ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ, ਮੈਂ ਕਹਿੰਦੀ ਵੀ ਨਹੀਂ ਕੁਛ ਪਾਓ ਹੈ ਨਾ, ਇਟਸ ਓਕੇ ਕਿ ਜਦੋਂ ਪਾਉਣਾ ਠੀਕ ਹੈ, ਇਟਸ ਓਕੇ ਹੈ ਨਾ। ਹੁਣ ਤੁਹਾਡਾ ਕੰਮ ਹੀ ਬੋਲਦਾ, ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਹੁਣ ਚਾਹੇ ਤੁਸੀਂ ਫੀਸ ਵੱਧ ਵੀ ਚਾਰਜ ਕਰ ਲਓ, ਕਿ ਜਦੋਂ ਤੁਸੀਂ ਹੁੰਦੇ ਹੁਣ ਬਹੁਤ ਕਾਫੀ ਸਟੂਡੈਂਟ ਜਾਂ ਕਹਿ ਲਓ ਹੁਣ ਅੱਗੇ PR ਪਾਉਂਦੇ ਜਾਂ ਅੱਗੇ ਸੈਟਲ ਹੋ ਗਏ, ਆਪਣੀ ਫੈਮਿਲੀ ਬਣਾਉਣੀ ਆ ਹੈ ਨਾ, ਕਰਨਾ, ਉਹ ਮਤਲਬ ਮੇ ਬੀ ਮੈਨੂੰ ਲੱਗਦਾ ਫੀਸ ਨੂੰ ਇੰਨਾ ਤਰਜੀਹ ਨਹੀਂ ਦਿੰਦੇ, ਐਂਡ ਵਾਟ ਦੇ ਵਾਂਟ ਇਜ਼ ਸਰਵਿਸ, ਕਿਉਂਕਿ ਹਰ ਕੋਲੇ ਟਾਈਮ ਨਹੀਂ ਹੈਗਾ ਕਿਸੇ ਕੋਲੇ ਹੈ ਨਾ। ਐਂਡ ਮੈਂ ਵੀ ਜਿਹੜਾ ਕੰਮ ਮੇਰਾ ਨਹੀਂ ਆ, ਫੋਰ ਐਗਜ਼ਾਮਪਲ ਅਕਾਊਂਟਿੰਗ ਹੋ ਗਈ, ਕੁਛ ਵੀ ਮੈਂ ਨਹੀਂ ਕਰਨਾ ਪਾਉਂਗੀ, ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਨੂੰ ਚਾਹੀਦਾ ਬੰਦਾ ਜਿਹੜੇ ਇਹ ਨਹੀਂ ਕਿ ਮੇਰੀ ਭਕਾਈ ਕਰਾਵੇ ਹੈ ਨਾ, ਜਾਂ ਮੇਰਾ ਕੰਮ ਵਧਾ ਦੇ, ਖਰਾਬ ਕਰ ਦੇ, ਮੈਨੂੰ ਚਾਹੀਦਾ ਬੰਦਾ ਜਿਹੜਾ ਮੈਨੂੰ ਸਹੀ ਸਲਾਹ ਦੇ, ਮੇਰਾ ਟਾਈਮ ਤੇ ਕੰਮ ਕਰਦੇ ਤੇ ਮੈਨੂੰ ਗਾਈਡ ਕਰਦੇ ਹੈ ਨਾ। ਸੋ ਈਵਨ ਮੇਰੇ ਤੋਂ ਪੂਰਾ ਵੱਧ ਚਾਰਜ ਕਰ ਲਏ, ਬਿਕਾਜ਼ ਮੇਰੀ ਲਾਈਫ ਈਜ਼ੀ ਕਰਨ ਵਾਸਤੇ ਮੈਂ ਕਰਨਾ। ਆਈ ਥਿੰਕ ਸਿਮਿਲਰਲੀ ਏਜੰਟ ਦੀ ਗੱਲ ਆ ਵੀ ਜਿਹੜਾ ਏਜੰਟ ਤੁਹਾਨੂੰ ਸਮਝਾਵੇ, ਸਹੀ ਗੱਲ ਦੱਸੇ, ਨਾ ਕਿ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਆ ਹੈ ਨਾ, ਇਹ ਦੱਸੇ ਵੀ
ਭਾਈ ਇਹ ਚੀਜ਼ ਹੈਗੀ ਹੈ, ਇਹ ਨਹੀਂ ਆ। ਆਈ ਥਿੰਕ ਤੁਹਾਨੂੰ ਕੀ ਪਤਾ, ਜਿਵੇਂ ਮੋਸਟਲੀ ਸਾਡੇ ਸਟੂਡੈਂਟ ਜਾਂ ਕਲਾਇੰਟਸ ਨੂੰ ਪਤਾ ਹੁੰਦਾ ਕਿ ਅਸੀਂ ਕੀ ਡਾਕੂਮੈਂਟ ਲਏ ਆ, ਕੀ ਦਿੱਤੇ ਆ। ਕਈ ਇਹ ਕਹਿੰਦੇ ਵੀ ਤੁਸੀਂ ਬਾਹਲਾ ਕੰਮ ਕਰਾਉਣੇ ਆ, ਬਾਹਲੇ ਡਾਕੂਮੈਂਟਸ ਮੰਗਦੇ ਆ, ਹੈ ਨਾ। ਤੁਹਾਨੂੰ ਕਾਹਦੇ ਲਈ ਅਸੀਂ ਕੀਤਾ ਗਾ ਜੇ ਅਸੀਂ ਆਪ ਹੀ ਕਰਨਾ। ਬਟ ਇਨਫੋਰਮੇਸ਼ਨ ਤਾਂ ਤੁਸੀਂ ਦੇਣੀ ਆ। ਜੇ ਤੁਸੀਂ ਇਨਫੋਰਮੇਸ਼ਨ ਨਹੀਂ ਦੋਗੇ ਤਾਂ ਅਸੀਂ ਕਿੱਦਾਂ ਉਹ ਕਰਾਂਗੇ, ਹੈ ਨਾ। ਅਸੀਂ ਤੁੱਕੇ ਨਹੀਂ ਮਾਰ ਕੇ ਕਰ ਸਕਦੇ। ਹੁਣ ਮੈਨੂੰ ਨਹੀਂ ਪਤਾ ਹੋਊਗਾ ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੋਇਆ ਪਹਿਲਾਂ ਕਿ ਨਹੀਂ ਹੋਇਆ, ਹੈ ਨਾ, ਕਿਸੇ ਕੰਟਰੀ ਦਾ, ਕਿੱਦਾਂ ਤੁਸੀਂ ਦੱਸੋਗੇ ਮੈਨੂੰ ਫੋਰ ਐਗਜ਼ਾਮਪਲ। ਸੋ ਨਿੱਕੀ ਇਨਫੋਰਮੇਸ਼ਨ ਹੁੰਦੀ ਆ, ਅਸੀਂ ਸਾਰੀ ਇਨਫੋਰਮੇਸ਼ਨ ਕਲਾਇੰਟ ਤੋਂ ਲੈ ਕੇ ਉਹਨੂੰ ਬੈਸਟ ਤਰੀਕੇ ਨਾਲ ਪ੍ਰਪੇਅਰ ਕਰਕੇ ਡਿਪਾਰਟਮੈਂਟ ਦੇ ਅੱਗੇ ਰੱਖਣਾ। ਏਜੰਟ ਦਾ ਕੰਮ ਹੁੰਦਾ ਕਿ ਗਾਈਡ ਕਰਨਾ, ਰਿਕੁਆਇਰਮੈਂਟਸ ਦੇਖਣੀਆਂ, ਡੈਡਲਾਈਨਸ ਮੀਟ ਕਰਨੀਆਂ ਕਿ ਵੀਜ਼ਾ ਐਕਸਪਾਇਰੀ ਤੋਂ ਪਹਿਲਾਂ ਜਾਂ 28 ਡੇ ਪੀਰੀਅਡ, ਜਿਹੜਾ ਵੀ ਚੀਜ਼ਾਂ, ਉਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਤੇ ਉਹਨੂੰ ਗਾਈਡ ਕਰਨਾ। ਕਲਾਇੰਟ ਦੀ ਜ਼ਿੰਮੇਵਾਰੀ ਹੈ ਇਨਫੋਰਮੇਸ਼ਨ ਦੇਣੀ ਹੈ। ਉਹ ਜਿਵੇਂ ਡਾਕਟਰ ਕੋਲੇ ਜਾਂਦੇ ਤੁਸੀਂ ਪ੍ਰੋਪਰ ਨਹੀਂ ਸਮਝਾਓਗੇ ਵੀ ਪ੍ਰੋਬਲਮ ਕਿੱਥੇ, ਦਰਦ ਕਿੱਥੇ ਆ, ਕਿਉਂ ਹੋ ਰਿਹਾ, ਕਦੋਂ ਤੋਂ ਹੋ ਰਿਹਾ। ਏਜੰਟ ਸਭ ਤੋਂ ਪਹਿਲੀ ਗੱਲ ਤਾਂ ਮਾਈਗ੍ਰੇਸ਼ਨ ਏਜੰਟ, ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹੀ ਯੂਜ਼ ਕਰੋ ਤੁਸੀਂ। ਚਾਹੇ ਸਰਚ ਕਰ ਲਓ ਮਾਰਾ ਦੀ ਵੈਬਸਾਈਟ 'ਤੇ, ਜਾਂ ਤੁਹਾਨੂੰ ਪਤਾ ਹੀ ਹੁੰਦਾ ਮਾਰਾ ਨੰਬਰ ਕਿੰਨਾ ਦੇ, ਜਾਂ ਆਪਾਂ ਜੋ ਆਪਣੀ ਕਮਿਊਨਿਟੀ 'ਚ ਜੇ ਆਪਾਂ ਦੇਖਦੇ ਹਾਂ ਤਾਂ ਛੋਟੇ, ਹੈ ਨਾ, ਛੋਟਾ ਸ਼ਹਿਰ ਆਪਣਾ ਪਤਾ ਹੀ ਹੁੰਦਾ ਗਾ, ਹੈ ਨਾ। ਸੋ ਜੇ ਵੀ ਕਿਤੇ ਵੀ ਕਿਸੇ ਵੀ ਸਟੇਟ 'ਚ ਬੈਠੇ ਹੋ, ਸਾਡੇ ਕਲਾਇੰਟ ਸਾਡੇ ਈਸਟਰਨ ਸਟੇਟਸ 'ਚ ਵੀ ਹੈਗੇ ਆ, ਕਿਉਂਕਿ ਜਿਹਨਾਂ ਟਰਸਟ ਬਣਿਆ ਹੁੰਦਾ ਤੁਹਾਡੇ ਤੋਂ ਕੰਮ ਕਰਾਉਂਦੇ ਆ, ਕਈ ਰੈਫਰੈਂਸ ਨਾਲ ਆਉਂਦੇ ਆ। ਅਗੇਨ ਵਰਡ ਆਫ ਮਾਊਥ ਬਹੁਤ ਵੱਡੀ ਚੀਜ਼ ਆ। ਆਈ ਥਿੰਕ ਜਿਹਨੇ ਯੂਜ਼ ਕੀਤਾ ਹੁੰਦਾ ਅਗਲਾ ਕੌਨਫੀਡੈਂਟਲੀ ਕਹਿੰਦਾ, ਅਤੇ ਕਈ ਲੋਕੀ ਬਹੁਤ ਬਿਲੀਵ ਕਰਦੇ ਹਨ। ਸਾਡੇ ਮੋਸਟਲੀ ਕਲਾਇੰਟਸ ਇੱਦਾਂ ਰੈਫਰਲ ਨਾਲ ਆਉਂਦੇ ਆ। ਰਿਪੀਟ ਕਲਾਇੰਟਸ ਬਹੁਤ ਆ, ਕਿਉਂਕਿ ਜਿਹੜੇ ਸ਼ੁਰੂ 'ਚ ਆਏ ਆ, ਸ਼ੁਰੂ ਤੋਂ ਲੈ ਕੇ ਐਂਡ ਤੱਕ, ਮਤਲਬ ਤੁਸੀਂ, ਕਿਉਂਕਿ ਉਹਨਾਂ ਨੂੰ ਟਰਸਟ ਬਣਿਆ ਹੁੰਦਾ, ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲ ਹੁੰਦੀ ਆ, ਤਾਂ ਉਹ ਕਾਫੀ ਮਤਲਬ ਜਾਂਦੇ ਆ, ਹੈ ਨਾ, ਦੱਸ ਸਕਦੇ ਆ। ਵਰਡ ਮਾਊਥ ਸਭ ਤੋਂ ਵਧੀਆ ਹੁੰਦਾ। ਜਿਹੜੇ ਰਿਵਿਊਜ਼ ਵੀ ਚਲੋ ਕਲਾਇੰਟਸ ਪਾਉਂਦੇ ਆ, ਪਲੱਸ ਬੋਲ ਕੇ ਜੇ ਕਿਸੇ ਨੇ ਕਹਿ ਦੇਣਾ ਉਦੋਂ ਵੀ ਵੱਡੀ ਗੱਲ ਹੁੰਦੀ ਆ। ਹਾਂਜੀ ਬਿਲਕੁਲ। ਬਾਕੀ ਮੈਂ ਇੱਕ ਕੁਐਸਚਨ ਤੁਹਾਨੂੰ ਪੁੱਛਣਾ ਚਾਹੁੰਦਾ। ਦੇਖੋ ਇਹ ਮੇਰੇ ਨਾਲ ਇੱਕ ਮੁੰਡਾ ਬੈਠਾ, ਇਹਨੇ ਕਿਹਾ ਸੀ ਮੈਨੂੰ ਪੁੱਛਣੀ, ਮੈਂ ਆਸਕਿੰਗ ਫॉर ਅ ਫਰੈਂਡ ਕਹਿ ਦੋ, ਆਸਕਿੰਗ, ਹਾਂ ਇਹ ਤਾਂ ਬੜਾ ਜਾਂਦਾ ਕਿ ਮੇਰਾ ਨਹੀਂ, ਮੇਰੇ ਫਰੈਂਡ ਨੇ। ਮੈਂ ਨਹੀਂ ਪੁੱਛ ਰਿਹਾ ਇਹ। ਤੇ ਦੇਖੋ ਪਤਾ ਨਹੀਂ ਬਹੁਤ ਵਿਊਅਰ ਸਾਨੂੰ ਕਹਿ ਰਹੇ ਸੀ ਮੈਸੇਜ ਕਰਕੇ, ਫੋਲੋਅਰ ਕਿੰਨੇ ਨੇ ਆਪਣੇ? 17। ਸੋ ਜਿਹੜੇ ਆਪਣੇ ਫੋਲੋਅਰ ਨੇ, ਮੈਂ ਕਿਹਾ 17 ਫੋਲੋਅਰ ਨੇ ਇੰਸਟਾਗ੍ਰਾਮ, ਉਹਨਾਂ 'ਚੋਂ ਕੋਈ ਪੁੱਛ ਰਿਹਾ ਹੋਣਾ ਕਿ ਐਜ਼ ਏ ਇਮੀਗ੍ਰੇਸ਼ਨ ਏਜੰਟ ਬੰਦਾ ਪੈਸੇ ਕਿੰਨੇ ਕਮਾਉਂਦਾ, ਸ਼ੇਅਰ ਕਰ ਸਕਦੇ ਹੋ ਤਾਂ ਆਪਦੇ ਬਾਰੇ, ਜਾਂ ਕੋਈ ਐਗਜ਼ਾਮਪਲ ਦੇ ਦਿਓ ਵੈਸੇ, ਕੋਈ ਰਫ ਫਿਗਰ ਤੁਹਾਨੂੰ ਲੱਗਦਾ? ਕਹਿਣਾ ਬੜਾ ਔਖਾ ਹੋ ਜਾਂਦਾ ਗਾ। ਅਗੇਨ ਇਹ ਤਾਂ ਹੁਣ ਤੁਹਾਡੇ ਤੇ ਤੁਸੀਂ ਕਿੰਨਾ ਕੰਮ ਕਰ ਲੈਣਾ, ਹੈ ਨਾ। ਹੁਣ ਇਹ ਮੈਨੂੰ ਵੀ ਨਹੀਂ ਪਤਾ ਕੌਣ ਕਿੰਨੇ ਕਮਾਉਂਦਾ ਹੋਊਗਾ, ਆਪਣਾ ਐਵਰੇਜ ਤੁਸੀਂ ਕਿੱਥੋਂ ਕਮਾਈ ਆਉਂਦੀ, ਇਦਾਂ ਪੁੱਛ ਸਕਦੇ। ਬਾਕੀ ਹੁਣ ਇਹ ਡਿਪੈਂਡ ਕਰਦਾ ਵੀ ਤੁਸੀਂ ਕੀ ਕਹਿੰਦੇ ਹੁੰਦੇ ਆ, ਆਪਣਾ ਮਤਲਬ ਕਿੰਨਾ ਕੰਮ ਕਰਨਾ ਚਾਹੁੰਦੇ ਆ, ਹੈ ਨਾ, ਕਿੰਨੀ ਤੁਹਾਡੀ ਫੀਸ ਆ, ਕਿੰਨੇ ਤੁਹਾਡੇ ਕਲਾਇੰਟ ਆ, ਹੁਣ ਕਿੰਨੇ ਟੀਮ ਆ ਤੁਹਾਡੀ, ਉਹ ਵੀ ਇਹ ਵੀ ਹੁਣ ਕਮਾਉਂਦੇ ਦਾ ਕੀ ਮਤਲਬ, ਤੁਹਾਡੀ ਟਰਨਓਵਰ ਉਨੀ ਕਹਿੰਦੇ ਆ ਤੁਸੀਂ, ਜਾਂ ਤੁਸੀਂ ਕਹਿੰਦੇ ਵੀ ਖਰਚੇ ਕੱਢ ਕੇ ਤੁਹਾਡੇ ਪੱਲੇ ਕਿੰਨੇ ਪੈਂਦੇ ਆ। ਹੋ ਸਕਦਾ ਕਈਆਂ ਦੀ ਕੰਮ ਜ਼ਿਆਦਾ ਕਰਦੇ ਹੋਣ ਪਰ ਪ੍ਰੋਫਿਟੇਬਿਲਿਟੀ ਘੱਟ ਹੋਵੇ, ਕਈਆਂ ਦਾ ਕੰਮ ਘੱਟ ਕਰਕੇ, ਜਿਹਨਾਂ ਦੇ ਮੈਂ ਤੁਹਾਨੂੰ ਦੱਸਿਆ ਜਿਵੇਂ ਓਵਰਹੈਡਸ ਨਹੀਂ ਹੈਗੇ, ਕੋਈ ਆਪਣਾ ਸੋਲ ਟਰੇਡਰ ਕਰਦਾ, ਘਰੋਂ ਕਰਦਾ, ਖਰਚੇ ਘੱਟ ਆ, ਉਹ ਹੋ ਸਕਦਾ ਸਾਡੇ ਵਰਗਿਆਂ ਨਾਲੋਂ ਪ੍ਰੋਫਿਟ ਜ਼ਿਆਦਾ ਹੋਵੇ, ਹੈ ਨਾ। ਸੋ ਇਹ ਕਹਿਣਾ ਬਹੁਤ ਮੁਸ਼ਕਿਲ ਹੁੰਦਾ। ਤੇ ਬਾਕੀ ਮੈਨੂੰ ਲੱਗਦਾ ਕੋਈ ਕਹਿੰਦਾ ਵੀ ਨਹੀਂ, ਦੱਸਦਾ ਵੀ ਨਹੀਂ ਹੁੰਦਾ ਵੀ ਕਿੰਨੇ ਕਮਾਉਂਦਾ। ਬਟ ਅਗੇਨ ਮੈਨੂੰ ਲੱਗਦਾ ਵੀ ਮੇਰੇ ਲਈ ਖੈਰ ਬਿਜ਼ਨਸ ਨਾਲੋਂ ਜ਼ਿਆਦਾ ਪ੍ਰੋਫੈਸ਼ਨ ਆ, ਹੈ ਨਾ, ਕਿ ਮੈਂ ਆਪਣੇ ਆਪ ਨੂੰ ਐਜ਼ ਅ ਪ੍ਰੋਫੈਸ਼ਨਲ ਜ਼ਿਆਦਾ ਕਹਿਣਾ ਪਸੰਦ ਕਰਦੀ ਹਾਂ ਰੈਦਰ ਦੈਨ ਕਹਿਣਾ ਕਿ ਵੀ ਬਿਜ਼ਨਸ। ਚਲੋ ਤੁਸੀਂ ਇਹਨਾਂ ਦੇ ਅਕਾਊਂਟੈਂਟ ਨੂੰ ਫੋਨ ਲਾਓ ਤਾਂ ਪੁੱਛ ਲੈਣ ਦੀ ਨਹੀਂ। ਆਪਾਂ ਹੁਣ ਦੇਖੋ ਮੈਂ ਕੁਐਸਚਨ ਤੋਂ ਭੱਜਣ ਨਹੀਂ ਦਿੰਦਾ ਕਿਸੇ ਨੂੰ, ਇਹ ਮੇਰੀ ਖਾਸੀਅਤ ਹੈ। ਆਪਣੇ ਕੋਈ ਮੰਨ ਲਓ ਕੋਈ ਬੰਦਾ ਜਿਹਦੀ ਇੱਕ ਰੈਂਟ 'ਤੇ ਲਿੱਤੀ ਸੀ ਸ਼ਾਪ, ਅਤੇ ਉਹ ਇਮੀਗ੍ਰੇਸ਼ਨ ਏਜੰਟ ਆ, ਇਕੱਲਾ ਹੀ ਕੰਮ ਕਰਦੇ ਨੇ, ਅਤੇ ਉਹ ਕਿੰਨੇ ਤੁਹਾਡੇ ਹਿਸਾਬ ਨਾਲ ਕਮਾਉਂਦੇ ਹੋਣਗੇ ਐਸਟੀਮੇਟ? ਹੁਣ ਇਹ ਵੀ ਤੁਸੀਂ ਦੇਖੋ, ਉਹ ਮਤਲਬ ਕਰਦੇ ਨੇ 100 ਸਟੂਡੈਂਟ। ਪਰ ਮੈਂ ਤੁਹਾਨੂੰ ਉਹ ਦੱਸਦੀ ਹਾਂ ਵੀ ਜਿਵੇਂ ਹੁਣ ਆਪਾਂ ਆਫਿਸ ਵੀ ਹੁਣ ਤੁਸੀਂ ਦੇਖ ਲਓ, ਹੈ ਨਾ, ਹੋ ਸਕਦਾ ਕਿਸੇ ਨੇ ਵੱਡਾ ਆਫਿਸ ਲਿਆ ਤੇ ਕੰਮ ਘੱਟ ਕਰਦਾ, ਹੈ ਨਾ, ਕਿਸੇ ਨੇ ਆਫਿਸ ਛੋਟਾ ਲਿਆ ਤੇ ਪਰ ਕੰਮ ਬੜਾ, ਉਹ ਕਹਿੰਦੇ ਨਾ ਕਈ ਹੁੰਦੇ ਮੇਰੇ ਵਰਗੇ ਰੌਲਾ ਬੜਾ ਪਾ ਦਿੰਦੇ ਆ, ਹੈ ਨਾ, ਜਿਹੜੇ ਜ਼ਿਆਦਾ ਪਾਉਂਦੇ, ਕਈ ਚੁੱਪ ਚਪੀਤੇ ਕੰਮ ਬਹੁਤ ਕਰਦੇ ਹੈਗੇ ਪਰ ਉਹ ਵੀ ਗੱਲ ਐਡਵਰਟਾਈਜ਼ ਨਹੀਂ ਕਰਦੇ, ਲੋਕਾਂ ਸਾਹਮਣੇ ਨਹੀਂ ਆਉਂਦੇਗੇ, ਹੋ ਸਕਦਾ ਕੰਮ ਘੱਟ ਚਾਰਜ ਕਰਦੇ ਪਰ ਕਲਾਇੰਟਸ ਜ਼ਿਆਦਾ ਹੁੰਦੇ ਆ, ਹੈ ਨਾ। ਕਈ ਸਾਡੇ ਵਰਗੇ ਕਲਾਇੰਟਸ ਘੱਟ ਲੈਣਾ ਚਾਹੁੰਦੇ ਆ, ਚਾਰਜ ਕਰ ਲਓ, ਕੁਆਲਿਟੀ 'ਚ ਬਿਲੀਵ ਕਰਦੇ। ਸੋ ਆਈ ਥਿੰਕ ਇਹ ਕਹਿਣਾ ਬੜਾ ਮੁਸ਼ਕਿਲ ਆ। ਹੁਣ 100 ਸਟੂਡੈਂਟ ਵੀ ਕਰੂਗਾ, ਹੁਣ ਜਿਹੜਾ 500 ਚਾਰਜ ਕਰੂਗਾ ਤੁਸੀਂ ਆਪ ਹਿਸਾਬ ਨਾਲ ਲਾ ਲਓ, ਉਹ ਕਰ ਲਓ। ਜੇ ਕੋਈ 1000 ਚਾਰਜ ਕਰ ਲਿਆ ਉਸ ਹਿਸਾਬ ਨਾਲ ਕਰ ਰਿਹਾ, ਲਾ ਲਿਓ ਵੀ ਹਿਸਾਬ। ਕਈ ਸਟੂਡੈਂਟ ਵੀਜ਼ਾ ਤਾਂ ਤੁਸੀਂ ਦੇਖੋ ਵੀ 500 ਤਾਂ ਖੈਰ ਮੈਨੂੰ ਲੱਗਦਾ ਨਹੀਂ ਕੋਈ ਕਰਦਾ ਹੋਊਗਾ। ਅਗੇਨ ਇਹ ਵੀ ਆ ਵੀ, ਹੈ ਨਾ, ਤੁਸੀਂ ਆਪਣਾ ਉਸ ਹਿਸਾਬ ਨਾਲ ਖਰਚੇ ਦੇਖ ਕੇ ਕਰੋਗੇ। 5 ਤੋਂ 2000 ਤੱਕ ਵੀ ਫੀਸ ਚਲੀ ਜਾਂਦੀ ਹੈ, ਹੈ ਨਾ, ਕਿ ਜੇ ਹੁਣ ਤੁਹਾਡੀ ਕੰਪਲੀਕੇਸ਼ਨਸ ਕੀ ਆ ਕੇਸ ਦੀਆਂ, ਡਿਪੈਂਡ ਕਰਦਾ ਗਾ। ਸੋ ਇਹ ਕਹਿਣਾ ਮੈਨੂੰ ਲੱਗਦਾ ਬਾਕੀ ਕਿਹਦਾ ਕੀ ਕਰਦਾ, ਹੁਣ ਕੋਈ ਸਟੂਡੈਂਟ ਹੀ ਕਰਦਾ, ਸਟੂਡੈਂਟਸ ਅਗੇਨ ਕਿੰਨੀ ਰੇਂਜ ਦੱਸ ਦਿਓ, ਕਿੰਨੀ ਕੁ ਫੀਸ ਚਾਰਜ ਕਰ ਲਓਗੇ, ਹੈ ਨਾ, ਕਿੰਨੀ ਰੇਂਜ ਤੋਂ ਕਿੰਨੇ ਤੱਕ ਦੱਸ ਸਕਦੇ ਹੋ? ਕਾਹਦੇ ਲਈ? ਮਤਲਬ
ਐਨੂਅਲ ਟਰਨਓਵਰ ਬਾਕੀ ਜਿਹੜੇ ਇਹ ਹੁਣ ਕਹਿ ਹੀ ਨਹੀਂ ਸਕਦੇ ਤਾਂ ਕਿਸੇ ਵੀ ਪ੍ਰੋਫੈਸ਼ਨ ਦੇ ਹਿਸਾਬ ਨਾਲ ਆ ਹੁੰਦਾ ਦੇਖੋ ਜਿਹੜਾ ਵਿਚਾਰਾ ਸਟਾਰਟ ਕਿਸੇ ਨੇ ਕੰਮ ਸ਼ੁਰੂ ਕਰਨਾ ਆਸਕਿੰਗ ਫॉर ਅ ਫਰੈਂਡ ਇਹ ਨਾ ਪਤਾ ਲੱਗੇ ਕੱਲ ਨੂੰ ਤੁਹਾਡੇ ਨਹੀਂ ਬੈਠਾ ਨਹੀਂ ਚਲੋ ਕੋਈ ਨਾ ਕਹਿਣਾ ਬੜਾ ਮੁਸ਼ਕਿਲ ਆ ਕਹਿਣਾ ਮੁਸ਼ਕਿਲ ਹੈ ਨਾ ਕਿਉਂਕਿ ਕਲਾਇੰਟਸ ਤੇ ਡਿਪੈਂਡ ਕਰਦਾ ਅਗੇਨ ਹੁਣ ਤੁਸੀਂ ਕਿੰਨੇ ਕਲਾਇੰਟਸ ਲੈਣੇ ਕਿੰਨਾ ਕੰਮ ਕਰਦੇ ਹੋ ਜ਼ਿਆਦਾ ਤੁਸੀਂ ਛੋਟੇ ਕੇਸ ਕਰਦੇ ਆ TR ਸਟੂਡੈਂਟ ਤੇ ਕਰਦੇ ਆ ਜਾਂ ਤੁਸੀਂ EMPLOYER ਸਪਾਂਸਰ ਸਕਿਲਡ ਮਾਈਗ੍ਰੇਸ਼ਨ ਵਾਲੇ ਕਰਦੇ ਆ ਇਨਫੈਕਟ ਆਪਣੇ ਮੈਂ ਜਿੱਥੋਂ ਤੱਕ ਤੁਹਾਨੂੰ ਤੁਸੀਂ ਸੁਣਨਾ ਚਾਹੁੰਦੇ ਦੇਸੀ ਏਜੰਟ ਵਿਚਾਰੇ ਜ਼ਿਆਦਾ ਸਟੂਡੈਂਟਸ ਅਟੈਂਡ ਕਰਦੇ ਆ ਹੈ ਨਾ ਚਲੋ ਸਕਿਲਡ ਮਾਈਗ੍ਰੇਸ਼ਨ ਵੀ ਕਰਦੇ ਆ ਘੱਟ ਕਰਦੇ ਆ ਐਜ਼ ਕੰਪੇਅਰ ਟੂ ਚਲੋ ਹੁਣ ਥੋੜ੍ਹਾ ਜਿਹਾ ਹੋਇਆ ਜਿਵੇਂ ਅੱਗੇ ਸਟੂਡੈਂਟ ਸਭ ਤੋਂ ਹੈਡੇਕ ਆ ਬਲਕਿ ਹੈ ਨਾ ਪੇਪਰ ਵਰਕ ਤੇ ਕਿਸਾਂ ਦੀ ਫੀਸ ਘੱਟ ਆ ਵੇਅਰ ਐਜ਼ ਦੂਜੇ ਸਕਿਲਡ ਮਾਈਗ੍ਰੇਸ਼ਨ ਹੋ ਗਏ ਤੁਸੀਂ EMPLOYER ਸਪਾਂਸਰ ਹੋ ਗਏ ਆਪਣੀ ਇਹ ਵੀ ਥੋੜ੍ਹੀ ਜਿਹੀ ਕਮਿਊਨਿਟੀ 'ਚ ਇਹ ਰਹਿੰਦੀ ਆ ਬੜੀ ਵੀ ਹਾਂ ਚਲੋ ਗੋਰੇ ਏਜੰਟ ਕੋਲੇ ਚਲੇ ਜਾਓ ਇਹ ਮੈਨੂੰ ਨਹੀਂ ਪਤਾ ਸ਼ਾਇਦ ਤੁਹਾਨੂੰ ਲੱਗਦਾ ਹੋ ਹੈ ਨਾ ਕਈਆਂ ਦਾ ਹਾਂਜੀ ਤਾਂ ਉਹ ਮਤਲਬ ਦੇਸੀ ਏਜੰਟ ਤੋਂ ਭਰਾ ਵੱਧ ਲਾ ਕੇ ਚਾਰਜ ਕਰਨਗੇ ਉੱਥੇ ਖੁਸ਼ੀ ਦੇ ਵੀ ਦਿੰਦੇ ਆ ਹਨ ਸੋ ਐਂਡ ਉਹਨਾਂ ਦਾ ਬਿਜ਼ਨਸ ਮਾਡਲ ਇੱਦਾਂ ਦਾ ਤੇ ਉਹਨਾਂ ਦੇ ਕੇਸਿਸ ਹੈ ਨਾ ਮਤਲਬ ਵੀ ਕਈ ਕਰਦੇ ਹੀ ਬਸ ਇੱਦਾਂ ਦੇ ਹੁਣ ਕਈ ਗੋਰੇ ਏਜੰਟ ਆ ਉਹ ਕਈ ਇੱਦਾਂ ਦੇ ਵੀ ਡੂ ਐਵਰੀਥਿੰਗ ਐਕਸੈਪਟ ਸਟੂਡੈਂਟਸ ਹੈ ਨਾ ਐਂਡ ਅਗੇਨ ਉਹੀ ਗੱਲ ਬੀਇੰਗ ਤੁਸੀਂ ਕਹਿ ਲਓ ਬੈਕਗਰਾਊਂਡ ਕਰਕੇ ਮੈਨੂੰ ਇਹ ਚੀਜ਼ ਹੁੰਦੀ ਹੈ ਵੀ ਹੈ ਨਾ ਸਟੂਡੈਂਟਸ ਨਹੀਂ ਕਰਦੇ ਫਿਰ ਉਹ ਸਟੂਡੈਂਟ ਹੀ ਤਾਂ ਆਏ ਆ ਜਿਹੜੇ ਸਟੂਡੈਂਟਸ ਨਹੀਂ ਕਰਨਗੇ ਤਾਂ ਉਹੀ ਅੱਗੇ ਜਾ ਕੇ ਕੈਂਡੀਡੇਟ ਆ PR ਸਕਿੱਲ ਦੇ ਹਨ ਬਲਕਿ ਉਹ ਆਪਣੇ ਦੇਸੀ ਏਜੰਟਸ ਹੀ ਹੁੰਦੇ ਆ ਇੰਡੀਅਨ ਏਜੰਟਸ ਕਹਿ ਲਓ ਜਾਂ ਦੂਜੇ ਕਮਿਊਨਿਟੀ ਦੇ ਵੀ ਜਿਹੜੇ ਸਟੂਡੈਂਟਸ ਦੀ ਕਰਦੇ ਹੈਗੇ ਹਾਂਜੀ ਕੈਨੇਡਾ ਤੋਂ ਵੀ ਮਾਈਗ੍ਰੇਸ਼ਨ ਹੋ ਰਹੀ ਹੈ ਇੱਧਰ ਤੁਹਾਨੂੰ ਲੱਗਦਾ ਆਸਟ੍ਰੇਲੀਆ ਤੋਂ ਹੁਣ ਥੋੜਾ ਰੀਸੈਂਟ ਕੈਨੇਡਾ ਤੋਂ ਇੰਨੀ ਨਹੀਂ ਹੈਗੀ ਪਿੱਛੇ ਜੇ ਕਿਉਂਕਿ ਆਪਣੇ ਆਸਟ੍ਰੇਲੀਆ ਦਾ ਕਾਫੀ ਸਟ੍ਰਿਕਟ ਸੀਗਾ ਤਾਂ ਆਸਟ੍ਰੇਲੀਆ ਤੋਂ ਸਟੂਡੈਂਟਸ ਕਾਫੀ ਚਲੇ ਗਏ ਸੀ ਉਦੋਂ ਆਪਣੇ ਬਾਰਡਰਸ ਬੰਦ ਕਰਕੇ ਸੋ ਇੱਥੋਂ ਸਟੂਡੈਂਟਸ ਜ਼ਿਆਦਾ ਜਾਣਾ ਚਾਹੁੰਦੇ ਆ ਜਦੋਂ ਇੱਥੇ ਪਹਿਲਾਂ ਸੀਗਾ ਵੀ ਕੁਝ ਕੰਮ ਨਹੀਂ ਰਿਹਾ ਕੁਝ ਨਹੀਂ ਤਾਂ ਸਟੂਡੈਂਟਸ ਕੈਨੇਡਾ ਜਾਣਾ ਚਾਹੁੰਦੇ ਸੀਗੇ ਪਰ ਹੁਣ ਕਿਉਂਕਿ ਆਪਣੀ WA ਸਟੇਟ ਨੇ ਕਾਫੀ ਰਿਲੈਕਸ ਰਿਕੁਆਇਰਮੈਂਟਸ ਕੀਤੀਆਂ ਹੋਈਆਂ ਤਾਂ ਸਟੂਡੈਂਟਸ ਇੱਥੇ ਜ਼ਿਆਦਾ ਪ੍ਰੈਫਰ ਕਰ ਰਹੇ ਰਹਿਣ ਹਾਂਜੀ ਮੈਨੂੰ ਇਦਾਂ ਲੱਗ ਕੈਨੇਡਾ ਤੋਂ ਜ਼ਿਆਦਾ PR ਦੀਆਂ ਇਨਕੁਆਇਰੀਜ਼ ਬਹੁਤ ਆਉਂਦੀਆਂ ਆ ਕਾਫੀ ਸਟੂਡੈਂਟਸ ਨਹੀਂ ਕਹਿ ਲਓ ਜਿਹੜੇ ਉੱਥੇ ਸੈਟਲਡ ਜਾਂ ਕਾਫੀ ਦੇਰ ਤੋਂ ਪਹਿਲਾਂ ਦੇ ਗਏ ਆ ਜਿਨ੍ਹਾਂ ਦੀ ਫੈਮਿਲੀ ਇੱਥੇ ਆ ਤਾਂ ਦੇਰ ਵੇਰੀਅਸ ਰੀਜ਼ਨਸ ਤੁਹਾਨੂੰ ਪਤਾ ਵੀ ਕਈਆਂ ਰੀਜ਼ਨ ਕਰਕੇ ਉਹ ਕਹਿੰਦੇ ਵੀ ਅਸੀਂ ਆਸਟ੍ਰੇਲੀਆ ਮੂਵ ਹੋਣਾ ਚਾਹੁੰਦੇ ਹਾਂ ਪਰਮਾਨੈਂਟਲੀ ਮੂਵ ਹੋਣ ਦੀਆਂ ਕਾਫੀ ਇਨਕੁਆਇਰੀਜ਼ ਆਉਂਦੀਆਂ ਹਾਂਜੀ ਕਈ ਫਿਰ ਜਿਹੜੇ PR ਸਿਟੀਜ਼ਨ ਹੁੰਦੇ ਕਈ ਫਿਰ ਇਸ ਚੀਜ਼ 'ਤੇ ਵੀ ਹੋ ਜਾਂਦੇ ਵੀ ਚਲੋ ਆ ਕੇ ਪੜ੍ਹ ਲੈਂਦੇ ਆ ਜੇ ਉਹਨਾਂ ਦੀ ਕੋਈ ਸਕਿੱਲ ਲੈਵਲ ਨਹੀਂ ਹੈਗਾ ਬਿਕੋਜ਼ ਅਗੇਨ ਕੈਨੇਡਾ ਦੀ PR ਜਾਂ ਸਿਟੀਜ਼ਨ ਤੁਹਾਨੂੰ ਆਟੋਮੈਟਿਕਲੀ ਆਸਟ੍ਰੇਲੀਆ ਦੀ ਨਹੀਂ ਦਵਾ ਦੂਗੀ ਹੈ ਨਾ ਸੋ ਇਸ ਕਰਕੇ ਆ ਵੀ ਇਹ ਬਹੁਤ ਸਾਰਿਆਂ ਨੂੰ ਕਈਆਂ ਨੂੰ ਹੁੰਦਾ ਕਈ ਇਨਕੁਆਇਰੀਜ਼ ਆਉਂਦੀਆਂ ਕਿ ਮੈਂ ਸਾਡਾ ਵੀ ਭੈਣ ਭਰਾ ਆਸਟ੍ਰੇਲੀਆ ਉੱਥੇ ਕੈਨੇਡਾ ਸਿਟੀਜ਼ਨ ਆ ਤਾਂ ਬਟ ਅਗੇਨ ਆਸਟ੍ਰੇਲੀਆ ਇਜ਼ ਡਿਫਰੈਂਟ ਤੁਹਾਨੂੰ ਵੀ ਉੱਦਾਂ ਹੀ ਕਰਨਾ ਪੈਣਾ ਜਿਹੜਾ ਇੰਡੀਅਨ ਸਟੂਡੈਂਟ ਨੂੰ ਕਰਨਾ ਪੈਣਾ ਜਾਂ ਤਾਂ ਸਕਿਲਡ ਹੋ ਤਾਂ ਸਿੱਧੇ ਮਾਈਗ੍ਰੇਟ ਹੋ ਜਾਓ ਜਾਂ ਫਿਰ ਪੜ੍ਹ ਕੇ ਆਪਣੇ ਪੁਆਇੰਟ ਸਿਸਟਮ ਸੋ ਅਗਰ ਕੋਈ ਕੈਨੇਡਾ ਜਿਹਨੇ ਸਿਟੀਜ਼ਨਸ਼ਿਪ ਲਈ ਆ ਉਹਨੂੰ ਵੀ ਸਕ੍ਰੈਚ ਤੋਂ ਸ਼ੁਰੂ ਕਰਨਾ ਪਊ ਜੇ ਉਹਨੇ ਆਸਟ੍ਰੇਲੀਆ ਮੂਵ ਹੋਣਾ ਜੇ ਉਹਨਾਂ ਕੋਲ ਕੋਈ ਸਕਿੱਲ ਨਹੀਂ ਹੈਗੀ ਜੇ ਸਕਿਲਡ ਹੈਗੀ ਹੈ ਜਿਵੇਂ ਕੋਈ ਆਕੂਪੇਸ਼ਨ ਉੱਦਾਂ ਦਾ ਕੀਤਾ ਤੁਹਾਡੀ ਸਟੱਡੀ ਉੱਦਾਂ ਦੀ ਹੈਗੀ ਆ ਤੁਹਾਡੀ ਐਕਸਪੀਰੀਅੰਸ ਹੈਗਾ ਤਾਂ ਆਫਕੋਰਸ ਸਕਿਲਡ ਮਾਈਗ੍ਰੇਸ਼ਨ ਤੁਸੀਂ ਜਾਂ EMPLOYER ਸਪਾਂਸਰ ਕੰਸੀਡਰ ਕਰ ਸਕਦੇ ਆ ਬਟ ਜੇ ਨਹੀਂ ਹੈਗਾ ਫਿਰ ਤੁਹਾਨੂੰ ਆਫਕੋਰਸ ਉੱਦਾਂ ਹੀ ਇਹ ਸਕਿਲਡ ਟ੍ਰੇਨਿੰਗ ਵੀਜ਼ਾ 407 ਜਾਂ ਨਹੀਂ ਸਕਿਲਡ ਮਾਈਗ੍ਰੇਸ਼ਨ ਜਿਹੜੇ ਪਰਮਨੈਂਟ ਵੀਜ਼ਾਸ ਹੁੰਦੇ ਆ ਲਾਈਕ 189 190 ਓਕੇ ਮੋਸਟਲੀ ਮੈਂ ਉਹਦੇ ਬਾਰੇ ਸਾਰੇ ਲੈ ਕੇ ਆਇਆ ਪਰ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਵੀਜ਼ੇ ਤੇ ਨਹੀਂ ਭਾਜੀ ਤੇ 13 ਸਾਲ ਦੇ ਜਦੋਂ ਆ ਗਏ ਮੈਂ ਅੱਛਾ ਇਹ ਥੋੜਾ ਤਾਂ ਇਹਨਾਂ ਨੂੰ ਪਤਾ ਹੈਰੀ ਭਾਜੀ ਇਜ਼ ਪ੍ਰਿਵਿਲੇਜਡ ਥੋੜਾ ਕਹਿ ਲਓ ਕਿ ਸਿਲਵਰ ਸਪੂਨ ਟਾਈਪ ਕਹਿ ਸਕਦੇ ਨਹੀਂ ਇੰਨੀ ਵੀ ਨਹੀਂ ਗੱਲ ਨਹੀਂ ਮੈਂ ਹੁਣ ਕਈ ਫਿਰ ਵਿਆਹ ਕਰਾ ਕੇ ਵੀ ਆਏ ਹੁੰਦੇ ਨਾ ਹਾਂਜੀ ਨਹੀਂ ਸਿਲਵਰ ਸਪੂਨ ਵਾਲੀ ਗੱਲ ਨਹੀਂ ਹੈਗੀ ਐਵੇਂ ਨਹੀਂ ਬਹੁਤ ਅੱਜ ਵੀ ਮਿਹਨਤ ਕਰਦੇ ਆ ਇਦਾਂ ਦੀ ਗੱਲ ਉਹ ਤਾਂ ਦਿਖ ਰਿਹਾ ਤਾਂ ਹੀ ਤਾਂ ਜੇ ਬੰਦਾ ਉਹ ਸਿਲਵਰ ਸਪੂਨ ਵਾਲਾ ਹੁੰਦਾ ਫਿਰ ਉਹ ਆਪਾਂ ਹੱਥ ਬੱਲੇ ਨਹੀਂ ਲਾਉਂਦਾ ਮੈਂ ਤਾਂ ਵੈਸੇ ਮੈਨੂੰ ਐ ਹੁੰਦਾ ਕਿ ਆਪਾਂ ਉਰੇ ਵੀ ਬੱਚੇ ਦੇਖਦੇ ਹਾਂ ਵੀ ਕਿਵੇਂ ਗਰੋ ਅਪ ਹੋ ਰਹੇ ਨੇ ਤੇ ਇੰਡੀਆ 'ਚ ਵੀ ਆਪਾਂ ਦੇਖਦੇ ਹਾਂ ਮੈਨੂੰ ਐ ਹੁੰਦਾ ਕਿ ਬੱਚੇ ਨੂੰ ਹਰ ਇੱਕ ਚੀਜ਼ ਨਹੀਂ ਪ੍ਰੋਵਾਈਡ ਕਰਨੀ ਚਾਹੀਦੀ ਆਲਵੇਜ਼ ਉਹਨੂੰ ਕਈ ਚੀਜ਼ਾਂ ਥੋੜ੍ਹਾ ਜਿਹਾ ਸਿੱਖਣ ਦੇਣਾ ਚਾਹੀਦਾ ਮੈਨੂੰ ਲੱਗਦਾ ਤੇ ਚਲੋ ਇਹ ਵੱਖਰਾ ਟੌਪਿਕ ਆ ਪਰ ਮੈਂ ਥੋੜ੍ਹੀ ਚਲੋ ਉਹਦੇ ਬਾਰੇ ਤੁਸੀਂ ਵੀਰੇ ਕੁਛ ਕਹਿਣ ਲੱਗੇ ਮੈਂ ਬਸ ਸੌਰੀ ਕੁਇਕਲੀ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਕਿ ਸਟੂਡੈਂਟ ਵੀਜ਼ਾ ਨੂੰ ਇੱਕ ਟਾਈਪ ਦਾ ਵਰਕ ਵੀਜ਼ਾ ਬਣਾ ਲਿਆ ਹੁਣ ਕੋਈ ਇੱਦਾਂ ਦਾ ਵੀ ਵੀਜ਼ਾ ਹੈਗਾ ਜੋ ਅਗਰ ਕਿਸੇ ਨੇ ਸਟੂਡੈਂਟ ਵੀਜ਼ਾ ਨਹੀਂ ਕੰਸੀਡਰ ਕਰਨਾ ਕੋਈ ਆਪਣੇ ਵਰਕ ਵੀਜ਼ਾ ਵੀ ਹੈਗਾ ਇੱਥੇ ਆਸਟ੍ਰੇਲੀਆ ਜਾਂ ਕੁਛ ਇੱਦਾਂ ਦਾ ਕੁਛ ਇੰਡੀਆ ਤੋਂ ਹਾਂਜੀ ਦੇਖੋ ਕੰਸੀਡਰ ਪਹਿਲੀ ਗੱਲ ਤਾਂ ਉਹ ਕਹਿੰਦੇ ਆ ਮੈਂ ਕਹਿਣਾ ਨਹੀਂ ਚਾਹੁੰਦੀ ਪਰ ਅਗੇਨ ਆਪਾਂ ਕਹਿੰਦੇ ਨਾ ਆਪਸ਼ਨ ਨਹੀਂ ਹੁੰਦੀਆਂ ਜਦੋਂ ਆਪਾਂ ਆਉਣਾ ਤਾਂ ਆਪਾਂ ਚੂਜ਼ ਨਹੀਂ ਕਰ ਸਕਦੇ ਹੈ ਨਾ ਸੋ ਕੰਸੀਡਰ ਬੇਸਿਕਲੀ ਸਟੂਡੈਂਟ ਵੀਜ਼ਾ ਹੀ ਆਪਸ਼ਨ ਹੁੰਦੀ ਹੈ ਸਟੂਡੈਂਟਸ ਕੋਲੇ ਵਰਕ ਵੀਜ਼ਾ ਇਹਨਾਂ ਨੇ ਅਨਾਊਂਸ ਜ਼ਰੂਰ ਕੀਤਾ ਸੀਗਾ ਲਾਸਟ ਈਅਰ ਕਿ ਲਾਸਟ ਈਅਰ ਕਿ ਅਨਾਊਂਸ ਕੀਤਾ ਸੀ ਕਿ ਵਰਕ ਵੀਜ਼ਾ ਇੰਡੀਆ ਲਈ ਕਰਾਂਗੇ ਤੇ ਬਟ ਆਈ ਥਿੰਕ 1000 ਨੰਬਰਸ ਹੀ ਕੀਤੇ ਸੀਗੇ ਉਹ ਹਜੇ ਅਨਾਊਂਸਮੈਂਟ ਹੀ ਉਹ ਕਿਤੇ ਹਜੇ ਸਟਾਰਟ ਤਾਂ ਹੋਇਆ ਨਹੀਂ ਹੈਗਾ ਪਰ ਉਹਨੂੰ ਆਉਣ ਦੇ ਟਾਈਮ ਲੱਗੂਗਾ ਉਹਦੀਆਂ ਕੀ ਰਿਕੁਆਇਰਮੈਂਟਸ ਹੋਣੀਆਂ ਜਾਂ ਕਿੱਦਾਂ ਹੋਊਗਾ ਉਹ ਜਦੋਂ
ਜਦੋਂ ਆਊਗਾ ਤਾਂ ਹੀ ਪਤਾ ਲੱਗੂਗਾ। ਅਤੇ ਵੈਸੇ ਜਿਹੜੇ ਨੋਰਮਲ ਇੰਡੀਆ ਲਈ ਵਰਕਿੰਗ ਹੌਲੀਡੇ ਵਗੈਰਾ ਨਹੀਂ ਹੈਗਾ, ਜਿਹੜੀਆਂ ਕੰਟਰੀਜ਼ ਤੋਂ ਹੈਗਾ, ਕੁਛ ਹੀ ਪਾਸਪੋਰਟ ਕੰਟਰੀਜ਼ ਆ ਜਿਨ੍ਹਾਂ ਲਈ ਵਰਕ ਵੀਜ਼ਾਜ਼ ਹੁੰਦੇ ਹੈਗੇ, ਤਾਂ ਉਹਨਾਂ ਦੀਆਂ ਵੀ ਰਿਕੁਆਇਰਮੈਂਟਸ ਹੁੰਦੀਆਂ ਸਟ੍ਰਿੰਜੈਂਟ। ਮੈਨੂੰ ਪਤਾ ਕਈ ਲੋਕ ਵੇਟ ਕਰ ਰਹੇ ਆ ਜਾਂ ਕਈ ਫੈਮਲੀਜ਼ ਵੇਟ ਕਰ ਰਹੀਆਂ ਗਾ ਵੀ ਵਰਕ ਵੀਜ਼ਾ ਆਊਗਾ। ਤੁਸੀਂ ਦੇਖੋ 1000 ਕੁਛ ਵੀ ਨਹੀਂ ਹੁੰਦਾ ਗਾ। ਮੈਨੂੰ ਲੱਗਦਾ 1000 ਹੋਊਗਾ ਤਾਂ ਸਕਿਲਡ ਹੀ ਹੋਊਗਾ। ਸਕਿਲਡ ਨਹੀਂ ਹੋਗਾ, ਜਿਵੇਂ ਵਰਕਿੰਗ ਹੌਲੀਡੇ ਵੀਜ਼ਾ ਨਹੀਂ ਆਉਂਦੇ ਜਿਹੜੇ ਬੈਕਪੈਕਰਸ ਹੁੰਦੇ ਆ, ਸੋ ਉਹਦੀਆਂ ਰਿਕੁਆਇਰਮੈਂਟਸ ਹੁੰਦੀਆਂ ਜਿਹੜੀਆਂ, ਕਿਉਂਕਿ ਜਿਹੜੇ ਆ ਕੇ ਕੰਮ ਕਰ ਸਕਦੇ ਆ ਬੇਸਿਕਲੀ ਵਰਕ ਐਂਡ ਹੌਲੀਡੇ, ਕਿ ਤੁਸੀਂ ਕੰਮ ਵੀ ਕਰ ਲਓ ਅਤੇ ਛੁੱਟੀਆਂ ਵੀ ਮਨਾ ਲਓ, ਹੈ ਨਾ, ਅਤੇ ਜਿਹੜੇ ਥੋੜ੍ਹਾ ਉਹ ਕਰ ਲਓ। ਪਰ ਉਸ ਇੱਕ ਤਾਂ ਜਿਹੜੀ ਰਿਕੁਆਇਰਮੈਂਟ ਉਹਨਾਂ ਦੀ ਕਿ ਸਿੰਗਲ ਚਾਹੀਦੇ ਆ ਤੁਸੀਂ, ਏਜ ਹੁੰਦੀ ਆ 30 ਜਾਂ ਕੁਛ ਪਾਸਪੋਰਟ ਕੰਟਰੀਜ਼ ਲਈ 35 ਵੀ ਆ। ਸੋ ਉਸ ਏਜ ਗਰੁੱਪ ਦੇ ਵਿੱਚ, ਅਤੇ ਨਾਲੇ ਉਹ ਕੋਈ ਪਰਮਾਨੈਂਟ ਵੀਜ਼ਾ ਨਹੀਂ ਹੈਗਾ, ਨਾ ਲੀਡਿੰਗ ਟੂ ਪਰਮਾਨੈਂਟ ਵੀਜ਼ਾ ਹੈਗਾ। ਸੋ ਸਿਰਫ ਵਰਕਿੰਗ ਹੌਲੀਡੇ ਹੁੰਦਾ। ਆਓ ਤੁਸੀਂ ਇੱਕ ਵਰਕਿੰਗ ਹੌਲੀਡੇ ਆ, ਉਹਦੀਆਂ ਕੰਡੀਸ਼ਨ ਜਾਂ ਤੁਸੀਂ ਰੀਜਨਲ 'ਚ ਜਾ ਕੇ ਕੰਮ ਕਰੋ ਇੰਪਲੋਇਰ ਨਾਲ, ਉਹਦੀ ਕੰਡੀਸ਼ਨ ਮਿੰਟ ਕਰਦੇ ਆ, ਫਿਰ ਅੱਗੇ ਐਕਸਟੈਂਡ ਕਰਾ ਸਕਦੇ ਹਾਂ, ਫਿਰ ਤੀਜੀ ਐਕਸਟੈਂਡ ਕਰਵਾ ਸਕਦੇ ਹਾਂ। ਫਿਰ ਅੱਗੇ ਕਈ ਲੋਕ ਕਰ ਲੈਂਦੇ ਆ ਕਿ ਜੇ ਅੱਗੇ ਰਿਕੁਆਇਰਮੈਂਟ ਮੀਟ ਕਰਦੇ ਆ, ਸਟੂਡੈਂਟ ਪਾ ਲਿਆ ਜਾਂ ਕੋਈ ਜੇ ਐਕਸਪੀਰੀਅੰਸ ਇਕੱਠਾ ਕਰ ਲਿਆ, ਉਹਨਾਂ ਨੇ ਸਕਿੱਲ ਲੈਵਲ 'ਚ ਕੰਮ ਕੀਤਾ, ਤਾਂ ਤੁਸੀਂ ਆਪਣੀ ਸਕਿੱਲਡ ਮਾਈਗ੍ਰੇਸ਼ਨ ਜਾਂ ਇੰਪਲੋਇਰ ਨਾਲ ਕੰਮ ਕਰ ਰਹੇ ਆ, ਤੁਹਾਨੂੰ ਇੰਪਲੋਇਰ ਸਪੋਂਸਰ ਕਰਦੇ, ਅੱਗੇ ਪਾਥਵੇ ਬਣ ਜਾਂਦੇ ਹੈਗੇ। ਪਰ ਉਹਦੀ ਕੋਈ ਇੱਦਾਂ ਰਿਕੁਆਇਰਮੈਂਟ ਨਹੀਂ ਹੁੰਦੀ ਕਿ ਤੁਸੀਂ ਸਕਿਲਡ ਹੀ ਕਰਨਾ। ਦੇ ਵਰ ਲਾਈਕ ਜਸਟ ਬੈਕਪੈਕਰਸ ਕਿ ਚਲੋ ਆਪਣਾ ਥੋੜ੍ਹਾ ਘੁੰਮ ਫਿਰ ਲਓ ਅਤੇ ਥੋੜ੍ਹੇ ਕੰਮ ਕਰ ਲਓ। ਸੋ ਹਜੇ ਇੰਡੀਆ ਲਈ ਅਨਾਊਂਸ ਕੀਤਾ, ਬਟ ਮੈਨੂੰ ਨਹੀਂ ਪਤਾ ਕਿੱਦਾਂ ਪੋਸੀਬਿਲਿਟੀ ਹੋਊਗੀ, ਕਿਉਂਕਿ ਇੱਦਾਂ ਨੰਬਰ ਉਹੀ ਗੱਲ ਆ ਵੀ ਜੇ ਤੁਸੀਂ ਕਰਨਾ ਤਾਂ ਕੁਛ ਯੂ ਡੋਂਟ ਹੈਵ ਟੂ ਵੇਟ, ਯੂ ਸ਼ੁਡ ਡੂ ਇਟ। ਅਤੇ ਇਹ ਵੈਸੇ ਇਹ ਵੀ ਚਲੋ ਆਪਾਂ ਫਰੋਜਲੈਂਟ ਵਾਲੀ ਵੀ ਗੱਲ ਕਰ ਰਹੇ ਸੀ, ਇਹ ਵੀ ਆਲਰੇਡੀ ਉੱਥੇ ਜਿਨ੍ਹਾਂ ਨੇ ਫਾਇਦੇ ਚੁੱਕਣੇ ਹੁੰਦੇ ਆ, ਤੁਸੀਂ ਕਹਿੰਦੇ ਨਾ, ਮੈਨੂੰ ਲੱਗਦਾ ਇਹ ਪੈਸੇ ਪੂਸੇ ਇੰਡੀਆ ਹੀ ਪਾਉਂਦੇ ਆ। ਉਹ 25 ਲੱਖ ਵਾਲੇ ਪੈਕੇਜ ਨਹੀਂ, 25 ਲੱਖ ਵਾਲੇ ਪੈਕੇਜ ਵੀ ਵੈਸੇ ਵੀ ਉੱਥੋਂ ਮਤਲਬ ਆਈ ਡੋਂਟ ਨੋ ਕੀ ਲੋਕੀ ਕਰਦੇ, ਕਿੱਦਾਂ ਕਰਦੇ ਆ, ਕੋਈ ਹੋਰ ਕੰਟਰੀ ਦਾ ਪਾਸਪੋਰਟ ਪਾ ਕੇ ਨੰਬਰ ਜਾਂ ਕੰਟਰੀ ਹੋਰ ਚੂਜ਼ ਕਰਕੇ ਵਰਕ ਵੀਜ਼ੇ ਵੀ ਲਵਾ ਲੂ ਕੇ, ਪਤਾ ਨਹੀਂ ਕਿਹੜੇ ਵੀਜ਼ੇ ਜਿਹੜੇ ਤੁਸੀਂ ਸੁਣੇ ਵੀ ਨਹੀਂ ਹੁੰਦੇ ਲੋਕਾਂ ਨੂੰ ਫੜਾ ਦਿੰਦੇ। ਇਹ ਵੀ ਬੜਾ ਫਰੋਡ ਚੱਲ ਰਿਹਾ ਆਈ ਥਿੰਕ ਇੰਡੀਆ, ਕਿ ਤੁਹਾਨੂੰ ਵੀਜ਼ਾ ਫੜਾ ਲੈਂਦੇ ਆ ਜਾਂ ਕਈ ਵਾਰੀ ਪਤਾ ਹੀ ਨਹੀਂ ਹੁੰਦਾ, ਕਈ ਵਾਰੀ ਕਿੱਦਾਂ ਕਰਾਇਆ, ਜਦੋਂ ਤੁਸੀਂ ਏਅਰਪੋਰਟ 'ਤੇ ਜਾਂਦੇ ਆ ਉਹ ਕਹਿੰਦੇ ਤੁਹਾਨੂੰ ਤਾਂ ਵੀਜ਼ਾ ਹੀ ਨਹੀਂ ਹੈਗਾ ਤੁਹਾਡੇ ਕੋਲ, ਯੂ ਕਾਂਟ ਬੋਰਡ ਦਾ ਫਲਾਈਟ, ਹੈ ਨਾ। ਸੋ ਮੈਨੂੰ ਲੱਗਦਾ ਕਿ ਪੈਸੇ ਕਮਾਉਣੇ ਗਲਤ ਨਹੀਂ ਹੈਗੇ, ਕਿ ਸਿਰਫ ਇਹ ਆ ਕਿ ਗਲਤ ਤਰੀਕੇ ਨਾਲ ਕਮਾਉਣੇ ਗਲਤ ਗੱਲ ਆ। ਜੇ ਤੁਸੀਂ ਉਹ ਗੱਲ, ਜੇ ਤੁਹਾਨੂੰ ਦੱਸ ਕੇ ਕਹਿੰਦਾ ਤੁਹਾਡੀ ਫੀਸ ਚਾਰਜ ਕਰ ਰਹੇ ਆ ਭਾਈ ਇੰਨੀ ਆ 5000 ਕਰ ਰਹੇ ਆ, ਆਈ ਥਿੰਕ ਅਗੇਨ ਉਹਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ, ਵੈਲਿਊ ਪ੍ਰੋਵਾਈਡ ਅਗਰ ਕਰ ਰਿਹਾ ਤਾਂ ਨਹੀਂ ਕਹਿ ਸਕਦੇ, ਬਿਕੋਜ਼ ਉਹ ਅਗਲਾ ਆਪਣੀ ਵੈਲਿਊ, ਆਪਣੇ ਦੇ ਅਗਲੇ ਦੀ ਫੀਸ ਹੈ ਜਿਹੜਾ ਤੁਹਾਨੂੰ ਅਪਫਰੰਟ ਦੱਸ ਰਿਹਾ, ਤੁਹਾਡੀ ਮਰਜ਼ੀ ਆ ਤੁਸੀਂ ਐਗਰੀ ਕਰਨਾ ਕਿ ਨਹੀਂ ਕਰਨਾ, ਤੁਸੀਂ ਪੇ ਕਰਨੀ ਕਿ ਨਹੀਂ ਕਰਨੀ। ਜੇ ਤੁਸੀਂ ਐਗਰੀ ਕਰ ਰਹੇ ਆ, ਤੁਸੀਂ ਕੰਮ ਕਰਵਾ ਰਹੇ ਆ, ਅਗਲਾ ਤੁਹਾਡਾ ਕੰਮ ਕਰ ਰਿਹਾ ਜੈਨੂਅਲੀ ਤੁਹਾਨੂੰ ਦੱਸ ਕੇ, ਦੈਟਸ ਓਕੇ। ਐਕਸਪੈਂਸਿਵ ਕਹਿ ਸਕਦੇ ਆ, ਜਾਂ ਤੁਹਾਨੂੰ ਜੇ ਲੱਗੀ ਤਾਂ ਠੀਕ ਆ ਤੁਸੀਂ, ਪਰ ਉਹਨੂੰ ਇਹ ਨਹੀਂ ਕਹਿ ਸਕਦੇ ਅਗਲਾ ਤੁਹਾਨੂੰ ਠੱਗ ਰਿਹਾ, ਜਾਂ ਤੁਸੀਂ ਹੈ ਨਾ ਆਪਣੀ ਮਿਹਨਤ ਦੀ ਕਮਾਈ ਆ, ਜਿਵੇਂ ਮਿਹਨਤ ਆ, ਹੈ ਨਾ, ਕਿਉਂਕਿ ਏਜੰਟ ਦਾ ਪਿੱਛੇ ਆਪਾਂ ਸਿਰਫ ਇਹ ਦੇਖਦੇ ਹਾਂ ਵੀ ਇੰਨਾ ਕੁ ਟਾਈਮ ਆ, ਪਰ ਤੁਸੀਂ ਉਹ ਟਾਈਮ ਦੇਖਦੇ ਨਹੀਂ ਵੀ ਉਹਦੀ ਸਕਿੱਲ ਆ ਪਿੱਛੇ, ਉਹਨੇ ਕੀ ਕੁਛ ਕੀਤਾ ਹੁੰਦਾ। ਤੁਹਾਨੂੰ ਕੋਰਸ ਕਰਨਾ ਪੈਂਦਾ, ਤੁਹਾਨੂੰ ਟੈਸਟ ਦੇਣੇ ਪੈਂਦੇ ਆ, ਤੁਹਾਨੂੰ ਇੰਗਲਿਸ਼ ਦੇ ਟੈਸਟ ਦੇਣਾ ਪੈਂਦਾ, ਤੁਹਾਨੂੰ ਹਰ ਰੋਜ਼ ਵੀ ਪੜ੍ਹਨਾ ਪੈਂਦਾ, ਪ੍ਰੋਫੈਸ਼ਨਲ ਲਾਇਬ੍ਰੇਰੀ ਦੀ ਐਕਸੈਸ ਰੱਖਣੀ ਪੈਂਦੀ ਆ ਤੁਹਾਨੂੰ। ਨਾ ਵੀ ਤੁਸੀਂ ਕੰਮ ਕਰੋ, $5000 ਤਾਂ ਰਫਲੀ ਤੁਹਾਡਾ ਏਜੰਟ ਐਜ਼ ਅ ਏਜੰਟ ਰਹਿਣ ਦਾ ਖਰਚਾ ਸਾਲ ਦਾ, ਹੈ ਨਾ। ਸੋ ਤੁਹਾਨੂੰ ਆਪਣਾ ਰਜਿਸਟ੍ਰੇਸ਼ਨ ਹਰ ਸਾਲ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ, ਉਹਦੀ ਫੀਸ ਭਰਨੀ ਪੈਂਦੀ ਆ, ਇੰਸ਼ੋਰੈਂਸ, ਪ੍ਰੋਫੈਸ਼ਨਲ ਲਾਇਬਿਲਿਟੀ, ਪ੍ਰੋਫੈਸ਼ਨਲ ਇੰਡੈਮਨਿਟੀ ਇੰਸ਼ੋਰੈਂਸ, ਪਬਲਿਕ ਲਾਇਬਿਲਿਟੀ, ਫਿਰ ਤੁਹਾਨੂੰ ਵਰਕਰਸ ਕੰਪਨਸੇਸ਼ਨ, ਪਤਾ ਕੀ ਕੁਛ ਹੁੰਦਾ, ਹੈ ਨਾ। ਸੋ ਇਹ ਚੀਜ਼ਾਂ ਉਹ ਸਾਰੀਆਂ ਆਪਾਂ ਸਿਰਫ ਏਜੰਟ ਦਾ ਟਾਈਮ ਨਹੀਂ ਗਿਣ ਸਕਦੇ, ਕਿ ਜਿਵੇਂ ਹੁਣ ਮੈਂ ਆਪਣੇ ਕੰਮ ਕਰਦੀ ਹਾਂ ਕੰਪਨੀ ਲਈ, ਤਾਂ ਸਾਰੇ ਖਰਚੇ ਲਾ ਕੇ ਉਹ ਮੇਰੀ ਫੀਸ ਨਹੀਂ ਹੈ ਇਕੱਲੀ, ਦੈਟਸ ਕੰਪਨੀ ਫੀਸ, ਕਿ ਜਿਹੜਾ ਸਾਰਾ ਕੁਝ ਜਾ ਕੇ ਮੇਰੀ ਤਾਂ ਗੇਨ ਐਂਡ ਦਾ ਐਂਡ ਪੇ ਆਉਣੀ ਆ, ਤਾਂ ਉਹ ਚੀਜ਼ ਨੂੰ ਤਾਂ ਹੀ ਡਿਪੈਂਡ ਕਰਦਾ। ਬਟ ਜੇ ਤੁਸੀਂ ਹੁਣ ਅਗੇਨ ਉਹੀ ਗੱਲ ਆ ਵੀ ਤੁਹਾਨੂੰ ਇੱਦਾਂ ਕੋਈ ਫਰੋਜਲੈਂਟ ਕਰਕੇ ਡਾਕੂਮੈਂਟ ਦੇ ਕੇ ਵੀਜ਼ਾ ਦੇ ਰਿਹਾ, ਗਲਤ ਵੀਜ਼ਾ ਦਿੱਤਾ ਨਹੀਂ ਅਗਲੇ ਨੇ, ਤੁਹਾਨੂੰ ਪੈਸੇ ਵੀ ਲੈ ਲਏ, ਕੰਮ ਵੀ ਨਹੀਂ ਕੀਤਾ, ਗਲਤ ਇਨਫੋਰਮੇਸ਼ਨ ਦਿੱਤੀ ਆ, ਉਹ ਮੇਰੇ ਹਿਸਾਬ 'ਚ ਠੱਗੀ ਆ ਗਈ ਜੀ। ਆਪਾਂ ਥੋੜ੍ਹੀ ਗੱਲ ਘੁਮਾ ਦਈਏ ਹੁਣ। ਵੀਰੇ ਤੁਸੀਂ ਕਿਹੜੇ ਵੀਜ਼ੇ 'ਤੇ ਆਏ ਸੀ ਉਰੇ? ਮੈਂ ਸਟੂਡੈਂਟ ਵੀਜ਼ਾ 'ਤੇ ਆਇਆ ਸੀ। ਇਹਨਾਂ ਦਾ ਮੈਨੂੰ ਪਤਾ ਹੈ, ਸਟੂਡੈਂਟ 'ਤੇ ਆਏ ਸੀ। ਮੈਂ ਸਟੂਡੈਂਟ ਵੀਜ਼ਾ 'ਤੇ, ਮੈਂ ECU ਹੀ ਆਇਆ ਸੀ ਉਦੋਂ, ਅਤੇ ਉਦੋਂ ਪੜ੍ਹਨ ਆਏ ਸੀਗੇ, ਇਹ ਵੀ ਮੈਨੂੰ ਪਤਾ। ਹਾਂਜੀ। ਸੋ ਠੀਕ ਸੀ, ਉਦੋਂ ਮੈਂ ਕੀਤਾ ਸੀ ਬੈਚਲਰ ਆਫ ਐਵੀਏਸ਼ਨ ECU ਦੇ ਵਿੱਚ। ਉਦੋਂ ਕਾਫੀ ਮੈਨੂੰ ਵਧੀਆ ਲੱਗਾ ਕੋਰਸ। ਮੈਂ ਸੋਚਿਆ ਸੀ ਕਿ ਮੈਂ ਉਹਦੇ 'ਚ ਜਾਊਂਗਾ, ਸੋ ਮੈਂ ਟਰਾਈ ਵੀ ਕੀਤਾ ਵੈਸੇ ਪਰਥ ਦੇ ਵਿੱਚ, ਪਰ ਕਹਿ ਲਓ ਕਿ ਐਰੋਨੌਟੀਕਲ ਦੀਆਂ ਏਅਰਕ੍ਰਾਫਟ ਰਿਲੇਟਡ ਕਾਫੀ ਜੋਬਸ ਨਹੀਂ ਹੈਗੀਆਂ, ਪਰ ਮੇਰਾ ਫਿਰ ਪਰਥ ਦਿਲ ਲੱਗ ਗਿਆ। ਮੈਂ ਕਿਹਾ ਕਿ ਮੈਂ ਈਸਟਰਨ ਸਟੇਟ ਵੱਲ ਮੂਵ ਨਹੀਂ ਹੋਣਾ, ਸੋ ਮੈਂ ਤਾਂ ਥੋੜ੍ਹਾ ਤਾਂ ਕਰਕੇ ਅੱਜ ਇੱਥੇ ਬੈਠੇ ਆਪਾਂ। ਹਾਂਜੀ ਬਸ। ਨਹੀਂ, ਮੈਂ ਪਰ ਪਰਥ ਨਹੀਂ ਆਈ ਸੀ, ਮੈਂ ਮੈਲਬਨ ਆਈ ਸੀਗੀ। ਸੋ ਮੈਂ ਮੂਵ ਪਰਥ 12 'ਚ ਹੋਈ ਹਾਂ, ਫਿਰ ਇੱਥੇ ਆ ਕੇ ਬਸ ਅਸੀਂ ਮੈਨੂੰ ਲੱਗਦਾ 11-12 'ਚ ਹੀ ਉਰੇ ਮੂਵ ਹੋਏ ਸੀ, ਪਹਿਲਾਂ ਮੈਲਬਨ ਹੀ ਰਹਿੰਦੇ ਰਹੇ ਹਾਂ। ਓਕੇ ਹਾਂਜੀ ਠੀਕ ਹੈ, ਵਧੀਆ ਮੈਲਬਨ ਵੀ। ਹਾਂਜੀ ਬਿਜ਼ੀ ਆ, ਪਰ ਹੁਣ ਜ਼ਿਆਦਾ ਹੋ ਗਿਆ। ਮੈਨੂੰ ਲੱਗਦਾ ਉਸ ਟਾਈਮ ਠੀਕ ਸੀਗਾ, ਬਟ ਹੁਣ ਜ਼ਿਆਦਾ ਹੋ ਗਿਆ। ਹਾਂਜੀ 2 ਘੰਟੇ ਵੈਸੇ ਰੋਡ 'ਤੇ ਲੰਘ ਜਾਂਦੇ ਨੇ। ਹਾਂਜੀ ਜਿਹੜਾ ਪ੍ਰੋਸੈਸਿੰਗ ਟਾਈਮ ਅੱਜ ਕੱਲ੍ਹ ਜਿਸ ਤਰ੍ਹਾਂ ਹੁੰਦਾ ਕੁਛ ਵੀਜ਼ੇ ਦਾ, ਕਈਆਂ ਦਾ ਚਲੋ ਇੱਦਾਂ ਕਈ ਫੈਮਿਲੀ ਵੀਜ਼ੇ ਹੁੰਦੇ ਆ ਜਿਨ੍ਹਾਂ ਦੇ 12-12
15 ਸਾਲ ਪ੍ਰੋਸੈਸਿੰਗ ਟਾਈਮਸ ਹੈ ਇੱਦਾਂ, ਜਾਂ ਸਟੂਡੈਂਟ ਵੀਜ਼ਾ ਪ੍ਰੋਸੈਸਿੰਗ ਟਾਈਮਸ ਹੈ, ਇਹ ਮਤਲਬ ਕਿਹੜੀ ਚੀਜ਼ 'ਤੇ ਕਿਹੜੇ ਫੈਕਟਰਸ 'ਤੇ ਡਿਪੈਂਡ ਕਰਦਾ ਕਿ ਮਤਲਬ ਉਹਨਾਂ ਨੇ ਜਿਹੜੇ ਪ੍ਰੋਸੈਸਿੰਗ ਟਾਈਮਸ ਬਣਾਏ ਜਾਂ ਚੇਂਜ ਵੀ ਹੁੰਦੇ ਰਹਿੰਦੇ ਆ? ਚੇਂਜ ਡੈਫੀਨੇਟਲੀ ਹੁੰਦੇ ਰਹਿੰਦੇ ਆ ਟਾਈਮ ਦੇ ਨਾਲ। ਪ੍ਰੋਸੈਸਿੰਗ ਟਾਈਮ ਜਿਹੜੇ ਤੁਸੀਂ 15-16 ਸਾਲ ਕਹਿ ਰਹੇ ਆ, ਉਹ ਸਿਰਫ ਤੇ ਸਿਰਫ ਪੇਰੈਂਟਸ ਵੀਜ਼ਾ ਦਾ ਇੰਨਾ ਲੰਬਾ ਪ੍ਰੋਸੈਸਿੰਗ ਟਾਈਮ ਹੁੰਦਾ, ਅਦਰਵਾਈਜ਼ ਇੰਨੇ ਲੰਬੇ ਨਹੀਂ ਹੁੰਦੇਗੇ। ਸੋ ਮੇਨਲੀ ਜਿਹੜੇ ਟੈਂਪਰਰੀ ਵੀਜ਼ਾਜ਼ ਆ, ਦੇ ਆਰ ਮੈਂਟ ਟੂ ਬੀ ਪ੍ਰੋਸੈਸਡ ਕੁਇਕਲੀ, ਹੈ ਨਾ। ਪਿੱਛੇ ਜੇ ਬਹੁਤ ਟਾਈਮ ਪ੍ਰੋਸੈਸਿੰਗ ਟਾਈਮ ਵੱਧ ਗਏ ਸੀ, ਕੋਵਿਡ ਦੇ ਟਾਈਮ ਤਾਂ ਤੁਹਾਨੂੰ ਪਤਾ ਕੋਈ ਹਿਸਾਬ ਹੀ ਨਹੀਂ ਸੀਗਾ, ਹੈ ਨਾ, ਕਿਸੇ ਦਾ ਘੱਟ ਵੀ ਹੈ, ਕਿਸੇ ਦਾ ਵੱਧ ਵੀ ਹੈ। ਅਤੇ ਲਾਸਟ ਈਅਰ ਜਦੋਂ ਦੀ ਲੇਬਰ ਗਵਰਨਮੈਂਟ ਆਈ ਆ, ਇਹਨਾਂ ਨੇ ਮਤਲਬ ਬਹੁਤ ਖਿੱਚੇ ਸਾਰੇ 485, ਕਿਸੇ ਦਾ ਮਤਲਬ ਸਾਲ ਦਾ ਪੈਂਡਿੰਗ ਪਿਆ ਸੀ, ਕਿਸੇ ਦਾ 6 ਮਹੀਨਿਆਂ ਦਾ, ਇਹਨਾਂ ਨੇ ਸਾਰੇ ਸਟੂਡੈਂਟ ਅਤੇ ਟੈਂਪਰਰੀ 485 ਕੱਢਤੇ, ਮਤਲਬ ਪ੍ਰੋਸੈਸ ਕਰਤੇ। ਹੁਣ ਇੰਨੇ ਨਹੀਂ ਹੈਗੇ, ਹੁਣ ਤਾਂ ਬਲਕਿ ਕਈ ਵਾਰ ਸੇਮ ਡੇ ਸੇਮ ਟਾਈਮ ਆ ਜਾਂਦਾ, ਕਈ ਵਾਰ ਥੋੜ੍ਹੇ ਦਿਨ 'ਚ, ਮਤਲਬ ਮਹੀਨਾ ਡੇਢ ਮਹੀਨੇ ਸਟੂਡੈਂਟ 485 ਵਗੈਰਾ ਹੋ ਜਾਂਦੇ ਆ। ਮੇਨਲੀ ਜਿਹੜੇ ਟਾਈਮ ਲੱਗਦੇ ਆ ਪਰਮਾਨੈਂਟ ਵੀਜ਼ਾਸ 'ਤੇ ਲੱਗਦੇ ਆ, ਜਿਵੇਂ ਕੋਈ ਚਾਈਲਡ ਵੀਜ਼ਾ ਹੋ ਗਿਆ, ਪਾਰਟਨਰ ਵੀਜ਼ਾ ਹੋ ਗਿਆ। ਪਾਰਟਨਰ ਵੀਜ਼ਾ ਨੂੰ ਵੀ ਟਾਈਮ ਲੱਗ ਜਾਂਦਾ, ਅਗੇਨ ਉਹ ਵੀ ਡਿਪੈਂਡ ਕਰਦਾ, ਹੈ ਨਾ, ਫਾਈਲ ਕਿੰਨੀ ਸਟਰੋਂਗ ਆ, ਕਿੱਦਾਂ। ਉਹ ਕਹਿ ਲਓ 3-4 ਮੰਥਸ ਤੋਂ ਲੈ ਕੇ 12 ਮੰਥਸ ਵੀ ਚਲੇ। ਇੱਕ ਰਿਮੇਨਿੰਗ ਰਿਲੇਟਿਵ ਵੀਜ਼ਾ ਕਰਕੇ ਵੀ ਆਉਂਦਾ। ਰਿਮੇਨਿੰਗ ਰਿਲੇਟਿਵ ਤਾਂ ਲਾਈਕ ਉਹੀ ਆ ਜਾਂਦਾ ਹੈਗਾ, ਜਿਹੜਾ ਰਿਮੇਨਿੰਗ ਰਿਲੇਟਿਵ ਹੋ ਗਿਆ, ਜਾਂ ਤੁਸੀਂ ਕਹਿ ਲਓ ਪੇਰੈਂਟ ਵੀਜ਼ਾਸ ਹੋ ਗਏ, ਇਹ ਤਾਂ ਫਿਰ ਲੌਂਗ ਟਰਮ ਪ੍ਰੋਸੈਸਿੰਗ। ਹਾਂਜੀ, ਇਹਨਾਂ ਨੂੰ ਕਾਫੀ ਟਾਈਮ, ਇਹਨਾਂ ਨੂੰ ਲਾ ਕੇ ਭੁੱਲ ਜਾਓ, ਇਹਨਾਂ ਨੂੰ ਲਾ ਕੇ ਭੁੱਲ। ਇਹ ਵੀ ਤੁਸੀਂ ਕਹਿ ਲਓ ਵੀ ਇਹ ਖੈਰ ਇਹਨਾਂ 'ਚ ਵੀ ਜਿਹੜੇ ਕੰਟਰੀਬਿਊਟਰੀ ਵਾਲੇ, ਜਿਹੜੇ ਤੁਸੀਂ ਸੁਣਿਆ ਹੋਊਗਾ ਪੈਸੇ ਦੇ ਕੇ, ਹੈ ਨਾ, ਜ਼ਿਆਦਾ ਪੈਸੇ ਦੇ ਕੇ ਲੈ ਲੈਂਦੇ ਆ, ਉਹ ਥੋੜ੍ਹਾ ਟਾਈਮ ਲੱਗਦਾ ਗਾ। ਬਟ ਇਹ ਹੈ ਵੀ ਉਹ ਵੀ ਟਾਈਮ ਲੱਗ ਰਿਹਾ ਅੱਜ ਕੱਲ੍ਹ। ਕੋਵਿਡ ਦੇ ਟਾਈਮ 'ਚ ਉਦੋਂ ਕਾਫੀ ਵਿੱਚ ਹੋ ਗਿਆ ਸੀ। ਬਾਕੀ ਜਿੱਦਾਂ ਹੁਣ ਲੋਕ ਆਪ PR ਹੋਈ ਜਾਂਦੇ, ਅਤੇ ਫਿਰ ਸਭ ਨੂੰ ਹੁੰਦਾ ਕਿ ਪੇਰੈਂਟਸ ਦਾ ਕਰਵਾਈਏ, ਹੈ ਨਾ। ਹੁਣ ਐਪਲੀਕੇਸ਼ਨਸ ਵੀ ਜ਼ਿਆਦਾ ਲੱਗਣ ਲੱਗ ਗਈਆਂ, ਪਹਿਲਾਂ ਘੱਟ ਲੱਗਦੀਆਂ ਹੁੰਦੀਆਂ ਸੀ, ਪਹਿਲਾਂ ਤਾਂ ਬੜੇ ਕੁਛ ਮਹੀਨਿਆਂ 'ਚ, ਫਿਰ ਸਾਲ 'ਚ, ਫਿਰ ਇੱਦਾਂ ਲੱਗ ਗਿਆ। ਹੁਣ 6-6, 7-7 ਸਾਲ ਇਹਨਾਂ ਨੂੰ ਹੀ ਲੱਗਣ ਲੱਗ ਗਏ। ਅਤੇ ਹੁਣ ਅੱਗੇ ਕੋਈ ਮੈਨੂੰ ਪੁੱਛਦਾ ਸੀ ਕਿ ਆਉਣ ਵਾਲੇ ਟਾਈਮ 'ਚ ਵੱਧ ਜਾਣੇ ਆ, ਅਤੇ ਮੈਨੂੰ ਲੱਗਦਾ ਡੈਫੀਨੇਟਲੀ ਵੱਧ ਜਾਣਗੇ, ਕਿਉਂਕਿ ਜਿਵੇਂ ਐਪਲੀਕੇਸ਼ਨਸ ਲੱਗੀ ਜਾਣਗੀਆਂ ਵਧੀਆ ਜਾਣਗੇ, ਕਿਉਂਕਿ ਇਹ ਵੀਜ਼ਾਸ ਕੈਪਡ ਵੀਜ਼ਾਸ ਆ। ਤਾਂ ਇਹ ਮਤਲਬ ਇਹ ਨਹੀਂ ਹੈ ਕਿ ਇਹਨਾਂ ਨੂੰ ਜਿਹੜੇ ਫੈਮਿਲੀ 'ਚ ਹੁੰਦਾ, ਉਹ ਮੋਸਟਲੀ ਪਾਰਟਨਰ ਵੀਜ਼ਾਸ ਨੂੰ ਪਲੇਸ ਜ਼ਿਆਦਾ ਨੰਬਰਸ ਚਲੇ ਜਾਂਦੇ ਆ। ਤਾਂ ਪੇਰੈਂਟ ਵੀਜ਼ਾਸ ਜਿਹੜੇ ਉਹ ਕੈਪਡ ਆ, ਤਾਂ ਉਹਨਾਂ ਨੇ ਉਨੇ ਹੀ ਦੇਣੇ ਆ ਜਿੰਨੇ ਸਾਲ ਦੇ ਦੇਣੇ ਆਂਗੇ, ਹੈ ਨਾ। ਤਾਂ ਉਹਦੇ ਕਰਕੇ ਐਪਲੀਕੇਸ਼ਨ ਜ਼ਿਆਦਾ ਲੱਗੀ ਜਾ ਰਹੀਆਂ, ਤਾਂ ਪ੍ਰੋਸੈਸਿੰਗ ਟਾਈਮ ਡੈਫੀਨੇਟਲੀ ਵਧੀ ਜਾ ਰਹੇ ਹੈਗੇ। ਸੋ ਜੇ ਕਿਸੇ ਨੇ ਪੇਰੈਂਟਸ ਨੂੰ ਇੱਧਰ ਪਰਮਾਨੈਂਟ ਕਰਾਉਣਾ, ਸੋ ਤੁਹਾਨੂੰ ਲੱਗਦਾ ਕਿ ਇਹ ਬੈਸਟ ਟਾਈਮ ਹੈ ਜੇ ਕੁਛ ਨੇ ਸਟਾਰਟ ਕਰਨਾ ਐਪਲੀਕੇਸ਼ਨ ਇੱਥੇ ਹਾਂਜੀ ਪਾ ਸਕਦੇ ਆ। ਇੱਕ ਤਾਂ ਰਿਕੁਆਇਰਮੈਂਟਸ ਮੀਟ ਕਰਦੇ ਆ, ਹੈ ਨਾ, ਉਹਨਾਂ ਦੇ। ਕਿ ਦੂਸਰੀ ਗੱਲ ਇਹ ਹੈ ਵੀ ਫਿਰ ਉਹੀ ਗੱਲ ਆ ਵੀ ਜੇ ਨੋਰਮਲ ਏਜ ਕੀ ਆ, ਇੱਥੇ ਰਹਿ ਕੇ ਪਾ ਸਕਦੇ ਆ ਜਾਂ ਆਫਸ਼ੋਰ ਪਾ ਸਕਦੇ ਆ, ਤਾਂ ਪਾ ਸਕਦੇ ਆ। ਹੁਣ ਦੂਸਰੀ ਗੱਲ ਤੁਸੀਂ ਸੁਣਿਆ ਹੋਣਾ ਵੀ ਜਿਹੜੀ ਲੇਬਰ ਗਵਰਨਮੈਂਟ ਜਦੋਂ ਦੀ ਆਈ ਹੈ, ਇਹਨਾਂ ਨੇ ਕੁਛ ਜ਼ਿਆਦਾ ਚੇਂਜਸ ਨਹੀਂ ਕੀਤੀਆਂ, ਹੈ ਨਾ। ਜਦੋਂ ਵੀ ਕੋਈ ਗਵਰਨਮੈਂਟ ਆਉਂਦੀ ਆ ਤਾਂ ਉਦੋਂ ਇੱਕ ਵਾਰੀ ਹਲਚਲ ਥੋੜ੍ਹੀ ਹੁੰਦੀ ਆ। ਤਾਂ ਲਾਸਟ ਲਿਬਰਲ 2 ਵਾਰੀ ਰਹੇ ਹੈਗੇ, ਸੋ 8 ਸਾਲ ਉਹਨਾਂ ਨੇ ਕੀਤਾ, ਉਹਨਾਂ ਦਾ ਚੱਲਣ ਲੱਗ ਗਿਆ ਸੀ। ਉਦੋਂ ਉਹਨਾਂ ਦਾ ਇਹ ਸੀਗਾ ਵੀ ਜਿੰਨਾ ਚਿਰ ਚਲੋ ਟੈਂਪਰਰੀ 'ਤੇ ਰਹਿੰਦੇ ਆ, ਉਹ ਗੱਲ ਆ ਵੀ ਬੰਦੇ ਬਣ ਕੇ ਰਹਿੰਦੇ ਆ, ਕੰਮ ਕਰੀ ਜਾਂਦੇ ਆ, ਹੈ ਨਾ। ਸੋ ਟੈਂਪਰਰੀ 'ਤੇ ਰੱਖੋ, PR ਦਿਓ, ਹੌਲੀ ਹੌਲੀ ਦਿਓ। ਹੁਣ ਇਹ ਜਿਹੜੇ ਨਵੇਂ ਆ ਗਏ ਆ, ਇਹਨਾਂ ਨੂੰ ਮਤਲਬ ਲੇਬਰ ਨੂੰ ਇਹ ਆ ਕਿ ਵੀ ਇਹ ਕਹਿੰਦੇ ਅਸੀਂ ਬੈਕਲੌਗ ਕੱਢ ਦੇਣਾ, ਅਸੀਂ ਟਾਈਮ ਨਹੀਂ ਮਤਲਬ ਰੱਖਣਾ ਗਾ, ਨਾਲ ਪ੍ਰੋਸੈਸਿੰਗ ਕਰਨੀ, ਉਹ ਕਰਨੀ। ਕਈ ਵਾਰੀ ਚੰਗੀਆਂ ਵੀ ਚੀਜ਼ਾਂ ਹੋਏ ਨੇ, ਕਈ ਵਾਰੀ ਵੀ ਉਹ ਵੀ ਆ, ਕਈਆਂ ਨੂੰ ਟਾਈਮ ਚਾਹੀਦਾ ਹੁੰਦਾ, ਹੈ ਨਾ। ਸੋ ਇਹ ਆ ਵੀ ਇਹਨਾਂ ਨੇ ਇਹ ਆ ਵੀ ਉਨੇ ਕੁ ਰੱਖਣੇ ਆ ਕਰਨੇ। ਹੁਣ ਇਹਨਾਂ ਨੇ ਸਾਰਾ ਰਿਵਾਈਜ਼ ਕਰਨਾ, ਰਿਵਿਊ ਕਰਨਾ ਗਾ। ਹੁਣ ਇਹ ਕੰਸਲਟ ਕਰ ਰਿਹਾ, ਇੰਡਸਟਰੀ ਕੰਸਲਟੇਸ਼ਨਸ ਕਰ ਰਿਹਾ ਵੀ ਕੀ ਹੋਣਾ, ਕਿੱਦਾਂ। ਤਾਂ ਹੁਣ ਐਕਸਪੈਕਟਡ ਆ ਕਿ ਇਹ ਸਾਰਾ ਮਾਈਗ੍ਰੇਸ਼ਨ ਪ੍ਰੋਗਰਾਮ ਰਿਵਿਊ ਕਰਨਗੇ। ਹੋ ਸਕਦਾ ਸਕਿਲਡ ਲਿਸਟ ਰਿਵਾਈਜ਼ ਹੋ ਜਾਣ, ਹੋ ਸਕਦਾ ਸਾਰੇ ਰੂਲ ਚੇਂਜ ਕੁਛ ਹੋ ਸਕਦਾ ਸਕਿਲਡ ਜਿਹੜਾ ਸਕਿਲ ਸਿਲੈਕਟ UI ਵਗੈਰਾ, ਇਹ ਸਾਰਾ ਸਿਸਟਮ ਰਿਵਾਈਜ਼ ਹੋ ਜੇ। ਵੀ ਡੋਂਟ ਨੋ ਯੈਟ, ਹੈ ਨਾ, ਕਿ ਜਦੋਂ ਇਹ, ਕਿਉਂਕਿ ਇੱਕਦਮ ਤਾਂ ਬਣਦੇ ਨਹੀਂ, ਇਹਨਾਂ ਨੇ ਕੰਸਲਟੇਸ਼ਨਸ ਕਰਨੀਆਂ, ਫਿਰ ਦੇਖਣਾ, ਫਿਰ ਉਹਨੂੰ ਬਿੱਲ ਬਣਨਾ, ਪਾਸ ਹੋਣਾ, ਟਾਈਮ ਲੱਗ ਜਾਂਦਾ। ਬਟ ਇਹ ਹੈ ਵੀ ਇਟਸ ਐਕਸਪੈਕਟਡ ਕਿ ਲੇਬਰ ਕੁਛ ਤਾਂ ਕਰੂਗੀ ਵੀ ਚੇਂਜਿਸ ਕਰਨੀਆਂ। ਐਂਡ ਇਟਸ ਐਕਸਪੈਕਟਡ ਐਜ਼ ਵੈਲ ਕਿ ਪੇਰੈਂਟ ਵੀਜ਼ਾਸ ਦੀਆਂ ਵੀ ਕੁਛ ਚੇਂਜਿਸ ਹੋਣੀਆਂ। ਐਂਡ ਆਮ ਅਫਰੇਡ ਕਿ ਇਹ ਨਾ ਹੋਵੇ ਕਿ ਕੈਬ ਸੀਜ਼ ਵਾਲਾ ਕੰਮ ਕਰਦੇ ਨੇ ਅੱਗੇ ਵਾਂਗੂ, ਹੈ ਨਾ। ਤੁਹਾਨੂੰ ਸ਼ਾਇਦ ਪਤਾ ਨਹੀਂ, ਆਮ ਨਾਟ ਸ਼ੋਰ ਕਿ ਤੁਸੀਂ ਸੁਣਿਆ ਸੀ ਕਿ ਨਹੀਂ, 2017 'ਚ ਆਈ ਥਿੰਕ ਹੋਇਆ ਸੀਗਾ, ਜਦੋਂ ਕਾਫੀ ਚੇਂਜਿਸ ਹੋਈਆਂ ਸੀਗੀਆਂ, ਜਦੋਂ ਟਰਨਬੁਲ ਆਇਆ ਸੀ, ਹੈ ਨਾ। ਅਤੇ ਫਿਰ 457 ਦਾ ਚੇਂਜਿਸ ਹੋਈਆਂ, ਰਾਤੇ ਰਾਤ ਹੋਈਆਂ, ਜਿਵੇਂ ਮਤਲਬ ਥੋੜ੍ਹੇ ਟਾਈਮ 'ਚ, ਹੈ ਨਾ, ਕਿ ਟਰਨ ਵੀ ਤੁਸੀਂ ਆਪਣਾ ਉਹਨਾਂ ਨੇ 457 ਸਕ੍ਰੈਪ ਕਰਤਾ, ਖਤਮ ਕਰ ਰਿਹਾ, 482 ਲਿਆਂਦਾ। ਫਿਰ ਉਹਨਾਂ ਨੇ ਸਿਟੀਜ਼ਨਸ਼ਿਪ 'ਚ ਰਿਕੁਆਇਰਮੈਂਟ ਚੇਂਜ ਕੀਤੀਆਂ, ਹੋਰ ਕਾਫੀ ਚੇਂਜਸ ਆਈਆਂ ਸੀ। ਅਤੇ ਸਭ ਤੋਂ ਵੱਡੀ ਉਹਨਾਂ ਨੇ ਪੇਰੈਂਟਸ ਵੀਜ਼ਾ ਦੀ ਉਦੋਂ ਕੀਤੀ ਸੀ, ਕਿ ਪੇਰੈਂਟ ਵੀਜ਼ਾ ਦਾ ਜਿਵੇਂ ਅੱਜ ਅਨਾਊਂਸ ਕੀਤਾ ਰਾਤ ਨੂੰ, ਅਤੇ ਕੱਲ੍ਹ ਉਹਨਾਂ ਨੇ ਕਿਹਾ ਜਿਹੜੀਆਂ ਕੱਲ੍ਹ ਤੱਕ ਐਪਲੀਕੇਸ਼ਨਸ ਪਹੁੰਚ ਗਈਆਂ। ਵੀ ਆਰ ਨਾਟ ਐਕਸਪੈਕਟਿੰਗ ਮਤਲਬ ਐਕਸੈਪਟਿੰਗ ਐਪਲੀਕੇਸ਼ਨਸ, ਹੈ ਨਾ, ਐਨੀ ਮੋਰ। ਕਿ ਹੁਣ ਤੁਸੀਂ ਦੇਖੋ ਕੱਲ੍ਹ ਤੱਕ ਕਿਵੇਂ ਫੜਾਓਗੇ ਤੁਸੀਂ। ਮੈਨੂੰ ਫੋਨ ਆਏ, ਮੈਨੂੰ ਸਿਡਨੀ ਤੋਂ ਆਏ, ਮੇਰੇ ਨੋਨਸ ਦੇ ਆਏ ਕਿ ਤੁਸੀਂ ਸਾਡੀ ਐਪਲੀਕੇਸ਼ਨ ਡਰੋਪ ਕਰ ਦਿਓ। ਇਟਸ ਨਾਟ ਪੋਸੀਬਲ, ਕਿਉਂਕਿ ਅੱਜ ਰਾਤ ਨੂੰ ਜਿਵੇਂ ਆਈ ਹੈ, ਅਤੇ ਕੱਲ੍ਹ ਮੋਰਨਿੰਗ ਫਰਾਈਡੇ ਆ, ਹੈ ਨਾ, ਫਰਾਈਡੇ ਸੀਗਾ ਉਦੋਂ ਵੈਸੇ ਵੀ। ਅਤੇ ਇਹ ਤੁਸੀਂ ਜਾ ਕੇ ਡਰੋਪ ਨਹੀਂ ਕਰ ਸਕਦੇ। ਇਟ ਹੈਜ਼ ਟੂ ਬੀ
ਕੋਰੀਅਰਡ ਹੈ ਨਾ, ਤੁਹਾਨੂੰ ਪੋਸਟ ਕਰਨੀ ਪੈਣੀ ਆ, ਜਾਂਦੀ ਆਪਣੇ ਇੱਥੇ ਪਰਥ ਹੀ ਆ, ਪੇਰੈਂਟ ਵੀਜ਼ਾ ਆਪਣੇ ਪਰਥ ਹੀ ਪ੍ਰੋਸੈਸ ਹੁੰਦੇ ਆ ਹੈ ਨਾ। ਅਤੇ ਪਰ ਪ੍ਰੋਬਲਮ ਇਹ ਆ ਵੀ ਤਾਂ ਹੀ ਮੈਨੂੰ ਆਈ ਕਿ ਤੁਸੀਂ ਸਾਡੇ ਕਰ ਦਿਓ, ਭੇਜ ਦਿਓ ਹੈ ਨਾ। ਮੇਰਾ ਤਾਂ ਆਪਣਾ ਹੀ ਕੰਮ ਇੰਨਾ ਹੋਇਆ ਪਿਆ ਸੀਗਾ ਹੈ ਨਾ। ਅਤੇ ਫਿਰ ਦੂਸਰੀ ਗੱਲ ਇਹ ਹੈ ਵੀ ਤੁਸੀਂ ਉਹਨਾਂ ਨੂੰ ਹੁਣ ਇਟਸ ਨਾਟ ਪੋਸੀਬਲ ਸੇਮ ਡੇ ਕਿਵੇਂ ਕਰੋਗੇ, ਤੁਸੀਂ ਭਰਨ 'ਤੇ ਐਪਲੀਕੇਸ਼ਨਸ ਤਿਆਰ ਕਰਨ 'ਤੇ ਵੀ ਟਾਈਮ ਲੱਗਦਾ, ਫਿਰ ਉਹਨਾਂ ਨੂੰ ਤੁਸੀਂ ਕੋਰੀਅਰ ਕਰਨਾ ਡਰੋਪ ਕਰਨਾ, ਉਹ ਸੇਮ ਡੇ ਪੋਸੀਬਿਲਿਟੀ ਨਹੀਂ ਹੋ ਸਕਦੀ ਹੈ ਨਾ। ਸੋ ਇਸ ਕਰਕੇ ਉਦੋਂ ਇਹਨਾਂ ਨੇ ਇਹ ਚੀਜ਼ ਕੀਤੀ ਸੀ ਵੀ ਜਿਹੜੀਆਂ ਲੱਗ ਗਈਆਂ ਬਸ ਅਸੀਂ ਹੋਰ ਅਸੈਪਟ ਨਹੀਂ ਕਰ ਰਹੇ। ਫਿਰ ਥੋੜ੍ਹੇ ਦੇਰ ਬਾਅਦ ਚੇਂਜਸ ਆਈਆਂ, ਤਾਂ ਹੁਣ ਆਮ ਅਫਰੇਡ ਕਿ ਕਿਤੇ ਕੁਛ ਇੱਦਾਂ ਦਾ ਨਾ ਹੋਵੇ, ਦੁਬਾਰਾ ਚੇਂਜ ਆ ਜਾਣ। ਚਲੋ 1 ਜੁਲਾਈ ਨੂੰ ਹੋਊਗਾ ਜੋ ਹੋਊਗਾ ਮੇ ਵੀ ਜੁਲਾਈ ਨੂੰ, ਹਾਂਜੀ। ਪਰ ਆਈ ਥਿੰਕ ਜੁਲਾਈ ਇਜ਼ ਟੂ ਅਰਲੀ, ਕਿਉਂਕਿ ਉਹਨਾਂ ਨੂੰ ਟਾਈਮ ਵੀ ਤਾਂ ਹੁੰਦਾ ਹੈ ਨਾ। ਬਾਕੀ ਇਹ ਵੀ ਕਈ ਵਾਰੀ ਨਹੀਂ ਪਤਾ ਲੱਗਦਾ ਗਵਰਨਮੈਂਟ ਨੂੰ, ਕਈ ਵਾਰੀ ਈਵਨ ਡਿਪਾਰਟਮੈਂਟਸ ਨੂੰ ਵੀ ਨਹੀਂ ਪਤਾ ਹੁੰਦਾ, ਡਿਪਾਰਟਮੈਂਟ ਆਫਿਸਰਸ ਨੂੰ ਵੀ ਨਹੀਂ ਪਤਾ ਹੁੰਦਾ ਕਿ ਕੱਲ੍ਹ ਕੀ ਹੋ ਜਾਣਾ। ਤੁਹਾਨੂੰ ਪਤਾ ਇਹ ਜ਼ਿਆਦਾ ਇਹ ਆਈ ਥਿੰਕ ਪੋਲੀਟੀਕਲੀ ਬਹੁਤ ਚੀਜ਼ਾਂ ਮੈਟਰ ਕਰਦੀਆਂ ਹੈ ਨਾ। ਸਰਟਨਲੀ ਗਵਰਨਮੈਂਟ ਡਿਸੀਜ਼ਨ ਲੈ ਲੈਂਦੀ ਹੈ ਅਤੇ ਦੇ ਕਮ ਐਂਡ ਅਨਾਊਂਸ ਕਿ ਕੱਲ੍ਹ ਤੋਂ ਆਪਾਂ ਨਹੀਂ ਕਰਨਾ। ਐਂਡ ਇਹ ਵੀਜ਼ਾ ਪ੍ਰੋਸੈਸਿੰਗ ਜਾਂ ਇਹ ਵੀ ਮੈਨੂੰ ਲੱਗਦਾ ਥੋੜ੍ਹਾ ਜਿਹਾ ਪੋਲੀਟੀਕਲੀ ਵੀ ਇੰਪੈਕਟ ਹੁੰਦਾ, ਕਿਉਂਕਿ ਜਿੱਦਾਂ ਉਹ ਕਹਿੰਦੇ ਵੀ ਥੋੜ੍ਹੀ ਜਿਹੀ ਪੋਲਿਸੀ ਇੱਧਰ ਹੱਥ ਟਾਈਟ ਕਰ ਦਿਓ ਅਤੇ ਇੱਧਰ ਥੋੜ੍ਹਾ ਹੈ ਨਾ, ਤਾਂ ਉਹ ਉਵੇਂ ਆਈ ਥਿੰਕ ਥੋੜ੍ਹਾ ਇੰਪੈਕਟ ਹੁੰਦਾ ਹੀ ਆ। ਇੱਕ ਇਹ ਵੀ ਮਿਥ ਥੋੜ੍ਹੀ ਜਿਹੀ ਸੁਣਨ ਨੂੰ ਮਿਲਦੀ ਹੈ ਕਿ ਜਿਸ ਤਰ੍ਹਾਂ MRT ਹੁੰਦੀ, ਜਿਹੜਾ ਆਪਣਾ ਰਿਵਿਊ ਪਾਉਂਦੇ ਆ, ਕਿ ਉਹ ਲੋਕ ਸੋਚਦੇ ਆ ਕਿ ਉਹ ਸਕਸੈਸਫੁਲ ਹੋ ਹੀ ਜਾਂਦਾ। ਇੱਦਾਂ ਦਾ ਹੈ ਜਾਂ ਸਕਸੈਸਫੁਲ ਰੇਟ ਕਿੱਦਾਂ, ਮਤਲਬ ਕਿਉਂਕਿ ਦੇਖੋ ਡਿਪੈਂਡ ਕਰਦਾ। MRT ਅੱਗੇ ਸੈਪਰੇਟ ਡਿਵੀਜ਼ਨ ਹੁੰਦੀ ਸੀ, ਹੁਣ AT ਦੇ ਵਿੱਚ ਹੀ ਹੈਗੀ ਆ। ਸੋ ਇਟਸ ਵਨ ਆਫ ਪਾਰਟ ਕਿ ਜਿਹੜੀਆਂ ਮਾਈਗ੍ਰੇਸ਼ਨ ਰਿਵਿਊ ਕਰਦੀ ਆ, ਡਿਸੀਜ਼ਨਸ ਰਿਵਿਊ ਕਰਦੇ ਆ ਮਾਈਗ੍ਰੇਸ਼ਨ ਵਾਲੇ ਹੈ ਨਾ। ਹਾਂਜੀ। ਸੋ ਕੋਈ ਵੀ ਵੀਜ਼ਾ ਰਿਫਿਊਜ਼ਲ ਕੈਂਸਲ ਹੁੰਦਾ, ਮੋਸਟਲੀ ਜਿਹੜੇ ਕਰੈਕਟਰ ਕੈਂਸਲੇਸ਼ਨਸ ਵਗੈਰਾ ਨੂੰ ਛੱਡ ਕੇ ਕੁਛ ਵੀਜ਼ੇਜ਼ ਹੁੰਦੇ ਆ ਕਿ ਜਿਹੜੀ ਜਨਰਲ ਡਿਵੀਜ਼ਨ ਕਰਦੀ ਆ, ਜਾਂ ਕਹਿ ਲਓ ਰਿਫਿਊਜੀ ਵਾਲੇ ਰਿਫਿਊਜੀ ਡਿਵੀਜ਼ਨ ਕਰਦੀ ਆ। ਬਟ ਜਿਹੜੇ ਮੋਸਟਲੀ ਵੀਜ਼ਾ ਕੈਂਸਲ ਜਾਂ ਰਿਫਿਊਜ਼ ਹੁੰਦੇ ਆ, ਤਾਂ ਉਹ ਅੱਗੇ ਅਫਕੋਰਸ ਐਵਰੀਵਨ ਹੈਜ਼ ਗੋਟ ਰਾਈਟ ਟੂ ਗੋ ਹੈ ਨਾ, ਖਾਸ ਕਰਕੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਆ, ਤਾਂ ਉਹਨਾਂ ਨੂੰ ਤੁਸੀਂ ਰਿਵਿਊ ਪਾ ਸਕਦੇ ਆ। ਪਰ ਹੁਣ ਡਿਪੈਂਡ ਕਰਦਾ ਤੁਹਾਡਾ ਵੀਜ਼ਾ ਕੈਂਸਲ ਕਿਸ ਚੀਜ਼ 'ਤੇ ਹੋਇਆ, ਅਤੇ ਫਿਰ ਤੁਸੀਂ ਅੱਗੇ ਕਰ ਕੀ ਰਹੇ ਆ। ਜੇ ਹੁਣ ਤੁਸੀਂ ਕਹਿੰਦੇ ਮੈਂ ਸਟੂਡੈਂਟ ਆ, ਮੈਂ ਪੜ੍ਹ ਨਹੀਂ ਰਿਹਾ ਹੈ ਨਾ, ਇਨਰੋਲਮੈਂਟ ਨਹੀਂ ਮੈਂ ਮੇਨਟੇਨ ਕੀਤੀ, ਤਾਂ ਤੁਹਾਡਾ ਵੀਜ਼ਾ ਕੈਂਸਲ ਹੋ ਗਈ। ਦੇ ਵਿਲ ਗਿਵ ਯੂ, ਪਹਿਲਾਂ ਤੁਹਾਨੂੰ ਦੇਣਗੇ ਵੀ ਇੰਟੈਂਸ਼ਨ ਭੇਜਣਗੇ ਤੁਹਾਨੂੰ, ਉਹ ਨੋਟਿਸ ਆਫ ਇੰਟੈਂਟ ਟੂ ਕੈਂਸਲ, ਕਿ ਤੁਹਾਨੂੰ ਚਾਂਸ ਦੇਣਗੇ ਕਿ ਤੁਸੀਂ ਕਮੈਂਟ ਕਰ ਸਕਦੇ ਆ। ਅਤੇ ਜੇ ਤੁਸੀਂ ਕਮੈਂਟ ਕਰਕੇ ਉਹਨਾਂ ਨੂੰ ਸੈਟਿਸਫਾਈ ਕਰ ਦਿੰਦੇ ਆ ਕਿ ਵੀ ਅਸੀਂ ਮੇਰਾ ਵੀਜ਼ਾ ਨਾ ਕੈਂਸਲ ਕੀਤਾ ਜਾਵੇ, ਜੈਨੂਨ ਰੀਜ਼ਨਸ ਆ, ਮੇ ਬੀ ਦੇ ਵੋਂਟ ਕੈਂਸਲ, ਬਟ ਜੇ ਕੈਂਸਲ ਹੋ ਜਾਂਦਾ ਫਿਰ ਤੁਸੀਂ ਅੱਗੇ ਅਪੀਲ ਪਾ ਸਕਦੇ ਆ। ਪਰ ਹੁਣ ਉਹ ਰੀਜ਼ਨਸ ਕੀ ਸੀਗੇ, ਪਲੱਸ ਤੁਸੀਂ ਕੈਂਸਲੇਸ਼ਨ ਤੋਂ ਬਾਅਦ ਕੀ ਕੀਤਾ। ਜੇ ਹੁਣ ਸਟੂਡੈਂਟ ਕਹਿੰਦਾ ਮੇਰਾ ਰਿਫਿਊਜ਼ ਹੋ ਗਿਆ, ਕੈਂਸਲ ਹੋ ਗਿਆ, ਇਹ ਮਿੱਥ ਨਹੀਂ ਆ, ਬਲਕਿ ਸਟੂਡੈਂਟਸ ਮੈਨੂੰ ਦੇਖਣ ਨੂੰ ਇਹ ਮਿੱਥ ਮਿਲਦੀ ਆ ਵੀ ਬਸ ਹੁਣ ਤੱਕ ਕੁਛ ਨਹੀਂ ਹੋ ਸਕਦਾ ਗਾ ਹੈ ਨਾ। ਸਟੂਡੈਂਟ ਪੜ੍ਹਦੇ ਹੀ ਨਹੀਂ ਗਏ, ਫਿਰ ਅਗੇਨ ਪਾ ਕੇ ਉਹ ਦੇ ਜਸਟ ਬਾਏ ਟਾਈਮ, ਕਈ ਆਪ ਹੀ ਆਪਦੇ ਮੂੰਹ ਕਹਿੰਦੇ ਕਿ ਸਾਨੂੰ ਟਾਈਮ ਚਾਹੀਦਾ, ਬਸ ਇੱਦਾਂ AT ਪਾ ਕੇ ਮੁੜ ਕੇ ਉਹ ਭੁੱਲ ਜਾਂਦੇ ਆ, ਪੜ੍ਹਦੇ ਨਹੀਂ, ਕੰਮ ਕਰੀ ਜਾਂਦੇ ਆ, ਫਿਰ ਤੁਸੀਂ AT ਕਿਵੇਂ ਜਿੱਤੋਗੇ ਹੈ ਨਾ, ਕੋਈ ਪੋਸੀਬਿਲਿਟੀ ਨਹੀਂ ਹੈਗੀ। ਤਾਂ ਠੀਕ ਆ, ਕਿਸੇ ਦਾ ਲੱਕ ਹੋ ਜਾਏ ਤਾਂ ਵੱਖਰੀ ਗੱਲ ਆ ਕਿ ਲੱਕ ਸਾਥ ਦੇ ਗਿਆ, ਅਦਰਵਾਈਜ਼ ਇਟਸ ਇੰਪੋਸੀਬਲ। ਕਿਹੜੇ ਰੀਜ਼ਨ 'ਤੇ ਡਿਸਾਈਡ, ਇਵੇਂ ਲੌਗ ਜੇ ਹੁਣ ਤੁਹਾਨੂੰ ਕਈ ਰਿਕੁਆਇਰਮੈਂਟ ਤੁਹਾਡੀ ਟਾਈਮ ਆਫ ਐਪਲੀਕੇਸ਼ਨ ਰਿਕੁਆਇਰਮੈਂਟਸ ਹੁੰਦੀਆਂ ਕਿ ਜੇ ਤੁਸੀਂ ਉਸ ਟਾਈਮ ਮੀਟ ਨਹੀਂ ਕੀਤੀਆਂ, ਭਾਵੇਂ ਤੁਸੀਂ AT ਚੱਲ ਜਾਓ, ਫਿਰ AT ਨਹੀਂ ਜਿੱਤ ਸਕਦੇ। ਕਈ ਹੁੰਦੀਆਂ ਕਿ ਤੁਸੀਂ ਚਲੋ ਜੇ ਕੋਈ ਡਾਕੂਮੈਂਟ ਇੱਦਾਂ ਨਹੀਂ ਦਿੱਤਾ, ਜਾਂ ਜਿਹੜਾ ਬਾਅਦ 'ਚ ਡਿਸੀਜ਼ਨ ਟਾਈਮ ਵੀ ਕੰਸੀਡਰ ਹੋ ਸਕਦਾ ਸੀ, ਉਹ ਡੈਫੀਨੇਟਲੀ ਤੁਸੀਂ ਜਾ ਕੇ ਵਿਨ ਕਰ ਸਕਦੇ ਹੋ। ਸੋ ਕੇਸ ਟੂ ਕੇਸ ਡਿਪੈਂਡ ਕਰਦਾ। AT ਦਾ ਮਤਲਬ ਕੀ? ਐਡਮਿਨਿਸਟ੍ਰੇਟਿਵ ਅਪੀਲਸ ਟ੍ਰਿਬਿਊਨਲ। ਠੀਕ ਹੈ। ਸੋ MRT ਸੇਮ ਅੰਡਰ ਉਹਦਾ? MRT, ਹਾਂਜੀ। MRT ਜਿਵੇਂ ਪਹਿਲਾਂ ਇਕੱਲੀ MRT ਹੁੰਦੀ ਸੀ, ਤਾਂ RRT ਅੱਡ ਹੁੰਦੀ ਸੀ, ਹੁਣ ਫਿਰ ਇਹਨਾਂ ਨੇ ਵਿੱਚ ਹੀ ਜੁਆਇਨ ਕਰਤੀ ਸੀ, ਮਤਲਬ ਉਹਦੇ ਡਿਵੀਜ਼ਨ ਆਇਆ। MRT ਇਜ਼ ਲਾਈਕ ਅ ਪਾਰਟ ਆ, ਇੱਕ ਮਾਈਗ੍ਰੇਸ਼ਨ ਰਿਵਿਊ ਡਿਵੀਜ਼ਨ ਆ ਗਈ ਜਿਹੜੀ AT ਦੇ ਅੰਡਰ ਆ। ਸੋ AT ਲਾਈਕ ਅਪੀਲਸ ਟ੍ਰਿਬਿਊਨਲ ਆ ਵੈਸੇ ਆ, ਉਹਦੇ ਅੰਡਰ ਤੁਹਾਡੇ ਸਾਹਮਣੇ ਜਿਹੜੇ ਦੂਜੇ ਵੀ ਕੇਸਿਸ ਹੁੰਦੇ ਆ, ਫੋਰ ਐਗਜ਼ਾਮਪਲ ਕੋਈ ਜਨਰਲ ਡਿਵੀਜ਼ਨ ਦੇ ਹੋ ਗਏ, ਟੈਕਸੇਸ਼ਨ ਦੇ ਹੋ ਗਏ, ਕੁਛ ਵੀ ਹੋ ਗਏ, ਉਹਦੇ ਅੰਡਰ ਜਾਂਦੇ AT ਦੇ। ਬਿਲਕੁਲ ਜੀ। ਬਾਕੀ ਤੁਹਾਡਾ ਕੋਈ ਜਿਹੜੇ ਬੰਦੇ ਪੰਜਾਬੀ ਆਪਣੇ ਆਸਟ੍ਰੇਲੀਅਨ ਸਿਟੀਜ਼ਨ ਨੇ, ਹਾਂਜੀ, ਉਹਨਾਂ ਨੂੰ ਮਤਲਬ ਉਹ ਕਿਹੜੀ ਪਾਰਟੀ ਨੂੰ ਵੋਟ ਕਰਨ ਤਾਂ ਕਿ ਸਟੂਡੈਂਟਸ ਦੀ ਹੈਲਪ ਹੋਵੇ? ਇਹ ਤਾਂ ਦੇਖੋ ਮਾਈਗ੍ਰੇਸ਼ਨ ਤੋਂ ਪੋਲੀਟੀਕਲ ਸਾਈਡ ਚਲੇ ਗਏ ਆਪਾਂ ਹੈ ਨਾ। ਇਹ ਵੀ ਹੁਣ ਪਤਾ ਨਹੀਂ ਕਰਨਾ। ਵੈਸੇ ਆਲਵੇਜ਼ ਮੈਨੂੰ ਲੱਗਦਾ ਲਿਬਰਲ ਵੈਸੇ ਰਹੀ ਆ, ਪਹਿਲਾਂ ਇਹੀ ਹੁੰਦਾ ਸੀ ਕਿ ਜਿੰਨੇ ਵੀ ਮਾਈਗ੍ਰੇਸ਼ਨ ਏਜੰਟ ਆ, ਕਾਲਜਾਂ ਵਾਲੇ ਆ, ਸਾਰੇ ਲਿਬਰਲ ਨੂੰ ਸਪੋਰਟ ਕਰਦੇ ਸੀ, ਵੋਟਾਂ ਕਰਦੇ ਸੀ, ਕਿਉਂਕਿ ਲਿਬਰਲ ਮਾਈਗ੍ਰੇਸ਼ਨ ਨੂੰ ਸਪੋਰਟ ਕਰਦੀ ਸੀ। ਵੈਸੇ ਇਹੀ ਹੁੰਦਾ ਸੀ ਕਿ ਲੇਬਰ ਆ ਜਿਹੜੀ, ਕਿਉਂਕਿ ਲੋਕਲ ਲੇਬਰ ਨੂੰ ਸਪੋਰਟ ਕਰਦੀ ਆ। ਐਂਡ ਤੁਹਾਡੇ ਸਾਹਮਣੇ ਯੂਨੀਅਨਸ ਹੁੰਦੀਆਂ ਹੈ ਨਾ, ਯੂਨੀਅਨਸ ਬੜੀਆਂ ਮਤਲਬ ਉਹ ਹੁੰਦੀਆਂ ਹੈ ਨਾ, ਸੋ ਲੇਬਰ ਵਾਲੇ ਯੂਨੀਅਨਸ ਦੀ ਸੁਣਦੇ ਆ। ਤੇ ਐਂਡ ਦੇ ਡੋਂਟ ਵਾਂਟ ਕਿ ਮਾਈਗ੍ਰੈਂਟਸ ਲਿਆਂਦੇ ਜਾਣ ਜ਼ਿਆਦਾ, ਕਿ ਉਹਨਾਂ ਨੂੰ ਹੁੰਦਾ ਕਿ ਲੋਕਲ ਲੋਕਾਂ ਨੂੰ ਜੋਬ ਜ਼ਿਆਦਾ ਪ੍ਰੈਫਰੈਂਸ, ਹਾਂਜੀ, ਪ੍ਰੈਫਰੈਂਸ ਦਿੱਤੀ ਜਾਵੇ। ਸੋ ਲੇਬਰ ਨਹੀਂ ਸਪੋਰਟ ਕਰਦੀ ਹੁੰਦੀ ਮਾਈਗ੍ਰੇਸ਼ਨ ਨੂੰ, ਜ਼ਿਆਦਾ ਮਤਲਬ ਲਿਬਰਲ ਕਰਦੀ ਹੁੰਦੀ ਸੀ। ਬਟ ਹੁਣ ਇਹ ਆ ਵੀ ਕਈ ਵਾਰੀ ਹੁਣ ਡਿਪੈਂਡ, ਮੈਨੂੰ ਲੱਗਦਾ ਟਾਈਮ ਜੋ ਕਹਿੰਦੇ ਨਹੀਂ ਨੀਡ ਆਫ ਦਾ ਟਾਈਮ ਹੈ ਨਾ, ਸੋ ਉਹ ਚੀਜ਼ ਆ ਵੀ ਹੁਣ ਜਦੋਂ ਜ਼ਰੂਰਤ ਆ ਤਾਂ ਕੋਈ ਵੀ ਪਾਰਟੀ ਆ ਕਿ ਫਿਰ ਹੱਥ ਖੋਲ੍ਹ ਕੇ ਕਹੂਗੀ ਵੀ ਆ ਜਾਓ ਹੈ ਨਾ, ਤੇ ਜਦੋਂ ਜ਼ਰੂਰਤ ਨਹੀਂ ਹੈ ਤਾਂ ਫਿਰ ਨਹੀਂ। ਹੁਣ ਖਾਸ ਕਰਕੇ WHO ਜਦੋਂ ਲਿਬਰਲ ਆਈ
ਸੌਰੀ ਲੇਬਰ ਤਾਂ ਖੈਰ ਆਪਣੇ ਕਾਫੀ ਦੇਰ ਤੋਂ ਚੱਲ ਰਹੀ ਆ, ਹਾਂਜੀ, ਹਾਂਜੀ। ਬਟ ਜਦੋਂ ਮੈਨੂੰ ਲੱਗਦਾ ਸੈਂਟਰਲ 'ਚ ਆਈ ਹੈ ਲਾਸਟ ਈਅਰ ਤੋਂ, ਉਦੋਂ ਤੋਂ ਕਾਫੀ ਚੇਂਜਸ ਆਈਆਂ। WA ਸਟੇਟ ਗਵਰਨਮੈਂਟ ਆਪਣੀ ਬਹੁਤ ਜ਼ਿਆਦਾ ਸਟ੍ਰਿਕਟ ਸੀ ਪਹਿਲਾਂ, ਮਤਲਬ ਕੋਈ ਮਾਈਗ੍ਰੇਸ਼ਨ ਦੀਆਂ ਕੋਈ ਸਟੇਟ ਨੋਮੀਨੇਸ਼ਨ ਨਹੀਂ ਸੀ, ਕੁਛ ਨਹੀਂ ਸੀ, ਬਟ ਰੀਜਨਲ ਕਰਕੇ ਚਲੋ ਪਹਿਲਾਂ ਇੰਪਲੋਇਰ ਸਪੋਂਸਰ ਸੀਗਾ, RSMS ਹੁੰਦਾ ਸੀ, ਹੈ ਨਾ। ਤਾਂ ਹੁਣ ਜਦੋਂ ਇਹਨਾਂ ਨੇ ਆ ਕੇ ਚੇਂਜਸ ਕੀਤੀਆਂ, ਐਟ ਦ ਮੋਮੈਂਟ ਲੇਬਰ ਗਵਰਨਮੈਂਟ ਹੈ ਇੱਥੇ ਵੀ ਅਤੇ ਲੇਬਰ ਗਵਰਨਮੈਂਟ ਆ ਸੈਂਟਰ 'ਚ ਵੀ। ਆਈ ਥਿੰਕ ਇਹ ਬੜਾ ਵਧੀਆ ਚੀਜ਼ ਹੁੰਦੀ ਹੈ ਕਿ ਜੇ ਸੇਮ ਗਵਰਨਮੈਂਟ ਤੁਹਾਡੀ ਸਟੇਟ 'ਚ ਆ, ਸੇਮ ਗਵਰਨਮੈਂਟ ਸੈਂਟਰ 'ਚ ਆ, ਤਾਂ ਲਾਈਫ ਈਜ਼ੀ ਕੰਮ ਵੀ ਛੇਤੀ ਹੁੰਦਾ, ਪੋਲਿਟਿਕਸ ਦੀ ਵੀ ਲਾਈਫ ਈਜ਼ੀ ਹੋ ਜਾਂਦੀ ਹੈ, ਹੈ ਨਾ। ਅਤੇ ਇਹ ਵੀ ਸਾਰਿਆਂ ਦਾ ਮਤਲਬ ਕੰਮ ਵੀ ਇੱਕ ਦੂਜੇ ਨਾਲ ਫਾਈਟ ਨਹੀਂ ਕਰਦੇ, ਸਪੋਰਟ ਕਰਦੇ ਆਪਣੀ ਗਵਰਨਮੈਂਟ ਨੂੰ, ਇਨਫੈਕਟ ਸਪੋਰਟ ਕਰਦੇ ਆ। ਇਹ ਤੁਹਾਨੂੰ ਪਤਾ ਹੈ ਵੈਰੀ ਪੋਲੀਟੀਕਲੀ, ਹੈ ਨਾ, ਹੁੰਦਾ। ਤਾਂ ਇਸ ਕਰਕੇ ਇਹ ਵੀ ਉਹਨਾਂ ਦੀ ਹੁਣ ਇਹਨਾਂ ਦੀਆਂ ਸਾਰੀਆਂ ਸਟੇਟ ਦੀਆਂ ਤੁਸੀਂ ਦੇਖੋ ਵੀ ਆਪਣੀ WA ਸਭ ਤੋਂ ਜ਼ਿਆਦਾ ਰਿਲੈਕਸਡ ਰਿਕੁਆਇਰਮੈਂਟਸ ਆ, ਸਭ ਤੋਂ ਵੱਡੀ ਲਿਸਟ ਹੈ ਇਹਨਾਂ ਦੀ, ਇੰਨੇ ਆਕੂਪੇਸ਼ਨਸ ਲਿਸਟ 'ਤੇ ਆ। ਕੋਈ ਮਤਲਬ ਤੁਹਾਨੂੰ ਇੱਥੇ ਰਹਿਣ ਦੀ ਰਿਕੁਆਇਰਮੈਂਟ ਨਹੀਂ ਆ, ਮਤਲਬ ਤੁਸੀਂ ਇੱਥੇ ਸਟੇਟ 'ਚ ਹੀ ਰਹਿੰਦੇ ਹੋਣਾ ਚਾਹੀਦਾ, ਜਿੱਦਾਂ ਕਈ ਸਟੇਟਸਮੈਨਸ ਦੀ ਹਜੇ ਵੀ ਰਿਕੁਆਇਰਮੈਂਟਸ ਹੈ ਕਿ ਤੁਸੀਂ ਉੱਥੇ ਰਹਿੰਦੇ ਹੋਣੇ ਚਾਹੀਦੇ, ਉੱਥੇ ਜਾਂ ਜੋਬ ਕਰਦੇ ਹੋਣੇ ਚਾਹੀਦੇ ਆ 3 ਮਹੀਨੇ 6 ਮਹੀਨੇ, ਹੈ ਨਾ। ਸੋ ਇਹਨਾਂ ਦੀ ਇੱਦਾਂ ਨਹੀਂ ਆ, ਤੁਸੀਂ ਜੇ ਆਪਣੇ ਗ੍ਰੈਜੂਏਟਸ ਆ ਡੈਫੀਨੇਟਲੀ ਉਹਨਾਂ ਦੀ ਪ੍ਰੈਫਰੈਂਸ ਆ, ਉਹਨਾਂ ਦੀ ਗ੍ਰੈਜੂਏਟ ਲਿਸਟ ਅਲੱਗ ਆ। ਪਲੱਸ ਜੇ ਤੁਸੀਂ ਕਿਸੇ ਹੋਰ ਸਟੇਟ 'ਚ ਵੀ ਪੜ੍ਹੇ ਆ, ਤੁਹਾਡਾ ਆਕੂਪੇਸ਼ਨ ਹੈਗਾ ਸਕਿੱਲ ਲਿਸਟ 'ਚ, ਤੁਸੀਂ ਰਿਕੁਆਇਰਮੈਂਟਸ ਮੀਟ ਕਰਦੇ ਆ, ਸਟਿਲ ਯੂ ਕੈਨ ਅਪਲਾਈ, ਹੈ ਨਾ। ਓਵਰਸੀਜ਼ ਤੋਂ ਵੀ ਤੁਸੀਂ ਯੂ ਕੈਨ ਅਪਲਾਈ। ਅਫਕੋਰਸ ਪ੍ਰੈਫਰੈਂਸ ਜਿਹੜੇ ਇੱਥੇ ਰਹਿ ਰਹੇ ਆ, ਪਹਿਲੀ ਪ੍ਰੈਫਰੈਂਸ ਉਹਨਾਂ ਨੂੰ ਆ, ਫਿਰ ਇੰਟਰਸਟੇਟ ਵਾਲਿਆਂ ਨੂੰ, ਫਿਰ ਓਵਰਸੀਜ਼ ਵਾਲਿਆਂ ਨੂੰ। ਬਟ ਐਟ ਦ ਮੋਮੈਂਟ ਦੇ ਆਰ ਵੈਰੀ ਰਿਲੈਕਸਡ ਐਂਡ ਨੰਬਰ ਵੀ ਹੁਣ ਪਾਪੂਲੇਸ਼ਨ ਦੇ ਹਿਸਾਬ ਨਾਲ ਆਪਣੀ WA 'ਚ ਇੰਨੀ ਪਾਪੂਲੇਸ਼ਨ ਨਹੀਂ ਹੈਗੀ, ਬਟ ਆਫਟਰ ਵਿਕਟੋਰੀਆ ਐਂਡ ਨਿਊ ਸਾਊਥ ਵੇਲਸ, WA ਇਜ਼ ਦਾ 3rd ਲਾਰਜੈਸਟ ਨੰਬਰਸ 'ਚ ਜਿਹੜੀ ਸਟੇਟਸ ਦੇ ਨੰਬਰ ਮਿਲਦੇ ਆ ਨਾ, ਕੋਟਾ ਮਿਲਦਾ ਸਟੇਟਸ ਨੂੰ, ਤਾਂ WA ਨੂੰ 3rd ਲਾਰਜੈਸਟ ਕੋਟਾ ਮਿਲਿਆ ਹੋਇਆ। ਓਕੇ, ਸੋ ਉਸ ਕਰਕੇ ਤੁਸੀਂ ਹੁਣ ਸੁਣਿਆ ਹੀ ਹੋਣਾ ਕਿ ਇਨਵਾਈਟ ਆ ਰਿਹਾ ਕਾਫੀ ਲੋਕਾਂ ਨੂੰ, ਹੈ ਨਾ। ਸੋ ਮੋਸਟਲੀ ਮੈਨੂੰ ਲੱਗਦਾ ਸਾਰੇ PR ਹੋ ਰਹੇ ਆ ਹੁਣ, WA ਵਾਲੇ ਸਾਰੇ ਅੱਗੇ ਪਿਛਲੇ ਸ਼ਿਕਵੇ ਹੋ ਰਹੇ, ਸਾਰੇ ਕੱਚੇ ਪੱਕੇ ਹੋ ਗਏ ਨੇ। ਹਾਂਜੀ, ਬਸ ਇਹ ਥੋੜੀ ਪੇਸ਼ੈਂਸ ਰੱਖਣ ਦੀ ਗੱਲ ਹੁੰਦੀ ਆ। ਮੇਰੇ ਸਟੂਡੈਂਟਸ ਕਿੰਨੇ ਬੜੇ ਖੁਸ਼ ਆ, ਉਹਨਾਂ ਨੂੰ ਮੈਂ ਕਹਿੰਦੀ ਪੇਸ਼ੈਂਸ ਰੱਖੋ। ਉਹੀ ਗੱਲ ਆਪਾਂ ਜਿਵੇਂ ਪਹਿਲਾਂ ਕਰ ਰਹੇ, ਜੇ ਤੁਹਾਡੇ ਪੱਲੇ ਕੁਛ ਹੈਗਾ ਤਾਂ ਤੁਸੀਂ ਕੁਛ ਕਰੋਗੇ ਤਾਂ ਕੁਛ ਮਿਲ ਵੀ ਜਾਊਗਾ। ਜੇ ਤੁਸੀਂ ਪੱਲੇ ਨਹੀਂ, ਹੁਣ ਜਿਵੇਂ ਅੱਜ ਜੇ ਕੋਈ 10 ਸਾਲ ਦਾ ਬੈਠਾ, ਜੇ ਕੁਛ ਪੱਲੇ ਨਹੀਂ, ਉਹਨੇ ਪੜ੍ਹਿਆ ਹੀ ਨਹੀਂ, ਕੁਛ ਹੈ ਹੀ ਨਹੀਂ, ਤਾਂ ਉਹਨੂੰ ਅੱਜ ਵੀ ਉਹ ਇਹਦਾ ਬੈਨੀਫਿਟ ਨਹੀਂ ਲੈ ਪਾਊਗਾ। ਹਾਂਜੀ, ਅੰਗਰੇਜ਼ੀ ਦੀ ਇੱਕ ਕਹਾਵਤ ਬੜੀ ਵਧੀਆ ਚੇਤਾ ਆ ਗਈ ਮੈਨੂੰ ਤੁਹਾਡੀ ਗੱਲ ਤੋਂ, ਪ੍ਰੈਪਰੇਸ਼ਨ ਮੀਟਸ ਓਪਰਚੁਨਿਟੀ। ਤੇ ਜੇ ਤੁਸੀਂ ਪ੍ਰਪੇਅਰ ਕਰਕੇ ਰੱਖਿਆ ਤੇ ਕਿਤੇ ਨਾ ਕਿਤੇ ਓਪਰਚੁਨਿਟੀ ਤੁਹਾਡੇ ਤੇ, ਜੇ ਤੁਸੀਂ ਕੁਝ ਕੀਤਾ ਹੋਇਆ ਤੇ ਉਹ ਤੁਹਾਡਾ ਕਿਤੇ ਨਾ ਕਿਤੇ ਤੁਸੀਂ ਆਪ ਦੇਖੋ, ਜੇ ਤੁਸੀਂ ਉਹੀ ਗੱਲ ਆ ਵੀ ਜਿਹੜਾ ਤੁਸੀਂ ਕੀਤਾ ਹੋਇਆ, ਤੁਹਾਡੀ ਸਕਿੱਲ ਆ, ਤੁਸੀਂ ਸਿੱਖਿਓ, ਉਹ ਤੁਹਾਡੇ ਤੋਂ ਨੋ ਵਨ ਕੈਨ ਟੇਕ ਅਵੇ, ਹੈ ਨਾ। ਉਹ ਤੁਹਾਡੀ ਯੂਜ਼ ਹੋਊਗੀ ਕਿਤੇ ਨਾ ਕਿਤੇ। ਬਾਕੀ ਮੈਨੂੰ ਇਹ ਵੀ ਲੱਗਦਾ ਕਿ ਜਦ ਕੋਈ ਆਪਣਾ ਚੰਗਾ ਟਾਈਮ ਚੱਲ ਰਿਹਾ ਹੁੰਦਾ ਨਾ, ਉਦੋਂ ਲੇਜ਼ੀ ਨਹੀਂ ਹੋਣਾ ਚਾਹੀਦਾ, ਉਦੋਂ ਵੱਧ ਤੋਂ ਵੱਧ ਮਿਹਨਤ ਕਰਕੇ ਰੱਖੋ ਤੇ ਇੰਪਰੂਵ ਕਰੋ ਆਪਦੇ ਆਪ ਨੂੰ, ਕਿਉਂਕਿ ਜਿੱਦਣੇ ਕਿਤੇ ਪ੍ਰੋਬਲਮ ਆਈ ਤੁਸੀਂ ਈਜ਼ੀਲੀ ਉਹਨੂੰ ਟੈਕਲ ਕਰ ਲਓਗੇ, ਠੀਕ ਹੈ। ਸੋ ਆਪਦੇ ਵੱਲੋਂ ਆਪਦੀ ਬੈਸਟ ਕਰੋ। ਹਾਂਜੀ, ਹੁਣ ਤਾਂ WA ਸਟੇਟ ਕਹਿ ਲਓ, ਵੈਸੇ ਵੀ ਥੋੜਾ ਰਿਕੁਆਇਰਮੈਂਟ ਕਾਫੀ ਚੱਲ ਰਹੀਆਂ ਹੁਣ। ਈਵਨ ਤੁਹਾਨੂੰ ਦੇਖੋ ਰੀਜਨਲ 'ਚ ਰਹਿਣ ਦੇ ਫਾਇਦੇ ਵੀ ਆ, ਤੁਹਾਡੇ ਪੁਆਇੰਟਸ ਵੀ ਐਕਸਟਰਾ ਮਿਲਦੇ ਆ ਤੁਹਾਨੂੰ। 485 ਜਿਹੜੇ ਪੋਸਟ ਗ੍ਰੈਜੂਏਟ ਮਤਲਬ ਹੁੰਦੇ ਆ, ਜਿਹੜੇ ਆਪਣਾ 48 ਬੈਚਲਰਸ ਤੇ ਮਾਸਟਰਸ ਕਰਦੇ ਆ, ਉਹਨਾਂ ਨੂੰ 2-2 ਸਾਲ ਦੇ ਵੀਜ਼ੇ ਮਿਲਦੇ ਸੀ। ਫਿਰ ਉਹਨਾਂ ਨੂੰ 1 ਸਾਲ ਜੇ ਰੀਜਨਲ 'ਚ ਰਹੇ ਆ, ਪੜ੍ਹੇ ਆ, ਤਾਂ ਤੁਹਾਨੂੰ 1 ਸਾਲ ਐਕਸਟੈਂਡ ਹੋ ਜਾਣਾ। ਮਾਸਟਰਸ ਵਾਲਿਆਂ ਨੂੰ ਵੈਸੇ 3-3 ਸਾਲ ਦੇ ਦੇ ਰਹੇ ਆ। ਹੁਣ ਜੁਲਾਈ ਤੋਂ ਬਾਅਦ ਦੇ ਆਰ ਸੇਇੰਗ ਲਾਈਕ ਇਟ ਵਿਲ ਬੀ 5 years, ਹਨ। ਸੋ ਇਹ ਹੈ ਵੀ ਕਾਫੀ ਬੈਨੀਫਿਟਸ ਹੈਗੇ ਆ ਪੜ੍ਹਨ ਦੇ, ਜੇ ਇੱਥੇ ਆ ਕੇ ਪੜ੍ਹਦੇ ਆ ਤੁਸੀਂ, ਬਾਕੀ ਸਪੈਸ਼ਲੀ ਰੀਜਨਲ ਏਰੀਆਜ਼ 'ਚ। ਹਾਂਜੀ ਜੀ, ਬਾਕੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਤੇ ਆਮ ਸ਼ੋਰ ਵਿਊਅਰਸ ਨੂੰ ਵੀ ਵੈਲਿਊਬਲ ਲੱਗਿਆ ਹੋਊਗਾ। ਤੇ ਤੁਸੀਂ ਸੋਚਿਆ ਸੀ ਵੀ 2004 'ਚ ਉਰੇ ਤੁਸੀਂ ਆ ਕੇ, ਉਦੋਂ 2009 'ਚ ਤੁਸੀਂ ਬਿਜ਼ਨਸ ਸ਼ੁਰੂ ਕੀਤਾ, ਤੁਸੀਂ ਕਦੇ ਸੋਚਿਆ ਸੀ ਵੀ ਤੁਹਾਨੂੰ ਪੰਜਾਬੀ ਪੌਡ 'ਤੇ ਆ ਕੇ ਮੌਕਾ ਮਿਲੂ ਉਰੇ ਗੱਲਬਾਤ ਕਰਨ ਦਾ? ਮੈਂ ਨਹੀਂ ਕਦੇ ਸੋਚਿਆ ਸੀਗਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੈਂ ਕਦੇ ਏਜੰਟ ਬਣਦਾ ਵੀ ਨਹੀਂ ਸੋਚਿਆ ਸੀਗਾ। ਸੋ ਮੈਂ ਤਾਂ ਜਿਵੇਂ ਕਹਿ ਲਓ ਗੋ ਵਿਦ ਦਾ ਫਲੋ ਆ, ਇੱਕ ਕਹਿ ਲਓ ਤੁਹਾਡੀ ਓਪਰਚੁਨਿਟੀ ਵਾਲੀ ਜਿੱਦਾਂ ਤੁਸੀਂ ਗੱਲ ਕੀਤੀ ਆ, ਹੈ ਨਾ। ਤਾਂ ਮੈਨੂੰ ਜਿਵੇਂ ਮੈਂ ਕਦੇ ਕਰਨਾ ਨਹੀਂ, ਮੇਰੇ ਤੋਂ ਬਸ ਕਰਾਇਆ ਹੀ ਜਾਂਦਾ ਗਾ, ਮੇਰੇ ਤੋਂ ਖਿੱਚ ਕੇ ਲਿਆਂਦਾ ਜਾਂਦਾ। ਜਿਵੇਂ ਮੈਂ ਤਾਂ ਆਪਣਾ ਜੋਬ ਕਰੀ ਅਤੇ ਪੜ੍ਹੇ, ਹੈ ਨਾ। ਮੈਨੂੰ ਹੁੰਦਾ ਮੈਂ ਮਿਹਨਤ ਬਹੁਤ ਕੀਤੀ ਹੈ, ਮੈਨੂੰ ਹੁੰਦਾ ਸੀ ਮੈਂ ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਹਟਣਾ, ਹੈ ਨਾ। ਸ਼ੁਰੂ ਤੋਂ ਹੀ ਬਚਪਨ ਤੋਂ ਆਦਤ ਸੀ ਵੀ ਜਿਹੜਾ ਕਰਨਾ ਅਤੇ ਆਪਣਾ ਪੂਰਾ 100% ਦੇ ਕੇ ਕਰਨਾ, ਹੈ ਨਾ। ਅਤੇ ਮੈਂ ਮਿਹਨਤ ਬੜੀ ਕੀਤੀ ਹੈ। ਮੈਂ ਆਪਣੀ PR ਲਈ ਵੀ ਸਟਰਗਲ ਕੀਤੀ ਹੈ, ਵੀ ਆਪਣੀ IT ਕੀਤੀ ਸੀ ਮੈਂ, ਖੈਰ IT ਕਰਕੇ ਉਦੋਂ ਅਕਾਊਂਟਿੰਗ ਵਾਲਿਆਂ ਦੀ ਬੱਲੇ ਬੱਲੇ ਹੁੰਦੀ ਸੀ। ਅਕਾਊਂਟਿੰਗ ਕੀਤੀ ਉਹਨਾਂ ਦੇ, ਉਦੋਂ ਸਾਡਾ ਪੁਆਇੰਟ ਸਿਸਟਮ ਥੋੜ੍ਹਾ ਡਿਫਰੈਂਟ ਹੁੰਦਾ ਸੀ ਕਿ ਤੁਹਾਨੂੰ ਸਟੱਡੀ ਦੇ ਵੀ ਮਿਲਦੇ ਆ, ਉਹਨਾਂ ਨੂੰ ਸਾਨੂੰ 60 ਮਿਲਦੇ ਸੀ, ਉਹਨਾਂ ਨੂੰ 75 ਪੁਆਇੰਟਸ ਮਿਲਦੇ ਹੁੰਦੇ ਸੀ, ਅਤੇ 125 ਉਹ ਸਟੱਡੀ ਡਿਗਰੀ ਕਰਦੇ, ਸਿੱਧੀ PR ਪਾ ਲੈਂਦੇ ਸੀ। ਅਤੇ ਸਾਡੇ 5 ਪੁਆਇੰਟ ਘੱਟਦੇ ਹੁੰਦੇ ਸੀ। ਦੇਖੋ ਸਾਡੇ ਉਸ ਟਾਈਮ 2004 'ਚ 6 'ਚ ਮੈਂ ਕੰਪਲੀਟ ਕੀਤੀ ਹੈ, ਅਤੇ ਸਾਨੂੰ ਗ੍ਰੈਜੂਏਟ ਵੀਜ਼ਾ ਸਿਰਫ 6 months ਦਾ ਮਿਲਦਾ ਹੁੰਦਾ ਸੀ, ਬੈਚਲਰ, ਹੈ ਨਾ, ਕਰਕੇ। 6 months 'ਚ ਕੀ ਕਰ ਲੂਗਾ ਅਗਲਾ? ਜਾਂ ਤਾਂ ਤੁਸੀਂ 5 ਪੁਆਇੰਟ ਘੱਟਦੇ ਸੀਗੇ 6 months ਮਤਲਬ ਤੁਹਾਡੇ ਹੋਣ, ਜਾਂ ਤੁਹਾਡੇ ਤੁਸੀਂ ਨਾਟੀ ਕਰੋ, ਜਾਂ ਤੁਸੀਂ $1 ਲੱਖ ਡਿਪੋਜ਼ਿਟ ਕਰੋ ਆਪਣਾ ਸਾਲ ਵਾਸਤੇ, ਕੈਪੀਟਲ ਇਨਵੈਸਟਮੈਂਟ ਕਰੋ, ਕਿ ਉਹ ਤੁਹਾਨੂੰ ਸਾਲ ਬਾਅਦ ਵਾਪਸ ਮਿਲ ਜਾਣਾ ਵਿਆਜ ਸਮੇਤ, ਹੈ ਨਾ। ਇਹ ਸੀ। ਅੱਜ ਤਾਂ ਮੈਨੂੰ ਲੱਗਦਾ ਕੋਈ ਕਹੇ ਸਾਲ ਤੁਸੀਂ ਲੱਖ ਦੇ ਦਿਓ
ਤੇ PR ਲੈਣ ਲਈ ਲੋਕੀ ਦੇ ਵੀ ਦੇਣਗੇ ਤਾਂ ਉਦੋਂ ਇਨਵੈਸਟਮੈਂਟ ਸੀ, ਫਿਰ ਵੀ ਇਟਸ ਅ ਬਿਗ ਅਮਾਊਂਟ, ਨਾਲੇ ਹਜੇ ਰੇਟ ਉਦੋਂ 32-33 ਸੀਗਾ ਮੈਨੂੰ ਲੱਗਦਾ ਹੈ ਨਾ, ਪਰ ਫਿਰ ਵੀ ਆਪਾਂ ਇੰਨਾ ਕੈਸ਼ ਮਨੀ ਹੈ ਨਾ ਕਰਨਾ ਇਜ਼ ਲਾਈਕ, ਮੈਨੂੰ ਤਾਂ ਲੱਗਦਾ ਸੀ ਵੱਡਾ ਕੰਮ ਆ, ਤੇ ਮੈਂ ਆਪਣੇ ਡੈਡ ਨੂੰ ਕਹਿਣਾ ਨਹੀਂ ਚਾਹੁੰਦੀ ਹੈ ਨਾ। ਤੇ ਫਿਰ ਕੀ ਰਹਿੰਦੀ ਨਾਟੀ ਆਪਸ਼ਨ ਰਹਿੰਦੀ, ਜੋਬ ਤੁਹਾਨੂੰ ਕਿੱਥੇ ਗ੍ਰੈਜੂਏਟ ਨਿਕਲਦਿਆਂ ਨੂੰ ਮਿਲਦੀ ਹੈ 6 ਮਹੀਨੇ ਤਾਂ ਤੁਹਾਨੂੰ ਵੈਸੇ ਵੀਜ਼ਾ ਮਿਲਦਾ, ਸੋ ਨਾਟੀ ਆਪਸ਼ਨ ਮੈਨੂੰ ਯਾਦ ਆ, ਉੱਥੇ ਮੈਂ ਏਜੰਟ ਦਾ ਚਲੋ ਨਾਮ ਨਹੀਂ ਆਉਂਦੀ, ਉਦੋਂ ਕਾਫੀ ਮਸ਼ਹੂਰ ਸੀ ਆਪਣੇ ਉੱਥੇ ਆਉਂਦੇ, ਉਹਦੇ ਕੋਲ ਗਈ, ਉਹ ਮੈਨੂੰ ਕਹਿੰਦਾ ਜਿਵੇਂ ਨਾਟੀ, ਮੈਨੂੰ ਕਹਿੰਦਾ ਨਾਟੀ ਤਾਂ ਭੁੱਲ ਜਾਓ ਤੇ ਤੁਹਾਨੂੰ ਜੋਬ ਮਤਲਬ ਹੈ ਨਾ ਨਹੀਂ ਮਿਲਣੀ, ਜੇ ਲੱਭ ਲਓਗੇ ਤਾਂ ਠੀਕ ਆ ਹੈ ਨਾ, ਨਹੀਂ ਤਾਂ ਆਪਸ਼ਨ ਕਿਹੜੀ $1 ਲੱਖ। ਮੈਂ ਕਿਹਾ ਉਹ ਤਾਂ ਮੈਨੂੰ ਵੀ ਪਤਾ ਹੈ ਨਾ। ਸੋ ਮੁੰਡਿਆਂ ਨੇ ਮੋਸਟਲੀ ਜਿਹੜੇ ਉਸ ਟਾਈਮ ਸੀ ਮੇਰੇ ਨਾਲ ਪੜ੍ਹੇ ਮੁੰਡੇ ਆਉਂਦੇ ਹੁੰਦੇ ਸੀ, ਉਹਨਾਂ ਨੇ ਸਭ ਨੇ ਆਪਣੇ $1 ਲੱਖ ਦਾ ਜਮ੍ਹਾਂ ਕੀਤੀ ਸੀ ਨਾ, ਪਰ ਮੈਨੂੰ ਇਹ ਸੀ ਕਿ ਮੈਂ ਨਹੀਂ ਆਪਣੇ ਬਿਹਾਫ 'ਤੇ ਕਰਨਾ, ਮੈਂ ਆਪਣਾ ਹੀ ਕਰਨਾ। ਮੈਂ ਨਾਟੀ ਲਈ ਟਰਾਈ ਕੀਤੀ ਸੀ, ਨਾਟੀ ਵੀ ਹੁਣ ਵਾਲੀ ਨਾਟੀ ਨਹੀਂ, ਜਿਹੜਾ ਹੁਣ ਤਾਂ ਸਿਰਫ ਉਹਨਾਂ ਡਿਫਰੈਂਟ ਹੋ ਗਿਆ। ਹਾਂਜੀ, ਹੁਣ ਤਾਂ ਸਿਰਫ ਹੁਣ ਤਾਂ ਕ੍ਰੈਡੈਂਸ਼ੀਅਲ ਕਮਿਊਨਿਟੀ ਲੈਂਗੁਏਜ ਕਹਿੰਦੇ ਆ, ਸਿਰਫ ਤੁਹਾਨੂੰ ਮਾਈਗ੍ਰੇਸ਼ਨ ਪੁਆਇੰਟ ਲਈ ਆ, ਤੁਸੀਂ ਜਾਓ ਜਿਹੜਾ ਇੰਟਰਪ੍ਰੇਟਰ ਬੋਲ ਕੇ ਕਰ ਲਓ, ਜਾਓ ਸਿਰਫ ਤੁਹਾਨੂੰ ਪੁਆਇੰਟਸ ਲਈ ਯੂਜ਼ ਕਰ ਸਕਦੇ ਆ, 5 ਪੁਆਇੰਟ ਮਿਲਦੇ ਆ, ਪਰ ਤੁਸੀਂ ਟਰਾਂਸਲੇਟਰ ਜਾਂ ਇੰਟਰਪ੍ਰੇਟਰ ਨਹੀਂ ਬਣਦੇ ਹੈ ਨਾ। ਮੈਂ ਨਾਟੀ ਕੀਤੀ ਸੀ, ਮਤਲਬ ਜਿਹੜੇ ਐਗਜ਼ੈਕਟ ਤੁਸੀਂ, ਮੈਂ ਟਰਾਂਸਲੇਟਰ ਬਣੀ ਵੀ ਸੀ, ਖੈਰ ਸਟੈਂਪ ਵੀ ਮਿਲਿਆ ਉਹਨਾਂ ਨੂੰ। ਹਾਂਜੀ, ਮੇਰੇ ਮੈਂ ਵੀ ਸੇਮ ਹੀ ਉਸ ਟਾਈਮ ਤੇ ਕੀਤੀ ਸੀ। ਹਾਂਜੀ, ਮੇਰੇ ਬ੍ਰਦਰ ਨੇ ਮੈਨੂੰ ਉੱਥੋਂ, ਮੈਂ ਕਿਹਾ ਡਿਕਸ਼ਨਰੀਆਂ ਭੇਜਦੀ ਮੈਨੂੰ ਹੈ ਨਾ, ਕਿਸੇ ਦੇ ਹੱਥੋਂ ਨੇ ਮੈਨੂੰ ਉਹ ਭੇਜਦੀਆਂ ਪੰਜਾਬੀ ਦੀਆਂ, ਇੰਗਲਿਸ਼ ਟੂ ਪੰਜਾਬੀ। ਹਾਂਜੀ, ਮੈਂ ਬਾਅਦ 'ਚ ਮੈਂ ਸੋਚਿਆ ਮੈਂ ਪੰਜਾਬੀ ਟੂ ਇੰਗਲਿਸ਼ ਕਰਦੀ ਤਾਂ ਸ਼ਾਇਦ ਸੌਖਾ ਰਹਿੰਦਾ ਹੈ ਨਾ, ਤਾਂ ਮੈਨੂੰ ਉਵੇਂ ਡਿਕਸ਼ਨਰੀਆਂ ਭੇਜਦੀਆਂ, ਮੈਂ ਉਵੇਂ ਤਿਆਰੀ ਸ਼ੁਰੂ ਕਰਤੀ, ਇੰਨਾ ਪਤਾ ਵੀ ਨਹੀਂ ਚਲੋ ਲੱਗ ਗਏ। ਉਹ ਇੰਗਲਿਸ਼ ਟੂ ਪੰਜਾਬੀ ਕੀਤੀ ਰਿਟਨ, ਚਲੋ ਕਨਵੈਂਟ 'ਚ ਪੜ੍ਹਿਆ, ਪਰ ਆਪਾਂ ਪੰਜਾਬੀ ਕਰਕੇ ਨਾ, ਮੇਰੇ ਡੈਡ ਨੇ ਗਿਆਨੀ ਕੀਤੀ ਸੀ ਪੰਜਾਬੀ 'ਚ, ਸੋ ਮੇਰੀ ਵੀ, ਮੈਨੂੰ ਬੜਾ ਸ਼ੌਂਕ ਸੀ ਪੰਜਾਬੀ ਪੜ੍ਹਨ ਦਾ, ਲਿਖਣ ਦਾ, ਤਾਂ ਮੈਂ ਸਕੂਲ 'ਚ ਕਦੇ ਵੀ ਮੈਂ ਪੇਪਰਾਂ 'ਚ ਪੰਜਾਬੀ ਦੇ ਪੇਪਰ ਦੀ ਵਰੀ ਨਹੀਂ ਕੀਤੀ, ਨਾ ਤਿਆਰੀ ਕੀਤੀ, ਬਸ ਮੈਂ ਇੱਦਾਂ ਹੀ ਪੜ੍ਹ ਕੇ ਕਲਾਸ 'ਚ ਜਿਹੜਾ ਹੋ ਗਿਆ ਹੈ ਨਾ। ਤਾਂ ਮੈਨੂੰ ਇਸ ਕਰਕੇ ਮੈਨੂੰ ਉਸ ਚੀਜ਼ ਨੇ ਬਹੁਤ ਬੈਨੀਫਿਟ ਦਿੱਤਾ ਖੈਰ ਪੰਜਾਬੀ ਨੇ, ਤਾਂ ਮੈਂ ਪੰਜਾਬੀ ਕੀਤੀ, ਚਲੋ ਮੇਰੀ ਇਹ ਵਧੀਆ ਸੀ। ਨਹੀਂ ਤਾਂ ਤੁਹਾਨੂੰ ਪਤਾ ਆਪਣੀਆਂ ਮਿਸਟੇਕਸ, ਸਿਆਰੀ ਬਿਹਾਰੀ ਕਿੰਨਾ ਹੈ ਨਾ, ਪੰਜਾਬੀ ਲੈਂਗੁਏਜ ਇਜ਼ ਨੋਟ ਈਜ਼ੀ, ਤੇ ਮੇਰਾ ਪਰ ਮੈਂ ਨਾਟੀ ਕਲੀਅਰ ਕਰਕੇ ਫਿਰ ਮੈਂ ਵੀ ਕਿਹਾ, ਮੈਂ ਕਿਹਾ ਵੀ ਮੈਂ ਨਾਟੀ ਕਰਨੀ ਹੈ, ਦੇਖਣਾ ਹੈ ਨਾ। ਨਾਟੀ ਕਲੀਅਰ ਕਰਕੇ ਮੈਂ ਆਪਣੀ PR ਲਈ ਸੀਗੀ, ਉਦੋਂ 2007 'ਚ ਆਈ ਸੀਗੀ, ਸੋ ਇਸ ਕਰਕੇ ਬਸ ਉਹ ਕਰ ਲਈ। ਫਿਰ ਉਹ ਮੈਨੂੰ ਉਦੋਂ ਮੇਰੇ ਉਹ ਫਰੈਂਡ ਸਰਕਲ ਨੇ ਜਾ ਕੇ ਉੱਥੇ ਲੋਕਾਂ ਨੇ ਮੈਨੂੰ ਦੇਖਿਆ, ਕਿਉਂਕਿ ਮੈਂ ਇਕੱਲੀ ਐਜ਼ ਆ ਸਟੂਡੈਂਟ ਆਈ ਸੀਗੀ, ਵੀ ਫੈਮਿਲੀ ਨਹੀਂ ਸੀ ਉਸ ਚੀਜ਼ 'ਤੇ। ਉਹ ਟਾਈਮ 'ਤੇ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਤੁਸੀਂ ਇਕੱਲੇ ਹੋ ਕੇ ਮਿਹਨਤ ਕਰ ਰਹੇ ਆ, ਆਪਣਾ ਕੰਮ ਵੀ ਕਰ ਰਹੇ ਆ ਹੈ ਨਾ, ਤੁਸੀਂ ਸਟਰਗਲ ਵੀ ਕਰ ਰਹੇ ਆ। ਤਾਂ ਫਿਰ ਇੱਦਾਂ ਹੀ ਕਿਸੇ ਨੇ ਆਪਣੇ ਕਮਿਊਨਿਟੀ 'ਚ ਨੋਨ ਹੈ ਨਾ, ਮੈਨੂੰ ਇੱਦਾਂ ਫਰੈਂਡਸ ਦੇ ਥਰੂ ਜਾਣਦੇ ਸੀ, ਉਹਨਾਂ ਨੇ ਕਾਲਜ ਖੋਲ੍ਹਿਆ ਸੀ, ਅਤੇ ਉਹਨਾਂ ਨੇ ਮੈਨੂੰ ਆਪ ਅਪਰੋਚ ਕੀਤਾ ਅਤੇ ਮੈਨੂੰ ਆਫਰ ਕੀਤਾ। ਮੈਨੂੰ ਇੱਦਾਂ ਹੀ ਖੈਰ ਮੈਂ ਇੰਡੀਆ ਤੋਂ ਆਈ ਸੀਗੀ, ਪਤਾ ਨਹੀਂ ਮੈਂ ਪਹਿਲਾਂ ਤਾਂ ਮੈਂ ਜੋਬ ਸ਼ੁਰੂ ਟੈਲਸਟਰ ਜੋਬ ਕੀਤੀ ਸੀ, ਮੇਰੀ ਸਟਾਰਟਿੰਗ ਜੋਬ ਮਤਲਬ ਪ੍ਰੋਫੈਸ਼ਨਲ ਸੀਗੀ। ਪਹਿਲਾਂ ਮੈਂ ਟੇਕ ਅਵੇ ਕੰਮ ਕਰਦੀ ਰਹੀ, ਸਟੂਡੈਂਟ ਸੀ ਜਦੋਂ ਮੈਂ ਸਿੰਘਸ ਇੰਡੀਅਨ ਟੇਕ ਅਵੇ ਆ, ਤੁਸੀਂ ਸ਼ਾਇਦ ਮੈਲਬਨ ਤੋਂ ਆਏ, ਮੇ ਬੀ ਯੂ ਨੋ, ਉੱਥੇ ਕੰਮ ਕੀਤਾ 2 ਸਾਲ। ਫਿਰ ਮੈਂ ਮਤਲਬ ਚਲੋ ਫੈਕਟਰੀ ਵੀ ਕੀਤਾ ਛੁੱਟੀਆਂ 'ਚ। ਫਿਰ ਮੈਂ ਇੱਥੇ ਆ ਕੇ ਆਪਣਾ ਫਿਰ ਟੈਲਸਟਰ ਜੋਬ ਕੀਤੀ, ਚਲੋ ਹੁਣ ਵੀ PR ਪੈ ਗਈ, ਸਾਰਾ ਕੁਛ ਹੋ ਗਿਆ। ਫਿਰ ਮੈਂ ਇੰਡੀਆ ਗਈ, ਆਰਾਮ ਨਾਲ 3 ਮਹੀਨੇ ਲਾ ਕੇ ਆਈ, ਉਦੋਂ ਬਾਅਦ ਵੀ ਸਾਰਾ ਕੁਛ ਕਰਕੇ PR ਹੋ ਕੇ ਹੈ ਨਾ, 3 ਸਾਲ ਥੋੜਾ ਜਿਹਾ 3 ਸਾਲ PR ਲੈ ਕੇ। ਅਤੇ ਫਿਰ ਉਦੋਂ ਬਾਅਦ ਆਪਣਾ ਉਹਨਾਂ ਨੇ ਮੈਨੂੰ ਆਫਰ ਕੀਤੀ ਵੀ ਤੂੰ ਕਾਲਜ 'ਚ ਆਉਣਾ ਇੱਦਾਂ ਹੈ ਨਾ। ਸੋ ਉਹਨਾਂ ਨੇ ਮੇਰੀ ਮਾਰਕੀਟਿੰਗ ਸਕਿੱਲ ਨਹੀਂ ਸੀ ਮੇਰੇ ਕੋਲ, ਅਤੇ ਕੋਈ ਮੇਰੀ ਕੁਆਲੀਫਿਕੇਸ਼ਨ ਵੀ ਨਹੀਂ ਸੀਗੀ। ਸੋ ਉਹਨਾਂ ਨੇ ਮੈਨੂੰ ਸਿਰਫ ਮੇਰੀ ਇਹ ਚੀਜ਼ ਦੇਖ ਕੇ ਕਿ ਵੀ ਮੈਨੂੰ ਮਿਹਨਤੀ ਆ ਅਤੇ ਚਲੋ ਹੈ ਨਾ ਪੈਸ਼ਨ ਨਾਲ ਕੰਮ ਕਰਦੀ, ਤਾਂ ਮੈਨੂੰ ਇੱਧਰ ਇਸ ਸਾਈਡ 'ਚ ਉਹਨਾਂ ਨੇ ਮਤਲਬ ਵਾਰਤਾ ਮੈਨੂੰ ਕਹਿ ਲਓ ਐਜੂਕੇਸ਼ਨ 'ਚ। ਸੋ ਮੈਂ ਮਾਰਕੀਟਿੰਗ ਕੀਤੀ, ਦੈਟਸ ਹਾਊ ਆਈ ਐਂਟਰਡ, ਅਤੇ ਫਿਰ ਬਸ ਕਰਦੇ ਰਹੇ। ਸੋ ਮੈਂ ਨਹੀਂ ਸੋਚਿਆ ਨਹੀਂ ਸੀਗਾ, ਮੈਂ ਬਸ ਕਹਿ ਲਓ ਵੀ ਆਪਣੀ ਮਿਹਨਤ ਨਾਲ ਪਹੁੰਚੇ, ਬਸ ਇੱਦਾਂ ਹੀ ਕਹਿ ਲਓ ਓਪਰਚੁਨਿਟੀ ਆ ਗਈ। ਫਿਰ ਮੈਨੂੰ ਹੁੰਦਾ ਕਿ ਜੇ ਆ ਰਹੀ ਤਾਂ ਵਾਈ ਨਾਟ ਟੇਕ ਇਟ ਹੈ ਨਾ। ਫਿਰ ਇੱਦਾਂ ਹੀ ਕਰਦੇ, ਫਿਰ ਕਾਲਜ ਚਲੇ ਗਏ। ਫਿਰ ਮੈਨੂੰ ਐਂ ਹੋ ਗਿਆ ਵੀ ਸਟੂਡੈਂਟ ਆਉਂਦੇ ਸੀਗੇ, ਕਈ ਰੋਂਦੇ ਸੀ, ਕਈ ਬੜਾ ਮਤਲਬ ਮਿਸਗਾਈਡ ਹੁੰਦੇ ਸੀ, ਤਾਂ ਫਿਰ ਮੈਨੂੰ ਲੱਗਿਆ ਕਿਉਂ ਨਹੀਂ ਇਹਨੂੰ ਆਪਣਾ ਪ੍ਰੋਫੈਸ਼ਨ ਹੀ ਬਣਾ ਲਓ ਹੈ ਨਾ। ਨਾਲੇ ਥੋੜ੍ਹਾ ਤੁਸੀਂ ਸੋਸ਼ਲਾਈਜ਼ ਵੀ ਹੈਗੇ, ਮੇਰੀ ਨੇਚਰ ਆ ਥੋੜ੍ਹੀ ਹੈ ਨਾ ਵੀ ਸੋਸ਼ਲਾਈਜ਼ ਵੀ ਹੁੰਦੇ ਆ, ਤੁਸੀਂ ਲੋਕਾਂ ਦੀ ਹੈਲਪ ਵੀ ਕਰੋ, ਆਪਣਾ ਕੰਮ ਵੀ ਕਰੋ ਹੈ ਨਾ। ਤਾਂ ਇਹ ਚੀਜ਼ਾਂ ਹਾਂਜੀ ਕਰਦੇ, ਦੋਨੀ ਚੀਜ਼ਾਂ ਦਾ ਕੰਬੀਨੇਸ਼ਨ ਬਹੁਤ ਵਧੀਆ। ਹਾਂਜੀ, ਬਸ ਉਹ ਫਿਰ ਆ ਗਏ। ਫਿਰ ਆ ਪੰਜਾਬੀ ਪੋਡਕਾਸਟ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ, ਇਹ ਸਟਾਰਟ ਹੋ ਗਿਆ। ਨਹੀਂ ਇਹਦੇ 'ਚ ਤੁਸੀਂ ਸਭ ਤੋਂ ਪਹਿਲਾਂ ਕਿਹਾ, ਮੈਂ ਜਿੱਦਾਂ ਫੀਮੇਲ ਤੁਸੀਂ ਸਭ ਤੋਂ ਪਹਿਲਾਂ ਆਇਓ। ਸੋ ਤੇ ਮੇਰੀ ਦੁਆ ਕਿ ਤੁਹਾਡਾ ਬਹੁਤ ਚੱਲੇ ਕੱਲ ਨੂੰ, ਫਿਰ ਹਨਾ ਨਾਮ ਹੋਵੇ ਤੇ ਮੈਂ ਕਹੂੰਗੀ ਮੈਂ ਪਹਿਲੀ ਫੀਮੇਲ ਹਨਾ। ਤੁਸੀਂ ਏਦਾਂ ਵੀ ਕਰ ਸਕਦੇ, ਜਿਹੜੀ ਤੁਸੀਂ ਉਹ ਵੀਜ਼ਾ ਦੀ ਚੈੱਕ ਲਿਸਟ ਭੇਜਦੇ ਹੋ ਸਟੂਡੈਂਟ ਨੂੰ, ਤੁਸੀਂ ਲਿਖ ਸਕਦੇ ਵੀ ਸਬਸਕ੍ਰਾਈਬ ਕਰੋ ਪੰਜਾਬੀ ਪੌਡ ਨੂੰ। ਅੱਛਾ, ਹੁਣ ਜਦੋਂ ਤੁਸੀਂ ਪੁੱਛਿਆ ਨਾ ਪੈਸੇ ਬਣਦੇ, ਤਾਂ ਉਹਨਾਂ ਨੇ ਸਟੂਡੈਂਟ ਨੇ ਕਹਿਣਾ ਇਹ ਵੀ ਇਹਨਾਂ ਨੂੰ ਪੈਸੇ ਮਿਲਦੇ ਨਹੀਂ ਬਿਲਕੁਲ ਜੀ ਹੈ ਨਾ। ਨਹੀਂ ਆਪਾਂ ਐਜ਼ ਅ ਕਮਿਊਨਿਟੀ ਦੇਖੋ ਸਪੋਰਟ ਤਾਂ ਕਰਦੇ, ਹੁਣ ਬਹੁਤ ਚੀਜ਼ਾਂ 'ਚ ਇਸੇ ਕਰਕੇ ਸਪੋਰਟ ਕਰਦੇ ਹਾਂ। ਆਪਾਂ ਕਹਿੰਦੇ ਵੀ ਚਲੋ ਹੈ ਨਾ ਕਰੋ, ਵਿਦਆਊਟ ਅਗੇਨ ਮੈਨੂੰ ਲੱਗਦਾ ਹੁੰਦਾ ਕਿ ਇਫ ਵੀ ਕੈਨ ਡੂ ਵਾਈ ਨਾਟ। ਹਾਂਜੀ ਨਹੀਂ ਬਿਲਕੁਲ ਨਹੀਂ, ਥੈਂਕ ਯੂ ਤੁਹਾਡਾ ਆਉਣ ਦਾ। ਆਪਾਂ ਕਾਫੀ ਚਿਰ ਗੱਲਬਾਤ ਕੀਤੀ, ਟਾਈਮ ਦਾ ਪਤਾ ਨਹੀਂ ਲੱਗਦਾ ਜਦੋਂ ਇੱਦਾਂ ਦੀ ਕੰਟੈਂਟਫੁਲ ਗੱਲਬਾਤ ਹੁੰਦੀ, ਵੈਲਿਊਏਬਲ ਹੈ ਨਾ। ਐਕਸਾਈਟਡ ਵੀ ਹੋ ਜਾਂਦੇ ਨਾ, ਜਦੋਂ ਲੱਗਦਾ ਮੈਂ ਸਾਹ ਵੀ ਨਹੀਂ ਲੈਂਦੇ। ਫਿਰ ਹੁੰਦਾ ਨਾ ਜਿਹੜੀ ਚੀਜ਼ ਨੂੰ ਤੁਸੀਂ ਪੈਸ਼ਨਲੀ ਕਰਦੇ ਆ ਹੈ ਨਾ, ਤੁਹਾਡਾ ਇੱਕ ਹੁੰਦਾ ਗਾ ਵੀ ਤੁਸੀਂ ਇੰਜੋਏ ਵੀ ਕਰਦੇ ਆ। ਸੋ ਤਾਂ ਹੀ ਮੇਰੇ ਲਈ ਬਿਜ਼ਨਸ ਨਹੀਂ ਆ, ਮੇਰੇ ਲਈ ਕੰਮ ਆ, ਮੇਰਾ ਪ੍ਰੋਫੈਸ਼ਨ। ਸੋ ਮੈਂ ਮਤਲਬ ਦਿਲੋਂ ਲਾ ਕੇ ਕਰਦੀ ਹੁੰਦੀ ਹਾਂ। ਮੈਨੂੰ ਹੁੰਦਾ ਕਿ ਮੈਂ ਕੰਮ ਭਾਵੇਂ ਮੈਨੂੰ ਘੱਟ ਆ ਜਾਏ, ਬਟ ਮੇਰੀ ਇੱਕ
ਮਤਲਬ ਓਨੈਸਟੀ ਕਲਾਇੰਟਸ ਨੂੰ ਮਤਲਬ ਸਹੀ ਗਾਈਡੈਂਸ ਹੋਣੀ ਚਾਹੀਦੀ, ਕੋਈ ਕਿਸੇ ਦਾ ਕੰਮ ਖਰਾਬ ਨਹੀਂ ਤੁਹਾਡੇ ਕਰਕੇ ਹੋਣਾ ਚਾਹੀਦਾ। ਨਹੀਂ ਤੁਸੀਂ ਬੜੀਆਂ ਖੁੱਲ੍ਹ ਕੇ ਗੱਲਾਂ ਕੀਤੀਆਂ, ਕੋਈ ਇਨਫੋਰਮੇਸ਼ਨ ਹੋਲਡ ਨਹੀਂ ਕੀਤੀ, ਪਰ ਚਲੋ ਵਿਊਅਰਸ ਲਈ ਦੱਸ ਦਿੰਦੇ ਹਾਂ ਕਿ ਸੀਗਾ ਇਹ ਪੋਡਕਾਸਟ ਜ਼ਰੂਰੀ ਉਹਨਾਂ ਦੇ ਲਈ, ਕਿਉਂਕਿ ਉਹਨਾਂ ਨੂੰ ਡਿਫੀਕਲਟੀਜ਼ ਆਉਂਦੀਆਂ, ਪਰ ਇਹ ਇੱਕ ਥੋੜ੍ਹੀ ਜਨਰਲ ਇਨਫੋਰਮੇਸ਼ਨ ਹੈ। ਜੇ ਕਿਸੇ ਨੇ ਸਪੈਸੀਫਿਕਲੀ ਜਾਣਾ ਤਾਂ ਓਬਵੀਅਸਲੀ ਤੁਹਾਨੂੰ ਕੰਟੈਕਟ ਕਰ ਸਕਦੇ, ਕਨੈਕਟ ਮਾਈਗ੍ਰੇਸ਼ਨ ਦੇ ਵਿੱਚ, ਅਤੇ ਤੁਸੀਂ ਗੂਗਲ ਸਰਚ ਕਰੋ, ਵਿਕਟੋਰੀਆ ਪਾਰਕ ਦੇ ਵਿੱਚ ਬੇਸ ਨੇ। ਅਤੇ ਥੈਂਕ ਯੂ ਇੱਕ ਵਾਰੀ ਫੇਰ ਤੋਂ ਆਉਣ ਲਈ, ਅਤੇ ਆਸ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਤੁਸੀਂ ਫੇਰ ਕਿਸੇ ਐਪੀਸੋਡ ਦੇ ਪਾਰਟ ਬਣੋਗੇ, ਜਦੋਂ ਕੁਛ ਵੀ ਸਾਨੂੰ ਲੱਗੂਗਾ ਕਿ ਸ਼ੋਰ ਤੁਸੀਂ ਫੀਡਬੈਕ ਲੈਂਦੇ ਰਹੋ। ਜੇ ਆਪਾਂ ਦੇਖੋ ਆਪਣਾ ਫਰਜ਼ ਹੈ ਲੋਕਾਂ ਨੂੰ ਸਹੀ ਗਾਈਡ ਕਰਨਾ, ਹਾਂਜੀ ਬਿਲਕੁਲ, ਅਤੇ ਡੈਫੀਨੇਟਲੀ ਆਉਂਦੇ ਰਹਾਂਗੇ। ਥੈਂਕ ਯੂ ਸੋ ਮਚ। ਥੈਂਕ ਯੂ।